YouTube ਚੈਨਲ ਦੇ ਨਾਲ। PTN 24 ਹੱਕ ਸੱਚ ਦੀ ਆਵਾਜ਼। ਗੱਲ ਸਿਆਸਤ ਦੀ ਹੋਵੇ ਜਾਂ ਧਰਮ ਦੀ, ਮੁੱਦਾ ਰਾਸ਼ਟਰੀ ਹੋਵੇ ਜਾਂ ਅੰਤਰਰਾਸ਼ਟਰੀ, ਕੱਲ ਸਮਾਜ ਦੀ, ਕੱਲ ਆਮ ਆਦਮੀ ਦੀ, ਸਮਾਜ ਤੇ ਸਿਆਸੀ ਬਦਲਾ, ਸਿਆਸਤ ਦੇ ਖਿਡਾਰੀਆਂ ਦੇ ਦਾ, ਹਰੇਕ ਪੱਖ ਨੂੰ ਉਜਾਗਰ ਕਰਦਾ ਹੈ PTN 24। ਹੱਕ ਸੱਚ ਦੀ ਆਵਾਜ਼। PTN 24 ਰੇਡੀਓ ਤੇ TV ਬਣੋ ਸਾਡੇ ਪ੍ਰੋਗਰਾਮਾਂ ਦਾ ਹਿੱਸਾ। ਜੁੜੋ Facebook ਤੇ YouTube ਚੈਨਲ ਦੇ ਨਾਲ। PTN 24 ਹੱਕ ਸੱਚ ਦੀ ਆਵਾਜ਼। ਬਾਪੂ ਪੈਸੇ ਮਿਲ ਗਏ ਸੀ ਨਾ ਟਾਈਮ ਸਰ? ਹਾਂ ਪੁੱਤਰ, ਇੱਧਰ ਤੂੰ ਪੈਸੇ ਪਾਏ ਨਾਲੇ ਮੈਨੂੰ ਮਿਲ ਗਏ। ਬਸ ਇਸੇ ਕਰਕੇ ਮੈਂ ਅਪਰਾ ਟ੍ਰੇਡਿੰਗ ਇੰਕ ਵਾਲਿਆਂ ਤੇ ਭਰੋਸਾ ਕਰਦਾ। ਜੀ ਹਾਂ, ਅਪਰਾ ਟ੍ਰੇਡਿੰਗ ਇਨਕੋਰਪੋਰੇਟ ਮਨੀ ਐਕਸਚੇਂਜ। ਜੇ ਤੁਸੀਂ ਪੈਸੇ ਇੰਡੀਆ ਭੇਜਣਾ ਜਾਂ ਮੰਗਵਾਉਣਾ ਚਾਹੁੰਦੇ ਹੋ, ਵਧੀਆ ਡਾਲਰਾਂ ਦਾ ਰੇਟ ਲੈਣਾ ਚਾਹੁੰਦੇ ਹੋ, ਤਾਂ ਅੱਜ ਹੀ ਕਾਲ ਕਰੋ ਜਗਤਾਰ ਸਿੰਘ ਢਾ ਹੁਣਾਂ ਨੂੰ 9057943233 905 794 3233 416-731-7710 416 731 7710 6 ਰੇ ਐਵੇਨਿਊ ਬ੍ਰੈਂਪਟਨ। ਇਮੀਗ੍ਰੇਸ਼ਨ ਦੇ ਮਸਲਿਆਂ ਨੂੰ ਹਲਕੇ ਵਿੱਚ ਲੈਣਾ ਮਹਿੰਗਾ ਪੈ ਸਕਦਾ ਹੈ, ਪਰ ਸੋਚ ਸਮਝ ਕੇ ਲਿਆ ਹੋਇਆ ਫੈਸਲਾ ਤੁਹਾਡੀ ਜ਼ਿੰਦਗੀ ਨੂੰ ਸਵਾਰ ਸਕਦਾ ਹੈ। ਇਸੇ ਲਈ ਡਿਲਾਈਟ ਇਮੀਗ੍ਰੇਸ਼ਨ ਦੇ ਨਵਜੋਤ ਗਿੱਲ ਹਾਜ਼ਰ ਨੇ ਤੁਹਾਡੀ ਸੇਵਾ 'ਚ। ਸਟੱਡੀ ਪਰਮਿਟ, ਸਟੂਡੈਂਟ ਵੀਜ਼ਾ, ਵਿਜ਼ਿਟਰ ਸੁਪਰ ਵੀਜ਼ਾ, LMI ਫੈਮਿਲੀ ਕੇਸ, ਪੇਰੈਂਟ ਸਪਾਂਸਰਸ਼ਿਪ ਤੇ ਰਿਫਿਊਜੀਜ਼ ਅਪੀਲਸ ਵੀ ਐਕਸੈਪਟ ਕਰਦੇ ਨੇ। ਕਾਲ ਨਵਜੋਤ ਗਿੱਲ 647-864-3719 647-864-3719। एड्रेस 350 रदरफोर्ड रोड, साउथ ब्रैम्पटन, यूनिट 223। ਓਏ ਹੋਏ ਹੈ ਕਿ ਨਾ, ਮੈਂ ਕਿਹਾ ਮੈਂ ਮੋਣਿਓ ਗੱਡੀ ਦਾ ਟਾਇਰ ਤੇ ਗਿਆ ਨਾ, ਹੁਣ ਕੀ ਕਰੀਏ? ਓਏ ਹੋਏ ਓਹੋ, ਕਿੰਨੀ ਵਾਰ ਕਿਹਾ ਹੈ ਕਿ ਨਿਊ ਮਿਲੇਨੀਅਮ ਟਾਇਰ ਸੈਂਟਰ ਤੋਂ ਹੀ ਟਾਇਰ ਲਿਆ ਕਰੋ, ਜਿੱਥੇ ਮਿਲਦੇ ਨੇ ਟਰੱਕ, ਟਰਾਲੇ ਤੇ ਕਾਰ ਦੇ ਲਈ ਹਰ ਤਰ੍ਹਾਂ ਦੇ ਵਧੀਆ ਟਾਇਰ। ਇੱਥੇ ਮਿਸ਼ਲਿਨ, BF ਗੁੱਡਰਿਚ, ਬ੍ਰਿਜਸਟੋਨ, ਫਾਇਰਸਟੋਨ, ਚਾਈਨੀਜ਼ ਬ੍ਰਾਂਡ ਹੋਰ ਵੀ ਕਈ ਕੰਪਨੀਆਂ ਦੇ ਟਾਇਰ ਘੱਟ ਰੇਟ ਤੇ ਮਿਲਦੇ ਨੇ। ਹੁਣੇ ਪਹੁੰਚੋ ਨਿਊ ਮਿਲੇਨੀਅਮ ਟਾਇਰ ਸੈਂਟਰ, 25 ਕਲਾਰਕ ਬੁਲੇਵਾਰਡ, ਬ੍ਰੈਂਪਟਨ। ਕਾਲ 9054520111 905 452 0111। ਮੈਂ ਨਾ ਜੀ ਸੁਪਨੇ 'ਚ ਦੇਖਿਆ ਕਿ ਮੇਰਾ ਘਰ ਬੜਾ ਆਲੀਸ਼ਾਨ, ਬੜਾ ਵੱਡਾ ਤੇ ਬੜਾ ਸੋਹਣਾ ਹੈ। ਬਸ ਸੁਪਨਾ ਇਹ ਤਾਂ ਸੱਚ ਹੋਊ ਕਮਲੀਏ। ਬਸ ਸਰਬਲੋ ਡਿਜ਼ਾਈਨ ਐਂਡ ਬਿਲਡ ਲਿਮਿਟਡ ਵਾਲਿਆਂ ਨੂੰ ਫੋਨ ਕਰ। ਜੀ ਹਾਂ, ਜੇ ਤੁਸੀਂ ਵੀ ਲਗਜ਼ਰੀ ਘਰ, ਛੋਟਾ ਜਾਂ ਵੱਡਾ ਨਵਾਂ ਘਰ ਲੈਣਾ ਚਾਹੁੰਦੇ ਹੋ ਜਾਂ ਫਿਰ ਪੁਰਾਣਾ ਘਰ ਢਾ ਕੇ ਨਵਾਂ ਬਣਾਉਣਾ ਚਾਹੁੰਦੇ ਹੋ, ਤਾਂ ਅੱਜ ਹੀ ਮਿਲੋ ਸਰਬਲੋ ਡਿਜ਼ਾਈਨ ਐਂਡ ਬਿਲਡਿੰਗ ਵਾਲੇ ਕੁਲਵਿੰਦਰ ਪੱਤੜ ਜੀ ਨੂੰ। ਇਹਨਾਂ ਕੋਲ 15 ਸਾਲ ਦਾ ਤਜਰਬਾ ਹੈ ਤੇ ਹਾਂ, ਤੁਸੀਂ 20,000 ਸਕੁਅਰ ਫੁੱਟ ਦਾ ਘਰ ਵੀ ਬਣਵਾ ਸਕਦੇ ਹੋ। ਲਗਜ਼ਰੀ ਹੋਮ ਤੁਹਾਡੇ ਬਜਟ ਵਿੱਚ। ਕਾਲ ਕੁਲਵਿੰਦਰ ਪੱਤੜ 4168410478 416-841-0478। ਓ ਮੈਨੂੰ ਰੱਖ ਲੈ ਕੱਲੀ ਨਰਿਆਰਾ ਓਏ ਲੰਬਿਆਂ ਰੂਟਾਂ ਤੇ। ਜਦੋਂ ਮੈਂ ਸੇਫਐਕਸ ਟਰਾਂਸਪੋਰਟ ਨਾਲ ਨਹੀਂ ਜੁੜਿਆ ਸੀ, ਉਦੋਂ ਇਹੀ ਹਾਲ ਸੀ, ਪਰ ਹੁਣ ਤਾਂ ਸ਼ਾਨ ਨਾਲ ਡਰਾਈਵਰੀ ਕਰੀਦੀ ਹੈ। ਜੀ ਹਾਂ, ਸੇਫਐਕਸ ਟਰਾਂਸਪੋਰਟ, ਜਿਸ ਨੂੰ ਕਿਊਬਿਕ ਵਿੱਚ ਨੰਬਰ 1 ਤੇ ਕੈਨੇਡਾ ਵਿੱਚ ਦੂਜੇ ਨੰਬਰ ਤੇ ਹੋਣ ਦਾ ਮਾਣ ਹਾਸਲ ਹੈ। ਹਾਈਐਸਟ ਗ੍ਰੋਥ ਅਕ੍ਰੋਸ ਦ ਵਰਲਡ। ਸੇਫਐਕਸ ਨੇ ਹੁਣ ਮੌਂਟਰੀਅਲ ਤੇ ਬੋਲਟਨ, ਓਨਟਾਰੀਓ ਵਿੱਚ ਨਵੇਂ ਟਰਮੀਨਲ ਸ਼ੁਰੂ ਕੀਤੇ ਨੇ ਤੇ ਇਹਨਾਂ ਨੂੰ USA ਦੇ ਲਈ ਡਰਾਈਵਰ ਤੇ ਓਨਰ ਆਪਰੇਟਰ ਦੀ ਲੋੜ ਹੈ। ਵਧੀਆ ਪੇ ਵੀ ਮਿਲੇਗੀ। ਹੁਣੇ ਕਾਲ ਕਰੋ ਰਮਿੰਦਰਦੀਪ ਜਾਂ ਅਮਨਦੀਪ ਨੂੰ 5146250025 514-625-0025 ਜਾਂ ਫਿਰ 514887-0025 514-887-0025। क्यों भाई सुखी, क्यों हो इन्ने दुखी? डॉक्टर की आखा मेरे पति दा परफॉर्मेंस हुन टोटली दुखी, ओ भी परेशान ते मैं भी। पर इस विच की शर्माना, बहुत सारे मर्दां दी ये है रेगुलर डुक डुक मतलब प्रॉब्लम। पर हुन गुड न्यूज़, मर्दां दी कमजोरी दे लई हुन डॉक्टर दी जरूरत नहीं। अच्छा, ओ किवें? पेश है एनर्जेक्स, एक नेचुरल आयुर्वेदिक इलाज जो मर्दां दी हर कमजोरी नु दूर करदा है ते ओ भी जस्ट 4 दिनां विच। फुल परफॉर्मेंस और सच? थैंक यू डॉक्टर बॉब। डुक डुक दौड़ाओ, एनर्जेक्स खाओ। कॉल SPM 1-888-732-9935 1-888-732-9935। ਸੋਫਾ ਸਟੂਡੀਓ 'ਚ ਘਰ ਦੇ ਵਿੱਚ ਵਧੀਆ ਸੋਫਾ ਪਵਾਉਣਾ ਚਾਹੁੰਦੇ ਹੋ, ਭਾਵੇਂ ਲੈਦਰ ਦਾ ਹੋਵੇ ਜਾਂ ਕੱਪੜੇ ਦਾ ਹੋਵੇ, ਜਿਸ ਤਰ੍ਹਾਂ ਦਾ ਚਾਹੋਗੇ ਉਸ ਤਰ੍ਹਾਂ ਦਾ ਸੋਫਾ ਤਿਆਰ ਕਰਕੇ ਤੁਹਾਡੇ ਘਰੇ ਡਿਲੀਵਰ ਕੀਤਾ ਜਾਵੇਗਾ। ਸਗਨਦੀਪ ਨੂੰ ਕਾਲ ਕਰ ਸਕਦੇ ਹੋ 905-799-8877 905-799-8877। ਸੋਫਾ ਸਟੂਡੀਓ।
ਟਰੱਕਾਂ 'ਚ ਅੱਜ ਕੱਲ ਕੁਝ ਨਹੀਂ ਬਚਦਾ। ਉਹ ਤੂੰ ਇੰਸ਼ੋਰੈਂਸ ਕਟਾ ਲੈ। ਇੰਸ਼ੋਰੈਂਸ ਕਟਾ ਕੇ ਕਿਵੇਂ ਚੱਲੂ? ਉਹ ਕਟਾ ਲੈ ਨਹੀਂ ਘਟਾ ਲੈ। ਕਿਵੇਂ? ਹਰਜੀਤ ਸਿੰਘ ਢੱਡਾ ਨਾਲ ਗੱਲ ਕਰ, ਉਹ ਮੈਕਸਿਮਮ ਡਿਸਕਾਊਂਟਸ ਲੈ ਕੇ ਦਿੰਦੇ ਆ, ਹਰੇਕ ਬਰੀਕੀ ਨੂੰ ਚੰਗੀ ਤਰ੍ਹਾਂ ਸਮਝਦੇ ਤੇ ਚੰਗੀ ਤਰ੍ਹਾਂ ਸਮਝਾਉਂਦੇ ਆ। ਹਰਜੀਤ ਸਿੰਘ ਢੱਡਾ ਨੈਸ਼ਨਲ ਟਰੱਕ ਲੀਗ ਨਾਲ ਕੰਮ ਕਰਦੇ ਆ ਫੋਨ ਕਰ 647 705 5492 6477055492। ਅੱਛਾ, ਇਹਨੂੰ ਕਹਿੰਦੇ ਇੰਸ਼ੋਰੈਂਸ ਪ੍ਰੀਮੀਅਮ ਕੱਟ ਕਰਨਾ। ਬਸ ਸਿਆਣਾ ਤੇ ਬੜਾ ਹੈ ਤੂੰ। ਉਹ ਘਰ ਤੇ ਤੈਨੂੰ ਬਹੁਤ ਵਧੀਆ ਬਣਾ ਕੇ ਦੇਣਾ ਤੇ ਕੱਢ ਦੇਣੇ ਆ ਕੜੇਲਾ, ਜਿੰਨੂੰ ਵੇਖ ਕੇ ਜਾਣਗੇ ਸ਼ਰੀਕ ਵੀ ਹਿੱਲ। ਸ਼ਰੀਕਾਂ ਦੇ ਕੱਢਦੇ ਕੜੇਲ ਕਿਤੇ ਆਪਣਾ ਘਰ ਨਾ ਜਾਵੇ ਹਿੱਲ। ਧਿਆਨ ਰੱਖੀ ਘਰ ਦੇ ਵਿੱਚ ਪਲੰਬਿੰਗ ਐਂਡ ਇਲੈਕਟ੍ਰੀਕਲ ਦਾ ਸਮਾਨ ਹੋਵੇ ਨੰਬਰ 1। ਓਏ ਜੀਟੀਏ ਪਲੰਬਿੰਗ ਐਂਡ ਇਲੈਕਟ੍ਰਿਕ ਸਪਲਾਈ ਬਰਮਟਨ ਵਿੱਚ ਸਟੋਰ ਆ ਨੰਬਰ 1। ਅੱਛਾ, ਉਹੀ ਜੀਟੀਏ ਵਾਲੇ ਜਿੱਥੋਂ ਕੰਟਰੈਕਟਰਸ ਲਈ ਘਰ ਦੇ ਵਿੱਚ ਪਲੰਬਿੰਗ ਤੇ ਇਲੈਕਟ੍ਰੀਕਲ ਦਾ ਸਾਰਾ ਸਮਾਨ ਡਿਸਕਾਊਂਟ ਤੇ ਮਿਲਦਾ। ਵਾਸ਼ਰੂਮ ਲਈ ਵੈਨਿਟੀ ਸਟੈਪਸ, ਸਪੌਟਲਾਈਟਸ ਤੇ ਰੇਂਜ ਹੁੱਡਸ ਮਿਲਦੇ ਆ। ਫਿਰ ਕਾਹਨੂੰ ਕਰਨੀ ਹੈ ਦੇਰ, ਅੱਜ ਹੀ ਪਹੁੰਚੋ 241 ਕਲੈਰੈਂਸ ਸਟਰੀਟ ਬਰੈਂਪਟਨ ਤੇ ਸੰਪਰਕ ਕਰੋ 905 792 0036 905 792 0036। Mortgage Village PTN 24 ਔਨ ਕਰ ਚੁੱਕੇ ਸਾਰੇ ਰੱਬ ਵਰਗੇ ਸਰੋਤਿਆਂ ਦਾ ਸਵਾਗਤ ਹੈ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿ ਸ਼੍ਰੀ ਅਕਾਲ, ਆਦਾਬ, ਨਮਸਕਾਰ। ਮੈਂ ਹਾਂ ਤੁਹਾਡਾ ਸੁਖਵਿੰਦਰ ਸਿੰਘ ਚੰਦੀ, ਪ੍ਰੋਗਰਾਮ ਲੈ ਕੇ ਹਾਜ਼ਰ ਹਾਂ PTN 24। ਤੁਹਾਡੇ ਨਾਲ ਗੱਲਾਂ ਬਾਤਾਂ ਕਰਾਂਗੇ ਜੀ। ਤੇ ਅੱਜ ਟੈਂਪਰੇਚਰ ਹੈਗਾ ਬਾਹਰ 19 ਤਰੀਕ ਆ ਤੇ ਟੈਂਪਰੇਚਰ -4 ਤੇ ਫੀਲ ਲਾਈਕ -11 ਤੋਂ 23 ਕਿਲੋਮੀਟਰ ਦੀ ਸਪੀਡ ਨਾਲ ਹਵਾ ਚੱਲ ਰਹੀ ਹੈ। ਸੂਰਜ 7:21 ਤੇ ਚੜਿਆ ਤੇ 7:30 ਤੇ ਛਿਪੇਗਾ। ਸਭ ਤੋਂ ਪਹਿਲਾਂ ਆਪਾਂ ਗੱਲਬਾਤ ਕਰਦੇ ਹੁੰਨੇ ਜੀ ਅਰਸ਼ਦੀਪ ਹੋਣਾ ਦੇ ਨਾਲ। ਮੋਹਾਲੀ ਸਟੂਡੀਓ ਆਪਣੀ ਲਾਈਨ ਜੁੜ ਚੁੱਕੀ ਆ। ਉਸ ਤੋਂ ਬਾਅਦ 9:30 ਤੋਂ ਬਾਅਦ ਲੋਕਲ ਖਬਰਾਂ ਤੇ ਫਿਰ ਆਪਾਂ ਟਰਾਈ ਕਰਾਂਗੇ ਕਿਸੇ ਨਾ ਕਿਸੇ ਲੀਡਰ ਦੇ ਨਾਲ ਤੁਹਾਡੀ ਗੱਲਬਾਤ ਕਰਾਈ ਜਾਵੇ। ਸਭ ਤੋਂ ਪਹਿਲਾਂ ਆਪਾਂ ਸਵਾਗਤ ਕਰਦੇ ਹਾਂ ਅਰਸ਼ਦੀਪ ਸਿੱਧੂ ਹੋਣਾ ਦਾ। ਜੀ ਅਰਸ਼ਦੀਪ, ਸਵਾਗਤ ਹੈ, ਸਤਿ ਸ਼੍ਰੀ ਅਕਾਲ ਜੀ। ਆਇਆਂ ਨੂੰ ਬਹੁਤ ਬਹੁਤ ਧੰਨਵਾਦ ਜੀ। ਸਾਰੇ ਹੀ ਸਰੋਤਿਆਂ ਤੇ ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ, ਨਮਸਕਾਰ, ਆਦਾਬ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਰਸ਼ਦੀਪ, ਖਬਰਾਂ ਤੇ ਚੱਲਦੇ ਆਪਾਂ ਜਿਹੜੀਆਂ ਹਮੇਸ਼ਾ ਜਿਹੜੀਆਂ ਕਿਸਾਨ ਜਥੇਬੰਦੀਆਂ ਕੋਈ ਵੀ ਦਿਨ ਦਿਹਾੜਾ ਆਉਂਦੇ ਆ ਤਾਂ ਉੱਥੇ ਜ਼ਰੂਰ ਮਨਾਉਂਦੀਆਂ। 23 ਮਾਰਚ ਨੂੰ ਸ਼ਹੀਦ ਆਜ਼ਮ ਭਗਤ ਸਿੰਘ ਦਾ ਜਿਹੜਾ ਦਿਨ ਆ ਰਿਹਾ ਜੀ, ਉਹਦਾ ਸ਼ਹੀਦੀ ਦਿਹਾੜਾ ਆ ਰਿਹਾ ਤੇ ਉਹ ਕਹਿੰਦੇ ਉੱਥੇ ਸਰਹੱਦਾਂ ਦੇ ਉੱਤੇ ਮਨਾਇਆ ਜਾਊਗਾ। ਕਈ ਵਾਰੀ ਤਾਂ ਥੋੜਾ ਵਿਵਾਦ ਵੀ ਰਹਿੰਦਾ, ਪਰ ਜਿਹੜਾ ਇਸ ਟਾਈਮ ਕਿਸਾਨ ਲੀਡਰ ਆ ਜਿਹੜੇ ਮੇਨ ਆ ਉਹ ਪੱਛਮੀ ਬੰਗਾਲ ਜਾਂ ਹੋਰ ਸਟੇਟਾਂ ਦੇ ਵਿੱਚ ਗਏ ਆ ਤੇ ਇੱਥੇ ਮੈਨੂੰ ਲੱਗਦਾ ਹੁਣ ਲੀਡਰ ਤੇ ਘੱਟ ਆ, ਪਰ ਆਮ ਪਬਲਿਕ ਜਿਹੜੀ ਆ ਬਹੁਤ ਜ਼ਿਆਦੀ ਹੈਗੀ ਆ। ਤੇ ਜਿਹੜੇ ਪੱਛਮੀ ਬੰਗਾਲ ਦੇ ਵਿੱਚ ਲੀਡਰ ਗਏ ਕਹਿੰਦੇ ਉਹਨਾਂ ਨੂੰ ਰਿਸਪੌਂਸ ਬੜਾ ਜ਼ਿਆਦਾ ਵਧੀਆ ਮਿਲ ਰਿਹਾ ਜੀ। ਇਸੇ ਖਬਰ ਦੇ ਨਾਲ ਹੀ ਸਾਂਝੀ ਕਰ ਦਿਓ ਜੀ। ਦੇਖੋ ਜੀ, 26 ਜਨਵਰੀ ਤੋਂ ਬਾਅਦ ਲਗਾਤਾਰ ਕਿਸਾਨ ਆਗੂਆਂ ਅੱਗੇ ਨੌਜਵਾਨ ਵੀ ਇਹੀ ਮੰਗ ਰੱਖ ਰਹੇ ਸੀ ਕਿ ਕੋਈ ਵੱਡਾ ਪ੍ਰੋਗਰਾਮ ਜਿਹੜਾ ਦਿੱਤਾ ਜਾਵੇ, ਕਿਉਂਕਿ ਵੱਡਾ ਪ੍ਰੋਗਰਾਮ ਉਹਦੇ ਬਾਅਦ ਨਹੀਂ ਆ ਰਿਹਾ ਸੀਗਾ। ਤਾਂ ਇਹ ਚਰਚਾ ਚੱਲੀ ਕਿ ਕਿਤੇ ਕਿਸਾਨ ਆਗੂ ਜਿਹੜੇ ਸਰਹੱਦਾਂ ਦੇ ਉੱਪਰ ਸ਼ਹੀਦੀ ਦਿਹਾੜੇ ਜਾਂ ਜਨਮ ਦਿਹਾੜੇ ਮਨਾਉਣ ਜੋਗੀ ਨਾ ਰਹਿ ਜਾਣ, ਤਾਂ ਉਹਨਾਂ ਨੂੰ ਕੋਈ ਵੱਡਾ ਪ੍ਰੋਗਰਾਮ ਜਿਹੜਾ ਦੇਣਾ ਚਾਹੀਦਾਗਾ। ਤਾਂ ਇਸੇ ਹਲਚਲ ਦੌਰਾਨ ਜਦੋਂ ਕਿਸਾਨ ਆਗੂਆਂ ਨੇ ਇਹ ਕਾਲ ਦਿੱਤੀ ਕਿ ਜਿਹੜੇ 5 ਸੂਬਿਆਂ ਦੇ ਵਿੱਚ ਚੋਣਾਂ ਹੋਣ ਜਾ ਰਹੀਆਂ ਨੇ, ਆਪਾਂ ਉਹਨਾਂ 5 ਸੂਬਿਆਂ 'ਚ ਜਾ ਕੇ ਭਾਜਪਾ ਵਿਰੁੱਧ ਜਿਹੜਾ ਪ੍ਰਚਾਰ ਕਰਨਾਗਾ। ਕਿਉਂਕਿ ਜੇ ਕਿਸਾਨ ਵੱਡਾ ਪ੍ਰੋਗਰਾਮ ਦਿੰਦੇ ਵੀ ਇਸ ਸਮੇਂ ਕੋਈ ਹੋਰ, ਤਾਂ ਸਰਕਾਰ ਜਿਹੜੀ ਉਹ ਇਲੈਕਸ਼ਨ ਦੇ ਵਿੱਚ ਉਲਝੀ ਹੋਈ ਹੈ। ਸਰਕਾਰ ਨੇ ਜਿਹੜਾ ਕਿਸਾਨੀ ਮੁੱਦਾ ਜਿਹੜਾ ਕਿ ਬੇਹੱਦ ਅਹਿਮ ਮੁੱਦਾ ਗਾ, ਕਿਸਾਨ ਆਪਣੇ ਢਿੱਡ ਦੀ ਲੜਾਈ ਲੜ ਰਹੇ ਹੈ, ਉਹਨਾਂ ਨੂੰ ਇਗਨੋਰ ਕਰਕੇ ਸਾਰਾ ਧਿਆਨ ਜਿਹੜਾ ਹੈ ਉਹ ਚੋਣ ਪ੍ਰਚਾਰ ਤੇ ਕੇਂਦਰਿਤ ਕਰਤਾ। ਬੇਸ਼ੱਕ ਕੈਬਨਿਟ ਵਜ਼ੀਰ ਹੋਣ, ਸੰਸਦ ਮੈਂਬਰ ਹੋਣ, ਪ੍ਰਧਾਨ ਮੰਤਰੀ ਸਮੇਤ ਸਾਰੇ ਜਿਹੜੇ ਪੱਛਮੀ ਬੰਗਾਲ ਦੇ ਵਿੱਚ ਦਿਖਾਈ ਦਿੰਦੇ ਨੇ। ਤੇ ਇੱਥੋਂ ਇਹ ਲੱਗਦਾ ਹੈ ਕਿ ਬਾਕੀ ਸੂਬਿਆਂ ਦੇ ਵਿੱਚ ਵੀ ਚੋਣ ਹੈ, ਪਰ ਭਾਜਪਾ ਲਈ ਜਿਹੜਾ ਨੱਕ ਦਾ ਸਵਾਲ ਜਿਹਨੂੰ ਕਹਿੰਦੇ ਹੁੰਦੇ ਆ, ਉਹ ਜਿਹੜਾ ਹੈ ਪੱਛਮੀ ਬੰਗਾਲ ਦੀਆਂ ਚੋਣਾਂ ਬਣੀਆਂ ਹੋਈਆਂ ਨੇ ਜੀ। ਤੇ ਇਸ ਕਰਕੇ ਕਿਸਾਨ ਆਗੂਆਂ ਵੱਲੋਂ ਜਦੋਂ 5 ਸੂਬਿਆਂ 'ਚ ਜਾਣ ਦਾ ਫੈਸਲਾ ਕੀਤਾ ਗਿਆ ਤਾਂ ਇਹ ਇੱਕ ਵੱਡਾ ਪ੍ਰੋਗਰਾਮ ਦੇ ਤੌਰ ਤੇ ਜਿਹੜਾ ਦਿਖਾਈ ਦਿੱਤਾ। ਤੇ ਪੱਛਮੀ ਬੰਗਾਲ ਦੇ ਵਿੱਚ ਜਦੋਂ ਕਿਸਾਨ ਗਏ ਤਾਂ ਉਹਨਾਂ ਨੂੰ ਰਿਸਪੌਂਸ ਜਿਹੜਾ ਲੋਕਾਂ ਦਾ ਉਹ ਕਾਫੀ ਅੱਛਾ ਮਿਲਿਆ। ਉਹਨਾਂ ਦੀਆਂ ਰੈਲੀਆਂ ਦੇ ਵਿੱਚ ਵੀ ਭੀੜ ਹੋਈ, ਜਿਹੜੇ ਰੋਸ ਮਾਰਚ ਕੱਢੇ ਗਏ ਉਹਦੇ ਵਿੱਚ ਵੀ ਭੀੜ ਹੋਈ। ਤੇ ਜਿਹੜੇ ਉੱਥੇ ਵੀ ਕਿਸਾਨ ਪ੍ਰੋਟੈਸਟ ਕਰ ਰਹੇ ਸੀਗੇ 3 ਖੇਤੀ ਕਾਨੂੰਨਾਂ ਦੇ ਵਿਰੁੱਧ, ਉਹਨਾਂ ਦਾ ਵੀ ਪਤਾ ਜਿਹੜਾ ਕਿਸਾਨਾਂ ਨੂੰ ਲੱਗਿਆ ਤੇ ਉਹਨਾਂ ਨੂੰ ਇਹ ਲੱਗਿਆ ਸਹੀ ਰੂਪ ਦੇ ਵਿੱਚ ਕਿ ਜਿਹੜਾ ਅੰਦੋਲਨ ਹੈਗਾ ਇਹ ਦੇਸ਼ ਪੱਧਰ ਦਾ ਅੰਦੋਲਨ ਹੀ ਹੈਗਾ। ਕਿਉਂਕਿ ਪੱਛਮੀ ਬੰਗਾਲ ਜਾਂ ਕੇਰਲਾ, ਤਾਮਿਲਨਾਡੂ ਦੇ ਲੋਕ ਜਿਹੜੇ ਉਹ ਦਿੱਲੀ ਉਸ ਹਿਸਾਬ ਦੇ ਨਾਲ ਨਹੀਂ ਪਹੁੰਚ ਸਕਦੇ, ਪਰ ਉਹ ਸਮਰਥਨ ਜਿਹੜਾ ਹੈਗਾ ਕਿਸਾਨੀ ਅੰਦੋਲਨ ਦਾ ਕਰ ਰਹੇ ਨੇ। ਤੇ ਜਦੋਂ ਲੋਕਾਂ ਦੇ ਵਿੱਚ ਗੱਲ ਕਿਸਾਨ ਆਗੂਆਂ ਵੱਲੋਂ ਰੱਖੀ ਗਈ ਤਾਂ ਉਹ ਗੱਲ ਦਾ ਅਸਰ ਵੀ ਜਿਹੜਾ ਹੁੰਦਾ ਹੋਇਆ ਦਿਖਾਈ ਦਿੱਤਾ ਜਾਂ ਨਹੀਂ, ਇਹ ਤਾਂ ਨਤੀਜੇ ਦੱਸਣਗੇ।
ਪਰ ਜਿਹੜੀ ਭੀੜ ਜਮਾ ਹੋਈ ਜਿਸ ਹਿਸਾਬ ਦੇ ਨਾਲ ਲੋਕਾਂ ਨੇ ਉਹਨਾਂ ਦੀ ਗੱਲ ਸੁਣੀ ਤੇ ਪੋਜ਼ਿਟਿਵ ਰਿਸਪੌਂਸ ਜਿਹੜਾ ਦਿੱਤਾਗਾ, ਜਿਸ ਤਰ੍ਹਾਂ ਕਈ ਜਗ੍ਹਾ ਤੇ ਫੁੱਲਾਂ ਦੀ ਵਰਖਾ ਕਰਕੇ ਸਵਾਗਤ ਵੀ ਕਿਸਾਨ ਆਗੂਆਂ ਦਾ ਕੀਤਾ ਗਿਆ, ਤਾਂ ਉਹਦੇ ਤੋਂ ਇਹੀ ਲੱਗਦਾ ਹੈ ਕਿ ਲੋਕ ਜਿਹੜੇ ਨੇ ਉਹ ਗੱਲ ਸੁਣ ਰਹੇ ਨੇ, ਕਿਸਾਨ ਆਗੂਆਂ ਦੀ ਪੋਜ਼ਿਟਿਵ ਮੈਸੇਜ ਜਾ ਰਿਹਾ ਹੈ। ਕਿਉਂਕਿ ਕਿਸਾਨ ਆਗੂ ਜਦੋਂ ਚੋਣਾਂ ਵਾਲੇ ਸੂਬਿਆਂ 'ਚ ਗਏ ਤਾਂ ਇਹ ਕਿਹਾ ਗਿਆ ਕਿ ਕਿਸਾਨ ਜਿਹੜੇ ਨੇ ਉਹ ਸਿਆਸਤ ਕਰ ਰਹੇ ਨੇ। ਕਿਸਾਨ ਸਿਆਸਤ ਤਾਂ ਕਰ ਰਹੇ ਹੁੰਦੇ ਜੇ ਕਿਸਾਨ ਇਹ ਕਹਿੰਦੇ ਕਿ ਭਾਈ ਭਾਜਪਾ ਨੂੰ ਵੋਟ ਨਹੀਂ ਦੇਣੀ, ਤ੍ਰਿਣਮੂਲ ਕਾਂਗਰਸ ਨੂੰ ਵੋਟ ਦੇ ਦਿਓ ਜਾਂ ਲੈਫਟ ਨੂੰ ਵੋਟ ਦੇ ਦਿਓ, ਜਾਂ ਕਿਸੇ ਹੋਰ ਸੂਬੇ 'ਚ ਕਹਿਤਾ ਕਿ ਡੀਐਮਕੇ ਨੂੰ ਵੋਟ ਦੇ ਦਿਓ। ਪਰ ਕਿਸਾਨਾਂ ਨੇ ਸਿਰਫ ਇਹੀ ਮੈਸੇਜ ਦਿੱਤਾ ਕਿ ਸੱਤਾ ਸਿਰ ਭਾਜਪਾ ਨੂੰ ਵੋਟ ਨਾ ਦਿਓ, ਕਿਉਂਕਿ ਅਸੀਂ ਧਰਨੇ ਤੇ ਬੈਠੇ ਨੇ ਲੰਮੇ ਸਮੇਂ ਤੋਂ, ਸਾਡੀ ਗੱਲ ਇਹ ਸੁਣਨ ਲਈ ਤਿਆਰ ਨਹੀਂ ਹੈ। ਹੋਰ ਜਿਹਨੂੰ ਮਰਜ਼ੀ ਵੋਟ ਦੇ ਦਿਓ ਪਰ ਭਾਜਪਾ ਨੂੰ ਵੋਟ ਜਿਹੜੀ ਉਹ ਨਹੀਂ ਦੇਣੀ। ਤੇ ਇਸ ਕਰਕੇ ਕਿਸਾਨਾਂ ਦਾ ਮੈਸੇਜ ਜਿਹੜਾ ਹੈ ਤੇ ਲੋਕਾਂ ਦਾ ਰਿਸਪੌਂਸ ਜਿਹੜਾ ਹੈ ਉਹ ਬਹੁਤ ਵਧੀਆ ਹੈ ਕਿਸਾਨਾਂ ਨੂੰ। ਤੇ ਇਸ ਕਰਕੇ ਕਿਸਾਨਾਂ ਵੱਲੋਂ ਜਿਹੜਾ ਹੈ ਸਮੇਂ-ਸਮੇਂ ਤੇ ਪ੍ਰੋਗਰਾਮ ਉੱਥੇ ਉਲੀਕੇ ਜਾ ਰਹੇ ਨੇ। ਕੁਝ ਕਿਸਾਨ ਆਗੂ ਵੱਡੇ ਜਿਹੜੇ ਉਹ ਵਾਪਸ ਆ ਜਾਂਦੇ ਨੇ, ਕਿਉਂਕਿ ਹਫ਼ਤੇ 'ਚ 2 ਦਿਨ ਬਾਰਡਰਾਂ ਤੇ ਡਿਊਟੀ ਵੀ ਜਿਹੜੀ ਹੈ ਲਾਜ਼ਮੀ ਨਿਭਾਉਣੀ ਹੁੰਦੀ ਹੈ ਕਿਸਾਨ ਲੀਡਰਾਂ ਨੇ। ਤਾਂ ਉਹਦੇ ਬਾਅਦ ਕੋਈ ਹੋਰ ਜੱਥਾ ਰਵਾਨਾ ਹੋ ਜਾਂਦਾ। ਉੱਥੋਂ ਦੀ ਲੋਕਲ ਕਿਸਾਨ ਲੀਡਰਸ਼ਿਪ ਜਿਹੜੀ ਹੈ ਉਹ ਵੀ ਸਰਗਰਮ ਹੋ ਗਈ ਹੈ ਜਦੋਂ ਦਿੱਲੀ ਦੇ ਬਾਰਡਰਾਂ ਤੋਂ ਕਿਸਾਨ ਜਿਹੜੇ ਨੇ ਪੱਛਮੀ ਬੰਗਾਲ ਪਹੁੰਚੇ ਨੇ। ਤੇ ਇਸੇ ਦੌਰਾਨ ਹੀ ਮਮਤਾ ਬੈਨਰਜੀ ਦੇ ਬਿਆਨ ਵੀ ਜਿਹੜੇ ਆ ਉਹ ਬਦਲਦੇ ਹੋਏ ਦਿਖਾਈ ਦੇ ਰਹੇ ਨੇ। ਆਪਾਂ ਦੇਖ ਰਹੇ ਹਾਂ ਕਿ ਉਹਨਾਂ ਦੇ ਬਿਆਨਾਂ ਵਿੱਚ ਵੀ ਇੱਕ ਵੱਡਾ ਜੋਸ਼ ਜਿਹੜਾ ਦਿਖਾਈ ਦੇ ਰਿਹਾ ਗਾ, ਜਿਹਦੇ 'ਚ ਉਹ ਕਹਿ ਰਹੇ ਕਿ ਬੰਗਾਲ ਜਿੱਤਣ ਤੋਂ ਬਾਅਦ, ਪੱਛਮੀ ਬੰਗਾਲ ਦੀਆਂ ਚੋਣਾਂ ਜਿੱਤਣ ਤੋਂ ਬਾਅਦ ਦਿੱਲੀ ਦੀ ਸੱਤਾ ਦੇ ਵਿੱਚ ਪਰਿਵਰਤਨ ਦੀ ਲੜਾਈ ਜਿਹੜੀ ਆਪਾਂ ਸ਼ੁਰੂ ਕਰਨੀ ਹੈਗੀ। ਤੇ ਇੱਥੋਂ ਸਾਫ਼ ਹੈ ਕਿ ਜਿਹੜਾ ਹੌਸਲਾ ਗਾ ਮਮਤਾ ਬੈਨਰਜੀ ਦਾ ਉਹ ਬੁਲੰਦ ਹੈਗਾ। ਪੱਛਮੀ ਬੰਗਾਲ ਦੇ ਵਿੱਚ ਉਹਨਾਂ ਨੂੰ ਆਪਣੀ ਜਿੱਤ ਦਿਖ ਰਹੀ ਹੈ ਤੇ ਉਹ ਦਿੱਲੀ ਦੀ ਸੱਤਾ ਬਦਲਣ ਦੀ ਗੱਲ ਜਿਹੜੀ ਉਹ ਕਰ ਰਹੇ ਨੇ। ਤੇ ਇਹਨਾਂ ਹਾਲਾਤਾਂ ਦੇ ਵਿੱਚ ਹੀ ਹੁਣ 23 ਮਾਰਚ ਦਾ ਦਿਨ ਜਿਹੜਾ ਸ਼ਹੀਦ ਆਜ਼ਮ ਭਗਤ ਸਿੰਘ, ਰਾਜਗੁਰੂ ਤੇ ਸੁਖਦੇਵ ਦਾ ਸ਼ਹੀਦੀ ਦਿਹਾੜੇ ਦਾ ਦਿਨ ਹੈਗਾ, ਤਾਂ ਉਹ ਵੀ 23 ਮਾਰਚ ਦਾ ਜਿਹੜਾ ਸ਼ਹੀਦ ਆਜ਼ਮ ਭਗਤ ਸਿੰਘ ਦਾ ਸ਼ਹੀਦੀ ਦਿਨ ਹੈ ਉਹ ਵੀ ਦਿੱਲੀ ਦੇ ਬਾਰਡਰਾਂ ਦੇ ਉੱਪਰ ਮਨਾਇਆ ਜਾਣਾਗਾ। ਤੇ ਇਸ ਸਮੇਂ ਨੌਜਵਾਨਾਂ ਨੂੰ ਖਾਸ ਕਰਕੇ ਅਪੀਲ ਕੀਤੀ ਗਈ ਹੈ ਕਿ ਤੁਸੀਂ ਜਿਹੜਾ ਹੈ ਉਹ ਦਿੱਲੀ ਦੇ ਬਾਰਡਰਾਂ ਤੇ ਪਹੁੰਚੋ, ਉੱਥੇ ਆ ਕੇ ਸਟੇਜ ਦੀ ਕਾਰਵਾਈ ਵੀ ਸੰਭਾਲੋ ਤੇ ਸ਼ਹੀਦ ਆਜ਼ਮ ਭਗਤ ਸਿੰਘ ਦੀ ਜ਼ਿੰਦਗੀ ਬਾਰੇ ਗੱਲਾਂ ਕਰੋ, ਕਿਸਾਨੀ ਘੋਲ ਬਾਰੇ ਗੱਲਾਂ ਕਰੋ ਤੇ ਆਪਣੇ ਦਿਲ ਦੇ ਬਲਬਲੇ ਇੱਕ ਵਾਰੀ ਫਿਰ ਤੋਂ ਸਾਂਝੇ ਕਰੋ। ਕਿਉਂਕਿ ਜਦੋਂ ਨੌਜਵਾਨ ਦਿਹਾੜਾ ਮਨਾਇਆ ਸੀ ਤਾਂ ਉਦੋਂ ਵੀ ਨੌਜਵਾਨਾਂ ਨੇ ਦਿਲ ਦੇ ਬਲਬਲੇ ਤੋਂ ਸਾਂਝੇ ਕੀਤੇ ਸੀ, ਪਰ ਉਹਨੂੰ ਇੰਪਲੀਮੈਂਟ ਕਰਨ ਦੀ ਜਦੋਂ ਗੱਲ ਸੀਗੀ ਉਸ ਪਾਸੇ ਵੱਲ ਕਿਸਾਨ ਜਥੇਬੰਦੀਆਂ ਪੂਰੀ ਤਰ੍ਹਾਂ ਨਹੀਂ ਵਧੀਆਂ। ਥੋੜਾ ਬਹੁਤਾ ਵਧੀਆ ਨੇ ਕਿ ਜਿਹੜੀਆਂ ਲੋਕਲ ਪੰਚਾਇਤਾਂ ਹੋਈਆਂ ਉੱਥੇ ਵੀ ਕੁਝ ਨੌਜਵਾਨ ਆਗੂਆਂ ਨੂੰ ਸਟੇਜਾਂ ਜਿਹੜੀਆਂ ਦਿੱਤੀਆਂ ਗਈਆਂ, ਦਿੱਲੀ ਦੇ ਬਾਰਡਰ ਤੇ ਵੀ ਕੁਝ ਨੂੰ ਦਿੱਤੀਆਂ ਗਈਆਂ, ਪਰ ਸਾਰਿਆਂ ਨੂੰ ਜਿਹੜੀਆਂ ਹੈਗੀਆਂ ਉਹ ਨਹੀਂ ਦਿੱਤੀਆਂ ਗਈਆਂ। ਇਸ ਕਰਕੇ ਆਵਾਜ਼ ਇਹ ਉੱਠ ਰਹੀ ਹੈ ਕਿ ਲੱਖੇ ਸਿਧਾਣੇ ਦੇ ਨਾਲ ਵੀ ਗੱਲਬਾਤ ਕਰਨ ਕਿਸਾਨ ਲੀਡਰ। ਤੇ ਖੈਰ ਹੁਣ ਕਿਸਾਨ ਲੀਡਰ 5 ਸੂਬਿਆਂ ਦੇ ਵਿੱਚ ਉਲਝੇ ਹੋਏ ਨੇ, ਉੱਥੇ ਆਉਣਾ ਜਾਣਾ ਉਹਨਾਂ ਦਾ ਜਿਹੜਾ ਬਣਿਆ ਹੋਇਆ ਗਿਆ। ਇਸ ਕਰਕੇ 23 ਮਾਰਚ ਨੂੰ ਨੌਜਵਾਨਾਂ ਨੂੰ ਦਿੱਲੀ ਦੇ ਬਾਰਡਰ ਤੇ ਪਹੁੰਚਣ ਦੀ ਅਪੀਲ ਕੀਤੀ ਗਈ ਹੈ ਕਿ ਤੁਸੀਂ ਆਓ ਤੇ 3 ਖੇਤੀ ਕਾਨੂੰਨਾਂ ਦੇ ਵਿਰੁੱਧ ਵੀ ਆਵਾਜ਼ ਬੁਲੰਦ ਕਰੋ ਤੇ ਸ਼ਹੀਦ ਆਜ਼ਮ ਭਗਤ ਸਿੰਘ ਦੀ ਜ਼ਿੰਦਗੀ ਬਾਰੇ ਵੀ ਗੱਲਾਂ ਬਾਤਾਂ ਕਰੋ। ਤੇ ਇਸ ਮੌਕੇ ਇਹ ਪ੍ਰਣ ਵੀ ਕੀਤਾ ਗਿਆ ਦੁਬਾਰਾ ਤੋਂ ਕਿ 3 ਖੇਤੀ ਕਾਨੂੰਨ ਜਿਹੜੇ ਆਏ ਨੇ, ਜਿਹੜੇ ਕਾਲੇ ਕਾਨੂੰਨ ਨੇ, ਇਹਨਾਂ ਨੂੰ ਰੱਦ ਕਰਾ ਕੇ ਕਿਸਾਨ ਜਿਹੜੇ ਹੈ ਆਪਣੇ ਘਰਾਂ ਨੂੰ ਜਾਣਗੇ। ਇਹ ਸੰਘਰਸ਼ ਜਿੰਨਾ ਮਰਜ਼ੀ ਲੰਮਾ ਹੋ ਜਾਏ ਪਰ ਕੇਂਦਰ ਸਰਕਾਰ ਵੱਲੋਂ ਲਿਆਂਦੇ ਗਏ 3 ਕਾਨੂੰਨ ਰੱਦ ਕਰਾ ਕੇ ਕਿਸਾਨੀ ਅੰਦੋਲਨ ਜਿਹੜਾ ਖਤਮ ਹੋਏਗਾ। ਹਾਂ ਬਿਲਕੁਲ ਜੀ, ਜਿਹੜੇ ਕਿਸਾਨ ਲੀਡਰ ਗਏ ਜੀ ਮਨਜੀਤ ਸਿੰਘ ਧਨੇਰ ਨੂੰ ਕਹਿੰਦੇ ਕਾਫੀ ਜ਼ਿਆਦਾ ਪਿਆਰ ਮਿਲ ਰਿਹਾ ਜੀ, ਉੱਥੋਂ ਖਬਰਾਂ ਆ ਰਹੀਆਂ। ਕਹਿੰਦੇ ਉਹ ਕਈ ਵਾਰੀ ਹੁੰਦਾ ਨਾ ਜਿਹੜੇ ਬੰਦੇ ਨੂੰ ਚੂੰ ਚਲਾਕੀ ਨਹੀਂ ਆਉਂਦੀ ਤਾਂ ਉਹਨੂੰ ਲੋਕ ਜ਼ਿਆਦਾ ਪਿਆਰ ਕਰਦੇ ਆ। ਕਿਉਂਕਿ ਮਨਜੀਤ ਸਿੰਘ ਧਨੇਰ ਦਾ ਜੇ ਆਪਾਂ ਦੇਖੀਏ ਤਾਂ ਉਹ ਸਪੀਚ ਕਰਦੇ ਨੇ, ਉਹ ਕੋਈ ਲੀਡਰਾਂ ਵਾਲੀ ਸਪੀਚ ਨਹੀਂ ਕਰਦੇ, ਉਹ ਆਮ ਕਿਸਾਨ ਵਾਲੀ ਸਪੀਚ ਜਿਹੜੀ ਕਰਦੇ ਨੇ। ਕਿਉਂਕਿ ਸੰਘਰਸ਼ਸ਼ੀਲ ਪਰਿਵਾਰ ਚੋਂ ਹੈ ਮਨਜੀਤ ਸਿੰਘ ਧਨੇਰ, ਜਿਹਦੀ ਪੂਰੀ ਜ਼ਮੀਨ ਜਾਇਦਾਦ ਵੀ ਜਿਹੜੀ ਹੈ ਲੋਕਾਂ ਲਈ ਲੜਦੇ ਹੋਏ ਦੀ ਵਿਕ ਗਈ ਹੈ। ਛੋਟਾ ਕਿਸਾਨ ਪਹਿਲਾਂ ਹੀ ਸੀ ਉਹ, ਤੇ ਸਾਰੀ ਉਮਰ ਜਿਹੜਾ ਲੋਕਾਂ ਲਈ ਲੜਦਾ ਰਿਹਾ। 2 ਵਾਰ ਜੇਲ੍ਹ 'ਚ ਗਿਆ ਜਿੱਥੇ ਕਿ ਉਮਰ ਕੈਦ ਦੀ ਸਜ਼ਾ ਹੋਈ ਹੈ ਕਿ ਝੂਠੇ ਕੇਸ ਦੇ ਵਿੱਚ, ਤੇ ਲੋਕਾਂ ਨੇ ਜੇਲ੍ਹ ਦੇ ਮੂਹਰੇ ਧਰਨੇ ਦੇ ਕੇ ਜਿਹੜਾ 1-1 ਮਹੀਨੇ ਦੇ ਵਿੱਚ 2ਵੇਂ ਵਾਰੀ ਮਨਜੀਤ ਸਿੰਘ ਧਨੇਰ ਨੂੰ ਜਿਹੜਾ ਜੇਲ੍ਹ ਦੇ ਵਿੱਚੋਂ ਬਾਹਰ ਲੈ ਕੇ ਆਂਦਾ ਹੈਗਾ। ਇਸ ਕਰਕੇ ਉਹਨੂੰ ਸਬੂਤ ਦੇਣ ਦੀ ਜ਼ਰੂਰਤ ਨਹੀਂ ਕਿ ਮਨਜੀਤ ਸਿੰਘ ਧਨੇਰ ਜਿਹੜਾ ਲੋਕਾਂ ਲਈ ਲੜਨ ਵਾਲਾ ਲੀਡਰ ਹੈਗਾ। ਤੇ ਇਸ ਕਰਕੇ ਉਹ ਬੰਗਾਲ ਦੇ, ਪੱਛਮੀ ਬੰਗਾਲ ਦੇ ਵਿੱਚ ਵੀ ਉਹਨਾਂ ਦੀ ਜਿਹੜੀਆਂ ਤਕਰੀਰਾਂ ਨੇ, ਜਿਹੜੀਆਂ ਸਪੀਚਾਂ ਨੇ, ਜਿਹੜੇ ਭਾਸ਼ਣ ਨੇ, ਉਹ ਉਸੇ ਲਹਿਜੇ ਦੇ ਵਿੱਚ ਹੈ ਕਿ ਉਹ ਸਿੱਧੀ ਤੇ ਸਪਸ਼ਟ ਗੱਲ ਜਿਹੜੀ ਉਹ ਕਰਦੇ ਨੇ ਤੇ ਲੋਕਾਂ ਨੂੰ ਲਾਮਬੰਦ ਹੋਣ ਦਾ ਸੱਦਾ ਦਿੰਦੇ ਨੇ। ਇਸ ਕਰਕੇ ਪੰਜਾਬ ਦੇ ਲੋਕਾਂ ਨੂੰ ਵੀ ਮਨਜੀਤ ਧਨੇਰ ਜਿਹੜੇ ਨੇ ਪਸੰਦੀਦਾ ਲੀਡਰ ਨੇ, ਕਿਉਂਕਿ ਉਹ ਸਿੱਧੇ ਸਾਦੇ ਆਮ ਸਧਾਰਨ ਕਿਸਾਨ ਵਾਂਗੂ ਗੱਲਾਂ ਬਾਤਾਂ ਕਰਦੇ ਨੇ। ਤੇ ਪੱਛਮੀ ਬੰਗਾਲ ਵਾਲੇ ਲੋਕਾਂ ਦੇ ਦਿਲਾਂ ਤੇ ਵੀ ਉਹ ਜਿਹੜੇ ਛਾਪ ਆਪਣੀ ਛੱਡ ਰਹੇ ਨੇ, ਕਿਉਂਕਿ ਜਦੋਂ ਸਟੇਜ ਤੇ ਗੱਲਬਾਤ ਕਰਦੇ ਜਿਹੜੀਆਂ ਉਹਨਾਂ ਦੀਆਂ ਸਪੀਚਾਂ ਪੱਛਮੀ ਬੰਗਾਲ ਤੋਂ ਆ ਰਹੀਆਂ, ਉੱਥੇ ਵੀ ਉਸੇ ਲਹਿਜੇ ਦੇ ਵਿੱਚ ਸਿੱਧੀ ਤੇ ਸਪਸ਼ਟ ਗੱਲ ਜਿਹੜੀ ਕਰਦੇ ਨੇ, ਲੀਡਰਾਂ ਵਾਂਗੂ ਘੁਮਾ ਫਿਰਾ ਕੇ ਕੰਨ ਜਿਹੜਾ ਉਹ ਨਹੀਂ ਫੜਦੇ। ਹਾਂ ਬਿਲਕੁਲ ਜੀ, ਚੱਲਦੇ ਆਪਾਂ ਕਾਲਰਾਂ ਤੇ ਆਪਣੇ ਕਾਲਰ ਵੀ ਜੁੜ ਗਏ ਜੀ। ਹਾਂਜੀ 2623 ਸਵਾਗਤ ਹੈ ਵੀਰ ਜੀ। ਜੀ ਖਾਲਸਾ ਵਾਹਿਗੁਰੂ ਫਤਿਹ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਫਤਿਹ ਜੀ।
ਜੀ ਕੱਲ ਦਾ ਇੱਕ ਨਵਾਂ ਸ਼ਤੰਤਰ ਚੱਲ ਰਿਹਾ ਹੈ, ਕਹਿੰਦੇ ਉਹ ਕਾਂਤੀ ਫੇਰ ਗਰਮ ਹੋ ਗਿਆ, ਕਾਂਤੀ ਤੋਂ ਦੂਆ ਕਹਿੰਦੇ ਉਹ ਜੋ ਜਿਹਨੇ ਸਿੱਧੂ ਦੇ ਤਾਂ ਨਾਰੇ ਲਾਏ ਸੀਗੇ ਵੀ ਇਹ ਗਦਾਰ ਆ ਜੀ, ਇਹਨਾਂ ਨੇ 26 ਤਰੀਕ ਤੋਂ ਬਾਅਦ ਰੌਲਾ ਪਾ ਕੇ ਮੁੰਡੇ ਚਕਾਤੇ ਇਹਨਾਂ ਨੇ। ਇਹਨਾਂ ਬਾਰੇ ਜ਼ਰੂਰ ਦੱਸੋ ਵੀ ਇਹਨਾਂ ਨੂੰ ਇਹ ਹਾਲੇ ਪਛਾਣ ਆਈ ਨਹੀਂ ਨਾ ਕਾਮਰੇਡ ਜਿਹੜੇ ਕਹਿੰਦੇ ਵੀ ਇਹਨਾਂ ਸਾਨੂੰ ਕਾਮਰੇਡ ਕਿਉਂ ਕਹਿੰਦੇ ਆ। ਬਾਕੀ ਇਹ ਕਾਂਤੀ ਦਾ ਰਿਕਾਰਡ ਤਾਂ ਭਾਈ ਰੁੜਕੇ ਤੋਂ ਕਰ ਲੈਣ ਪਤਾ, ਜਥੇਬੰਦੀਆਂ ਕਿਸੇ ਦੇ ਨਾਂ ਰੱਖਣ ਯਕੀਨ ਵੀ ਕਦੇ ਕੋਈ ਝੂਠ ਬੋਲਦਾ ਜੀ। ਪਹਿਲਾਂ ਤੋਂ ਹੀ ਟੁੱਟ ਰਿਹਾ ਆ, ਜਿਉਂ ਹੀ ਖਾੜਕੂਵਾਦ ਹੋਇਆ ਆ। ਸਰਜੀਤ ਸਿੰਘ ਇੱਥੇ ਆ ਗਿਆ ਸੀ ਬਡਾਲੇ ਵਾਲਾ, ਇਹ ਲਾਗੇ ਪਿੰਡ ਆ ਜੀ, ਬਡਾਲੇ ਦੇ ਲਾਗੇ ਪਿੰਡ ਆ। ਜੇ ਕਿਸੇ ਨੇ ਇਹਦਾ ਖਬਰ ਲੈਣੀ ਹੋਵੇ ਬਡਾਲੇ ਦੇ ਲਾਗੇ ਆ, ਜੜਿਆਲਾ ਬਡਾਲਾ ਸੁਣਿਆ ਹੋਣਾ, ਬਹੁਤ ਮਸ਼ਹੂਰ ਪਿੰਡ ਆ ਜੀ ਜੀ। ਇਹ ਵੱਡਾ ਰੁੜਕਾ ਜਿਹੜਾ ਬਾਬਾ ਚਿੰਤੇ ਵਾਲਾ ਉਹ ਰੁੜਕਾ ਆ ਜਿੱਥੇ ਦਾ ਇਹ ਕੰਤੀ ਨੂੰ ਸਾਦੇ ਆ, ਮਸ਼ਹੂਰ ਉੱਥੋਂ ਹੋਇਆ ਆ। ਕਹਿੰਦੇ ਕਾਹਦੇ ਨੇ ਕੋਈ ਸਹਿਮਤੀ ਹੋਣ ਨਹੀਂ ਦਿੱਤੀ ਇਹਨਾਂ ਦੀ। ਕਹਿੰਦੇ ਇਹ ਗੱਲ ਸਿਰੇ ਤੇ ਗਈ ਹੋਈ, ਕਹਿੰਦੇ ਇਹ ਦੋਵੇਂ ਨਹੀਂ ਕਹਿੰਦੇ ਪੈਰ ਲੱਗਣ ਦਿੰਦੇ। ਇਹ ਏਡੇ ਕਿੰਨੇ ਤਗੜੇ ਲੀਡਰ ਆ, ਇਹ ਦੋ ਲੀਡਰ ਹੋਏ ਨਾ ਇਹਨਾਂ ਦੀ ਬੈਕਗ੍ਰਾਉਂਡ ਕਰਦੀ ਬੜਾ ਪਤਾ ਕਰਿਓ ਤੇ ਲੀਡਰ ਲੂਡਰ ਕੋਈ ਨਹੀਂ, ਇਕੱਲੇ ਨੂੰ ਬਾਹਰ ਕੱਢ ਕੇ ਮੁੰਡਿਆਂ ਨੂੰ ਨਾ ਰਹਾਉਣ ਜੀ। ਭਾਈ ਮੈਂ ਕਹਿੰਦਾ ਵੀ ਬੈਕਗ੍ਰਾਉਂਡ ਕਰਨ ਪਤਾ, ਇਹ ਕੋਈ ਦੁੱਧ ਧੋਤਾ ਨਹੀਂ ਹੈਗਾ। ਇਹਨੇ ਜਵਾਨੀ ਟਾਈਮ ਇਹਨੇ ਬੜੇ ਬੰਦੇ ਨੇ ਮਰਵਾਏ ਉੱਥੇ ਖੜਕੂ ਟਾਈਮ ਦੇ ਟਾਈਮ। ਇੱਕੋ ਜਾ ਕੇ ਥਾਣੇ ਜਾ ਕੇ ਕਟਾਉਂਦਾ ਹੁੰਦਾ ਸੀ ਪੁਲਿਸ ਦੇ ਸਾਹਮਣੇ, ਆਪ ਆ ਜਾਂਦਾ ਹੁੰਦਾ ਤੇ ਕਹਿੰਦਾ ਫਲਾਣਾ ਫਲਾਣਾ ਬੰਦਾ ਮੇਰੇ ਪਿੰਡੋਂ ਚੱਕ ਲਿਆਇਓ। ਇਹ ਕਹਿੰਦਾ ਅੱਜ ਕੱਲ ਜਿਹੜਾ ਕਿਰਪਾਨ ਬਾਗ ਜ਼ਿਆਦਾ ਸ਼ੋਰ ਮਚਾਉਂਦਾ ਆ, ਇਹ ਗੱਲ ਕਹਿੰਦਾ ਹੁੰਦਾ ਜਾ ਕੇ ਜੀ। ਰਾਤੀ ਉਹਦਾ ਪਿੱਛੇ ਪਿੱਛੇ ਬਾਹਰ ਕਰਦਾ ਸੀ ਇਹ, ਜਦੋਂ ਲੱਗ ਗਿਆ ਪਤਾ ਵੀ ਇਦਾਂ ਦਾ ਬੰਦਾ। ਜਦੋਂ ਲੋਕ ਰੌਲਾ ਪਾਉਂਦੇ ਸੀ ਵੀ ਇਕੱਲੇ ਇਕੱਲੇ ਪੁੱਤ ਸੀ, ਉਹ ਵਿਚਾਰੇ ਡਰਦੇ ਨਹੀਂ ਸੀ ਬੋਲਦੇ, ਇਕੱਲਾ ਇਕੱਲਾ ਪੁੱਤ ਵਾਲਾ ਕਹਿੰਦੇ ਮਰਵਾ ਦੂਗਾ ਕੀ ਫਾਇਦਾ, ਤੂੰ ਕਹਿੰਦੇ ਗੱਲੇ ਚੌਂਕ ਚੁੱਕ ਰਿਹਾ। ਫਿਰ ਇਹ ਮੁੰਡਿਆਂ ਨੂੰ ਜਲੰਧਰ ਨੂੰ ਲਿਆ ਕੇ ਕਾਂਗਰਸੀ ਕਾਰ ਲਿਆ ਕੇ ਦਿੰਦਾ ਹੁੰਦਾ ਸੀ। ਇਹਦਾ ਕੋਈ ਉੱਥੇ ਮੰਤਰੀ ਮੁੰਤਰੀਆਂ ਸੀ ਕੋਈ ਬਹਿਣੀ ਉੱਠਣੀ, ਤਾਂ ਉਹਦਾ ਮੈਂਬਰ ਬਣਾ ਕੇ ਉਹਨੂੰ ਕਹਿੰਦਾ ਕਿ ਹੁਣ ਚੜਿਆ ਫਿਰ ਤੈਨੂੰ ਕੋਈ ਹੱਥ ਨਾ ਪੁਲਿਸ ਵਾਲਾ ਲਾਊਗਾ, ਨਾ ਇਹ ਕੁੜੀ ਵਾਲੇ ਨੂੰ ਤੈਨੂੰ ਕਹਿਣਗੇ। ਉਹ ਵਿਚਾਰੇ ਨੇ ਧੀ ਭੈਣ ਦਾ ਮਿਉਣੀ ਹੁੰਦੀ, ਅਗਲੇ ਵਿਚਾਰੇ ਚੁੱਪ ਹੋ ਜਾਂਦੇ ਸੀਗੇ। ਜਿਹੜੇ ਗੁੱਡ ਰਿਕਾਰਡ ਨਹੀਂ ਹੈਗੇ। ਮੇਰੇ ਕਹਿਣ ਦਾ ਮਤਲਬ ਇਹ ਆ ਜਿਹੜਾ ਕਾਂਤੀ ਆਪਣੇ ਆਪ ਨਾ ਕਿਸਾਨ ਯੂਨੀਅਨ ਦਾ ਪ੍ਰਧਾਨ ਬਣੀ ਬੈਠਾ ਆ, ਇਹ ਪ੍ਰਧਾਨ ਬਣੀ, ਇਹਨਾਂ ਨੇ ਕਿੱਦਾਂ ਇਹਨੂੰ ਲੈ ਲਿਆ ਮੈਂ ਸਮਝ ਨਹੀਂ ਆਉਂਦੀ। ਬੈਕਗ੍ਰਾਉਂਡ ਪਤਾ ਕਰ ਲੈਣਾ, ਇਹ ਕਾਮਰੇਡ ਨੇ ਇਹ ਪੱਖਾ ਬਹਾ ਦੇਣਾ ਬਾਕੀਆਂ ਦਾ ਵੀ। ਬਸ ਆਹੀ ਕਹਿਣਾ ਚਾਹੁੰਦਾ ਮੈਂ। ਧੰਨਵਾਦ। ਪੁੱਛਦੇ ਜੀ ਆਪਾਂ ਅਰਸ਼ਦੀਪ ਕੁਝ ਪਤਾ ਇਹਦੇ ਬਾਰੇ ਤੁਹਾਨੂੰ? ਕਿਹੜੇ ਚ ਮੈਨੂੰ ਉਹਨਾਂ ਦੀ ਆਵਾਜ਼ ਕਾਂਤੀ ਹੈ ਜੀ, ਕੋਈ ਕਾਂਤੀ ਪਿੱਛੇ ਡਿਸਟਰਬੈਂਸ ਬਹੁਤ ਆ ਰਹੀ ਸੀ, ਪਿੱਛੇ ਭਾਂਡੇ ਜਿਹਾ ਖੜਕ ਰਹੇ ਸੀਗੇ। ਉਹ ਕਾਂਤੀ ਹੈ ਦੁਆਬੇ ਦਾ ਲੀਡਰ ਜੀ ਭਾਰਤੀ ਕਿਸਾਨ ਯੂਨੀਅਨ ਦਾ। ਦੇਖੋ ਜਿਹੜੀ ਕੱਲਾ ਕਾਂਤੀ ਲੀਡਰ ਜਿਹੜਾ ਕੋਈ ਖਰਾਬ ਕਰ ਜੂਗਾ ਜਾਂ ਕੋਈ ਹੋਰ ਕਰ ਜੂਗਾ, ਕਿਉਂਕਿ ਜੇ ਆਪਾਂ ਕਿਸਾਨ ਲੀਡਰਾਂ ਦੀ ਗੱਲ ਕਰੀਏ ਜਿਹੜੇ ਅੰਦੋਲਨ ਦੇ ਵਿੱਚ ਜੁੜੇ ਹੋਏ ਨੇ, ਨੰਬਰ 1 ਤੇ ਤਾਂ ਉਹ ਲੀਡਰ ਜ਼ਰੂਰ ਨੇ, ਪਰ ਨਿੱਜੀ ਤੌਰ ਤੇ ਕੋਈ ਫੈਸਲਾ ਜਿਹੜਾ ਹੈਗਾ ਉਹ ਨਹੀਂ ਕਰ ਸਕਦੇ, ਕਿਉਂਕਿ ਅੰਦੋਲਨ ਦੇ ਵਿੱਚ ਉਹਨਾਂ ਦਾ ਪੰਜਾਬ ਵੜਨਾ ਜਿਹੜਾ ਹੈਗਾ ਉਹ ਮੁਸ਼ਕਲ ਹੋ ਜਾਣਾਗਾ। ਲੋਕ ਲਹਿਰ ਜਿਹੜੀ ਉਹ ਖੜੀ ਹੋਈ ਹੈ, ਘਰ ਘਰ ਦੇ ਵਿੱਚ ਆਵਾਜ਼ ਜਿਹੜੀ ਉਹ ਆ ਰਹੀ ਹੈ ਜੀ। ਨੰਬਰ 2 ਤੇ ਇਹ ਹੈ ਕਿ ਕਿਸਾਨ ਲੀਡਰ ਜਿਹੜੇ ਨੇ ਉਹ ਸਮਝਦਾਰੀ ਦੇ ਨਾਲ ਹੀ ਚੱਲ ਰਹੇ ਨੇ। ਪਹਿਲੇ ਦਿਨ ਤੋਂ ਪ੍ਰੋਗਰਾਮ ਜਿਹੜੇ ਨੇ ਉਸ ਹਿਸਾਬ ਦੇ ਨਾਲ ਹੀ ਦੇ ਰਹੇ ਨੇ, ਤੇ ਜਿਹੜਾ 5 ਸੂਬਿਆਂ ਵਾਲਾ ਪ੍ਰੋਗਰਾਮ ਹੈ ਇਹ ਵੀ ਬੈਟਰ ਹੈਗਾ। ਜਿੱਥੋਂ ਤੱਕ ਕਿਸਾਨੀ ਅੰਦੋਲਨ ਦੇ ਫੈਸਲਿਆਂ ਦੀ ਗੱਲ ਹੈ ਤਾਂ ਕਿਸਾਨ ਲੀਡਰਾਂ ਨੂੰ ਜਿਹੜਾ 3 ਖੇਤੀ ਕਾਨੂੰਨ ਰੱਦ ਕਰਵਾਏ ਬਿਨਾਂ ਉੱਥੋਂ ਨਾ ਤਾਂ ਲੋਕਾਂ ਨੇ ਉੱਠਣ ਦੇਣਾ ਤੇ ਨਾ ਹੀ ਉਹ ਉੱਠਣਗੇ, ਤੇ ਨਾ ਹੀ ਇੰਨੀ ਭੀੜ ਜਿਹੜੀ ਖਰਾਬੀ ਆ ਉਹ ਕੀਤੀ ਜਾ ਸਕਦੀ ਹੈ ਜੀ। ਜੇ 26 ਜਨਵਰੀ ਤੋਂ ਬਾਅਦ ਜਿਹੜੀ ਬਿਆਨਬਾਜ਼ੀ ਸੀ ਉਹ ਗਲਤ ਸੀਗੀ, ਇਹ ਸਾਰੇ ਕਹਿ ਰਹੇ ਕਿ ਕਿਸਾਨ ਲੀਡਰਾਂ ਦੀ ਬਿਆਨਬਾਜ਼ੀ ਜਿਹੜੀ ਉਹ ਸਹੀ ਨਹੀਂ ਸੀਗੀ। ਤੇ ਬਾਕੀ ਜਿਹੜਾ ਬੈਕਗ੍ਰਾਉਂਡ ਹੈ ਉਹ ਆਪਾਂ ਖੰਗਾਲ ਕੇ ਇਹਨਾਂ ਨੂੰ ਜ਼ਰੂਰ ਦੱਸ ਦਿਆਂਗੇ ਕਿ ਜਿਹੜੇ ਇਹਨਾਂ ਨੇ ਦਾਅਵੇ ਕੀਤੇ ਆ ਉਹਦੇ 'ਚ ਸੱਚਾਈ ਹੈ ਜਾਂ ਨਹੀਂ ਹੈ। ਪਰ ਇਸ ਮੌਕੇ ਜਿਹੜਾ ਕਿਸਾਨ ਲੀਡਰ ਜਿਹੜੇ ਨੇ ਉਹ ਮੂਹਰੇ ਲਾਏ ਹੋਏ ਨੇ, ਪਰ ਘੋਲ ਜਿਹੜਾ ਹੈਗਾ ਇੱਕ ਤਰ੍ਹਾਂ ਦਾ ਉਹ ਲੋਕਾਂ ਦੇ ਹੱਥ ਵਿੱਚ ਹੀ ਹੈ। ਬਿਲਕੁਲ ਜੀ। ਚੱਲਦੇ ਆਪਾਂ ਨੈਕਸਟ ਕਾਲ ਤੇ। ਹਾਂਜੀ 4219 ਸਵਾਗਤ ਹੈ ਜੀ। ਹਾਂਜੀ ਵੀਰ ਜੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਹਾਂਜੀ ਵੀਰ ਜੀ ਮੈਂ ਨਾ ਸਵਾਲ ਨੂੰ ਥੋੜਾ ਜਿਹਾ ਹੋਰ ਦਰੁਸਤ ਕਰਦਾ, ਜਿਹੜੇ ਮੇਰੇ ਕਾਲਰ ਨੇ ਮੇਰੇ ਵੀਰ ਨੇ ਜਿੱਦਾਂ ਕੀਤਾ ਨਾ ਜੀ। ਮੈਂ ਵੀਰ ਜੀ ਨੂੰ ਇਹ ਪੁੱਛਣਾ ਚਾਹੁੰਦਾ ਵੀ ਜਦੋਂ ਉੱਥੇ ਮੀਟਿੰਗ ਹੋ ਰਹੀ ਹੈ ਆਪਣੇ ਪੰਜਾਬ ਦੇ ਕਿਸਾਨਕ ਜਿਹੜੇ ਪ੍ਰਧਾਨ ਨੇ ਇਹਨਾਂ ਦੀ ਹੈ ਨਾ ਜੀ, ਜਥੇਬੰਦੀਆਂ ਦੀ, ਕੀ ਦੀਪ ਤੇ ਲੱਖੇ ਨੂੰ ਸਟੇਜ ਤੇ ਲੈ ਕੇ ਆਉਣਾ ਇਸ ਅਕੋਰਡਿੰਗ ਇਸ ਗੱਲ ਬਾਰੇ ਮੀਟਿੰਗ ਹੋ ਰਹੀ ਹੈ, ਠੀਕ ਹੈ ਨਾ। ਉਹਦੇ ਵਿੱਚ ਦੀਪ ਵਾਲਾ ਤੇ ਆ ਦੂਜਾ ਕੁਲਵੰਤ ਸਿੰਘ ਸੰਧੂ, ਇਹ 2 ਬੰਦੇ ਨਹੀਂ ਮੰਨ ਰਹੇ। ਇਹਦੇ ਬਾਰੇ ਕੀ ਵਿਚਾਰ ਨੇ? ਮੈਂ ਇਹ ਸੁਣਨਾ ਚਾਹੁੰਦਾ ਜੀ। ਉਹ ਥੋੜਾ ਜਿਹਾ ਗੱਲ ਨੂੰ ਜਿਆਦਾ ਲੰਮੀ ਲੈ ਗਿਆ ਕਿ ਵਿੱਚ ਭਾਂਡੇ ਭੁੰਡੇ ਖੜਕ ਰਹੇ ਸੀ, ਆਵਾਜ਼ ਕਲੀਅਰ ਆਈ ਵੀ ਨਹੀਂ। ਨਹੀਂ ਹਾਂ, ਕੁਐਸਚਨ ਮੈਨੂੰ ਲੱਗਦਾ ਵੀ ਆਹੀ ਸੀਗਾ ਉਹਨਾਂ ਦਾ, ਕਿਉਂਕਿ ਰਜਿੰਦਰ ਤੇ ਕਾਮਰੇਡ ਆ ਜਿਹੜਾ ਤੇ ਕੁਲਵੰਤ ਸਿੰਘ ਸੰਧੂ, ਇਹ 2 ਬੰਦੇ ਨਹੀਂ ਆਉਣ ਦੇ ਰਹੇ ਉਹਨਾਂ ਨੂੰ ਅੱਗੇ ਕਿ ਹਾਂਜੀ ਅਸੀਂ ਇਹਨਾਂ ਨੂੰ ਬੈਕ ਯੂਥ ਨੂੰ ਨਹੀਂ ਲੈ ਕੇ ਆਉਣਾ, ਲੱਖੇ ਤੇ ਦੀਪ ਦੇ ਯੂਥ ਨੂੰ। ਇੱਕ ਪਾਸੇ ਤਾਂ ਉਹ ਅਪੀਲ ਕਰ ਰਹੇ ਨੇ ਕਿ ਤੁਸੀਂ ਭਗਤ ਸਿੰਘ ਦੇ ਜਨਮ ਦਿਨ ਤੇ 23 ਤਰੀਕ ਨੂੰ ਉਦੋਂ ਇੱਥੇ ਪਹੁੰਚੋ, ਤੇ ਉਹ ਪਰ ਫਿਰ ਹੁਣ ਮੀਟਿੰਗ ਸਾਰੇ ਮੰਨ ਰਹੇ ਨੇ ਤੇ ਬਾਕੀ ਸਿਰਫ 2 ਬੰਦੇ ਨਹੀਂ ਇਹ ਮੰਨ ਰਹੇ। ਇਹਦੇ ਬਾਰੇ ਮਾੜਾ ਜਿਹਾ ਦੱਸਿਓ ਕਰਾਂ। ਧੰਨਵਾਦ ਵੀਰ, ਧੰਨਵਾਦ। ਜਿਹੜਾ ਦੀਪ ਸਿੰਘ ਵਾਲਾ ਮੈਨੂੰ ਲੱਗਦਾ
ਅਰਸ਼ਦੀਪ ਉਹ ਵੈਸੇ ਲੱਖੇ ਦੇ ਨਾਲ ਉਹਦੇ ਕੋਈ ਨਿੱਜੀ ਰੰਜਿਸ਼ ਹੈ, ਲੱਖੇ ਨੇ ਵੀ ਕਿਹਾ ਸੀ ਮੇਰੀ ਨਿੱਜੀ ਰੰਜਿਸ਼ ਹੈ ਤਾਂ ਆਪਾਂ ਬਾਅਦ ਦੇ ਵਿੱਚ ਕੱਢ ਲਾਂਗੇ, ਪਹਿਲਾਂ ਕਿਸਾਨਾਂ ਵਾਲਾ ਜਿਹੜਾ ਮੁੱਦਾ ਉਹਨੂੰ ਸੋਲਵ ਹੋ ਲੈਣ ਦਿਓ ਜੀ। ਜੀ ਕਿਉਂਕਿ ਜਦੋਂ ਆਪਾਂ ਦੀਪ ਸਿੱਧੂ ਦੇ ਮਾਮਲੇ ਤੇ ਤਾਂ ਬਹੁਤ ਜ਼ਿਆਦਾ ਜਥੇਬੰਦੀਆਂ ਜਿਹੜੀਆਂ ਸਹਿਮਤ ਨਹੀਂ ਹੈਗੀਆਂ, ਇਕੱਲੇ 2 ਜਥੇਬੰਦੀਆਂ ਨਹੀਂ, ਉਹ ਬਹੁਤ ਜ਼ਿਆਦਾ ਜਿਹੜੀਆਂ ਹੈਗੀਆਂ ਸਹਿਮਤ ਨਹੀਂ ਹੈਗੀਆਂ। ਪਰ ਜਦੋਂ ਲੱਖੇ ਸਿਧਾਣੇ ਦੀ ਗੱਲ ਆਉਂਦੀ ਹੈ ਤਾਂ ਲੱਖੇ ਸਿਧਾਣੇ ਦੇ ਮਾਮਲੇ 'ਚ ਜ਼ਿਆਦਾਤਰ ਜਥੇਬੰਦੀਆਂ ਜਿਹੜੀਆਂ ਉਹ ਸਹਿਮਤ ਨੇ ਕਿ ਲੱਖੇ ਨੇ ਜਿਹੜੀ ਹੈ ਕੋਈ ਵੈਸੀ ਗੱਲ ਨਹੀਂ ਕੀਤੀ, ਉਹ ਪੰਜਾਬੀਅਤ ਦੀ ਗੱਲ ਜਿਹੜੀ ਉਹ ਕਰਦਾ ਹੈਗਾ। ਤੇ 26 ਜਨਵਰੀ ਨੂੰ ਜਿਹੜਾ ਸੀ ਲੱਖਾ ਸਿਧਾਣਾ ਲਾਲ ਕਿਲੇ ਤੇ ਮੌਜੂਦ ਨਹੀਂ ਸੀਗਾ, ਇਹ ਲੱਖੇ ਸਿਧਾਣੇ ਨੇ ਵੀ ਦਾਅਵਾ ਕੀਤਾ ਤੇ ਵੀਡੀਓਜ਼ ਵੀ ਜਿਹੜੀਆਂ ਆਈਆਂ ਲਾਲ ਕਿਲੇ ਦੀਆਂ ਉਹ 'ਚ ਲੱਖਾ ਸਿਧਾਣਾ ਕਿਤੇ ਦਿਖਾਈ ਨਹੀਂ ਦਿੱਤਾ, ਨਹੀਂ ਤਾਂ ਉਸੇ ਦਿਨ ਟੀਵੀ ਚੈਨਲ ਨੇ ਜਿਹੜਾ ਹਾਈਲਾਈਟ ਕਰ ਦੇਣਾ ਸੀ। ਤੇ ਨੰਬਰ 2 ਤੇ ਇਹ ਕਿ ਲੱਖੇ ਵੱਲੋਂ ਜਦੋਂ ਇਹ ਆਪਣੀ ਵੱਖਰੀ ਰੈਲੀ ਜਿਹੜੀ ਮਹਾਰਾਜ ਵਿਖੇ ਕੀਤੀ ਗਈ ਤਾਂ ਉੱਥੇ ਵੀ ਲੱਖੇ ਸਿਧਾਣੇ ਨੇ ਕੋਈ ਭੜਕਾਊ ਗੱਲ ਜਿਹੜੀ ਹੈ ਉਹ ਨਹੀਂ ਕੀਤੀ। ਉਹਨੇ ਇਹੀ ਗੱਲ ਕੀਤੀ ਕਿ ਕਿਸਾਨ ਆਗੂ ਜਿਹੜੇ ਨੇ ਆਪਾਂ ਇਹਨਾਂ ਦੀ ਗੱਲ ਮੰਨਣੀ ਹੈ, ਇਹਨਾਂ ਦੇ ਪਿੱਛੇ ਚੱਲਣਾ, ਜੋ ਵੀ ਸੱਦਾ ਦਿੰਦੇ ਆਪਾਂ ਉੱਥੇ ਪਹੁੰਚਣਾਗਾ। ਤੇ ਨਾਲ ਨਾਲ ਉਹਨਾਂ ਨੇ ਇਹ ਕਿਹਾ ਕਿ ਕੋਈ ਗੱਲ ਨਹੀਂ, ਆਪਾਂ ਬਾਅਦ ਚ ਹਿਸਾਬ ਕਿਤਾਬ ਕਰ ਲਾਂਗੇ ਸਾਰੇ ਕਿ ਕੌਣ ਚੰਗਾ ਹੈ ਕੌਣ ਮਾੜਾ, ਕਿਹਨੇ ਕੀਤਾ ਜਾਂ ਕਿਹਨੇ ਨਹੀਂ ਕੀਤਾ। ਪਰ ਇਸ ਸਮੇਂ ਜਿਹੜਾ ਹੈਗਾ ਕਿਸਾਨੀ ਅੰਦੋਲਨ ਇੱਕਜੁੱਟਤਾ ਦੇ ਨਾਲ ਸਾਨੂੰ ਅੱਗੇ ਜਿਹੜਾ ਹੈਗਾ ਉਹ ਵਧਾਉਣਾ ਚਾਹੀਦਾਗਾ। ਤਾਂ ਇਹਨਾਂ ਹਾਲਾਤਾਂ ਦੇ ਵਿੱਚ ਇਹੀ ਹੈ ਕਿ ਇਹ 2 ਕਿਸਾਨ ਲੀਡਰਾਂ ਦੀ ਗੱਲ ਜਿਹੜੀ ਉਹ ਉੱਠਦੀ ਹੈਗੀ ਕਿ ਇਹ ਸਹਿਮਤੀ ਜਿਹੜੀ ਹੈ ਲੱਖੇ ਦੇ ਮਾਮਲੇ 'ਚ ਨਹੀਂ ਦੇ ਰਹੇ, ਪਰ ਬਾਕੀ ਜਥੇਬੰਦੀਆਂ ਜਿਹੜੀਆਂ ਨੇ ਉਹ ਸਹਿਮਤ ਨੇ। ਉਹ ਕਹਿੰਦੀਆਂ ਨੇ ਕਿ ਲੱਖੇ ਨੂੰ ਜਿਹੜਾ ਹੈ ਅੰਦੋਲਨ 'ਚ ਸ਼ਾਮਲ ਕਰਨਾ ਚਾਹੀਦਾ ਹੈ, ਕਿਉਂਕਿ ਲੱਖਾ ਕੋਈ ਉਸ ਐਸੀ ਗੱਲਬਾਤ ਨਹੀਂ ਕਰਦਾ, ਉਹ ਕਿਸਾਨ ਅੰਦੋਲਨ ਦੀ ਗੱਲ ਜਿਹੜੀ ਹੈ ਕਰਦਾ ਗਾ, ਪ੍ਰਮੁੱਖਤਾ ਦੇ ਨਾਲ ਰੱਖਦਾ ਗਾ। ਤੇ ਉਸ ਵੱਲੋਂ ਪਹਿਲਾਂ ਵੀ ਜਿਹੜੀ ਰੱਖੀ ਗਈ ਹੈ, ਇਸ ਕਰਕੇ ਜੇ ਉਹਦੇ ਤੇ ਕੇਸ ਦਰਜ ਹੋਇਆ ਤਾਂ ਕਿਸਾਨ ਜਥੇਬੰਦੀਆਂ ਨੂੰ ਡਿਫੈਂਡ ਜਿਹੜਾ ਹੈ ਉਹ ਜ਼ਰੂਰ ਕਰਨਾ ਚਾਹੀਦਾ ਗਾ। ਨਾਲੋਂ ਨਾਲ ਉਹਨੂੰ ਸਟੇਜ ਤੇ ਅੰਦੋਲਨ ਦਾ ਹਿੱਸਾ ਜਿਹੜਾ ਉਹ ਬਣਾਉਣਾ ਚਾਹੀਦਾ ਗਾ, ਕਿਉਂਕਿ ਲੱਖਾ ਇਕੱਲਾ ਸੋਸ਼ਲ ਮੀਡੀਆ ਵਾਲਾ ਲੀਡਰ ਜਿਹੜਾ ਹੈ ਨਹੀਂ ਹੈਗਾ, ਉਹ ਇਕੱਲਾ ਫੇਸਬੁੱਕ ਤੇ ਲਾਈਵ ਹੋਣ ਵਾਲਾ ਲੀਡਰ ਨਹੀਂ, ਉਹ ਲੋਕਾਂ 'ਚ ਵਿਚਰਦਾ ਵੀ ਹੈ। ਉਹਦਾ ਬੈਕਗ੍ਰਾਉਂਡ ਹਿਸਟਰੀ ਕੁਛ ਮਰਜ਼ੀ ਰਹੀ ਹੋਵੇ, ਪਰ ਜੇ ਆਪਾਂ ਅੱਜ ਦੀ ਗੱਲ ਕਰੀਏ ਤਾਂ ਉਹ ਪੰਜਾਬੀ ਮਾਂ ਬੋਲੀ ਦੇ ਲਈ ਵੀ ਪਹਿਲਾਂ ਲੜਿਆ, ਉਹਦੇ 'ਚ ਵੀ ਉਹਨੂੰ ਕੇਸ ਹੀ ਮਿਲੇ, ਉਹਦੇ ਤੇ ਕੇਸ ਹੀ ਦਰਜ ਹੋਏ। ਤੇ ਹੁਣ ਜੇ ਕਿਸਾਨੀ ਅੰਦੋਲਨ ਦੇ ਵਿੱਚ ਆਇਆ ਤਾਂ ਉਹਦੇ 'ਚ ਵੀ ਉਹਨੇ 26 ਜਨਵਰੀ ਲਈ ਵੀ ਲੋਕਾਂ ਨੂੰ ਅਪੀਲ ਕੀਤੀ, ਉਹਦੇ ਬਾਅਦ ਵੀ ਲਗਾਤਾਰ ਜਿਹੜੀ ਹੈ ਲੋਕਾਂ ਨੂੰ ਅਪੀਲ ਕੀਤੀ। ਤੇ ਹੁਣ ਵੀ ਉਹ ਇੱਕ ਸਮਾਗਮ 'ਚ ਆਇਆ ਸੀ ਮਹਾਰਾਜ, ਇੱਕ ਸਮਾਗਮ 'ਚ ਹੋਰ ਲੱਖੇ ਨੇ ਕਿਹਾ ਕਿ ਮੈਂ ਸ਼ਾਮਲ ਹੋਊਂਗਾ। ਤੇ ਇਸ ਕਰਕੇ ਇਹੀ ਹੈ ਕਿ ਉਹ ਜਿਹੜਾ ਲੋਕਾਂ 'ਚ ਵਿਚਰਨ ਵਾਲਾ ਲੀਡਰ ਹੈਗਾ, ਨੌਜਵਾਨਾਂ ਦੇ ਵਿੱਚ ਜਿਹੜੀ ਆ ਪਕੜ ਲੱਖੇ ਸਿਧਾਣੇ ਦੀ ਹੈਗੀ ਹੈ। ਇਸ ਕਰਕੇ ਕਿਸਾਨ ਆਗੂ ਜ਼ਿਆਦਾਤਰ ਜਿਹੜੇ ਨੇ ਉਹ ਸਹਿਮਤ ਨੇ ਕਿ ਉਹਨੂੰ ਜਿਹੜਾ ਮੋਰਚੇ ਦਾ ਹਿੱਸਾ ਦੁਬਾਰਾ ਤੋਂ ਬਣਾਉਣਾ ਚਾਹੀਦਾ ਹੈ। ਪਰ ਇਹ 2 ਲੀਡਰਾਂ ਦੀ ਚਰਚਾ ਜਿਹੜੀ ਉਹ ਲਗਾਤਾਰ ਹੋ ਰਹੀ ਹੈ ਕਿ ਇਹ ਸਹਿਮਤੀ ਜਿਹੜੀ ਆਪਣੀ ਨਹੀਂ ਦੇ ਰਹੇ। ਚੱਲਦੇ ਨੈਕਸਟ ਕਾਲ ਤੇ। ਹਾਂਜੀ 0407 ਸਵਾਗਤ ਹੈ ਜੀ। ਗੱਲ ਇਸ ਤਰ੍ਹਾਂ ਵੀ ਜਿਹੜੇ ਹੈਗੇ ਆ ਕਿਸਾਨ ਜਥੇਬੰਦੀਆਂ ਉਹ ਤਾਂ ਇੱਥੋਂ ਟਿੱਬੀਆਂ ਹੋਈਆਂ ਦਿੱਲੀ ਤੋਂ, ਆਪਦੇ ਉਹਨਾਂ ਨੇ ਤਾਂ ਵੋਟਾਂ ਦਾ ਬਹਾਨਾ ਬਣਾ ਲਿਆ ਤੇ ਆਪ ਭਰੇ ਹੋ ਗਏ। ਤੇ ਹੁਣ ਮੰਡੀਰ ਫੇਰ ਜਾਊਗੀ, ਜਵਾਨੀ ਫੇਰ ਜਾਊਗੀ, ਉਹਨਾਂ ਨੂੰ ਫੇਰ ਫੜ ਕੇ ਉਹਨਾਂ ਨੇ ਅੰਦਰ ਕਰ ਦੇਣਾ, ਉਹਦਾ ਕੌਣ ਜ਼ਿੰਮੇਵਾਰ ਹੋਊਗਾ ਜੀ? ਜੀ ਇਹ ਜਿਹੜੇ ਆ ਇਹ ਬਹੁਤ ਖਤਰਨਾਕ ਚਾਲ ਆ। ਜਾਂ ਤਾਂ ਉਹ ਸਾਰੇ ਜਿਹੜੇ ਜਥੇਬੰਦੀਆਂ ਇੱਥੇ ਆਉਣ ਦਿੱਲੀ 23 ਤਰੀਕ ਨੂੰ, ਤੇ ਨਹੀਂ ਤਾਂ ਉਹ ਤਾਂ ਆਪਦੇ ਪਰੇ ਹੋਏ ਨੇ, ਉਹਨਾਂ ਦਾ ਬਹਾਨਾ ਬਣਾਇਆ ਹੋਇਆ ਵੋਟਾਂ ਦਾ। ਤੇ ਜਿਹੜੀ ਇਹ ਨੌਜਵਾਨੀ ਆ ਇਹ ਫੇਰ ਫੜੀ ਜਾਣੀ ਆ ਦੁਬਾਰਾ। ਇਹਨਾਂ ਦਾ ਕੋਈ ਇੱਥੇ ਲੀਡਰ ਨਹੀਂ, ਕੁਛ ਨਹੀਂ ਹੈ। ਇਹਨਾਂ ਨੂੰ ਸੋਚ ਸਮਝ ਕੇ ਜਾਣਾ ਚਾਹੀਦਾ, ਅਬਲ ਤਾਂ ਜਾਣਾ ਨਹੀਂ ਚਾਹੀਦਾ। ਇਹਨਾਂ ਨੂੰ ਕਹਿਣਾ ਚਾਹੀਦਾ ਪਹਿਲਾਂ ਤੁਸੀਂ ਆਓ ਕਿਸਾਨ ਜਥੇਬੰਦੀਆਂ ਨੂੰ ਇੱਥੇ ਆ ਜਾਓ ਦਿੱਲੀ। ਜੀ ਸੁਣਦੇ ਜੀ ਆਪਾਂ ਗੱਲਬਾਤ। ਜੀ ਅਰਸ਼ਦੀਪ ਦੇਖੋ ਜੀ 23 ਮਾਰਚ ਨੂੰ ਜਿਹੜਾ ਨੌਜਵਾਨਾਂ ਨੂੰ ਬਾਰਡਰਾਂ ਤੇ ਪਹੁੰਚਣ ਦਾ ਸੱਦਾ ਦਿੱਤਾ ਤੇ ਉਹਦੇ ਜ਼ਿਆਦਾਤਰ ਕਿਸਾਨ ਆਗੂ ਜਿਹੜੇ ਆ ਉੱਥੇ ਮੌਜੂਦ ਹੋਣਗੇ। ਨੰਬਰ 2 ਤੇ ਨੌਜਵਾਨ ਇਸ ਸੰਘਰਸ਼ ਦੇ ਵਿੱਚ ਲੰਮੇ ਸਮੇਂ ਤੋਂ ਆ ਤੇ ਆਪਾਂ ਦੇਖੀਏ ਕਿ ਉਹਨਾਂ ਨੇ ਜਦੋਂ ਕਿਸਾਨ ਜਥੇਬੰਦੀਆਂ ਨੇ ਕਾਲ ਦਿੱਤੀ ਤਾਂ ਉਹ ਸਿਰਫ ਉਦੋਂ ਦਿੱਲੀ ਵੱਲ ਨੂੰ ਵਧੇ ਆ। ਵੈਸੇ ਉੱਥੇ ਜਿਹੜੇ ਮੌਜੂਦ ਸੀਗੇ ਉਹ ਬਾਰਡਰ ਤੋਂ ਜਿਹੜਾ ਹੈਗਾ ਕਿਸੇ ਪਾਸੇ ਨਹੀਂ ਗਏ, ਉੱਥੇ ਕੰਮਕਾਰ ਤੇ ਸੇਵਾ ਜਿਹੜੀ ਉਹ ਆਪਣੀ ਕਰ ਰਹੇ ਸੀ ਲਗਾਤਾਰ। ਤਾਂ ਇਸ ਕਰਕੇ ਨੌਜਵਾਨ ਵੀ ਸਮਝਦਾਰ ਨੇ, ਐਸੀ ਕੋਈ ਗੱਲ ਨਹੀਂ। ਤੁਸੀਂ ਦੇਖੋ ਕਿ 26 ਜਨਵਰੀ ਨੂੰ ਜਿੰਨਾ ਇਕੱਠ ਸੀ ਦਿੱਲੀ 'ਚ, ਕਿਸੇ ਪ੍ਰਾਈਵੇਟ ਜਾਂ ਸਰਕਾਰੀ ਪ੍ਰਾਪਰਟੀ ਨੂੰ ਨੁਕਸਾਨ ਜਿਹੜਾ ਕਿਸੇ ਨੇ ਨਹੀਂ ਪਹੁੰਚਾਇਆ, ਕਿਸੇ ਨਾਲ ਵੀ ਕੋਈ ਜਿਹੜੀ ਹੈ ਬਦਸਲੂਕੀ ਦਿੱਲੀ ਦੇ ਨਾਗਰਿਕਾਂ ਦੇ ਨਾਲ ਨਹੀਂ ਕੀਤੀ ਗਈ। ਇਹਦਾ ਮਤਲਬ ਨੌਜਵਾਨ ਸੂਝਵਾਨ ਹੈ, ਨੌਜਵਾਨ ਸਮਝਦਾਰ ਹੈ, ਉਹਨੂੰ ਪਤਾ ਕਿ ਅੰਦੋਲਨ ਜਦੋਂ ਸ਼ਾਂਤੀ ਦੀ ਅਪੀਲ ਲੀਡਰ ਕਰ ਰਹੇ ਆ ਤਾਂ ਅੰਦੋਲਨ ਸ਼ਾਂਤੀ ਦੇ ਨਾਲ ਹੀ ਜਿਹੜਾ ਅੱਗੇ ਵਧਣਾਗਾ। ਤੇ ਉਹਨਾਂ ਦੇ ਮਾਪੇ ਵੀ ਉਹਨਾਂ ਨੂੰ ਗਾਹੇ ਵਗਾਹੇ ਜਿਹੜਾ ਸਮਝਾਉਂਦੇ ਰਹਿੰਦੇ ਆ ਕਿ ਆਪਾਂ ਸ਼ਾਂਤੀ ਦੇ ਨਾਲ ਚੱਲਣਾ, ਤੁਸੀਂ ਦਿੱਲੀ ਚੱਲੇ ਹੋ, ਉੱਥੇ ਜਿਹੜਾ ਹੈਗਾ ਅਨੁਸ਼ਾਸਨ ਦੇ ਵਿੱਚ ਹੀ ਰਹਿਣਾਗਾ। ਤੇ ਇਸ ਕਰਕੇ ਜੇ ਵੱਡੇ ਲੀਡਰ ਉੱਥੇ ਹੈ ਨਹੀਂ ਤਾਂ ਇਹ ਮਤਲਬ ਨਹੀਂ ਕਿ ਉੱਥੇ ਕੋਈ ਲੀਡਰ ਹੀ ਹੈ ਨਹੀਂ। ਪਰ ਕਿਸਾਨ ਲੀਡਰਾਂ ਦੀ ਗੈਰ ਹਾਜ਼ਰੀ ਜਿਹੜੀ ਆ ਉਹ ਸਵਾਲ ਜ਼ਰੂਰ ਖੜੇ ਕਰਦੀ ਹੈ ਕਿ ਇਹ ਸਿਰਫ 2 ਦਿਨ ਹੀ ਉੱਥੇ ਜਿਹੜਾ ਰਹਿੰਦੇ ਨੇ। ਉਹਦਾ ਰੀਜ਼ਨ ਇਹ ਕਿ 5 ਸੂਬਿਆਂ 'ਚ ਚੋਣ ਹੈ, ਸਰਕਾਰ ਉੱਥੇ ਆ, ਤਾਂ ਇਸ ਕਰਕੇ ਲੀਡਰ ਵੀ ਜਿਹੜੇ ਉੱਥੇ ਜਾ ਰਹੇ ਨੇ। ਪਰ 23 ਮਾਰਚ ਨੂੰ ਜੇ ਨੌਜਵਾਨਾਂ ਨੂੰ ਬਾਰਡਰ ਤੇ ਸੱਦਿਆ ਤਾਂ ਉੱਥੇ ਤੁਹਾਨੂੰ ਜ਼ਿਆਦਾਤਰ ਲੀਡਰ ਜਿਹੜੇ ਨੇ ਉਹ ਦਿੱਲੀ ਦੇ ਬਾਰਡਰਾਂ ਤੇ ਹੀ ਦਿਖਾਈ ਦੇਣਗੇ। ਜੀ ਚੱਲਦੇ ਜੀ ਆਪਾਂ ਨੈਕਸਟ ਕਾਲ ਤੇ।
ਹਾਂਜੀ 1600 ਸਵਾਗਤ ਹੈ ਜੀ 1600। ਹਾਂਜੀ ਥੈਂਕ ਯੂ। ਉਹ ਜੀ ਜਿਹੜੀ ਇਹ ਲੀਡਰਾਂ ਦੀ ਗੱਲ ਹੋ ਰਹੀ ਆ ਨਾ, ਇਹਨਾਂ ਦਾ ਲੀਡਰਾਂ ਦਾ ਤਾਂ ਮੈਨੂੰ ਜਿੱਥੇ ਕਿਸਾਨ ਯੂਨੀਅਨ ਤੇ ਕੋਈ ਹੋਊਗੇ ਜਿੱਦਾਂ ਚਲੋ ਵਧੀਆ ਵੀ, ਪਰ ਜਿਹੜਾ ਆਹ ਦੀਪ ਸਿੰਘ ਵਾਲਾ ਹੋਇਆ, ਰੋਜ਼ੂ ਸਿੰਘ ਮਾਨਸਾ ਹੋਇਆ, ਏਦਾਂ ਦੇ ਬੰਦਿਆਂ ਦਾ ਇਹ ਤਾਂ ਆਪ ਹੀ ਹੋਣਾ। ਜਿੱਦਣ ਮਹਿਲਾ ਮੰਡਲ ਦਾ ਸੀਗਾ ਆਪਣੇ ਵੂਮਨਸ ਦੇ, ਉਦੋਂ ਵੀ ਇਹ ਕਹਿੰਦਾ ਸਪੀਚ ਸੁਣੀ ਸੀ, ਕਹਿੰਦਾ ਆ ਕਿ ਮੈਂ ਤਾਂ ਸਟੇਜ ਦੇ ਲਾਗੇ ਨਹੀਂ ਆਇਆ ਉਦੋਂ ਔਰਾਂ ਮਹਿਲਾ ਆਈਆਂ ਇੱਥੇ, ਮੈਂ ਇੱਥੇ ਆਣ ਕੇ ਬੈਠਾ, ਸਾਨੂੰ ਏਦਾਂ ਬੈਠਣਾ ਚਾਹੀਦਾ। ਤਾਂ ਮਤਲਬ ਇਹਨਾਂ ਨੇ ਲੋਕਾਂ ਦੇ ਨਾਲ ਕੋਈ ਗੱਲਬਾਤ ਹੀ ਨਹੀਂ ਕੀਤੀ, ਨਾ ਇਹਨਾਂ ਨੇ ਕੋਈ ਗੱਲਬਾਤ ਕਰਨੀ ਆ, ਕਿਉਂਕਿ ਲੋਕਾਂ ਨੂੰ ਜਿਹੜੇ ਲੋਕ ਕਿਸੇ ਦੇ ਮਗਰ ਜਿਹੜੇ ਲੱਗਦੇ ਹੁੰਦੇ ਆ, ਉਹ ਲੀਡਰ ਦੇ ਮਗਰ ਲੱਗਦੇ ਹੁੰਦੇ, ਉੱਥੇ ਜਾਂਦੇ ਹੁੰਦੇ ਆ, ਉਹਨਾਂ ਨੇ ਇਹਨਾਂ ਨੂੰ ਦੱਸਣਾ ਹੁੰਦਾ ਕਿ ਹਾਂ ਸਾਡੀਆਂ ਆਹ ਗਾਂ ਦੀਆਂ ਜਿਹੜੀਆਂ ਕਾਨੂੰਨਾਂ ਦੇ ਵਿੱਚ ਤਬਦੀਲੀਆਂ ਕਰਾਉਣੀਆਂ, ਜੋ ਵੀ ਉਸ ਟਾਈਮ ਦਾ ਮੁੱਦਾ ਹੁੰਦਾ ਉਹ ਇਹਨਾਂ ਨੇ ਦੱਸਣਾ ਹੁੰਦਾ ਹਨਾ। ਉਹ ਤਾਂ ਸਿਰਫ ਇਹ ਜਿੱਦਾਂ ਕਹਿ ਲਓ ਵੀ ਇੱਕ ਮਗਰ ਲਾ ਕੇ ਉੱਥੇ ਲੈ ਆਏ ਆ ਲੋਕਾਂ ਨੂੰ, ਜਿਹੜਾ ਇਹਨਾਂ ਨੇ ਦੱਸਿਆ ਨਹੀਂ ਕੁਝ ਵੀ ਹਜੇ ਤੱਕ ਵੀ। ਇਹ ਜਿਹੜੇ ਲੀਡਰ ਹੈਗੇ ਆ ਨਾ, ਜਿੱਦਾਂ ਹੁਣ ਇਹ ਜਿਹੜਾ ਦੀਪ ਸਿੰਘ ਵਾਲਾ, ਇਹ ਪਹਿਲਾਂ ਤੋਂ ਉਦੋਂ ਜਦੋਂ 26 ਜਨਵਰੀ ਤੋਂ ਬਾਅਦ ਦੇ ਵਿੱਚ ਇਹਨੇ ਸਟੇਜ ਦੇ ਉੱਤੇ ਮੁਰਦਾਬਾਦ ਦੇ ਨਾਅਰੇ ਲਾਏ, ਲੱਖੇ ਮੁਰਦਾਬਾਦ ਦੇ ਹਨਾ। ਵੀ ਬੰਦਿਆ ਤੁਹਾਨੂੰ ਮਤਲਬ ਕਿ ਥੋੜੀ ਬਹੁਤੀ ਸ਼ਰਮ ਆਉਣੀ ਚਾਹੀਦੀ ਆ ਵੀ ਤੁਸੀਂ ਕੰਮ ਕਿਹੜੇ ਆਏ ਆ ਤੇ ਗੱਲਾਂ ਤੁਸੀਂ ਕਿਹੜੀਆਂ ਲੱਗੀਆਂ ਕਰਨ ਹਨਾ। ਉਹੀ ਗੱਲ ਮਤਲਬ ਕਿ ਵੀ ਪੰਜਾਬੀਆਂ ਵਾਲੀ ਕਰ ਦਿੱਤੀ ਕਿ ਜਿਹੜਾ ਮਤਲਬ ਕਿ ਖੱਟਿਆ ਖਰਾ ਕੁਝ ਨਹੀਂ, ਉਹ 100 ਛਿੱਤਰ ਵੀ ਖਾ ਲੈ ਨਾਲੇ ਗੰਢੇ ਖਾ ਲੈ ਹਨਾ। ਉਹ ਕੰਮ ਕਰਦੇ ਆ ਇਹ। ਇਹਨਾਂ ਦੇ ਮਗਰ ਲੱਗਣਾ ਚਾਹੀਦਾ। ਨਾਲੇ ਥੋੜਾ ਜਿਹਾ ਆ ਬਜ਼ੁਰਗ ਚਲੋ ਵਧੀਆ ਗੱਲ ਕਰਕੇ ਗਏ ਆ, ਮੜੀਰ ਨਹੀਂ ਹੁੰਦੀ, ਜੰਗ ਬੁਆਏ ਹੁੰਦੇ ਆ ਹਨਾ, ਤੇ ਜੰਗ ਬਲੱਡ ਹੁੰਦਾ। ਓਕੇ ਜੀ, ਧੰਨਵਾਦ ਜੀ, ਧੰਨਵਾਦ। ਬਿਲਕੁਲ ਜੀ, ਵਾਕਿਆ ਤੁਹਾਡੇ ਵਿਚਾਰ ਵਧੀਆ। ਦੀਪ ਸਿੰਘ ਵਾਲਾ ਜਿਹੜਾ ਸ਼ਾਇਦ ਉਹਦੇ ਨਿੱਜੀ ਰੰਜਿਸ਼ ਹੋ ਸਕਦੀ ਆ। ਲੱਖੇ ਦੇ ਨਾਲ ਚੱਲਦੇ ਆਪਾਂ ਨੈਕਸਟ ਕਾਲ ਤੇ। ਹਾਂਜੀ 9200 ਸਵਾਗਤ ਹੈ ਵੀਰ ਜੀ। ਹਾਂਜੀ ਭਾਈ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਵੀਰ ਜੀ। ਹਾਂਜੀ ਬਾਜੀ ਭਾਈ ਤੋਂ ਪੁੱਛਿਆ, ਚਲੋ ਜਿਵੇਂ ਇਹਨੇ ਕਿਹਾ ਵੀ ਲੱਖੇ ਦੀ ਤਾਂ ਕੋਈ ਵੀਡੀਓ ਵੀ ਨਹੀਂ ਉੱਥੇ ਆਈ, ਲਾਲ ਕਿਲੇ ਤੇ ਗਈ ਦੀ ਤੇ ਕੋਈ ਭੜਕਾਊ ਬਿਆਨ ਵੀ ਨਹੀਂ ਦਿੱਤਾ, ਉਹਨੂੰ ਸ਼ਾਮਲ ਕਰਨਾ ਚਾਹੀਦਾ। ਤੇ ਕਿਉਂਕਿ ਕਹਿਣ ਦਾ ਮਤਲਬ ਇਹੀ ਹੈ ਵੀ ਜੇ ਵੀਡੀਓ ਹੁੰਦੀ ਤਾਂ ਫੇਰ ਤਾਂ ਨਹੀਂ ਸ਼ਾਮਲ ਕਰਦੇ ਹਨਾ। ਨਹੀਂ ਵੀਰ, ਫਿਰ ਇਲਜ਼ਾਮ ਲੱਗ ਜਾਂਦਾ ਨਾ ਵੀ ਕੋਈ ਉਹਦੇ ਤੇ ਕੋਈ ਇਲਜ਼ਾਮ, ਕਹਿਣ ਦਾ ਭਾਵ ਕੋਈ ਇਲਜ਼ਾਮ ਹੈ ਨਹੀਂ ਉਹਦੇ ਤੇ। ਹਾਂਜੀ, ਪਰ ਮੈਂ ਰਾਸ਼ਟਰੀ ਨੇ ਇਹ ਸਵਾਲ ਹੈ ਵੀ ਜਿਹੜੇ ਬਾਕੀ 8-9 ਜਥੇਬੰਦੀਆਂ ਗਈਆਂ ਸੀਗੀਆਂ ਉਹਨਾਂ ਦੇ ਕਿਉਂ ਨਹੀਂ ਕੋਈ ਐਕਸ਼ਨ ਲਿਆ ਜਾ ਰਿਹਾ। ਰਾਜੇਵਾਲ ਸਾਹਿਬ ਦਾ ਝੰਡਾ ਚੜਿਆ, ਉਹਦੀ ਤਾਂ ਵੀਡੀਓ ਆ ਗਈ ਆ। ਬਾਕੀ ਆ ਸਰਜੀਤ ਫੂਲ ਨੇ ਮੰਨਿਆ ਸੀਗਾ ਤੇ ਅਸੀਂ 8-9 ਜਥੇਬੰਦੀਆਂ ਸਾਡੀਆਂ ਉੱਥੇ ਗਈਆਂ ਆ, ਉਹਨਾਂ ਦੇ ਕਿਉਂ ਨਹੀਂ ਐਕਸ਼ਨ ਲਿਆ ਜਾ ਰਿਹਾ ਕਿ ਇਹ ਵਿਤਕਰਾ ਹੈ ਕੋਈ ਕਿ ਚੱਕਰ ਕੀ ਦੱਸੇ ਮੁੰਡੇ। ਜੀ ਧੰਨਵਾਦ ਜੀ। ਜੀ ਅਰਸ਼ਦੀਪ। ਦੇਖੋ ਜੀ, ਸੁਰਜੀਤ ਫੂਲ ਜਿਹੜਾ ਹੈ ਖੁਦ ਜਿਹੜਾ ਹੈਗਾ ਲਾਲ ਕਿਲੇ ਤੇ ਜਿਹੜਾ ਨਹੀਂ ਗਿਆ, ਜਥੇਬੰਦੀਆਂ ਦੇ ਜਿਹੜੇ ਵਰਕਰ ਸੀ ਉਹ ਤਾਂ ਸਾਰੀਆਂ ਦੇ ਗਏ ਨੇ, ਉਹ ਇਕੱਲੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਨਹੀਂ ਗਏ, ਪਰ ਉਹ ਸਾਰੀਆਂ ਦੇ ਗਏ ਨੇ। ਤੇ ਇਸ ਕਰਕੇ ਸੁਰਜੀਤ ਫੂਲ ਨੇ ਜਿਹੜਾ ਬਿਆਨ ਦਿੱਤਾ ਸੀ, ਉਹਦੇ ਬਾਅਦ ਉਹ 14-15 ਦਿਨ ਜਿਹੜਾ ਸਸਪੈਂਡ ਵੀ ਰਿਹਾ ਮੋਰਚੇ ਦੇ ਵਿੱਚੋਂ। ਉਹਦੇ ਬਾਅਦ ਜਦੋਂ ਉਹਨੇ ਕਲੈਰਿਟੀ ਦਿੱਤੀ ਹੈ ਤਾਂ ਫੇਰ ਸ਼ਾਮਲ ਹੋਇਆਗਾ। ਜਿਹੜਾ ਲੱਖੇ ਬਾਰੇ ਅਸੀਂ ਗੱਲ ਕੀਤੀ ਸੀ ਉਹ ਸੀ ਕਿ ਉਹ ਤੇ ਇਲਜ਼ਾਮ ਹੀ ਕੋਈ ਨਹੀਂ ਹੈ, ਉਹਦੀ ਵੀਡੀਓ ਹੀ ਕੋਈ ਨਹੀਂ ਹੈ, ਉਹ ਤੇ ਇਲਜ਼ਾਮ ਹੀ ਕੋਈ ਨਹੀਂ ਹੈ। ਉਹਨੇ ਜਿਹੜਾ ਇਹ ਜੀ ਨਾ ਤਾਂ ਉਹ ਗਿਆਗਾ ਲਾਲ ਕਿਲੇ ਤੇ, ਉਹਦੀ ਕੋਈ ਵੀਡੀਓ ਟੀਵੀ ਚੈਨਲ ਤੇ ਨਹੀਂ ਚੱਲੀ ਲਾਲ ਕਿਲੇ ਦੀ, ਨਾ ਹੀ ਕੋਈ ਵੀਡੀਓ ਜਿਹੜੀ ਉਹ ਸਾਹਮਣੇ ਆਈ ਹੈਗੀ। ਅਸੀਂ ਤਾਂ ਕਿਹਾ ਕਿ ਉਹਦੇ ਤੇ ਇਲਜ਼ਾਮ ਹੀ ਕੋਈ ਨਹੀਂ ਹੈ। ਤਾਂ ਕਿਸਾਨ ਜਥੇਬੰਦੀਆਂ ਤੋਂ ਇਹੀ ਮੰਗ ਜਿਹੜੀ ਨੌਜਵਾਨਾਂ ਨੇ ਕੀਤੀ ਸੀ ਕਿ ਤੁਹਾਨੂੰ ਡਿਫੈਂਡ ਕਰਨਾ ਚਾਹੀਦਾਗਾ, ਕਿ ਜਦੋਂ ਉਹਦੇ ਤੇ ਵੀ ਪਰਚਾ ਦਰਜ ਹੋਇਆ ਤਾਂ ਤੁਸੀਂ ਬਾਕੀ ਕਿਸਾਨਾਂ ਦੀ ਲੜਾਈ ਲੜ ਰਹੇ ਹੋ ਤਾਂ ਉਹਨਾਂ ਨੂੰ ਵੀ ਡਿਫੈਂਡ ਕਰਨਾ ਚਾਹੀਦਾਗਾ। ਬਾਕੀ ਕਿਸਾਨ ਲੀਡਰ ਜਿਹੜੇ ਹੈਗੇ ਉਹ ਉੱਥੇ ਨਹੀਂ ਗਏ, ਕਿਸਾਨ ਪਾਰਟੀਆਂ ਦੇ ਵਰਕਰ ਜਿਹੜੇ ਹੈਗੇ ਉਹ ਜ਼ਰੂਰ ਗਏ ਨੇ। ਬਿਲਕੁਲ ਜੀ। ਆੜਤੀਆਂ ਤੇ ਕਿਸਾਨਾਂ ਵੱਲੋਂ ਪੰਜਾਬ ਭਰ ਦੇ ਵਿੱਚ ਧਰਨੇ। ਦੇਖੋ ਜੀ, ਪੰਜਾਬ ਦੇ ਵਿੱਚ ਇੱਕ ਨਵਾਂ ਫਰਮਾਨ ਜਿਹੜਾ ਕੇਂਦਰ ਸਰਕਾਰ ਵੱਲੋਂ ਆਇਆਗਾ, ਜਿਹਦੇ 'ਚ ਇਹ ਹੈ ਕਿ ਕਿਸਾਨ ਜਿਹੜੇ ਆਪਣੀ ਜ਼ਮੀਨ ਦੇ ਨੰਬਰ ਡੇਟ ਦੱਸਣ ਕਿ ਕਿੰਨੀ ਜ਼ਮੀਨ ਦੀ ਮਲਕੀਅਤ ਹੈ, ਉਸ ਹਿਸਾਬ ਦੇ ਨਾਲ ਔਸਤ ਝਾੜ ਕੱਢ ਕੇ ਜਿਹੜਾ FCA ਵੱਲੋਂ ਖਰੀਦ ਕੀਤੀ ਜਾਊਗੀ। ਯਾਨੀ ਕਿ ਜੇ ਕਿਸੇ ਦਾ ਝਾੜ ਵਧੀਆ ਹੋਇਆ ਤਾਂ ਸ਼ਾਇਦ ਉਹਦੀ ਫਸਲ ਜਿਹੜੀ ਹੈ ਖਰੀਦਣ ਕਰਨੀਓ ਜਿਹੜੀ ਵਾਧੂ ਹੋਊਗੀ ਉਹ ਰਹਿ ਜਾਵੇ। ਨਾਲੋਂ ਨਾਲ ਇਹ ਹੈ ਕਿ ਜਦੋਂ ਠੇਕੇ ਤੇ ਜ਼ਮੀਨ ਲੈ ਕੇ ਕਿਸਾਨ ਜਿਹੜੇ ਨੇ ਖੇਤੀ ਕਰਦੇ ਨੇ, ਬਹੁਤ ਸਾਰੇ ਪ੍ਰਵਾਸੀ ਪੰਜਾਬੀ ਵੀ ਨੇ ਪੰਜਾਬ ਦੇ ਵਿੱਚ ਜਿਨ੍ਹਾਂ ਦੀਆਂ ਜ਼ਮੀਨਾਂ ਪੰਜਾਬ 'ਚ ਹੀ ਨੇ, ਬਹੁਤ ਸਾਰਾ ਮੁਲਾਜ਼ਮ ਵਰਗ ਵੀ ਹੈ ਜਿਹੜਾ ਖੇਤੀ ਨਹੀਂ ਕਰਦਾ ਪਰ ਉਹ ਵੀ ਕਿਸਾਨਾਂ ਦੇ ਬੱਚੇ ਨੇ, ਉਹਨਾਂ ਦੀਆਂ ਵੀ ਜ਼ਮੀਨਾਂ ਨੇ, ਤਾਂ ਉਹ ਵੀ ਕਿਸਾਨ ਠੇਕੇ ਤੇ ਲੈ ਕੇ ਕਰਦੇ ਨੇ। ਤਾਂ ਉਸ ਜ਼ਮੀਨ ਦਾ ਜਿਹੜਾ ਕੀ ਹੋਊਗਾ, ਤੇ ਨਾਲੋਂ ਨਾਲ ਸਿੱਧੀ ਅਦਾਇਗੀ ਜਦੋਂ ਕਿਸਾਨਾਂ ਦੇ ਖਾਤਿਆਂ 'ਚ ਕਰਨ ਦੀ ਗੱਲ ਆਉਂਦੀ ਹੈ ਤਾਂ ਆੜ੍ਹਤੀਆਂ ਨੂੰ ਵੀ ਉਹਦਾ ਨੁਕਸਾਨ ਜਿਹੜਾ ਉਹ ਹੋਣਾਗਾ, ਕਿਉਂਕਿ ਆੜ੍ਹਤੀਆਂ ਨੂੰ ਪਤਾ ਕਿ ਇਸ ਵਾਰ ਸਿੱਧੀ ਅਦਾਇਗੀ ਹੋ ਰਹੀ ਹੈ ਤਾਂ ਅਗਲੀ ਵਾਰੀ ਸ਼ਾਇਦ ਖਰੀਦ ਵੇਲੇ ਵੀ ਸਾਨੂੰ ਜਿਹੜਾ ਵਿੱਚੋਂ ਕੱਢ ਦਿੱਤਾ ਜਾਵੇ, ਪੂਰੀ ਤਰ੍ਹਾਂ ਸਿਸਟਮ ਹੀ ਜਿਹੜਾ ਇਹ ਖਤਮ ਕਰ ਦਿੱਤਾ ਜਾਵੇ। ਤਾਂ ਉਹਦਾ ਨੁਕਸਾਨ ਮੌਜੂਦਾ ਘੜੀ ਦੇ ਵਿੱਚ ਕਿਸਾਨਾਂ ਲਈ ਵੀ ਹੈ, ਕਿਉਂਕਿ ਕਿਸਾਨਾਂ ਦਾ ਆੜ੍ਹਤੀਆਂ ਬਿਨਾਂ ਨਹੀਂ ਸਰਦਾ ਜਿਹੇ ਜੀ ਆਰਥਿਕ ਸਥਿਤੀ ਹੈ। ਇਸ ਕਰਕੇ ਪੰਜਾਬ ਭਰ ਦੇ ਵਿੱਚ ਕਿਸਾਨਾਂ ਤੇ ਆੜ੍ਹਤੀਆਂ ਵੱਲੋਂ ਧਰਨੇ ਜਿਹੜੇ ਲਾਏ ਗਏ ਨੇ ਕਿ ਖਰੀਦ ਜਿਹੜੀ ਹੈ ਉਹ ਪੁਰਾਣੀ ਪ੍ਰਕਿਰਿਆ ਦੇ ਰਾਹੀਂ ਹੋਣੀ ਚਾਹੀਦੀ ਹੈ, ਪੇਮੈਂਟ ਵੀ ਪੁਰਾਣੀ ਪ੍ਰਕਿਰਿਆ ਦੇ ਰਾਹੀਂ ਹੋਣੀ ਚਾਹੀਦੀ ਹੈ। ਇਸ ਮੰਗ ਨੂੰ ਲੈ ਕੇ ਕਿਸਾਨਾਂ ਨੇ ਧਰਨਾ ਦਿੱਤਾ ਤੇ ਉਹਨਾਂ ਨੇ ਸਾਫ਼ ਕਿਹਾ
ਕਿ ਅਸੀਂ ਜਿਹੜਾ ਹੈ ਪੁਰਾਣੀ ਪ੍ਰਕਿਰਿਆ ਦੇ ਰਾਹੀਂ ਦਾਣਾ ਆਪਣਾ ਜਿਹੜਾ ਵੇਚਾਂਗੇ, ਉਹਦੇ ਲਈ ਸਾਨੂੰ ਜਿੰਨਾ ਮਰਜ਼ੀ ਸੰਘਰਸ਼ ਕਰਨਾ ਪਏ। ਤੇ ਆੜ੍ਹਤੀਆਂ ਨੇ ਸਾਫ਼ ਕੀਤਾ ਕਿ ਜਦੋਂ ਤੱਕ ਕੇਂਦਰ ਸਰਕਾਰ ਇਹ ਕਲੈਰਿਟੀ ਨਹੀਂ ਦਿੰਦੀ ਕਿ ਅਸੀਂ ਪੁਰਾਣੀ ਪ੍ਰਕਿਰਿਆ ਦੇ ਰਾਹੀਂ ਹੀ ਖਰੀਦਾਂਗੇ, ਉਸ ਸਮੇਂ ਤੱਕ ਖਰੀਦ ਜਿਹੜੀ ਉਹ ਸ਼ੁਰੂ ਮੰਡੀਆਂ ਦੇ ਵਿੱਚ ਨਹੀਂ ਕੀਤੀ ਜਾਊਗੀ। ਨਾਲੋਂ ਨਾਲ ਪੰਜਾਬ ਸਰਕਾਰ ਨੇ ਵੀ ਇਹੀ ਕਿਹਾ ਕਿ ਪੰਜਾਬ ਸਰਕਾਰ ਦਾਣਾ ਵਿਕਵਾਊਗੀ ਤੇ ਪੁਰਾਣੀ ਪ੍ਰਕਿਰਿਆ ਦੇ ਰਾਹੀਂ ਹੀ ਵਿਕਵਾਊਗੀ। ਬਿਲਕੁਲ ਜੀ, ਇੱਕ ਸਮਾਂ ਕਮਰਸ਼ੀਅਲ ਬ੍ਰੇਕ ਦਾ, ਬ੍ਰੇਕ ਤੋਂ ਬਾਅਦ ਆਪਾਂ ਫਿਰ ਇਦਾਂ ਹੀ ਜੁੜਦੇ ਹਾਂ। ਅਰਸ਼ਦੀਪ ਹੋਲਡ ਰੱਖਿਓ ਜੀ। ਮੋਰਗੇਜ ਮਿਲੇ ਛੇਤੀ ਤੇ ਟੈਨਸ਼ਨ ਹੋਵੇ ਘੱਟ, ਇਸ ਲਈ ਯਾਦ ਰੱਖੋ ਇੱਕੋ ਨਾ ਪਰਮਿੰਦਰ ਮੰਗਟ। 16 ਸਾਲਾਂ ਤੋਂ ਵੱਧ ਐਕਸਪੀਰੀਅੰਸ ਤੇ ਆਰਬੀਸੀ ਨਾਲ ਟੌਪ ਪ੍ਰੋਡਿਊਸਰ ਰਹਿ ਚੁੱਕੇ ਪਰਮਿੰਦਰ ਮੰਗਟ ਹੁਣ ਆਪਣੀ ਮੋਰਗੇਜ ਅਲਾਈਅੰਸ ਟੀਮ ਰਾਹੀਂ ਤੁਹਾਨੂੰ ਬਹੁਤ ਸਾਰੇ ਬੈਂਕਸ ਤੋਂ ਬੈਸਟ ਡੀਲਸ ਲੈ ਕੇ ਦੇ ਸਕਦੇ ਨੇ। ਸੈਲਫ ਇੰਪਲੋਇਡ ਵਾਸਤੇ ਖਾਸ ਪ੍ਰੋਗਰਾਮ, no last minute surprises, first mortgage, second mortgage, private funds, truck loans, business loans, ਸਾਰੇ ਹੀ ਕੰਮਾਂ ਲਈ ਇੱਕੋ ਨਾ, ਜਿੱਥੇ ਕੰਮ ਹੋਵੇ ਛੇਤੀ ਤੇ ਟੈਨਸ਼ਨ ਹੋਵੇ ਘੱਟ। ਪਰਮਿੰਦਰ ਮੰਗਟ 6472859119 ਜਾਨੀ 647 285 9119। ਪਰਮਿੰਦਰ ਮੰਗਟ with mortgage alliance, for license number 10530। ਕੀ ਤੁਸੀਂ ਓਨਰ ਆਪਰੇਟਰ ਬਣਨਾ ਚਾਹੁੰਦੇ ਹੋ, ਟਰੱਕ ਪਾਉਣ ਬਾਰੇ ਸੋਚ ਰਹੇ ਹੋ ਜਾਂ ਡਰਾਈਵਰੀ ਕਰਨੀ ਹੈ ਤਾਂ ਅੱਜ ਹੀ ਸੰਪਰਕ ਕਰੋ ਰੋਇਲ ਕ੍ਰੋਨ ਐਕਸਪ੍ਰੈਸ ਤੇ ਪ੍ਰੀਤ ਕਾਲੋ ਹੁਰਾਂ ਦੇ ਨਾਲ 6472106000 647 210 6000। ਛੁੱਟੀ ਦਾ ਦਿਨ ਹੋਵੇ ਤੇ ਨਿਆਗਰਾ ਫਾਲਸ, ਸੀਐਨ ਟਾਵਰਸ, ਕਿਊਬਿਕ ਸਿਟੀ ਘੁੰਮਣ ਜਾਣ ਦਾ ਮਨ ਹੈ, ਪਰ ਇੰਨੀ ਡਰਾਈਵ ਕੌਣ ਕਰੇ? ਜੀ ਐਲਓ ਨੰਬਰ ਤੇ ਹੁਣੇ ਬੁਕਿੰਗ ਕਰੋ। ਬੈਸਟ ਕੈਨੇਡੀਅਨ ਰਾਈਡ ਸਰਵਿਸ ਟੋਰਾਂਟੋ ਤੋਂ ਮੌਂਟਰੀਅਲ ਤੇ ਮੌਂਟਰੀਅਲ ਤੋਂ ਟੋਰਾਂਟੋ, ਜਿੱਥੇ ਵੀ ਘੁੰਮਣ ਦਾ ਮਨ ਹੋਵੇ ਬਸ ਇੱਕ ਕਾਲ ਤੇ ਹਾਜ਼ਰ ਤੇ ਸੋਨੇ ਤੇ ਸੁਹਾਗਾ ਪਾਰਸਲਸ ਵੀ ਡਿਲੀਵਰ ਕਰਦੇ ਨੇ ਹਰ ਰੋਜ਼ ਮਾਰਨਿੰਗ, ਆਫਟਰਨੂਨ ਐਂਡ ਈਵਨਿੰਗ, ਸਵੇਰੇ ਦੁਪਹਿਰ ਸ਼ਾਮ 24 ਘੰਟੇ ਸਰਵਿਸ। ਕਾਲ 5145606613। ਜਦੋਂ ਸਵਾਦ ਖਾਣੇ ਦੀ ਕ੍ਰੇਵਿੰਗ ਹੋਵੇ ਤਾਂ ਇੱਕੋ ਨਾਮ ਯਾਦ ਆਵੇ, ਬਾਬਾ ਢਾਬਾ, ਜਿੱਥੇ ਮਿਲਦੀ ਏ ਖਾਣੇ ਦੀ ਹਿਊਜ ਵੈਰਾਈਟੀ। ਇਹ 2 ਲੋਕੇਸ਼ਨਸ ਤੋਂ ਸਰਵ ਕਰਦੇ ਨੇ। ਤਾਜ਼ਾ ਤੇ ਸਵਾਦਲਾ ਖਾਣਾ ਖਾਣ ਲਈ ਜ਼ਰੂਰ ਆਓ। ਬਾਬਾ ਢਾਬਾ ਰੈਸਟੋਰੈਂਟ 255 ਰਦਰਫੋਰਡ ਰੋਡ, ਸਾਊਥ ਬ੍ਰੈਂਪਟਨ। ਸਰਵਿਸ 2 ਲੋਕੇਸ਼ਨ। ਕਾਲ ਮਹਾਵੀਰ ਬਾਟ 9054994314 905 499 4314। ਕਿਆ ਬਾਤ ਬਈ, ਗੱਡੀ ਤਾਂ ਨਵੀਂ ਕਢਾਈ ਲੱਗਦੀ। ਉਹ ਨਾ ਉਹ ਆ ਬਸ ਰਿਪੇਅਰ ਕਰਾਈ ਆ। ਉਹ ਕਿੱਥੋਂ? ਪੀਲ ਆਟੋ ਕਲੀਜਨ ਵਾਲਿਆਂ ਕੋਲੋਂ। ਜੀ ਹਾਂ, ਜੇ ਤੁਸੀਂ ਵੀ ਗੱਡੀ ਦੀ ਰਿਪੇਅਰ, ਡੈਂਟਿੰਗ, ਪੇਂਟਿੰਗ ਕਰਾਉਣੀ ਹੋਵੇ, GTA ਵਿੱਚ ਕੋਈ ਵੀ ਐਕਸੀਡੈਂਟ ਹੋਵੇ ਤਾਂ ਗੱਡੀ ਨੂੰ ਰਿਪੇਅਰ ਕਰਦੇ ਨੇ। ਹਰ ਇੱਕ ਇੰਸ਼ੋਰੈਂਸ ਕੰਪਨੀ ਦੇ ਨਾਲ ਇਹਨਾਂ ਦਾ ਟਾਈ ਅਪ ਹੈ। ਹੁਣ ਗੱਡੀ ਦੀ no more tension, ਕਿਉਂਕਿ ਬਸ ਅੱਜ ਹੀ ਆਓ ਪੀਲ ਆਟੋ ਕਲੀਜਨ, 14 ਹਿਲ ਰੋਡ, ਬ੍ਰੈਂਪਟਨ। ਕਾਲ ਦਰਬਾਰਾ ਸਿੰਘ 9054591300 905 409 1300। ਭਾਈ GTA ਦੇ ਵਿੱਚ ਹੋ ਬੱਲੇ ਬੱਲੇ, ਜਦੋਂ GTA EMPLOYE ਏਜੰਸੀ ਵਾਲੇ ਦਵਾਉਣਗੇ ਜੌਬ ਤੇ ਤੁਸੀਂ ਲੁੱਟੋਗੇ ਬੁੱਲੇ। ਜੀ ਹਾਂ, ਹੁਣ GTA ਵਿੱਚ ਜੌਬ ਕਰਨੀ ਆਸਾਨ। GTA EMPLOYMENT ਏਜੰਸੀ ਕੋਲ ਹੈ ਹਜ਼ਾਰਾਂ ਦੇ ਹਿਸਾਬ ਨਾਲ ਜੌਬਸ। ਤੁਸੀਂ ਨਵੇਂ ਹੋ, ਵਿਜ਼ਿਟਰ ਹੋ ਜਾਂ ਕੋਈ ਵੀ ਕੈਟਾਗਰੀ ਹੋਵੇ, ਅੱਜ ਹੀ ਕਾਲ ਕਰੋ GTA EMPLOYMENT ਏਜੰਸੀ 4162130092 416 213 0092 और 9056140300 905 614 0300। ਬਸ ਤੂੰ ਹੁਣ ਤਿਆਰੀ ਖਿੱਚ, ਛੇਤੀ ਇੱਥੇ ਆਉਣ ਦੀ। ਅੱਛਾ, ਨਾਲੇ ਕਹਿੰਦੇ ਬੜਾ ਹੀ ਔਖਾ ਹੈ। ਉਹ ਬ੍ਰੈਂਪਟਨ ਇਮੀਗ੍ਰੇਸ਼ਨ ਕੰਸਲਟੈਂਸੀ ਦੇ ਹੁੰਦਿਆਂ ਕੋਈ ਔਖਾ ਨਹੀਂ। ਬ੍ਰੈਂਪਟਨ ਇਮੀਗ੍ਰੇਸ਼ਨ ਕੰਸਲਟੈਂਸੀ ਫॉर स्टूडेंट वीजा, विजिटर वीजा, LMI refugees case appeals, family case sponsorship. Call Sandeep Singh 6477862012 647 786 2012। ਘਰ ਦੀ ਚਾਰ ਦੀਵਾਰੀ, ਸੁਪਨਿਆਂ ਦੀ ਫੁਲਵਾੜੀ, ਅਸੀਂ ਬਣਾਂਗੇ ਤੁਹਾਡੇ ਸੁਪਨਿਆਂ ਦੇ ਹਾਣੀ। ਬੇਸਮੈਂਟ, ਬਾਥਰੂਮ, ਕਿਚਨ, ਘਰ ਦੀ ਹਰ ਤਰ੍ਹਾਂ ਦੀ ਰੈਨੋਵੇਸ਼ਨ ਅਤੇ ਇਲੈਕਟ੍ਰਿਕ ਕੰਮ ਕਰਵਾਉਣ ਦੇ ਲਈ ਸੰਪਰਕ ਕਰੋ ਹਰਦਿਆਲ ਸਿੰਘ ਚੀਤਾ ਦੇ ਨਾਲ 6474098915 647 409 9915। ਬ੍ਰੈਂਪਟਨ ਇਮੀਗ੍ਰੇਸ਼ਨ ਕੰਸਲਟੈਂਸੀ ਇੱਕ ਲਾਇਸੈਂਸਡ ਇਮੀਗ੍ਰੇਸ਼ਨ ਕੰਸਲਟੈਂਸੀ ਹੈ। ਅਗਰ ਤੁਹਾਨੂੰ ਪੋਸਟ ਗ੍ਰੈਜੂਏਸ਼ਨ ਵਰਕ ਪਰਮਿਟ ਜਾਂ ਸਟੱਡੀ ਪਰਮਿਟ ਐਕਸਟੈਂਸ਼ਨ ਜਾਂ ਵਿਦਨ ਕੈਨੇਡਾ ਸਪਾਊਸ ਵੀਜ਼ਾ ਐਕਸਟੈਂਸ਼ਨ, ਸਟੂਡੈਂਟ ਜਾਂ ਵਰਕ ਪਰਮਿਟ ਹੋਲਡਰਸ ਵਾਸਤੇ ਅਗਰ ਸਪਾਊਸ ਓਪਨ ਵਰਕ ਪਰਮਿਟ ਲਗਵਾਉਣਾ ਚਾਹੁੰਦੇ ਹੋ, ਜਾਂ ਅਗਰ ਕਿਸੇ ਵੀ ਕਾਰਨ ਕਰਕੇ ਤੁਸੀਂ ਕੈਨੇਡਾ 'ਚ ਆਪਣਾ ਕਾਲਜ ਚੇਂਜ ਕਰਨਾ ਚਾਹੁੰਦੇ ਹੋ, ਉਹਨਾਂ ਕਾਲਜਾਂ 'ਚ ਐਡਮਿਸ਼ਨ ਲੈਣਾ ਚਾਹੁੰਦੇ ਹੋ ਜਿਸ ਤੋਂ ਬਾਅਦ 'ਚ ਤੁਹਾਨੂੰ ਪੋਸਟ ਗ੍ਰੈਜੂਏਸ਼ਨ ਵਰਕ ਪਰਮਿਟ ਮਿਲ ਸਕੇ, ਤਾਂ ਤੁਸੀਂ ਸਾਨੂੰ ਕੰਟੈਕਟ ਕਰੋ। ਅਗਰ ਤੁਸੀਂ ਰਿਫਿਊਜੀ ਅਸਾਈਲਮ ਜਾਂ ਐਡਮਿਸਿਬਿਲਿਟੀ ਹੀਅਰਿੰਗ 'ਚ ਜਾਣਾ ਚਾਹੁੰਦੇ ਹੋ ਜਾਂ ਤੁਹਾਡਾ ਕੋਈ ਵੀਜ਼ਾ ਰਿਫਿਊਜ਼ ਹੋ ਚੁੱਕਾ ਆ, ਤੇ ਤੁਸੀਂ ਸਾਡੇ ਲਾਇਸੈਂਸਡ ਕੰਸਲਟੈਂਟਸ ਨਾਲ ਗੱਲ ਕਰ ਸਕਦੇ ਹੋ। ਬ੍ਰੈਂਪਟਨ ਇਮੀਗ੍ਰੇਸ਼ਨ ਕੰਸਲਟੈਂਸੀ, ਸਾਡਾ ਫੋਨ ਨੰਬਰ ਹੈ 6476334567, ਸਾਡੀ ਵੈਬਸਾਈਟ
bramptonconsultancy.com। ਬਿਲਕੁਲ ਜੀ, ਆਪਾਂ ਬ੍ਰੇਕ ਤੋਂ ਬਾਅਦ ਇੱਕ ਵਾਰੀ ਫਿਰ ਸਾਰਿਆਂ ਦਾ ਸਵਾਗਤ ਆ ਜੀ। ਇੱਕ ਕਾਲ ਲੈਨੇ ਆ ਤੇ ਉਸ ਤੋਂ ਬਾਅਦ ਸਾਡੇ ਦੋਸਤ ਦਾ ਬਰਥਡੇ ਸੀਗਾ ਜੀ ਕੱਲ, ਪਰ ਬੰਦੇ ਨੇ ਲੁਕੋ ਕੇ ਰੱਖਿਆ, ਸ਼ਾਮੀ ਪਤਾ ਲੱਗਾ ਜੀ, ਤਾਂ ਆਪਾਂ ਉਹਦਾ ਜ਼ਿਕਰ ਕਰਦੇ ਹਾਂ। ਹਾਂਜੀ 4219 ਸਵਾਗਤ ਹੈ ਜੀ। ਹਾਂਜੀ ਵੀਰ ਜੀ ਸਤਿ ਸ਼੍ਰੀ ਅਕਾਲ ਜੀ। ਮੇਰਾ ਸਵਾਲ ਇਹ ਹੈ ਕਿ ਜਿੱਦਾਂ ਸੁਰਜੀਤ ਸਿੰਘ ਫੂਲ ਮਸਤੂਆਣਾ ਦੀ ਰੈਲੀ 'ਚ ਗਏ ਸੀਗੇ ਜੀ, ਜਿੱਦਾਂ ਮੇਰੇ ਵੀਰ ਹਰਿੰਦਰ ਕਹਿ ਰਿਹਾ ਕਿ ਜੇ ਉਹਨਾਂ ਦੀ ਵੀ ਆਪਣੀ ਕੋਈ ਪਰਸਨਲੀ ਹੋ ਸਕਦੀ ਹੈ ਜਾਂ ਉਹ ਪਹਿਲਾਂ 15 ਦਿਨ ਲਈ ਸਸਪੈਂਡ ਵੀ ਰਹੇ ਨੇ, ਪਰ ਹੁਣ ਤਾਂ ਉਹਨਾਂ ਨੇ ਜਾ ਕੇ ਇੱਕ ਗੱਲ ਕਲੀਅਰ ਕੀਤੀ ਹੈ ਕਿ ਮੈਂ ਸੰਯੁਕਤ ਮੋਰਚੇ ਵੱਲੋਂ ਪੰਜਾਬ ਦੀ ਜਥੇਬੰਦੀਆਂ ਵੱਲੋਂ ਆਏ ਆ ਇੱਥੇ, ਕਿਉਂਕਿ ਸਾਡੀ ਇੱਕ ਉਹ ਕਹਿ ਰਹੇ ਨੇ ਕਿ ਸਾਡੀ ਮੀਟਿੰਗ ਹੋਈ ਹੈ ਕਿ ਅਸੀਂ ਯੂਥ ਦੇ ਨਾਲ ਨੇ, ਤੇ ਉੱਥੇ ਦੀਪ ਦੇ ਹੱਕ ਦੀ ਉਹ ਸ਼ਰੇਆਮ ਗੱਲ ਕਰ ਰਿਹਾ ਹੈ, ਪੂਰੀ ਸਪੀਚ ਹੈ ਉਹਦੀ ਦਿੱਤੀ ਉੱਥੇ ਉਹਨੇ, ਤੇ ਫਿਰ ਆਪਾਂ ਕਿਵੇਂ ਕਹਿ ਸਕਦੇ ਹਾਂ ਕਿ ਉਹ ਲੱਖੇ ਦੀ ਗੱਲ ਕਰਦਾ ਤੇ ਦੀਪ ਦੀ ਗੱਲ ਨਹੀਂ ਕਰਦਾ? ਉਹ ਥੋੜਾ ਜਿਹਾ ਇਹਦੇ ਬਾਰੇ ਸਪਸ਼ਟੀਕਰਨ ਕਰ। ਹਾਂ ਜੀ ਬਿਲਕੁਲ ਜੀ। ਜੀ ਅਰਸ਼ਦੀਪ, ਦੇਖੋ ਜੀ, ਸਰਜੀਤ ਫੂਲ ਤੇ ਰੋਦੂ ਸਿੰਘ ਮਾਨਸਾ ਨੇ ਤਾਂ ਇਹ ਵੀ ਕਿਹਾ ਸੀ ਕਿ ਅਸੀਂ 9 ਮੈਂਬਰੀ ਕਮੇਟੀ ਜਿਹੜੀ ਉਹ ਬਣਾ ਲਈ ਹੈ, ਜਿਹੜੀ ਕਿ ਸੈਂਟਰ ਸਰਕਾਰ ਦੇ ਨਾਲ ਗੱਲਬਾਤ ਕਰੂਗੀ। ਇਹ 9 ਮੈਂਬਰੀ ਕਮੇਟੀ ਬਣ ਚੁੱਕੀ ਹੈ ਤੇ ਅਸੀਂ 2-4 ਦਿਨਾਂ ਦੇ ਵਿੱਚ ਗੱਲਬਾਤ ਜਿਹੜੀ ਉਹ ਸ਼ੁਰੂ ਕਰਾਂਗੇ। ਇਹ ਗੱਲ ਮੈਂ ਸੰਯੁਕਤ ਕਿਸਾਨ ਮੋਰਚੇ ਵੱਲੋਂ ਕਹਿ ਰਿਹਾਗਾ, ਤੇ ਇਸ ਕਰਕੇ ਉਹਦੇ ਬਾਅਦ ਸੰਯੁਕਤ ਕਿਸਾਨ ਮੋਰਚੇ ਦੀ ਜਦੋਂ ਪ੍ਰੈਸ ਕਾਨਫਰੰਸ ਹੋਈ, ਉਹਨਾਂ ਨੇ ਕਿਹਾ ਕਿ ਐਸੀ ਤਾਂ ਕੋਈ ਗੱਲ ਹੋਈ ਨਹੀਂ, ਹਾਲੇ ਤਾਂ ਮੀਟਿੰਗ 'ਚ ਗੱਲ ਚੱਲੀ ਆ ਵੀ 9 ਮੈਂਬਰੀ ਕਮੇਟੀ ਬਣਾਵਾਂਗੇ ਜਦੋਂ ਸਰਕਾਰ ਨੇ ਗੱਲਬਾਤ ਦੀ ਗੱਲ ਤੋਰੀ। ਇਸ ਕਰਕੇ ਸੁਰਜੀਤ ਸਿੰਘ ਫੂਲ ਦੇ ਜੇ ਵਿਚਾਰਾਂ ਦੀ ਆਪਾਂ ਗੱਲ ਕਰੀਏ ਤਾਂ ਉਹਨਾਂ ਦੇ ਵਿਚਾਰ ਸੰਯੁਕਤ ਕਿਸਾਨ ਮੋਰਚੇ ਤੋਂ ਥੋੜੇ ਵੱਖਰੇ ਨੇ, ਕਿਉਂਕਿ ਬੇਸ਼ੱਕ ਉਹ ਸੰਯੁਕਤ ਕਿਸਾਨ ਮੋਰਚੇ ਦਾ ਹਿੱਸਾ ਨੇ। ਉਹਨਾਂ ਦੀ ਜਥੇਬੰਦੀ ਵਿੱਚ 2 ਵਾਰੀ ਸਸਪੈਂਡ ਹੋਈ ਹੈ, ਇੱਕ ਵਾਰੀ ਹੁਣ, ਇੱਕ ਵਾਰੀ ਪਹਿਲਾਂ ਵੀ ਹੋਈ ਸੀ। ਇਸ ਕਰਕੇ ਸੁਰਜੀਤ ਸਿੰਘ ਫੂਲ ਦੇ ਬਿਆਨ ਜਿਹੜੇ ਉਹ ਪਹਿਲਾਂ ਵੀ ਜਿਹੜੇ ਉਹ ਵੱਖਰੇ ਰਹਿੰਦੇ ਨੇ ਸੰਯੁਕਤ ਕਿਸਾਨ ਮੋਰਚੇ ਵੱਲੋਂ, ਪਰ ਸੰਯੁਕਤ ਕਿਸਾਨ ਮੋਰਚੇ ਦੇ ਬਾਕੀ ਲੀਡਰਾਂ ਦੀ ਕੋਈ ਪ੍ਰਤੀਕਿਰਿਆ ਇਸ ਮਾਮਲੇ ਦੇ ਵਿੱਚ ਨਹੀਂ ਆਈ। ਲੱਖੇ ਸਿਧਾਣੇ ਦੀ ਗੱਲ ਜਿਹੜੀ ਹੈ ਉਹ ਮੀਟਿੰਗ 'ਚ ਗੱਲ ਦੋਵਾਂ ਦੀ ਹੋਈ ਹੈ, ਪਰ ਜ਼ਿਆਦਾਤਰ ਲੀਡਰ ਜਿਹੜੇ ਨੇ ਉਹ ਸਹਿਮਤ ਨੇ ਲੱਖੇ ਸਿਧਾਣੇ ਨੂੰ ਵਾਪਸ ਲਿਆਉਣ ਦੇ ਉੱਤੇ। ਦੀਪ ਸਿੱਧੂ ਦੇ ਮਾਮਲੇ 'ਚ ਜ਼ਿਆਦਾਤਰ ਸਹਿਮਤ ਜਿਹੜੇ ਉਹ ਨਹੀਂ ਹੈਗੇ। ਸਰਜੀਤ ਫੂਲ ਨੇ ਜੇ ਬਿਆਨ ਦਿੱਤਾ ਸੰਯੁਕਤ ਕਿਸਾਨ ਮੋਰਚੇ ਵੱਲੋਂ, ਤਾਂ ਸੰਯੁਕਤ ਕਿਸਾਨ ਮੋਰਚੇ ਦੇ ਬਾਕੀ ਲੀਡਰਾਂ ਨੇ ਉਹਦੀ ਪੁਸ਼ਟੀ ਜਿਹੜੀ ਉਹ ਨਹੀਂ ਕੀਤੀ। ਤੇ ਇਸ ਕਰਕੇ ਸਰਜੀਤ ਫੂਲ ਨੇ ਪਹਿਲਾਂ ਵੀ 1-2 ਬਿਆਨ ਜਿਹੜੇ ਐਸੇ ਦਿੱਤੇ ਨੇ ਸੰਯੁਕਤ ਕਿਸਾਨ ਮੋਰਚੇ ਵੱਲੋਂ, ਉਹਨਾਂ ਬਿਆਨਾਂ ਨੂੰ ਜਿਹੜਾ ਡਿਨਾਈ ਕੀਤਾਗਾ। ਤੇ ਹੁਣ ਜਦੋਂ ਸੰਯੁਕਤ ਕਿਸਾਨ ਮੋਰਚੇ ਦੀ ਪ੍ਰੈਸ ਕਾਨਫਰੰਸ ਹੋਊਗੀ ਤਾਂ ਉਹਦੇ 'ਚ ਇਹ ਸਵਾਲ ਜਿਹੜਾ ਉਹਨਾਂ ਲੀਡਰਾਂ ਦੇ ਮੂਹਰੇ ਰੱਖਿਆ ਜਾਊਗਾ ਕਿ ਸਰਜੀਤ ਫੂਲ ਨੇ ਇਹ ਗੱਲ ਕਹੀ ਹੈ ਮਸਤੂਆਣਾ ਸਾਹਿਬ, ਤਾਂ ਉਹਨਾਂ ਦੀ ਜਿਹੜੀ ਪ੍ਰਤੀਕਿਰਿਆ ਹੋਊਗੀ ਉਹਦੇ ਬਾਅਦ ਦੱਸ ਦਿੱਤਾ ਜਾਊਗਾ ਕਿ ਸਰਜੀਤ ਫੂਲ ਜੋ ਪ੍ਰਤੀਕਿਰਿਆ ਦਿੰਦੇ ਨੇ ਉਹਦੇ ਤੇ ਸੰਯੁਕਤ ਕਿਸਾਨ ਮੋਰਚਾ ਜ਼ਿਆਦਾਤਰ ਵਾਰ ਜਿਹੜੀ ਆ ਸਹਿਮਤੀ ਪ੍ਰਗਟਾਉਂਦਾ ਹੈ। ਬਿਲਕੁਲ ਜੀ, ਆਪਾਂ ਥੋੜੀ ਜਿਹੀ ਜਾਣਕਾਰੀ ਦੇਣੀ ਚਾਹੁੰਦੇ ਜੀ। ਸਾਡੇ ਛੋਟੇ ਵੀਰ ਚਮਕੌਰ ਸਿੰਘ ਮਾਛੀਕੇ ਦਾ ਕੱਲ ਬਰਥਡੇ ਸੀਗਾ ਜੀ, ਉਹਨੇ ਸਾਨੂੰ ਦੱਸਿਆ ਨਹੀਂ, ਗੱਲ ਲੁਕੋ ਕੇ ਰੱਖਿਆ। ਕੱਲ ਲੇਟ ਆਨ ਪਤਾ ਲੱਗਾ, ਭਾਵੇਂ ਲੇਟ ਆਨ ਹੀ ਸਹੀ, ਤੇ ਭਰਾ ਨੂੰ ਅਸੀਂ ਆਪਣੇ PTN 24 ਦੀ ਸਮੁੱਚੀ ਟੀਮ ਵੱਲੋਂ ਮਹਾਲੀ ਸਟੂਡੀਓ, ਬਲਵਿੰਦਰ ਸਿੰਘ ਪੱਖੋਗੇ ਹੋਣੀ, ਦਲਵੀਰ ਵੀਰ, ਰੇਸ਼ਮ ਭਾਜੀ, ਹਰਜਿੰਦਰ ਸਿੰਘ ਧਨੋਵਾ, ਅਰਸ਼ਦੀਪ ਹੋਣੀ, ਤੇ ਪੂਰੀ ਸਾਡੀ ਸਮੁੱਚੀ ਟੀਮ ਵੱਲੋਂ ਬਰਥਡੇ ਦੀਆਂ ਬਹੁਤ-ਬਹੁਤ ਵਧਾਈਆਂ। ਪ੍ਰਮਾਤਮਾ ਕਰੇ ਤੰਦਰੁਸਤੀਆਂ ਤੇ ਇਦਾਂ ਤਰੱਕੀਆਂ ਕਰਦੇ ਰਹਿਣ। ਤੁਹਾਨੂੰ ਪਤਾ ਹੀ ਹੈ ਜੀ GTA ਦੇ ਵਿੱਚ ਚਮਕੌਰ ਸਿੰਘ ਮਾਛੀਕੇ ਦਾ ਬਹੁਤ ਨਾਂ ਆ। ਸਾਨੂੰ ਵੀ ਖਾਸ ਕਰਕੇ ਟੋਰਾਂਟੋ ਦੇ ਵਿੱਚ ਜਦੋਂ ਆਏ ਸੀਗੇ ਤੇ ਪਹਿਲਾਂ ਜਦੋਂ ਮਿਲੇ ਸੀਗੇ, ਤੇ ਜਾਣੀ ਕਿ PTN 24 ਦੀ ਰੀੜ ਦੀ ਹੱਡੀ ਕਹਿ ਸਕਦੇ ਜੀ ਆਪਾਂ ਚਮਕੌਰ ਸਿੰਘ ਮਾਛੀਕੇ ਨੂੰ, ਤੇ ਨਾਲ ਅਰਸ਼ਦੀਪ ਉਹਨਾਂ ਨੂੰ ਵੀ ਮਿਲਾਉਣ ਵਾਲੇ ਚਮਕੌਰ ਸਿੰਘ ਹੋਣੀਆਂ। ਜੀ ਅਰਸ਼ਦੀਪ ਜੀ, ਚਮਕੌਰ ਸਿੰਘ ਮਾਛੀਕੇ ਭਾਜੀ ਨੂੰ ਜਨਮ ਦਿਨ ਦੀਆਂ ਬਹੁਤ-ਬਹੁਤ ਮੁਬਾਰਕਾਂ ਜੀ। ਉਹਨਾਂ ਦਾ ਜਿਹੜਾ ਸਹਿਯੋਗ ਹੈ PTN 24 ਲਈ, ਉਹ ਜਿਹੜਾ ਹੈ ਸਭ ਤੋਂ ਜ਼ਿਆਦਾ ਸਹਿਯੋਗ ਹੈ ਇੱਕ ਤਰ੍ਹਾਂ ਦਾ। ਜਿਸ ਤਰ੍ਹਾਂ ਤੁਸੀਂ ਰੀੜ ਦੀ ਹੱਡੀ ਕਿਹਾ, ਵਾਕਈ ਵੱਧ ਚੜ ਕੇ ਉਹਨਾਂ ਨੇ ਮਦਦ ਜਿਹੜੀ ਹੈ ਹਮੇਸ਼ਾ ਅਦਾਰੇ ਦੀ ਕੀਤੀ ਹੈ, ਤੇ ਅਦਾਰੇ ਦੇ ਨਾਲ ਹਮੇਸ਼ਾ ਜਿਹੜਾ ਖੜੇ ਰਹੇ ਨੇ। ਉਹਨਾਂ ਨੂੰ ਜਨਮ ਦਿਨ ਦੀਆਂ ਬਹੁਤ-ਬਹੁਤ ਮੁਬਾਰਕਾਂ। ਪ੍ਰਮਾਤਮਾ ਉਹਨਾਂ ਨੂੰ ਸਿਹਤਯਾਬੀ ਤੇ ਵੱਡੀਆਂ ਉਮਰਾਂ ਜਿਹੜੀਆਂ ਉਹ ਬਖਸ਼ੇ। ਬਿਲਕੁਲ ਅਰਸ਼ਦੀਪ, ਪਹਿਲਾਂ ਤੇ ਇਦਾਂ ਲੱਗਦਾ ਹੁੰਦਾ ਸੀ ਵੀ ਜਿਸ ਤਰ੍ਹਾਂ ਦੋਸਤ ਆ, ਪਰ ਹੁਣ ਦੋਸਤੀ ਜਿਹੜੀ ਉਹ ਭਰਾਵਾਂ ਦੇ ਵਿੱਚ ਬਦਲ ਗਈ। ਹੁਣ ਪਿਆਰ ਜਿਹੜਾ ਸਾਡਾ ਭਰਾਵਾਂ ਵਾਲਾ ਜੀ, ਇਹ ਮਹਿਸੂਸ ਹੀ ਨਹੀਂ ਹੁੰਦਾ ਵੀ ਅਸੀਂ ਦੂਜੇ ਆ। ਹਰੇਕ ਖੁੱਲ ਕੇ ਗੱਲ ਕਰੀ ਦੀ ਇੱਕ ਦੂਜੇ ਦੇ ਨਾਲ, ਕੋਈ ਵੀ ਗੱਲਬਾਤ ਅਸੀਂ ਬਿਲਕੁਲ ਫੈਮਿਲੀ ਰਿਲੇਸ਼ਨ ਆ, ਭਰਾਵਾਂ ਵਾਂਗੂ ਵਿਚਰਦੇ ਆ ਜੀ। ਤੇ ਬਹੁਤ-ਬਹੁਤ ਜਿਹੜੀਆਂ ਬਰਥਡੇ ਦੀਆਂ ਵਧਾਈਆਂ। ਚੱਲਦੇ ਜੀ ਆਪਾਂ ਅਗਲੀ ਖਬਰ ਤੇ। ਜਿਹੜੀ ਮੀਟਿੰਗ ਹੋਈ ਸੀ ਜੀ ਨਵਜੋਤ ਸਿੱਧੂ ਦੀ ਤੇ ਨਾਲ ਕੈਪਟਨ ਅਮਰਿੰਦਰ ਸਿੰਘ ਦੀ, ਤੇ ਕੈਪਟਨ ਅਮਰਿੰਦਰ ਸਿੰਘ ਕਹਿੰਦੇ ਵੀ ਜੇ ਨਵਜੋਤ ਸਿੱਧੂ ਮੁੱਖ ਮੰਤਰੀ ਬਣਨਾ ਚਾਹੁੰਦਾ ਤਾਂ ਕਹਿੰਦੇ ਮੈਨੂੰ ਕੋਈ ਇਤਰਾਜ਼ ਨਹੀਂ। ਦੇਖੋ ਜੀ, ਨਵਜੋਤ ਸਿੰਘ ਸਿੱਧੂ ਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਜਿਹੜੀ ਮੀਟਿੰਗ ਹੋਈ ਸੀ, ਤੇ ਜਿਹੜੀ ਆਫਰ ਕੈਪਟਨ ਸਾਹਿਬ ਨੇ ਮੀਟਿੰਗ 'ਚ ਉਹਨਾਂ ਨੂੰ ਦਿੱਤੀ ਹੈ ਕਿ ਤੁਸੀਂ ਵਜ਼ਾਰਤ ਦੇ ਵਿੱਚ ਵਾਪਸੀ ਕਰ ਲਓ, ਤਾਂ ਸਿੱਧੂ ਸਾਹਿਬ ਦਾ ਜਦੋਂ ਫੇਸਬੁੱਕ, ਕਿਉਂਕਿ ਵੈਸੇ ਤਾਂ ਉਹ ਮੀਡੀਆ 'ਚ ਆ ਕੇ ਬੋਲਦੇ ਨਹੀਂ, ਗੱਲਬਾਤ ਕਿਸੇ ਨਾਲ ਕਰਦੇ ਨਹੀਂ, ਤਾਂ ਜਿਹੜਾ ਟਵੀਟ ਕੀਤੇ ਉਹਨਾਂ ਨੇ ਉਹ ਤੋਂ ਜੱਜ ਕਰੀਦਾ। ਤੇ ਜਿਹੜੀਆਂ ਵੀਡੀਓ ਉਹ ਅਫੀਸ਼ੀਅਲ ਪੇਜ ਤੇ ਸਾਂਝੀਆਂ ਕਰ ਰਹੇ ਨੇ, ਉਹ ਵੀਡੀਓ ਤੋਂ ਇਹ ਲੱਗਦਾ ਕਿ ਉਹਨਾਂ ਨੂੰ ਆਫਰ ਜਿਹੜੀ ਹੈ ਉਹ ਪਸੰਦ ਨਹੀਂ ਆ ਰਹੀ। ਮੁੱਖ ਮੰਤਰੀ ਸਾਹਿਬ ਦੀ ਆਫਰ ਜਿਹੜੀ ਹੈ
ਉਹ ਸਿੱਧੂ ਸਾਹਿਬ ਨੂੰ ਫਿਲਹਾਲ ਹਾਜ਼ਮ ਨਹੀਂ ਆਈ। ਮੁੱਖ ਮੰਤਰੀ ਸਾਹਿਬ ਨੇ ਬੇਸ਼ੱਕ ਉਹਨਾਂ ਨੂੰ ਸੋਚਣ ਦਾ ਸਮਾਂ ਦਿੱਤਾ ਕਿ ਤੁਸੀਂ ਸੋਚ ਲਓ, ਵਿਚਾਰ ਲਓ ਇਸ ਅਹੁਦੇ ਬਾਰੇ, ਅਸੀਂ ਚਾਹੁੰਦੇ ਹਾਂ ਕਿ ਤੁਸੀਂ ਸਾਡੀ ਟੀਮ ਦਾ ਹਿੱਸਾ ਜਿਹੜਾ ਉਹ ਬਣੋ। ਤੇ ਇਸ ਕਰਕੇ ਸਿੱਧੂ ਸਾਹਿਬ ਨੇ ਜਿਹੜੀਆਂ ਅੱਜ ਵੀ 1-2 ਵੀਡੀਓ ਜਿਹੜੀਆਂ ਸਾਂਝੀਆਂ ਕੀਤੀਆਂ ਨੇ ਆਪਣੇ ਅਫੀਸ਼ੀਅਲ ਪੇਜ ਤੇ, ਉਹਦੇ ਚ ਉਹੀ ਕੀਤੀਆਂ ਨੇ ਕਿ ਸਿੱਧੂ ਸਾਹਿਬ ਜਿਹੜੇ ਨੇ ਉਹ ਅਹੁਦਿਆਂ ਦੇ ਲਾਲਚ ਲਈ ਕੈਬਨਿਟ ਛੱਡ ਕੇ ਨਹੀਂ ਗਏ ਸੀ, ਨਾ ਹੀ ਅਹੁਦੇ ਦੇ ਲਾਲਚ ਲਈ ਮੁੱਖ ਮੰਤਰੀ ਸਾਹਿਬ ਨੂੰ ਮਿਲਣ ਗਏ ਸੀਗੇ। ਸਿੱਧੂ ਸਾਹਿਬ ਜਿਹੜੇ ਨੇ ਉਹ ਪੰਜਾਬ ਵਾਸਤੇ ਗਏ ਸੀ, ਪੰਜਾਬ ਵਾਸਤੇ ਉਹਨਾਂ ਨੇ ਅਹੁਦਾ ਜਿਹੜਾ ਉਹ ਛੱਡਿਆ ਸੀਗਾ ਕਿ ਉਹਨਾਂ ਨੂੰ ਕੰਮ ਜਿਹੜਾ ਉਹ ਨਹੀਂ ਕਰਨ ਦਿੱਤਾ ਗਿਆ ਤੇ ਉਹ ਪੰਜਾਬ ਦੀ ਆਵਾਜ਼ ਜਿਹੜੀ ਉਹ ਬੁਲੰਦ ਕਰਦੇ ਰਹੇ ਨੇ ਜੀ। ਤਾਂ ਅੱਜ ਮੁੱਖ ਮੰਤਰੀ ਸਾਹਿਬ ਨੂੰ ਜਿਹੜਾ ਇਹ ਪੁੱਛਿਆ ਗਿਆ ਕਿ ਕੀ ਸਿੱਧੂ ਸਾਹਿਬ ਨੂੰ ਉਪ ਮੁੱਖ ਮੰਤਰੀ ਤੁਸੀਂ ਜਿਹੜਾ ਹੈਗਾ ਬਣਾਓਗੇ ਜਾਂ ਪੰਜਾਬ ਕਾਂਗਰਸ ਦਾ ਪ੍ਰਧਾਨ ਬਣਾਓਗੇ, ਤਾਂ ਉਹਦੇ ਤੇ ਮੁੱਖ ਮੰਤਰੀ ਸਾਹਿਬ ਨੇ ਇਹੀ ਕਿਹਾ ਪੰਜਾਬ ਕਾਂਗਰਸ ਦਾ ਪ੍ਰਧਾਨ ਜਿਹੜਾ ਹੈ ਜਾਖੜ ਸਾਹਿਬ ਹੈਗੇ ਨੇ, ਪਰ ਇਹ ਹਾਈ ਕਮਾਂਡ ਦਾ ਫੈਸਲਾ ਗਾ। ਪਰ ਜੇ ਸਿੱਧੂ ਸਾਹਿਬ ਮੁੱਖ ਮੰਤਰੀ ਬਣਨਾ ਚਾਹੁੰਦੇ ਨੇ ਤਾਂ ਉਹ ਬਣ ਸਕਦੇ ਨੇ। ਮੁੱਖ ਮੰਤਰੀ ਜਿਹੜਾ ਹੈ ਗੱਲਬਾਤ ਕਰ ਲੈਣ, ਉਹ ਮੁੱਖ ਮੰਤਰੀ ਬਣਨਾ ਚਾਹੁੰਦੇ ਆ, ਮੁੱਖ ਮੰਤਰੀ ਬਣ ਜਾਣ। ਯਾਨੀ ਕਿ ਕੈਪਟਨ ਅਮਰਿੰਦਰ ਸਿੰਘ ਨੇ ਥੋੜੀ ਸਖਤੀ ਜਿਹੜੀ ਆ ਬਿਆਨਾਂ ਦੇ ਵਿੱਚ ਦੁਬਾਰਾ ਤੋਂ ਲਿਆਂਦੀ ਹੈ। ਇੱਕ ਵਾਰੀ ਉਹ ਸੌਫਟ ਜ਼ਰੂਰ ਹੋਈ ਸੀ ਸਿੱਧੂ ਸਾਹਿਬ ਦੇ ਨਾਲ ਮੀਟਿੰਗ ਕਰਨ ਤੋਂ ਬਾਅਦ, ਉਹਨਾਂ ਦੇ ਪਿਤਾ ਦੇ ਨਾਲ ਆਪਣੇ ਰਿਸ਼ਤਿਆਂ ਦੀ ਗੱਲ ਕੀਤੀ ਸੀ ਕਿ ਉਹਨਾਂ ਦੇ ਪਿਤਾ ਨੇ ਦਰਸ਼ਨ ਉਹਨਾਂ ਦਾ ਕੀਤਾਗਾ, ਰਾਜਨੀਤੀ ਦੇ ਵਿੱਚ ਉਹਨਾਂ ਨੂੰ ਅੱਗੇ ਵਧਾਉਣ ਦੇ ਲਈ ਅਹਿਮ ਭੂਮਿਕਾ ਜਿਹੜੀ ਉਹ ਅਦਾ ਕੀਤੀ ਹੈਗੀ। ਤੇ ਹੁਣ ਦੁਬਾਰਾ ਕੈਪਟਨ ਸਾਹਿਬ ਦਾ ਬਿਆਨ ਜਿਹੜਾ ਬਦਲਦਾ ਦਿਖਾਈ ਦਿੱਤਾ ਕਿ 2022 ਲਈ ਮੁੱਖ ਮੰਤਰੀ ਕੈਂਡੀਡੇਟ ਕੌਣ ਹੋਊਗਾ। ਜਾਖੜ ਸਾਹਿਬ ਨੇ ਬੇਸ਼ੱਕ ਇੱਛਾ ਪ੍ਰਗਟ ਕਰਤੀ, ਪਰ ਹਾਈ ਕਮਾਂਡ ਤੈਅ ਕਰੂਗੀ। ਜਦੋਂ ਗਾਂਧੀ ਪਰਿਵਾਰ ਕੰਨਿਓ ਫਰਮਾਨ ਆਊਗਾ ਕਿ ਮੁੱਖ ਮੰਤਰੀ ਕੌਣ ਹੋਊਗਾ ਫੇਰ ਹੀ ਪਤਾ ਲੱਗੂ। ਪਰ ਜੇ ਸਿੱਧੂ ਸਾਹਿਬ ਪ੍ਰਧਾਨ ਬਣਨਾ ਚਾਹੁੰਦੇ ਤਾਂ ਪ੍ਰਧਾਨ ਬਣਨ ਲਈ ਇੱਕ ਤਰ੍ਹਾਂ ਦੀ ਨਾ ਹੀ ਕੈਪਟਨ ਸਾਹਿਬ ਨੇ ਕੀਤੀ ਹੈ ਪੰਜਾਬ ਕਾਂਗਰਸ ਦਾ ਪ੍ਰਧਾਨ ਬਣਨ ਲਈ। ਤੇ ਇਹ ਕਿਹਾ ਕਿ ਜੇ ਸਿੱਧੂ ਸਾਹਿਬ ਮੁੱਖ ਮੰਤਰੀ ਬਣਨ ਦੀ ਇੱਛਾ ਰੱਖਦੇ ਨੇ ਤਾਂ ਉਹ ਮੁੱਖ ਮੰਤਰੀ ਜਿਹੜਾ ਉਹ ਬਣ ਸਕਦੇ ਨੇ। ਯਾਨੀ ਕਿ ਦੁਬਾਰਾ ਤੋਂ ਤਲਖੀ ਜਿਹੜੀ ਹੈ ਕੈਪਟਨ ਸਾਹਿਬ ਥੋੜੀ ਸ਼ਬਦਾਂ ਦੇ ਵਿੱਚ ਲੈ ਕੇ ਆਈ ਹੈ। ਇੱਥੋਂ ਇਹੀ ਲੱਗਦਾ ਕਿ ਜਿਹੜੀ ਆਫਰ ਸਿੱਧੂ ਸਾਹਿਬ ਨੂੰ ਦਿੱਤੀ ਗਈ ਉਹਨਾਂ ਨੂੰ ਜਿਹੜੀ ਹੈ ਰਾਸ ਫਿਲਹਾਲ ਨਹੀਂ ਆ ਰਹੀ। ਬਿਲਕੁਲ ਜੀ, ਆਪਾਂ ਲੋਕਲ ਖਬਰਾਂ ਲੈ ਕੇ ਤੁਹਾਡੇ ਨਾਲ ਜੁੜਦੇ ਜੀ ਬਹੁਤ ਜਲਦੀ। ਤੋਂ ਉਸ ਤੋਂ ਬਾਅਦ 10 ਵਜੇ ਮਨਜੀਤ ਸਿੰਘ ਧਨੇਰ ਹੋਣੀ ਆਪਣੇ ਨਾਲ ਜੁੜਨਗੇ। ਮੋਗਾ 'ਚ 2 ਸਕੀਆਂ ਭੈਣਾਂ ਨੂੰ ਗੋਲੀ ਮਾਰਨ ਵਾਲਾ ਪੁਲਿਸ ਨੇ ਕੀਤਾ ਗ੍ਰਿਫਤਾਰ। ਦੇਖੋ ਜੀ, ਮੋਗਾ ਦੇ ਵਿੱਚ ਜਿਹੜਾ ਸੀ ਪੰਜਾਬ ਦੇ ਵਿੱਚ ਜਦੋਂ ਆਪਾਂ ਅਮਨ ਕਾਨੂੰਨ ਦੀ ਸਥਿਤੀ ਦੀ ਗੱਲ ਕਰਦੇ ਆਂਗੇ ਤਾਂ ਉਹਦੇ ਤੇ ਕਈ ਵਾਰੀ ਸਵਾਲੀਆ ਨਿਸ਼ਾਨ ਜਿਹੜਾ ਉਹ ਲੱਗਦਾਗਾ। ਤਾਂ ਮੋਗਾ ਦੇ ਵਿੱਚ ਵੀ ਬੀਤੇ ਦਿਨ ਇੱਕ ਘਟਨਾ ਸਾਹਮਣੇ ਆਈ ਸੀ ਜਿੱਥੇ ਕਿ 2 ਸਕੀਆਂ ਭੈਣਾਂ ਨੂੰ ਇੱਕ ਸ਼ੇਖਾ ਖੁਰਦ ਪਿੰਡ ਹੈਗਾ, ਉਹਦੇ ਜਿਹੜਾ ਸਰਪੰਚ ਦਾ ਬੇਟਾ ਗਾ ਗੁਰਵੀਰ ਸਿੰਘ, ਉਹਨੇ ਜਿਹੜਾ ਹੈ 2 ਸਕੀਆਂ ਭੈਣਾਂ ਨੂੰ ਦਿਨ ਦਿਹਾੜੇ ਜਿਹੜੀ ਉਹ ਗੋਲੀ ਮਾਰ ਦਿੱਤੀ ਸੀ। ਉਹ ਆਪਣੀ ਕਾਰ 'ਚ ਆਇਆ ਤੇ ਗੋਲੀ ਮਾਰ ਕੇ ਕਾਰ 'ਚ ਚਲਾ ਗਿਆ। ਇਹਦੇ ਬਾਅਦ ਇੱਕ ਲੜਕੀ ਨੇ ਤਾਂ ਜਿਹੜਾ ਮੌਕੇ ਤੇ ਹੀ ਦਮ ਤੋੜ ਦਿੱਤਾ, ਦੂਜੀ ਲੜਕੀ ਨੇ ਹਸਪੀਟਲ 'ਚ ਜਾ ਕੇ ਦਮ ਤੋੜ ਦਿੱਤਾ। ਤਾਂ ਇਹਦੇ ਬਾਅਦ ਇਹ ਮਾਮਲਾ ਜਿਹੜਾ ਹੈ ਪੂਰੀ ਤਰ੍ਹਾਂ ਸੁਰਖੀਆਂ ਦੇ ਵਿੱਚ ਬਣਿਆ ਹੋਇਆ ਸੀ। ਤਾਂ ਇਹਦੇ ਬਾਅਦ ਹੁਣ ਪੁਲਿਸ ਵੱਲੋਂ ਦੋਸ਼ੀ ਨੂੰ ਜਿਹੜਾ ਹੈ ਗ੍ਰਿਫਤਾਰ ਕਰ ਲਿਆ ਗਿਆ। ਉਹਦੀ ਗੱਡੀ ਤੇ ਜਿਹੜਾ ਹਥਿਆਰ ਸੀ ਉਹ ਵੀ ਜਿਹੜਾ ਬਰਾਮਦ ਕਰ ਲਿਆ ਗਿਆ, ਕਿਉਂਕਿ ਇਹ ਬੜੀ ਹੀ ਮੰਦਭਾਗੀ ਘਟਨਾ ਗਈ। ਇਹ ਸੌੜੀ ਜਿਹੜੀ ਮਾਨਸਿਕਤਾ ਕੀ ਉਹਦਾ ਜਿਹੜਾ ਹੈ ਸਬੂਤ ਪੇਸ਼ ਕੀਤਾ ਗਿਆ ਹੈਗਾ ਸਿਰਕਰੇ ਵੱਲੋਂ। ਤੇ ਇਸ ਕਰਕੇ ਮੀਡੀਆ ਦੇ ਵਿੱਚ ਵੀ ਇਹ ਮਾਮਲਾ ਪੂਰੀ ਤਰ੍ਹਾਂ ਗਰਮਾਇਆ ਹੋਇਆ। ਵਿਰੋਧੀ ਧਿਰਾਂ ਵੱਲੋਂ ਇੱਕ ਵਾਰ ਮੁੜ ਤੋਂ ਜਿਹੜਾ ਹੈ ਕਾਨੂੰਨ ਵਿਵਸਥਾ ਦੇ ਉੱਪਰ ਉਂਗਲੀ ਚੁੱਕੀ ਜਾ ਰਹੀ ਹੈ ਕਿ ਇੱਕ ਸਰਪੰਚ ਦਾ ਬੇਟਾ ਜੇ ਐਸਾ ਕਰਦਾਗਾ, ਸਰਪੰਚ ਜਿਹੜਾ ਲੋਕਾਂ ਦੇ ਲੜਾਈ ਝਗੜਿਆਂ ਦੇ ਵਿੱਚ ਵੀ ਜਾਂਦਾਗਾ, ਪੰਚਾਇਤ ਜਿਹੜੀ ਹੈ ਬਹੁਤ ਇੰਪੋਰਟੈਂਟ ਬਾਡੀ ਹੁੰਦੀ ਹੈਗੀ ਪਿੰਡ ਦੀ, ਤਾਂ ਜੇ ਸਰਪੰਚ ਦਾ ਲੜਕਾ ਐਸੀ ਹਰਕਤ ਕਰਦਾਗਾ ਤਾਂ ਪੰਜਾਬ ਦੀ ਅਮਨ ਕਾਨੂੰਨ ਦੀ ਸਥਿਤੀ ਦੀ ਜਿਹੜੀ ਹਾਲਤ ਹੈ ਉਹ ਕਿਸੇ ਤੋਂ ਲੁਕੀ ਹੋਈ ਨਹੀਂ ਹੈ। ਤੇ ਇਸ ਕਰਕੇ ਵਿਰੋਧੀਆਂ ਵੱਲੋਂ ਵੀ ਘੇਰਿਆ ਜਾ ਰਹੀ ਸੀ। ਇਸ ਕਰਕੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸਿੱਧੇ ਨਿਰਦੇਸ਼ ਜਿਹੜੇ ਇਸ ਮਾਮਲੇ 'ਚ ਦਿੱਤੇ ਸੀ ਤੇ ਹੁਣ ਜਿਹੜਾ ਦੋਸ਼ੀ ਆ ਉਹਨੂੰ ਗ੍ਰਿਫਤਾਰ ਕਰ ਲਿਆ ਗਿਆ ਜੀ। ਬਿਲਕੁਲ ਜੀ, ਧਾਰਮਿਕ ਆਜ਼ਾਦੀ ਤੇ ਹਮਲੇ ਦੇਸ਼ ਲਈ ਨੁਕਸਾਨਦੇਹ ਗਿਆਨੀ ਹਰਪ੍ਰੀਤ ਸਿੰਘ ਵੀ ਬੋਲਿਆ ਜੀ। ਹੁਣ ਦੇਖੋ ਜੀ, ਗਿਆਨੀ ਹਰਪ੍ਰੀਤ ਸਿੰਘ ਕੁਝ ਸਮੇਂ ਬਾਅਦ ਬਿਆਨ ਜਿਹੜਾ ਦਿੰਦੇ ਨੇ, ਜ਼ਿਆਦਾਤਰ ਸਮਾਂ ਚੁੱਪ ਰਹਿੰਦੇ ਨੇ ਵਿੱਚ ਦੀ, ਪਰ ਬਾਅਦ ਦੇ ਵਿੱਚ ਜਿਹੜਾ ਬਿਆਨ ਦਿੰਦੇ ਨੇ ਤਾਂ ਹੁਣ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 400 ਸਾਲਾ ਜਿਹੜੇ ਸਮਾਗਮ ਚੱਲ ਰਹੇ ਨੇ ਉਸ ਸੰਬੰਧੀ ਸਮਾਗਮ ਸੀ, ਉੱਥੇ ਜਿਹੜਾ ਹੈ ਜਥੇਦਾਰ ਕਾਰਜਕਾਰੀ ਗਿਆਨੀ ਹਰਪ੍ਰੀਤ ਸਿੰਘ ਵੱਲੋਂ ਬਿਆਨ ਦਿੱਤਾ ਗਿਆ ਹੈਗਾ। ਕਿਉਂਕਿ ਭਾਰਤ ਦੇ ਵਿੱਚ ਜਿਹੜੀ ਰਾਜਨੀਤਿਕ ਫਿਜ਼ਾ ਇਸ ਸਮੇਂ ਚੱਲ ਰਹੀ ਹੈ ਸੈਂਟਰ ਸਰਕਾਰ ਦੀ, ਤਾਂ ਇੱਕ ਧਰਮ ਤੇ ਧੋਬੀਕਰਨ ਦੀ ਸਿਆਸਤ ਜਿਹੜੀ ਉਹ ਕਰ ਰਹੀ ਹੈ, ਕਿਉਂਕਿ ਉਹਦਾ ਉਹਨਾਂ ਨੂੰ ਲਾਹਾ ਜਿਹੜਾ ਹੈ ਉਹ ਪੂਰੀ ਤਰ੍ਹਾਂ ਮਿਲਦਾ ਹੋਇਆ ਦਿਖਾਈ ਦੇ ਰਿਹਾ। ਤੇ ਉਹ 2 ਲੋਕ ਸਭਾ ਚੋਣਾਂ ਨੇ ਵੀ ਸਾਫ਼ ਕੀਤਾ ਹੈ ਕਿ ਦੂਜੀ ਲੋਕ ਸਭਾ ਚੋਣ ਜਿਹੜੀ ਉਹ ਧਰੂਵੀਕਰਨ ਦੀ ਸਿਆਸਤ ਤੇ ਦਿੱਤੀ ਗਈ ਹੈ ਤੇ ਸਾਰੇ ਸੂਬਿਆਂ ਦੇ ਵਿੱਚ ਹੀ ਸੇਮ ਏਜੰਡਾ ਜਿਹੜਾ ਲਾਗੂ ਕੀਤਾ ਜਾਂਦਾ ਹੈਗਾ। ਲੋਕਾਂ ਦੇ ਮਸਲੇ, ਬੇਰੁਜ਼ਗਾਰੀ ਜਿਹੜੀ ਹੈ ਸਭ ਤੋਂ ਵੱਧ ਹੈ, ਉਹਨੂੰ ਵੀ ਜਿਹੜਾ ਦਰਕਿਨਾਰ ਕਰ ਦਿੱਤਾ ਜਾਂਦਾ ਹੈਗਾ। ਭਾਰਤ ਦਾ ਅਰਥਚਾਰਾ ਲੜਖੜਾਇਆ ਹੋਇਆ ਉਹਨੂੰ ਵੀ ਦਰਕਿਨਾਰ ਕਰ ਦਿੱਤਾ ਜਾਂਦਾ ਹੈਗਾ। ਪ੍ਰਾਈਵੇਟਾਈਜੇਸ਼ਨ ਤੇਜ਼ੀ ਨਾਲ ਹੋ ਰਹੀ ਹੈ ਉਹਨੂੰ ਵੀ ਦਰਕਿਨਾਰ ਕੀਤਾ ਜਾਂਦਾ ਹੈਗਾ। 3 ਖੇਤੀ ਕਾਨੂੰਨ ਆਏ ਨੇ ਉਹਨਾਂ ਨੂੰ ਵੀ ਦਰਕਿਨਾਰ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ, ਪਰ ਅੰਦੋਲਨ ਵੱਡਾ ਗਾ, ਇਸ ਕਰਕੇ ਉਹ ਸਾਹਮਣੇ ਜਵਾਬ ਜਿਹੜਾ ਮਿਲ ਰਿਹਾ ਹੈਗਾ। ਪਰ ਉੱਥੇ ਧਾਰਮਿਕ ਨਾਅਰਿਆਂ ਤੇ ਇੱਕ ਧਰਮ ਦੀ ਉਹਦੇ ਤੇ ਲਿਆ ਕੇ ਜਿਹੜਾ ਹੈ ਧਰੂਵੀਕਰਨ ਤੇ ਲਿਆ ਕੇ ਭਾਜਪਾ ਜਿਹੜੀ ਸਿਆਸਤ ਕਰਦੀ ਹੈ ਤੇ ਇਸ ਨੂੰ ਲੈ ਕੇ ਜਿਹੜਾ ਹੈ
ਕਾਰਜਕਾਰੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਵੱਲੋਂ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਜਿਹੜੇ 400 ਸਾਲਾ ਸਮਾਗਮ ਚੱਲ ਰਹੇ ਆ ਉੱਥੇ ਜਿਹੜਾ ਬਿਆਨ ਦਿੱਤਾ ਗਿਆ ਕਿ ਜਿਹੜੀ ਇੱਕ ਧਰਮ ਨੂੰ ਲੈ ਕੇ ਇਸ ਤਰ੍ਹਾਂ ਦੀ ਸਿਆਸਤ ਜਿਹੜੀ ਹੈ ਇਹ ਦੇਸ਼ ਦੇ ਲਈ ਨੁਕਸਾਨਦੇਹ ਜਿਹੜੀ ਉਹ ਸਾਬਤ ਹੁੰਦੀ ਹੈ। ਕਿਉਂਕਿ ਜਦੋਂ ਅਸੀਂ ਸੈਕੂਲਰ ਮੁਲਕ ਦੀ ਗੱਲ ਕਰਦੇ ਹਾਂ, ਸਾਰੇ ਧਰਮਾਂ ਨੂੰ ਬਰਾਬਰ ਆਜ਼ਾਦੀ ਦੀ ਗੱਲ ਕਰਦੇ ਹਾਂ, ਤੇ ਸਟੇਜ ਤੇ ਜਿਹੜੇ ਸੰਵਿਧਾਨਕ ਕੁਰਸੀਆਂ ਤੇ ਬੈਠੇ ਹੋਏ ਲੋਕ ਨੇ ਜਿਹੜੇ ਜਦੋਂ ਇੱਕ ਧਰਮ ਨੂੰ ਲੈ ਕੇ ਅਸੀਂ ਧਰੂਵੀਕਰਨ ਦੀ ਸਿਆਸਤ ਕਰਦੇ ਨੇ ਤਾਂ ਉਹ ਮੰਦਭਾਗੀ ਹੈ, ਉਹ ਦੇਸ਼ ਲਈ ਜਿਹੜੀ ਹੈ ਲਾਹੇਵੰਦ ਨਹੀਂ ਹੋ ਸਕਦੀ, ਉਹ ਦੇਸ਼ ਲਈ ਨੁਕਸਾਨਦੇਹ ਹੈਗੀ। ਕਿਉਂਕਿ ਸ੍ਰੀ ਨਨਕਾਣਾ ਸਾਹਿਬ ਦੇ ਜਦੋਂ 100 ਸਾਲਾ ਸਾਕੇ ਨੂੰ ਲੈ ਕੇ ਸਮਾਗਮਾਂ 'ਚ ਸੰਗਤਾਂ ਨੇ ਜਾਣਾ ਸੀ ਤਾਂ ਉਹਨਾਂ ਨੂੰ ਮੌਕੇ ਤੇ ਜਿਹੜਾ ਹੈ ਕੇਂਦਰ ਸਰਕਾਰ ਵੱਲੋਂ ਰੋਕ ਲਿਆ ਗਿਆ। ਉਸ ਨੂੰ ਵੀ ਜਿਹੜਾ ਹੈ ਸਖਤ ਸ਼ਬਦਾਂ ਦੇ ਵਿੱਚ ਸ਼੍ਰੋਮਣੀ ਕਮੇਟੀ ਵੱਲੋਂ ਤੇ ਕਾਰਜਕਾਰੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਵੱਲੋਂ ਕਿਹਾ ਗਿਆ ਸੀ ਕਿ ਕੇਂਦਰ ਸਰਕਾਰ ਦਾ ਬਹੁਤ ਗਲਤ ਜਿਹੜਾ ਸਟੈਪ ਹੈਗਾ, ਇਹ ਬਹੁਤ ਹੀ ਜ਼ਿਆਦਾ ਮੰਦਭਾਗਾ ਸਟੈਪ ਹੈ। ਤਾਂ ਹੁਣ ਇੱਕ ਵਾਰ ਫਿਰ ਤੋਂ ਉਹਨਾਂ ਨੇ ਜਿਹੜਾ ਕੇਂਦਰ ਸਰਕਾਰ ਦੀ ਪਾਲਿਸੀ ਨੀਤੀ ਤੇ ਜਿਹੜੀ ਤੇ ਚੱਲ ਰਹੀ ਹੈ ਭਾਜਪਾ, ਉਹਦੇ ਤੇ ਕਟਾਖ ਜਿਹੜਾ ਕੱਸਿਆ। ਧੰਨਵਾਦ ਅਰਸ਼ਦੀਪ, ਤੁਹਾਡਾ ਬਹੁਤ ਬਹੁਤ ਜੀ ਅੱਜ ਵਾਸਤੇ। ਬਹੁਤ ਬਹੁਤ ਧੰਨਵਾਦ ਜੀ ਸਾਰੇ ਹੀ ਸਰੋਤਿਆਂ ਤੇ ਦਰਸ਼ਕਾਂ ਨੂੰ ਇੱਕ ਵਾਰ ਮੁੜ ਤੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਆਪਣਾ ਲੋਕਲ ਖਬਰਾਂ ਦਾ ਸਮਾਂ ਹੋ ਗਿਆ ਜੀ, ਤੇ ਲੋਕਲ ਖਬਰਾਂ ਨੂੰ ਤੁਹਾਡੇ ਤੱਕ ਪਹੁੰਚਾਉਣ ਲਈ ਸਾਡਾ ਸਾਥ ਦੇ ਰਿਹਾ ਜੀ ਸਾਡੇ ਪ੍ਰਾਊਡ ਸਪਾਂਸਰ ਪੰਕਜ ਸਪਰਾ ਹੁਣੀ ਰੀਮੈਕਸ ਰਿਐਲਿਟੀ ਨਾਲ ਕੰਮ ਕਰਦੇ ਜੀ। ਘਰ ਖਰੀਦਣਾ, ਵੇਚਣਾ, ਕਮਰਸ਼ੀਅਲ ਬਿਲਡਿੰਗ, ਕੋਈ ਪਾਰਕਿੰਗ ਲਾਟ, ਕੋਈ ਗੈਸ ਸਟੇਸ਼ਨ, ਕੈਲਡਨ ਦੇ ਵਿੱਚ ਵੀ ਇਹਨਾਂ ਦੇ ਕੋਲ ਜਿਹੜੀ ਲਿਸਟਿੰਗ ਆ ਰਹੀ ਹੈ ਜੀ ਵੈਰੀ ਸੂਨ। ਤੁਸੀਂ ਕਿਸੇ ਵੀ ਏਰੀਆ ਦੇ ਵਿੱਚ ਘਰ ਖਰੀਦਣਾ ਵੇਚਣਾ ਚਾਹੁੰਦੇ ਹੋ ਤੇ ਤਾਂ ਵੀ ਇਹਨਾਂ ਦੇ ਨਾਲ ਸੰਪਰਕ ਕਰ ਸਕਦੇ ਹੋ 416 722 2385 ਤੇ। ਮੌਂਟਰੀਅਲ ਦੇ ਵਿੱਚ IPTV ਬਾਕਸ ਚਾਹੀਦਾ ਸੀ, ਨੰਬਰ ਆ 5145660055 514 566 0055 ਤੇ। ਇੰਡੀਆ ਪੈਸੇ ਭੇਜਣੇ ਜਾਂ ਖਰੀਦਣੇ ਅਪਰਾ ਟ੍ਰੇਡਿੰਗ ਕੰਪਨੀ ਜਗਤਾਰ ਢਾਹਣਾ ਨੂੰ ਕਾਲ ਕਰ ਲਓ 905 794 3233। ਤਾਜ਼ਾ ਸਵਾਦਲਾ ਖਾਣਾ ਖਾਣਾ ਬਾਬਾ ਢਾਬਾ 905 499 4314 ਤੇ। ਤੁਹਾਡੇ ਕੋਲ ਜੌਬ ਨਹੀਂ ਹੈਗੀ, ਨਵੇਂ ਆਏ ਹੋ, ਜੌਬ ਇਨ GTA, ਤੁਸੀਂ ਗੂਗਲ ਤੇ ਸਰਚ ਕਰ ਲਓ ਜਾਂ ਕਾਲ ਕਰ ਸਕਦੇ ਹੋ 416 213 0092। CVR ਇਫਤਾ US ਡਾਟ ਲੈਣਾ ਜੀ। ਤੁਸੀਂ ਡਰੱਗ ਟੈਸਟ ਕਰਾਉਣਾ G&G ਟਰੈਕਿੰਗ ਸੋਲੂਸ਼ਨ ਤਨਵੀਰ ਢੱਡਾ ਉਹਨਾਂ ਨੂੰ ਕਾਲ ਕਰ ਲਓ 905 461 2525 ਤੇ। ਨਾਲ ਹੀ ਜੇ ਤੁਹਾਡੀ ਕਾਰ ਦਾ ਐਕਸੀਡੈਂਟ ਹੋ ਗਿਆ GTA ਦੇ ਵਿੱਚ ਪੀ ਲਾਡੋ ਕੋਲੀਜਨ 14 ਹੀਲ ਰੋਡ ਬਰੈਂਪਟਨ, ਦਲਵਾਰਾ ਸਿੰਘ ਉਹਨਾਂ ਨੂੰ ਫੋਨ ਕਰ ਸਕਦੇ ਹੋ 905 459 1300 ਤੇ ਕਾਲ ਕੀਤੀ ਜਾ ਸਕਦੀ ਹੈ ਜੀ। ਚੱਲਦੇ ਆਪਾਂ ਲੋਕਲ ਖਬਰਾਂ ਤੇ। ਜਿਹੜੇ ਕੇਸ ਆਏ ਜੀ 1553 ਤੇ ਡੈਥ ਹੋਈਆਂ 15, ਟੈਸਟ 58560, ਟੋਰਾਂਟੋ 404, ਪੀਲ 294, ਯਾਰਕ ਰੀਜਨ 176, ਡਰਹਮ 85 ਤੇ ਹੈਮਿਲਟਨ 80। ਇਸ ਦੇ ਵਿੱਚ 11% ਜਿਹੜੇ ਕੇਸ ਆਏ ਆ ਜੀ ਪਬਲਿਕ ਐਲੀਮੈਂਟਰੀ ਤੇ ਸੈਕੰਡਰੀ ਸਕੂਲ ਦੇ ਵਿੱਚੋਂ ਆਏ ਆ। ਇਹ ਵੀ ਬੜੀ ਸੋਚਣ ਵਾਲੀ ਗੱਲ ਹੈ ਜੀ। USA ਦੇ ਵਿੱਚ 4 ਮਿਲੀਅਨ ਵੈਕਸੀਨ ਡੋਜ਼ ਜਿਹੜੀ ਐਸਟਰਾਜੈਨਕਾ ਦੀ USA ਕਹਿੰਦਾ ਜੀ ਜੋ ਬਾਈਡਨ ਹੋਣੀ ਕਹਿੰਦੇ ਆ ਕੈਨੇਡਾ ਤੇ ਮੈਕਸੀਕੋ ਨੂੰ ਭੇਜ ਰਿਹਾ ਆ, ਜਿਸ ਦੇ ਵਿੱਚ ਕੈਨੇਡਾ ਨੂੰ 1.5 ਮਿਲੀਅਨ ਤੇ ਮੈਕਸੀਕੋ ਨੂੰ 2.5 ਮਿਲੀਅਨ ਡੋਜ਼ ਮਿਲੇਗੀ। ਇਹ ਜੋ ਬਾਈਡਨ ਦੇ ਆਫਿਸ ਵੱਲੋਂ ਜਾਣਕਾਰੀ ਦਿੱਤੀ ਗਈ ਹੈ ਜੀ। TTC ਦਾ ਸਬਵੇ ਯੰਗ ਫੈਂਚ ਤੋਂ ਹਾਈਵੇ 7 ਤੱਕ ਬਣਨਾ ਇੰਪਰੂਵ ਹੋਇਆ ਤੇ ਇਹਦੀ ਜਿਹੜੀ ਕਾਸਟ ਆ 9.3 ਬਿਲੀਅਨ ਆਵੇਗੀ। ਇਸ ਦੀ ਲੰਬਾਈ ਜਿਹੜੀ 8 ਕਿਲੋਮੀਟਰ ਹੋਵੇਗੀ। ਇਸ ਦੇ ਵਿੱਚ 6 ਸਟੇਸ਼ਨ ਬਣਨੇ ਸੀਗੇ, ਪਰ ਹੁਣ ਡਗਫੋਰਡ ਹੋਣਾ ਨੇ ਉਹਦਾ ਖਰਚਾ ਘੱਟ ਕਰਕੇ ਜੀ ਕਿਤੇ ਸਰਕਾਰ ਨੇ 2 ਸਟੇਸ਼ਨ ਘਟਾ ਦਿੱਤੇ ਆ ਤੇ 4 ਸਟੇਸ਼ਨ ਰਹਿ ਗਏ ਆ, ਜਿਸ ਦੀ ਕੀਮਤ 9.3 ਬਿਲੀਅਨ ਤੋਂ ਘਟ ਕੇ 5.6 ਬਿਲੀਅਨ ਰਹਿ ਗਈ ਹੈ ਜੀ। GTA ਦੇ ਵਿੱਚ ਪੁਲਿਸ ਨੇ ਕਾਰ ਚੋਰ ਗਰੋਹ ਫੜਿਆ, ਆਪਣਾ ਵੀ ਪਹਿਲਾਂ ਫੜਿਆ ਸੀ ਜੀ, ਪਰ ਇਹ ਦੂਸਰੇ ਆ ਜਿਨ੍ਹਾਂ ਦੇ ਕੋਲੋਂ ਹਾਈ ਐਂਡ ਦੀਆਂ ਚੋਰੀ ਦੀਆਂ ਕਾਰਾਂ ਜਿਨ੍ਹਾਂ ਦੀ ਕੀਮਤ 4.5 ਮਿਲੀਅਨ ਬਣਦੀ ਆ। ਹੁਣ ਤੱਕ ਇਹਨਾਂ ਕੋਲੋਂ 60 ਕਾਰਾਂ ਰਿਕਵਰ ਕਰ ਲਈਆਂ ਗਈਆਂ ਤੇ ਪੁਲਿਸ ਸੋਚ ਰਹੀ ਹੈ ਵੀ ਹੋਰ ਕਾਰਾਂ ਇਹਨਾਂ ਕੋਲੋਂ ਮਿਲਣਗੀਆਂ। ਮੌਂਟਰੀਅਲ ਪੋਰਟ ਤੋਂ ਇਹਨਾਂ ਨੇ ਜਾਣੀ ਕਿ ਇੱਥੋਂ ਮੌਂਟਰੀਅਲ ਪੋਰਟ ਦੇ ਉੱਤੋਂ ਕਾਰਾਂ ਜਿਹੜੀਆਂ ਸ਼ਿਪ ਕਰ ਰਹੇ ਸੀਗੇ, ਲੋਡਡ ਕੰਟੇਨਰ ਕਾਰਾਂ ਨਾਲ ਲੱਦੇ ਸ਼ਿਪ ਕਰਨ ਜਾ ਰਹੇ ਸੀਗੇ। ਅਫਰੀਕਾ, UAE, ਨਾਈਜੀਰੀਆ ਤੇ ਗਾਨਾ ਨੂੰ ਸ਼ਿਪ ਕਰਦੇ ਸਨ। ਪੁਲਿਸ ਦੇ ਦੱਸਣ ਮੁਤਾਬਕ ਟੋਰਾਂਟੋ ਤੋਂ ਰੇਲ ਗੱਡੀ ਤੇ ਜਿਹੜੀਆਂ ਰੇਲ ਦੇ ਉੱਪਰ ਮੌਂਟਰੀਅਲ ਭੇਜੀਆਂ ਗਈਆਂ ਤਾਂ ਉੱਥੇ ਕੰਟੇਨਰਾਂ ਦੇ ਵਿੱਚ ਭਰ ਕੇ ਤੇ ਭੇਜ ਰਹੇ ਸੀਗੇ ਸ਼ਿਪ ਰਾਹੀਂ। ਪੁਲਿਸ ਨੇ 18 ਲੋਕਾਂ ਨੂੰ ਅਰੈਸਟ ਕੀਤਾ ਤੇ 170 ਚਾਰਜ ਲਗਾਏ ਆ। ਇੰਨੇ ਵਧੀਆ ਦੇਸ਼ਾਂ ਦੇ ਵਿੱਚ ਵੀ ਆਣ ਕੇ ਜਿਹੜੇ ਕਈ ਬੰਦੇ ਨਹੀਂ ਸੁਧਰਦੇ, ਸੌਖੇ ਤਰੀਕੇ ਦੇ ਨਾਲ ਪੈਸਾ ਕਮਾਉਣਾ ਚਾਹੁੰਦੇ ਆ। ਪੀਲ ਡਿਸਟ੍ਰਿਕਟ ਬੋਰਡ ਨੇ ਕਿਹਾ ਕਿ ਜਿਹੜੇ ਟੀਚਰ ਕਲਾਸ ਵਿੱਚ ਪੜਾਉਂਦੇ ਆ ਉਹਨਾਂ ਨੂੰ ਕਲਾਸ ਵਿੱਚ ਸ਼ੀਲਡ ਜਾਂ ਗੂਗਲ ਗਲਾਸ ਜਾਣੀ ਕਿ ਕਹਿਣਕਾਂ ਇਦਾਂ ਦੀਆਂ ਹੁੰਦੀਆਂ ਜੀ ਲਾਉਣੀਆਂ ਪੈਣਗੀਆਂ। ਸਕੂਲ ਬੋਰਡ ਨੇ ਇਹ ਵੀ ਦੱਸਿਆ ਕਿ ਜਿਹੜਾ ਸਟਾਫ ਮੈਂਬਰ ਜਾਂ ਅਸੈਂਸ਼ੀਅਲ ਬਿਲਡਿੰਗ ਦੇ ਅੰਦਰ ਕੋਈ ਵੀ ਜਾਂਦਾ ਤਾਂ ਜਾ ਕੇ 15 ਮਿੰਟ ਤੋਂ ਵੱਧ ਰੁਕਦਾ, ਉਸ ਨੂੰ ਐਡੀਸ਼ਨਲ ਪਰਸਨਲ ਪ੍ਰੋਟੈਕਟਿਵ PPE ਇਕਵਿਪਮੈਂਟ ਜਿਹੜੇ ਆ ਉਹ ਪਹਿਨਣੇ ਪੈਣਗੇ।
ਕਿਉਂਕਿ ਉੱਥੇ ਕਿਸੇ ਨੂੰ ਕੋਈ ਪ੍ਰੋਬਲਮ ਨਾ ਆਵੇ। ਕੈਨੇਡਾ ਨੇ ਕਿਹਾ ਕਿ ਵੈਕਸੀਨ ਦੀ ਜਿਹੜੀ ਪ੍ਰੋਡਕਸ਼ਨ ਆ ਇਹਦਾ ਇਸ਼ੂ ਤੇ ਕਾਫੀ ਵੱਡਾ ਆ, ਪਰ ਫਿਰ ਵੀ ਜੁਲਾਈ ਅੰਤ ਤੱਕ ਇੱਕ ਅਡਲਟ ਨੂੰ ਇੱਕ ਡੋਜ਼ ਜ਼ਰੂਰ ਮਿਲ ਜੂਗੀ। ਸਾਡੇ ਕੋਲ ਕਹਿੰਦੇ ਐਨਫ ਵੈਕਸੀਨ ਉਪਲਬਧ ਆ, ਜੇ ਹੈਗੀ ਆ ਤਾਂ ਭਾਈ ਛੇਤੀ ਲਾ ਦਿਓ, ਜੁਲਾਈ ਦੀ ਵੇਟ ਕਿਉਂ ਕਰ ਰਹੇ ਹੋ। ਕੈਨੇਡਾ US ਬਾਰਡਰ ਕਹਿੰਦਾ ਨਾਨ ਐਸੈਂਸ਼ੀਅਲ ਵਾਸਤੇ 21 ਅਪ੍ਰੈਲ ਤੱਕ ਇਹਨਾਂ ਨੇ ਹੋਰ ਐਕਸਟੈਂਡ ਕਰ ਦਿੱਤਾ ਜੀ, ਫਿਰ ਬੰਦ ਰਹੂਗਾ ਇਹ। ਯਾਰਕ ਰੀਜਨ ਦੇ ਟਾਪ ਡਾਕਟਰ ਨੇ ਕਿਹਾ ਕਿ ਅਸੀਂ ਰੈੱਡ ਜ਼ੋਨ ਵਿੱਚ ਹੀ ਰਹਿਣਾ ਚਾਹੁੰਦੇ ਹਾਂ। ਇਸ ਵੀਕ ਦੇ ਵਿੱਚ ਡਾਕਟਰ ਪੀਟਰ ਜੂਨੀ ਡਾਇਰੈਕਟਰ ਆਫ ਅੰਟਾਰੀਓ ਸਾਇੰਸ ਐਡਵਾਈਜ਼ਰੀ ਟੇਬਲ ਨੇ ਕਿਹਾ ਕਿ ਕੇਸ ਜ਼ਿਆਦਾ ਵੱਧ ਰਹੇ ਹਨ। 3 ਵੀਕ ਵਾਸਤੇ ਜਿਹੜਾ ਹੌਟ ਸਪੌਟ ਏਰੀਆ ਆ ਉਹਦੇ ਵਿੱਚ ਲੋਕਡਾਊਨ ਜਿਹੜਾ ਉਹ ਲਾਉਣਾ ਚਾਹੀਦਾ ਆ। ਪ੍ਰੀਮੀਅਰ ਡਗਫੋਰਡ ਨੇ ਨਿਊ ਕਾਨਫਰੰਸ ਜਿਹੜਾ ਹੈਮਿਲਟਨ ਦੇ ਵਿੱਚ ਕੱਲ ਕੀਤੀ ਸੀ, ਤੇ ਡਗਫੋਰਡ ਨੇ ਕਿਹਾ ਕਿ ਮੈਂ ਫੇਵਰ ਦੇ ਵਿੱਚ ਹਾਂ ਪੈਟੀਓ ਡਾਈਨਿੰਗ ਤੇ ਅਦਰ ਆਊਟਡੋਰ ਐਕਟੀਵਿਟੀ ਗ੍ਰੇ ਜ਼ੋਨ ਦੇ ਵਿੱਚ ਰਹਿ ਕੇ ਕੀਤੀਆਂ ਜਾਣ। ਗ੍ਰੇ ਜ਼ੋਨ ਨੂੰ ਜਿਹੜਾ ਮੋਡੀਫਾਈ ਕਰਨਾ ਚਾਹੁੰਦੇ ਆ, ਤੇ ਡਾਕਟਰ ਤੇ ਸਿਟੀ ਦੇ ਮੇਅਰ ਕਹਿੰਦੇ ਐਗਰੀ ਹੋਣ ਤਾਂ। ਟੋਰਾਂਟੋ ਦੇ ਹਾਈ ਐਂਡ ਗਰੋਸਰੀ ਸਟੋਰ ਪੂਸਾ ਟੈਰੀ ਹੈ ਜੀ, ਕਹਿੰਦੇ ਇਹਦੇ ਵਿੱਚ ਸਟੋਰ ਦੇ ਵਿੱਚ ਪਹਿਲਾਂ ਕੁਝ EMPLOYEE ਪੋਜ਼ਿਟਿਵ ਪਾਏ ਗਏ ਆ, ਤੇ ਜਿਹੜੀ ਇਹਨਾਂ ਦੀ ਲੋਕੇਸ਼ਨ ਐਵੀਨਿਊ ਰੋਡ ਤੇ ਆ ਉਹਦੇ ਵਿੱਚ ਰੈਗੂਲਰ ਟੈਸਟ ਕਹਿੰਦੇ ਕਰ ਰਹੇ ਆ। ਇਹ ਜਾਣਕਾਰੀ ਸਟੋਰ ਦੀ ਮੈਨੇਜਮੈਂਟ ਨੇ ਦਿੱਤੀ ਹੈ ਜੀ। ਤੇ CDC ਨੇ ਸਕੂਲ ਨੂੰ ਲੈ ਕੇ ਨਵੀਂ ਗਾਈਡਲਾਈਨ ਜਾਰੀ ਕੀਤੀ ਹੈ। ਡਿਸਟੈਂਸ ਵਾਸਤੇ 6 ਫੁੱਟ ਤੋਂ ਘਟਾ ਕੇ 3 ਫੁੱਟ ਕਰ ਦਿੱਤੀ ਗਈ ਆ। ਜੋ ਬਾਈਡਨ ਨੇ ਸਟੂਡੈਂਟ ਵਾਸਤੇ 1 ਬਿਲੀਅਨ ਜਿਹੜਾ ਰੱਖਿਆ ਸੀਗਾ, ਪਰ ਹੁਣ ਜਿਹੜਾ ਕਹਿੰਦੇ 1 ਬਿਲੀਅਨ ਉਹ ਕੈਂਸਲ ਕਰ ਦਿੱਤਾ ਹੈ। ਅੰਟਾਰੀਓ ਸਰਕਾਰ ਨੇ ਪਰਸਨਲ ਸਪੋਰਟ ਵਰਕਰ PSW ਦੀ ਵੇਸ ਵਧਾ ਦਿੱਤੀਆਂ ਜੀ, ਕਿਉਂਕਿ ਅੰਟਾਰੀਓ 3rd ਵੇਵ ਦੇ ਵਿੱਚ ਦਾਖਲ ਕਰ ਗਿਆ ਆ। PSW ਵਿੱਚ ਕੰਮ ਕਰਦੇ ਹਨ ਜਿਹੜੇ ਲੋਕ ਉਹ ਪਬਲਿਕਲੀ ਫੰਡਡ ਲੌਂਗ ਟਰਮ ਕੇਅਰ ਹੋਮ, ਕਮਿਊਨਿਟੀ ਹੋਮ ਚਿਲਡਰਨ ਤੇ ਸੋਸ਼ਲ ਸਰਵਿਸਿਜ਼, ਇਹਨਾਂ ਦੇ ਜਿਹੜੇ $3 ਜਿਹੜੇ ਪਰ ਆਵਰ ਵਧਾਏ ਗਏ ਆ। ਜਿਹੜੇ PSW ਦੇ ਵਿੱਚ ਕੰਮ ਕਰਦੇ, ਪਬਲਿਕ ਹਸਪੀਟਲ ਵਿੱਚ ਕੰਮ ਕਰਦੇ, ਉਹਨਾਂ ਦੇ $2 ਵਧਾਏ ਗਏ ਆ। ਜਿਹੜਾ ਬੋਨਸ ਪੇ ਆ ਜੀ ਉਹ 30 ਜੂਨ ਤੱਕ ਮਿਲਦਾ ਰਹੇਗਾ। ਟੋਰਾਂਟੋ ਦੇ ਪੀਲ ਦੇ ਟਾਪ ਡਾਕਟਰ ਨੇ ਕਿਹਾ ਕਿ ਗ੍ਰੇ ਜ਼ੋਨ ਵਿੱਚ ਰੱਖ ਕੇ ਆਊਟਡੋਰ ਐਕਟੀਵਿਟੀ ਜਿਹੜੀ ਹੈ ਡਾਈਨਿੰਗ, ਫਿਟਨੈਸ ਕਲਾਸਿਸ ਤੇ ਆਊਟਡੋਰ ਸਲੂਨ ਖੋਲਣ ਦੀ ਵੀ ਗੱਲ ਕੀਤੀ ਆ, ਪਰ ਕਈ ਸਲੂਨ ਪਲੇਸਿਸ, ਕਈ ਸਲੂਨ ਦੇ ਮਾਲਕਾਂ ਨੇ ਕਿਹਾ ਵੀ ਜਿਹੜੇ ਸਲੂਨ ਆ ਉਹ ਬਾਹਰ ਨਹੀਂ ਕੰਮ ਕਰ ਸਕਦੇ, ਬਾਹਰ ਸਾਰਾ ਕੁਝ ਜਿਹੜਾ ਯੂਜ਼ ਕਰਨਾ ਬੜਾ ਔਖਾ ਜੀ, ਤੇ ਆਊਟਡੋਰ ਬੜਾ ਮੁਸ਼ਕਲ ਹੈ ਕੰਮ ਕਰਨਾ, ਤੇ ਇਹਨੂੰ ਇਨਡੋਰ ਹੀ ਕੀਤਾ ਜਾਵੇ। ਗ੍ਰੇ ਜ਼ੋਨ ਨੂੰ ਰੈੱਡ ਜ਼ੋਨ ਵਿੱਚ ਨਾ ਲਿਆ ਕੇ ਜਿਹੜਾ ਮੋਡੀਫਾਈ ਕਰਨਾ, ਤੇ ਮੁੜ ਕੇ ਉਹਦੇ ਵਿੱਚ ਜਿਹੜੀ ਸੇਮ ਹੀ ਆ, ਜੇ ਕਵਰ ਕਰ ਲਿਆ, ਟੈਂਟ ਲਾ ਲਿਆ ਤੇ ਟੈਂਟ ਦੇ ਵਿੱਚ ਆਣ ਕੇ ਕੰਮ ਕਰਨਗੇ ਤਾਂ ਕਵਰ ਹੋ ਗਿਆ, ਤਾਂ ਸਾਰਾ ਕੁਝ ਸੇਮ ਹੀ ਆ। ਪਤਾ ਨਹੀਂ ਜਾਂ ਤਾਂ ਸਰਕਾਰ ਲੋਕਾਂ ਨੂੰ ਮੂਰਖ ਸਮਝ ਰਹੀ ਹੈ ਤੇ ਜਾਂ ਆਪ ਮੂਰਖ ਬਣ ਰਹੀ ਆ, ਇਹ ਤਾਂ ਨਹੀਂ ਪਤਾ। ਇਹ ਤੁਸੀਂ ਆਪਣੇ ਸੁਝਾਅ ਦੇ ਸਕਦੇ ਹੋ। ਤੇ ਚਾਈਨਾ ਨੇ ਵੀ ਕਿਹਾ ਜੀ, ਇਹ ਖਬਰ ਤਾਂ ਵੈਸੇ 2-3 ਦਿਨ ਪੁਰਾਣੀ ਆ ਪਰ ਵਿਸਰ ਗਈ ਸੀ ਆਪਣੇ ਕੋਲੋਂ। ਚਾਈਨਾ ਨੇ ਕਿਹਾ ਵੀ ਅਗਰ ਕਿਸੇ ਨੇ ਚਾਈਨਾ ਦੇ ਵਿੱਚ ਆਉਣਾ ਕਰੋਨਾ ਲੈਣ, ਤੇ ਉਹਨੂੰ ਕਹਿੰਦੇ ਸਾਡੀ ਵੈਕਸੀਨ ਜਿਹੜੀ ਉਹ ਲਵਾਉਣੀ ਪਊਗੀ। ਵੀ ਪਤੰਦਰੋਂ ਤੁਹਾਡੇ ਆਣ ਕੇ ਕਿਸੇ ਨੇ ਇੱਥੇ ਕੀ ਲੈਣਾ ਆ, ਅੱਗੇ ਤਾਂ ਬੰਦੇ ਡਰਦੇ ਚਾਈਨਾ 'ਚ ਨਹੀਂ ਵੜਦੇ, ਤਾਂ ਤੁਸੀਂ ਕਹਿੰਦੇ ਸਾਡੀ ਵੈਕਸੀਨ, ਤੁਹਾਡੀ ਵੈਕਸੀਨ ਦਾ ਤਾਂ ਤੁਹਾਡੇ ਦੇਸ਼ ਵਾਸੀਆਂ ਨੂੰ ਯਕੀਨ ਨਹੀਂ ਹੈਗਾ। USA ਹਾਊਸ ਨੇ ਕੱਲ 3 ਮਿਲੀਅਨ ਜਿਹੜੇ ਇਨਲੀਗਲ ਲੋਕ ਆ ਜਿਨ੍ਹਾਂ ਨੂੰ ਡੈਪੂਟੇਸ਼ਨ ਵੀ ਲੱਗੀ ਸੀ, ਤੇ ਜਿੱਤੇ ਜੋ ਬਾਈਡਨ ਨੇ ਬਣਦੇ ਸਾਰੀ ਰੋਕ ਲਾ ਦਿੱਤੀ ਸੀਗੀ, ਹੁਣ ਹਾਊਸ ਆਫ ਰਿਪਰੈਜ਼ੈਂਟ ਵਿੱਚ VOTING ਹੋਈ ਹੈ ਜੀ। ਕਹਿੰਦੇ 228 ਹਾਂ ਤੇ 197 ਨਾ ਦੇ ਵਿੱਚ ਵੋਟਾਂ ਪਈਆਂ। ਇਹਦੇ ਵਿੱਚ 9 ਰਿਪਬਲਿਕਨ ਨੇ ਵੀ ਇਸ ਬਿੱਲ ਦੀ ਸਪੋਰਟ ਕੀਤੀ ਆ। 3 ਮਿਲੀਅਨ ਲੋਕ ਜਿਹੜੇ ਆਪਣੇ ਸੁਪਨੇ ਲੈ ਕੇ USA ਦੇ ਵਿੱਚ ਆਏ ਸੀ ਵੱਖ-ਵੱਖ ਕੰਟਰੀਆਂ ਤੋਂ, ਉਹਨਾਂ ਦੇ ਹੁਣ ਸੁਪਨੇ ਜਿਹੜੇ ਪੂਰੇ ਹੋ ਜਾਣਗੇ। ਹੁਣ ਅਗਲੀ VOTING ਫਾਰਮਰ ਤੇ ਹੋਣੀ ਆ। ਅਗਰ ਉਹ ਵੀ ਬਿੱਲ ਪਾਸ ਹੋ ਗਿਆ ਤਾਂ 1 ਮਿਲੀਅਨ ਲੋਕ ਹੋਰ ਪੱਕੇ ਹੋ ਜਾਣਗੇ, ਯਾਨੀ ਕਿ ਟੋਟਲ 4 ਮਿਲੀਅਨ ਲੋਕ ਜੋ ਬਾਈਡਨ ਨੇ ਜਿਹੜਾ ਪ੍ਰੈਜ਼ੀਡੈਂਟ ਬਣਨ ਤੋਂ ਬਾਅਦ 4 ਮਿਲੀਅਨ ਲੋਕਾਂ ਨੂੰ ਜਿਹੜੇ ਸੁਪਨੇ ਪੂਰੇ ਹੁੰਦੇ ਦਿਸਣੇ ਜੀ। ਜਿੱਦਾਂ ਦਿਨੇ ਹੀ ਸੁਪਨੇ ਪੂਰੇ ਹੋ ਜਾਣੇ, ਕਿਉਂਕਿ ਅਨਾਉਂਸ ਉਹਨੇ ਕਿਸੇ ਨਾ ਕਿਸੇ ਦਿਨ ਦਿਨੇ ਕਰ ਦੇਣਾ। ਮੋਦੀ ਸਾਹਿਬ ਨੇ ਰਾਤ ਨੂੰ ਕਰਦੇ ਆ, ਇਹਨਾਂ ਦਿਨੇ ਕਰ ਦੇਣਾ ਵੀ ਭਾਈ ਇੰਨੇ ਬੰਦੇ ਜਿਹੜੇ ਪੱਕੇ ਆ। ਗੁੱਡ ਨਿਊਜ਼ ਆ ਜੀ। ਤੇ ਕੈਨੇਡਾ ਦੇ ਵਿੱਚ ਵੀ ਅਸੀਂ ਆਸ ਕਰਦੇ ਆ ਜਸਟਨ ਟਰੂਡੋ ਹੋਣੀ ਜਿਹੜੇ ਜਿੰਨੇ ਵੀ ਕੈਨੇਡਾ ਦੇ ਵਿੱਚ ਆ ਗਏ ਸਾਰੇ, ਭਾਵੇਂ ਸਟੂਡੈਂਟ ਆ, ਰਿਫਿਊਜੀ ਆ, ਜੋ ਵੀ ਆ ਗਏ ਆ, ਸਾਰੇ ਪੱਕੇ ਕੀਤੇ ਜਾਣ। ਇਹ ਕੈਨੇਡਾ ਸਾਰਿਆਂ ਦਾ ਸਰਬ ਸਾਂਝਾ ਕੰਟਰੀ ਆ ਜੀ। ਹਰ ਇੱਕ ਇੱਥੇ ਕੰਟਰੀ ਦੇ ਵਿੱਚ ਟੈਕਸ ਦਿੰਦਾ ਆ, ਕੰਮ ਕਰਦੇ ਆ। ਇਸੇ ਤਰ੍ਹਾਂ ਅਮਰੀਕਾ ਦੇ ਵਿੱਚ ਵੀ ਲੋਕ ਕੰਮ ਕਰਦੇ ਆ। ਅਮਰੀਕਾ ਦੇ ਵਿੱਚ ਕਈ ਨੂੰ 20 ਸਾਲ ਹੋ ਗਏ ਜੀ ਉੱਥੇ ਰੁਲਦਿਆਂ ਨੂੰ, ਤੇ ਚੰਗੀ ਖਬਰ ਆ ਉਹਨਾਂ ਦੇ ਪਰਿਵਾਰਾਂ ਦੇ ਵਾਸਤੇ। ਟੋਰਾਂਟੋ ਦੇ ਵਿੱਚ ਬੇਵਿਊ ਤੇ ਡੇਵਿਸਵੈਲ ਤੇ 3:20 ਤੇ ਕੱਲ ਜਿਹੜਾ ਪਬਲਿਕ ਸਕੂਲ ਦੇ ਸਾਹਮਣੇ ਇੱਕ ਕਾਰ ਨੇ 7 ਸਾਲਾ ਲੜਕੀ ਨੂੰ ਹਿੱਟ ਕੀਤਾ। ਲੋਕ ਵੇਖਦੇ ਨੇ ਕਿ ਅਸੀਂ ਸਕੂਲ ਦੇ ਮੋਹਰ ਦੀ ਲੰਘਦੇ ਆ ਤਾਂ ਕਾਰਾਂ ਧਿਆਨ ਦੇ ਨਾਲ ਚਲਾਈਏ, ਬੱਚਿਆਂ ਦਾ ਪਤਾ ਨਹੀਂ ਹੁੰਦਾ ਤੇ ਅੰਨੇਵਾਹ ਭਜਾਈ ਜਾਂਦੇ ਆ।
ਉਹ ਬੱਚੀ ਦੀ ਜਿਹੜੀ ਲੈਗ ਆ ਉਹ ਇੰਜਰਡ ਹੋਈ ਆ, ਉਹਨੂੰ ਹਸਪੀਟਲ ਪਹੁੰਚਾਇਆ ਗਿਆ। ਡਰਾਈਵਰ ਨੇ ਪਹਿਲਾਂ ਉਸ ਜਗ੍ਹਾ ਤੇ ਰੁਕਿਆ ਤੇ ਫਿਰ ਕਾਰ ਭਜਾ ਕੇ ਲੈ ਗਿਆ। ਵਿਟਨੈਸ ਦੇ ਦੱਸਣ ਮੁਤਾਬਕ ਕਹਿੰਦੇ ਵਾਈਟ ਵੂਮਨ ਆ, 60 ਤੋਂ 70 ਸਾਲ ਦੀ ਬਜ਼ੁਰਗ ਆ ਤੇ ਰੈੱਡ ਫੋਰਡ ਫੋਕਸ ਕਾਰ ਆ ਜੀ ਉਹਦੇ ਕੋਲ। ਅਗਰ ਕਿਸੇ ਦੇ ਕੋਲ ਕੋਈ ਜਾਣਕਾਰੀ ਹੋਵੇ ਤਾਂ ਜ਼ਰੂਰ ਦੱਸਣਾ, ਸ਼ਾਇਦ ਉਹਦੇ ਕੋਲ ਤਾਂ ਨੰਬਰ ਨੋਟ ਨਹੀਂ ਹੋਇਆ ਹੋਣਾ। ਬ੍ਰਿਟਿਸ਼ ਕੋਲੰਬੀਆ ਦੇ ਪ੍ਰੀਮੀਅਰ ਨੇ ਯਾਨੀ ਕਿ ਬ੍ਰਿਟਿਸ਼ ਕੋਲੰਬੀਆ ਜਿਹੜਾ ਉਹ ਪ੍ਰਪੇਅਰ ਕਰ ਰਿਹਾ ਕਿ ਕੋਵਿਡ ਦੀ ਵੈਕਸੀਨ ਜਿਹੜੀ ਆ 3 ਲੱਖ ਲੋਕਾਂ ਨੂੰ ਦਿੱਤੀ ਜਾਵੇਗੀ, ਜਿਨ੍ਹਾਂ 'ਚ ਫਰੰਟ ਲਾਈਨ ਵਰਕਰ, ਟੀਚਰ ਤੇ ਗਰੋਸਰੀ ਸਟੋਰਾਂ ਦੇ EMPLOYEE ਹੋਣਗੇ। ਪ੍ਰਾਇਓਰਟੀ ਦੇ ਵਿੱਚ ਉਹਨਾਂ ਨੂੰ ਲਾਈ ਜਾਊਗੀ। ਹਾਲੇ ਜਾਨੀ ਕਿ ਪ੍ਰਪੇਅਰ ਹੀ ਕਰੀ ਜਾਂਦੇ ਆ ਤੇ ਪਤਾ ਨਹੀਂ ਕਦੋਂ ਲਾਉਣੀ ਆ। ਪੀਲ ਰੀਜਨ ਵਿੱਚ ਆਊਟਬ੍ਰੇਕ ਹੋਈ ਹੈ ਜੀ, 2 ਸਕੂਲ ਬੰਦ ਕਰ ਦਿੱਤੇ ਗਏ ਆ। ਟੈਸਟ ਦੌਰਾਨ 10 ਤੋਂ ਵੱਧ ਜਿਹੜੇ ਲੋਕ ਆ ਪੋਜ਼ਿਟਿਵ ਪਾਏ ਗਏ ਆ। 1 ਸਕੂਲ ਬਰੈਂਪਟਨ ਤੇ 1 ਮਿਸੀਸਾਗਾ ਦੇ ਵਿੱਚ ਆ। ਤੇ ਅੰਟਾਰੀਓ ਸਰਕਾਰ ਪਲਾਨ ਕਰ ਰਹੀ ਹੈ 933 ਮਿਲੀਅਨ ਲੌਂਗ ਟਰਮ ਕੇਅਰ ਤੇ ਸੈਂਟਰ ਦੇ ਜਿਹੜਾ ਸਪੈਂਡ ਕਰੂਗੀ। ਇਸ ਦੀ ਇੰਪਰੂਵਮੈਂਟ ਵਾਸਤੇ, ਇਹਨੂੰ ਮੋਡੀਫਾਈ ਕਰਨ ਵਾਸਤੇ ਇਹ ਪੈਸਾ 80 ਪ੍ਰੋਜੈਕਟਾਂ ਤੇ ਖਰਚ ਕੀਤਾ ਜਾਵੇਗਾ, ਜਿਨ੍ਹਾਂ ਦੇ ਵਿੱਚ 7510 ਬੈੱਡ ਜਿਹੜੇ ਆ ਹੋਰ ਲੌਂਗ ਟਰਮ ਦੇ ਵਿੱਚ ਲਗਾਉਣੇ ਆ ਤੇ 4197 ਜਿਹੜੇ ਬੈੱਡ ਪਹਿਲਾਂ ਲੱਗੇ ਆ ਉਹਨਾਂ ਨੂੰ ਅਪਗ੍ਰੇਡ ਕਰਨਾ। ਇਹਦੇ ਨਾਲ ਜਿਹੜੀ ਵੇਟਿੰਗ ਲਿਸਟ ਆ ਉਹ ਵੀ ਬਹੁਤ ਜ਼ਿਆਦਾ ਅੱਗੇ ਆ ਤੇ ਪਰ ਬਹੁਤ ਜ਼ਿਆਦਾ ਘਟ ਜੂਗੀ। ਜਰਮਨ ਦੇ ਹੈਲਥ ਮਿਨਿਸਟਰ ਨੇ ਵਾਰਨਿੰਗ ਦਿੱਤੀ ਹੈ ਵੀ ਕਿ ਯੂਰਪ ਦੇ ਵਿੱਚ ਜਿਹੜਾ ਐਨਐਫ ਵੈਕਸੀਨ ਹੈ ਹੀ ਨਹੀਂਗੀ ਜਿਸ ਨਾਲ 3rd ਵੇਵ ਨੂੰ ਰੋਕਿਆ ਜਾ ਸਕੇ। ਉਹਨੇ ਬੜਾ ਖਦਸ਼ਾ ਜ਼ਾਹਿਰ ਕੀਤਾ, ਕਹਿੰਦੇ ਸਾਡੇ ਤੋਂ ਬਾਅਦ USA ਦੀ ਵੀ ਵਾਰੀ ਆ ਜੀ, ਕਹਿੰਦੇ ਉਹਨਾਂ ਕੋਲ ਵੀ ਜਿਹੜੀ 3rd ਵੇਵ ਦੀ ਵੈਕਸੀਨ ਉਹ 3rd ਵੇਵ ਰੁਕਣੀ ਨਹੀਂ, ਕਿਉਂਕਿ 12-13% ਹੀ ਹਾਲੇ ਤੱਕ ਲੋਕਾਂ ਨੂੰ ਲੱਗੀ ਆ ਤੇ ਪਾਪੂਲੇਸ਼ਨ ਕਾਫੀ ਜ਼ਿਆਦਾ USA ਦੀ। ਟੈਕਸਸ ਦੇ ਵਿੱਚ ਲੀਕ ਸਿਟੀ ਹੈ ਜੀ, ਉੱਥੇ ਇੱਕ ਵਿਅਕਤੀ ਜੈਕ ਇਨ ਦਾ ਬਾਕਸ ਰੈਸਟੋਰੈਂਟ ਆ, ਉਹਦੇ 'ਚ ਖਾਣਾ ਖਾਣ ਆਇਆ। ਉਹਨੇ ਮਾਸਕ ਨਹੀਂ ਪਹਿਨਿਆ ਸੀਗਾ ਤੇ ਮੈਨੇਜਰ ਨੇ ਉਹਨੂੰ ਮਾਸਕ ਪਾਉਣ ਲਈ ਕਿਹਾ ਤੇ ਬਹਿਸੋ ਵਸਾਈ ਹੋ ਗਿਆ ਤੇ ਉਸ ਵਿਅਕਤੀ ਨੇ ਮੈਨੇਜਰ ਨੂੰ ਸਟੈਬ ਕੀਤਾ। ਪੁਲਿਸ ਨੇ 53 ਸਾਲਾ ਵਿਅਕਤੀ ਨੂੰ ਚਾਰਜ ਕੀਤਾ। ਇਹ ਵੀ ਉਹਨੂੰ ਪੇਸ਼ਕਸ਼ ਕੀਤੀ ਗਈ ਮੈਨੇਜਰ ਵੱਲੋਂ ਵੀ ਤੂੰ ਮਾਸਕ ਲੈ ਲਾ, ਪਰ ਬਾਅਦ ਦੇ ਵਿੱਚ ਪਤਾ ਲੱਗਾ ਜੀ ਉਹ ਬੰਦਾ ਜਿਹੜਾ ਹੋਮਲੈਸ ਹੈ, ਉਹਦੇ ਕੋਲ ਘਰ ਵੀ ਹੈ ਨਹੀਂ ਤੇ ਸ਼ਾਇਦ ਪੈਸੇ ਵੀ ਹੈ ਨਹੀਂ ਸੀਗੇ ਖਾਣਾ ਖਾਣ ਲਈ, ਅੱਕਿਆ ਪਿਆ ਹੋਣਾ ਆ ਤੇ ਉਹ ਮੈਨੇਜਰ ਤੇ ਉਹਨੇ ਗੁੱਸਾ ਕੱਢ ਲਿਆ। ਇਹਨਾਂ ਖਬਰਾਂ ਨੂੰ ਤੁਹਾਡੇ ਤੱਕ ਪਹੁੰਚਾਉਣ ਲਈ ਸਾਥ ਦੇ ਰਿਹਾ ਜੀ ਹਰਪਾਲ ਭੱਲਾ ਹੁਣੇ ਰਾਇਲ ਲੀ ਪੇਜ ਤੋਂ। ਜੇ ਤੁਸੀਂ ਬ੍ਰੋਕਰੇਜ ਜੁਆਇਨ ਕਰਨੀ ਹੈ, ਤੁਹਾਡੇ ਕੋਲ ਲਾਇਸੈਂਸ ਹੈਗਾ ਜਾਂ ਤੁਸੀਂ ਕੋਈ ਪ੍ਰਾਪਰਟੀ ਬਾਏ ਕਰਨੀ, ਖਰੀਦਣੀ, ਵੇਚਣੀ, ਕਮਰਸ਼ੀਅਲ ਬਿਲਡਿੰਗ ਲੈਣੀ ਹੈ, ਘਰ ਖਰੀਦਣਾ ਵੇਚਣਾ ਜੀ, ਤੇ ਕਾਲ ਕਰ ਸਕਦੇ ਹੋ 416 560 2400 ਦੇ। ਇੱਕ ਨਿੱਕੀ ਜੀ ਆਪਾਂ ਲੈਂਦੇ ਆ ਬ੍ਰੇਕ ਤੇ ਉਸ ਤੋਂ ਬਾਅਦ ਗਏ ਤੇ ਆਏ, ਫਿਰ ਤੁਹਾਡੀਆਂ ਕਾਲਾਂ ਵੀ ਔਨ ਏਅਰ ਕੀਤੀਆਂ ਜਾਣਗੀਆਂ। ਹੁਣੇ ਗਏ ਤੇ ਹੁਣੇ ਆਏ ਜੀ ਆਪਾਂ। ਬਾਪੂ ਪੈਸੇ ਮਿਲ ਗਏ ਸੀ ਨਾ ਟਾਈਮ ਸਰ? ਹਾਂ ਪੁੱਤਰ, ਇੱਧਰ ਤੂੰ ਪੈਸੇ ਪਾਏ ਨਾਲੇ ਮੈਨੂੰ ਮਿਲ ਗਏ। ਬਸ ਇਸੇ ਕਰਕੇ ਮੈਂ ਅਪਰਾ ਟ੍ਰੇਡਿੰਗ ਇੰਕ ਵਾਲਿਆਂ ਤੇ ਭਰੋਸਾ ਕਰਦਾ। ਜੀ ਹਾਂ, ਅਪਰਾ ਟ੍ਰੇਡਿੰਗ ਇਨਕੋਰਪੋਰੇਟ ਮਨੀ ਐਕਸਚੇਂਜ। ਜੇ ਤੁਸੀਂ ਪੈਸੇ ਇੰਡੀਆ ਭੇਜਣਾ ਜਾਂ ਮੰਗਵਾਉਣਾ ਚਾਹੁੰਦੇ ਹੋ, ਵਧੀਆ ਡਾਲਰਾਂ ਦਾ ਰੇਟ ਲੈਣਾ ਚਾਹੁੰਦੇ ਹੋ ਤਾਂ ਅੱਜ ਹੀ ਕਾਲ ਕਰੋ ਜਗਤਾਰ ਸਿੰਘ ਢਾ ਹੁਣਾਂ ਨੂੰ 9057943233 905 794 3233 416-731-7710 416 731 7710 6 ਰੇ ਐਵੇਨਿਊ ਬ੍ਰੈਂਪਟਨ। ਇਮੀਗ੍ਰੇਸ਼ਨ ਦੇ ਮਸਲਿਆਂ ਨੂੰ ਹਲਕੇ ਵਿੱਚ ਲੈਣਾ ਮਹਿੰਗਾ ਪੈ ਸਕਦਾ ਹੈ, ਪਰ ਸੋਚ ਸਮਝ ਕੇ ਲਿਆ ਹੋਇਆ ਫੈਸਲਾ ਤੁਹਾਡੀ ਜ਼ਿੰਦਗੀ ਨੂੰ ਸਵਾਰ ਸਕਦਾ ਹੈ। ਇਸੇ ਲਈ ਡਿਲਾਈਟ ਇਮੀਗ੍ਰੇਸ਼ਨ ਦੇ ਨਵਜੋਤ ਗਿੱਲ ਹਾਜ਼ਰ ਨੇ ਤੁਹਾਡੀ ਸੇਵਾ 'ਚ। ਸਟੱਡੀ ਪਰਮਿਟ, ਸਟੂਡੈਂਟ ਵੀਜ਼ਾ, ਵਿਜ਼ਿਟਰ ਸੁਪਰ ਵੀਜ਼ਾ, LMI ਫੈਮਿਲੀ ਕੇਸ, ਪੇਰੈਂਟ ਸਪਾਂਸਰਸ਼ਿਪ ਤੇ ਰਿਫਿਊਜੀਜ਼ ਅਪੀਲਸ ਵੀ ਐਕਸੈਪਟ ਕਰਦੇ ਨੇ। ਕਾਲ ਨਵਜੋਤ ਗਿੱਲ 647-864-3719 647 864 3719। एड्रेस 350 रदरफोर्ड रोड, साउथ ब्रैम्पटन, यूनिट 223। ਓਏ ਹੋਏ ਹੈ ਕਿ ਨਾ, ਮੈਂ ਕਿਹਾ ਮੈਂ ਮੋਣਿਓ ਗੱਡੀ ਦਾ ਟਾਇਰ ਤੇ ਗਿਆ ਨਾ, ਹੁਣ ਕੀ ਕਰੀਏ? ਓਏ ਹੋਏ ਓਹੋ, ਕਿੰਨੀ ਵਾਰ ਕਿਹਾ ਹੈ ਕਿ ਨਿਊ ਮਿਲੇਨੀਅਮ ਟਾਇਰ ਸੈਂਟਰ ਤੋਂ ਹੀ ਟਾਇਰ ਲਿਆ ਕਰੋ, ਜਿੱਥੇ ਮਿਲਦੇ ਨੇ ਟਰੱਕ, ਟਰਾਲੇ ਤੇ ਕਾਰ ਦੇ ਲਈ ਹਰ ਤਰ੍ਹਾਂ ਦੇ ਵਧੀਆ ਟਾਇਰ। ਇੱਥੇ ਮਿਸ਼ਲਿਨ, BF ਗੁੱਡਰਿਚ, ਬ੍ਰਿਜਸਟੋਨ, ਫਾਇਰਸਟੋਨ, ਚਾਈਨੀਜ਼ ਬ੍ਰਾਂਡ ਹੋਰ ਵੀ ਕਈ ਕੰਪਨੀਆਂ ਦੇ ਟਾਇਰ ਘੱਟ ਰੇਟ ਤੇ ਮਿਲਦੇ ਨੇ। ਹੁਣੇ ਪਹੁੰਚੋ ਨਿਊ ਮਿਲੇਨੀਅਮ ਟਾਇਰ ਸੈਂਟਰ, 25 ਕਲਾਰਕ ਬੁਲੇਵਾਰਡ, ਬ੍ਰੈਂਪਟਨ। ਕਾਲ 9054520111 905 452 0111। ਮੈਂ ਨਾ ਜੀ ਸੁਪਨੇ 'ਚ ਦੇਖਿਆ ਕਿ ਮੇਰਾ ਘਰ ਬੜਾ ਆਲੀਸ਼ਾਨ, ਬੜਾ ਵੱਡਾ ਤੇ ਬੜਾ ਸੋਹਣਾ ਹੈ। ਬਸ ਸੁਪਨਾ ਇਹ ਤਾਂ ਸੱਚ ਹੋਊ ਕਮਲੀਏ। ਬਸ ਸਰਬਲੋ ਡਿਜ਼ਾਈਨ ਐਂਡ ਬਿਲਡ ਲਿਮਿਟਡ ਵਾਲਿਆਂ ਨੂੰ ਫੋਨ ਕਰ। ਜੀ ਹਾਂ, ਜੇ ਤੁਸੀਂ ਵੀ ਲਗਜ਼ਰੀ ਕਾਰ, ਛੋਟਾ ਜਾਂ ਵੱਡਾ ਨਵਾਂ ਕਾਰ ਲੈਣਾ ਚਾਹੁੰਦੇ ਹੋ ਜਾਂ ਫਿਰ ਪੁਰਾਣਾ ਘਰ ਢਾਹ ਕੇ ਨਵਾਂ ਬਣਾਉਣਾ ਚਾਹੁੰਦੇ ਹੋ ਤਾਂ ਅੱਜ ਹੀ ਮਿਲੋ ਸਰਬਲੋ ਡਿਜ਼ਾਈਨ ਐਂਡ ਬਿਲਡਿੰਗ ਵਾਲੇ ਕੁਲਵਿੰਦਰ ਪੱਤੜ ਜੀ ਨੂੰ। ਇਹਨਾਂ ਕੋਲ 15 ਸਾਲ ਦਾ ਤਜਰਬਾ ਹੈ ਤੇ ਹਾਂ, ਤੁਸੀਂ 20,000 ਸਕੁਅਰ ਫੁੱਟ ਦਾ ਘਰ ਵੀ ਬਣਵਾ ਸਕਦੇ ਹੋ। ਲਗਜ਼ਰੀ ਹੋਮ ਤੁਹਾਡੇ ਬਜਟ ਵਿੱਚ
ਵਿੱਚ। ਕਾਲ ਕੁਲਵਿੰਦਰ ਪੱਤੜ 4168410478 416 841 0478। ਓ ਮੈਨੂੰ ਰੱਖ ਲੈ ਕੱਲੀ ਨਰਿਆਰਾ ਓਏ ਲੰਬਿਆਂ ਰੂਟਾਂ ਤੇ। ਜਦੋਂ ਮੈਂ ਸੇਫਐਕਸ ਟਰਾਂਸਪੋਰਟ ਨਾਲ ਨਹੀਂ ਜੁੜਿਆ ਸੀ ਉਦੋਂ ਇਹੀ ਹਾਲ ਸੀ, ਪਰ ਹੁਣ ਤਾਂ ਸ਼ਾਨ ਨਾਲ ਡਰਾਈਵਰੀ ਕਰੀਦੀ ਹੈ। ਜੀ ਹਾਂ, ਸੇਫਐਕਸ ਟਰਾਂਸਪੋਰਟ ਜਿਸ ਨੂੰ ਕਿਊਬਿਕ ਵਿੱਚ ਨੰਬਰ 1 ਤੇ ਕੈਨੇਡਾ ਵਿੱਚ ਦੂਜੇ ਨੰਬਰ ਤੇ ਹੋਣ ਦਾ ਮਾਣ ਹਾਸਲ ਹੈ। ਹਾਈਐਸਟ ਗ੍ਰੋਥ ਅਕ੍ਰੋਸ ਦ ਵਰਲਡ। ਸੇਫਐਕਸ ਨੇ ਹੁਣ ਮੌਂਟਰੀਅਲ ਤੇ ਬੋਲਟਨ ਓਨਟਾਰੀਓ ਵਿੱਚ ਨਵੇਂ ਟਰਮੀਨਲ ਸ਼ੁਰੂ ਕੀਤੇ ਨੇ ਤੇ ਇਹਨਾਂ ਨੂੰ ਯੂਐਸਏ ਦੇ ਲਈ ਡਰਾਈਵਰ ਤੇ ਓਨਰ ਆਪਰੇਟਰ ਦੀ ਲੋੜ ਹੈ। ਵਧੀਆ ਪੇ ਵੀ ਮਿਲੇਗੀ। ਹੁਣੇ ਕਾਲ ਕਰੋ ਰਮਿੰਦਰਦੀਪ ਜਾਂ ਅਮਨਦੀਪ ਨੂੰ 5146250025 514 625 0025 ਜਾਂ ਫਿਰ 5148870025 514 887 0025। क्यों भाई सुखी क्यों हो इन्ने दुखी? डॉक्टर की आखा मेरे पति दा परफॉर्मेंस हुन टोटली दुखी, ਉਹ ਵੀ ਪਰੇਸ਼ਾਨ ਤੇ ਮੈਂ ਵੀ। पर इस विच की शर्माना, बहुत सारे मर्दां दी है रेगुलर डुक डुक मतलब प्रॉब्लम, पर हुन गुड न्यूज़, मर्दां दी कमजोरी दे लई हुन डॉक्टर दी जरूरत नहीं। अच्छा ਉਹ ਕਿਵੇਂ? पेश है एनर्जेक्स, एक नेचुरल आयुर्वेदिक इलाज जो मर्दां दी हर कमजोरी नु दूर करदा है ते वो भी जस्ट 4 दिनां विच। फुल परफॉर्मेंस और सच? थैंक यू डॉक्टर बॉब। डुक डुक दौड़ाओ, एनर्जेक्स खाओ। Call SBM 1-888-732-9935 1-888-732-9935। ਸੋਫਾ ਸਟੂਡੀਓ 'ਚ ਘਰ ਦੇ ਵਿੱਚ ਵਧੀਆ ਸੋਫਾ ਪਵਾਉਣਾ ਚਾਹੁੰਦੇ ਹੋ, ਭਾਵੇਂ ਲੈਦਰ ਦਾ ਹੋਵੇ ਜਾਂ ਕੱਪੜੇ ਦਾ ਹੋਵੇ, ਜਿਸ ਤਰ੍ਹਾਂ ਦਾ ਚਾਹੋਗੇ ਉਸ ਤਰ੍ਹਾਂ ਦਾ ਸੋਫਾ ਤਿਆਰ ਕਰਕੇ ਤੁਹਾਡੇ ਘਰੇ ਡਿਲੀਵਰ ਕੀਤਾ ਜਾਵੇਗਾ। ਸਗਨਦੀਪ ਨੂੰ ਕਾਲ ਕਰ ਸਕਦੇ ਹੋ 905-799-8877 9057998877 ਸੋਫਾ ਸਟੂਡੀਓ। ਟਰੱਕਾਂ 'ਚ ਅੱਜ ਕੱਲ ਕੁਝ ਨਹੀਂ ਬਚਦਾ। ਉਹ ਤੂੰ ਇੰਸ਼ੋਰੈਂਸ ਕਟਾ ਲੈ। ਇੰਸ਼ੋਰੈਂਸ ਕਟਾ ਕੇ ਕਿਵੇਂ ਚੱਲੂ? ਉਹ ਕਟਾ ਲੈ ਨਹੀਂ ਘਟਾ ਲੈ। ਕਿਵੇਂ? ਹਰਜੀਤ ਸਿੰਘ ਢੱਡਾ ਨਾਲ ਗੱਲ ਕਰ, ਉਹ ਮੈਕਸਿਮਮ ਡਿਸਕਾਊਂਟਸ ਲੈ ਕੇ ਦਿੰਦੇ ਆ। ਹਰੇਕ ਬਰੀਕੀ ਨੂੰ ਚੰਗੀ ਤਰ੍ਹਾਂ ਸਮਝਦੇ ਤੇ ਚੰਗੀ ਤਰ੍ਹਾਂ ਸਮਝਾਉਂਦੇ ਆ। ਹਰਜੀਤ ਸਿੰਘ ਢੱਡਾ ਨੈਸ਼ਨਲ ਟਰੱਕ ਲੀਗ ਨਾਲ ਕੰਮ ਕਰਦੇ ਆ। ਫੋਨ ਕਰ 647-705-5492 647-705-5492। ਅੱਛਾ, ਇਹਨੂੰ ਕਹਿੰਦੇ ਇੰਸ਼ੋਰੈਂਸ ਪ੍ਰੀਮੀਅਮ ਕੱਟ ਕਰਨਾ। ਨਾ ਸਿਆਣਾ ਤੇ ਬੜਾ ਹੈ ਤੂੰ। ਓ ਘਰ ਤੇ ਤੈਨੂੰ ਬਹੁਤ ਵਧੀਆ ਬਣਾ ਕੇ ਦੇਣਾ ਤੇ ਕੱਢ ਦੇਣੇ ਆ ਕੜੇਲਾ, ਜਿੰਨੂੰ ਵੇਖ ਕੇ ਜਾਣਗੇ ਸ਼ਰੀਕ ਵੀ ਹਿੱਲ। ਸ਼ਰੀਕਾਂ ਦੇ ਕੱਢਦੇ ਕੜੈਲ ਕਿਤੇ ਆਪਣਾ ਘਰ ਨਾ ਜਾਵੇ ਹਿੱਲ। ਧਿਆਨ ਰੱਖੀ ਘਰ ਦੇ ਵਿੱਚ ਪਲੰਬਿੰਗ ਐਂਡ ਇਲੈਕਟ੍ਰੀਕਲ ਦਾ ਸਮਾਨ ਹੋਵੇ ਨੰਬਰ 1। ਓਏ ਜੀਟੀਏ ਪਲੰਬਿੰਗ ਐਂਡ ਇਲੈਕਟ੍ਰਿਕ ਸਪਲਾਈ ਬਰਮਟਨ ਵਿੱਚ ਸਟੋਰ ਆ ਨੰਬਰ 1। ਅੱਛਾ, ਉਹੀ ਜੀਟੀਏ ਵਾਲੇ ਜਿੱਥੋਂ ਕੰਟਰੈਕਟਰਸ ਲਈ ਘਰ ਦੇ ਵਿੱਚ ਪਲੰਬਿੰਗ ਤੇ ਇਲੈਕਟ੍ਰੀਕਲ ਦਾ ਸਾਰਾ ਸਮਾਨ ਡਿਸਕਾਊਂਟ ਤੇ ਮਿਲਦਾ। ਵਾਸ਼ਰੂਮ ਲਈ ਵੈਨਟੀਜ਼, ਟੈਪਸ, ਸਪੌਟਲਾਈਟਸ ਤੇ ਰੇਂਜ ਹੁੱਡਸ ਮਿਲਦੇ ਆ। ਫਿਰ ਕਾਹਨੂੰ ਕਰਨੀ ਹੈ ਦੇਰ, ਅੱਜ ਹੀ ਪਹੁੰਚੋ 241 ਕਲੈਰੈਂਸ ਸਟਰੀਟ ਬਰੈਂਪਟਨ ਤੇ ਸੰਪਰਕ ਕਰੋ 905-792-0036 9057920036। ਮੋਰਗੇਜ ਮਿਲੇ ਛੇਤੀ ਤੇ ਟੈਨਸ਼ਨ ਹੋਵੇ ਘੱਟ, ਇਸ ਲਈ ਯਾਦ ਰੱਖੋ ਇੱਕੋ ਨਾ ਪਰਮਿੰਦਰ ਮੰਗਟ। 16 ਸਾਲਾਂ ਤੋਂ ਵੱਧ ਐਕਸਪੀਰੀਅੰਸ ਤੇ ਆਰਬੀਸੀ ਨਾਲ ਟੌਪ ਪ੍ਰੋਡਿਊਸਰ ਰਹਿ ਚੁੱਕੇ ਪਰਮਿੰਦਰ ਮੰਗਟ ਹੁਣ ਆਪਣੀ ਮੋਰਗੇਜ ਅਲਾਈਅੰਸ ਟੀਮ ਰਾਹੀਂ ਤੁਹਾਨੂੰ ਬਹੁਤ ਸਾਰੇ ਬੈਂਕਸ ਤੋਂ ਬੈਸਟ ਡੀਲਸ ਲੈ ਕੇ ਦੇ ਸਕਦੇ ਨੇ। ਸੈਲਫ ਇੰਪਲੋਇਡ ਵਾਸਤੇ ਖਾਸ ਪ੍ਰੋਗਰਾਮ, no last minute surprises, first mortgage, second mortgage, private funds, truck loans, business loans, ਸਾਰੇ ਹੀ ਕੰਮਾਂ ਲਈ ਇੱਕੋ ਨਾ, ਜਿੱਥੇ ਕੰਮ ਹੋਵੇ ਛੇਤੀ ਤੇ ਟੈਨਸ਼ਨ ਹੋਵੇ ਘੱਟ। ਪਰਮਿੰਦਰ ਮੰਗਟ 647-285-9119 ਜਾਨੀ 647-285-9119। ਪਰਮਿੰਦਰ ਮੰਗਟ with Mortgage Alliance, broker license number 10530। ਕੀ ਤੁਸੀਂ ਓਨਰ ਆਪਰੇਟਰ ਬਣਨਾ ਚਾਹੁੰਦੇ ਹੋ, ਟਰੱਕ ਪਾਉਣ ਬਾਰੇ ਸੋਚ ਰਹੇ ਹੋ ਜਾਂ ਡਰਾਈਵਰੀ ਕਰਨੀ ਹੈ ਤਾਂ ਅੱਜ ਹੀ ਸੰਪਰਕ ਕਰੋ ਰੋਇਲ ਕ੍ਰੋਨ ਐਕਸਪ੍ਰੈਸ ਤੇ ਪ੍ਰੀਤ ਕਾਲੋ ਹੁਰਾਂ ਦੇ ਨਾਲ 6472106000 647-210-6000। ਆਹਾਹਾ, ਛੁੱਟੀ ਦਾ ਦਿਨ ਹੋਵੇ ਤੇ ਨਿਆਗਰਾ ਫਾਲਸ, ਸੀਐਨ ਟਾਵਰਸ, ਕਿਊਬਿਕ ਸਿਟੀ ਘੁੰਮਣ ਜਾਣ ਦਾ ਮਨ ਹੈ, ਪਰ ਇੰਨੀ ਡਰਾਈਵ ਕੌਣ ਕਰੇ? ਜੀ ਐਲੋ ਨੰਬਰ ਤੇ ਹੁਣੇ ਬੁਕਿੰਗ ਕਰੋ। ਬੈਸਟ ਕੈਨੇਡੀਅਨ ਰਾਈਡ ਸਰਵਿਸ ਟੋਰਾਂਟੋ ਤੋਂ ਮੌਂਟਰੀਅਲ ਤੇ ਮੌਂਟਰੀਅਲ ਤੋਂ ਟੋਰਾਂਟੋ, ਜਿੱਥੇ ਵੀ ਘੁੰਮਣ ਦਾ ਮਨ ਹੋਵੇ ਬਸ ਇੱਕ ਕਾਲ ਤੇ ਹਾਜ਼ਰ ਤੇ ਸੋਨੇ ਤੇ ਸੁਹਾਗਾ ਪਾਰਸਲਸ ਵੀ ਡਿਲੀਵਰ ਕਰਦੇ ਨੇ ਹਰ ਰੋਜ਼ ਮਾਰਨਿੰਗ, ਆਫਟਰਨੂਨ ਐਂਡ ਈਵਨਿੰਗ, ਸਵੇਰੇ ਦੁਪਹਿਰ ਸ਼ਾਮ 24 ਘੰਟੇ ਸਰਵਿਸ। ਕਾਲ 5145606613। ਜਦੋਂ ਸਵਾਦ ਖਾਣੇ ਦੀ ਕ੍ਰੇਵਿੰਗ ਹੋਵੇ ਤਾਂ ਇੱਕੋ ਨਾਮ ਯਾਦ ਆਵੇ, ਬਾਬਾ ਢਾਬਾ, ਜਿੱਥੇ ਮਿਲਦੀ ਹੈ ਖਾਣੇ ਦੀ ਹਿਊਜ ਵੈਰਾਈਟੀ। ਇਹ 2 ਲੋਕੇਸ਼ਨਸ ਤੋਂ ਸਰਵ ਕਰਦੇ ਨੇ। ਤਾਜ਼ਾ ਤੇ ਸਵਾਦਲਾ ਖਾਣਾ ਖਾਣ ਲਈ ਜ਼ਰੂਰ ਆਓ। ਬਾਬਾ ਢਾਬਾ
Restaurant 255 Rutherford Road, South Brampton. Service 2 location. Call Mahavir Bhat 905-499-4314. 905 499 4314। क्या बात बई, गड्डी ਤਾਂ ਨਵੀਂ ਕਢਾਈ ਲੱਗਦੀ। ਉਹ ਨਾ ਉਹ ਆ ਬਸ ਰਿਪੇਅਰ ਕਰਾਈ ਆ। ਉਹ ਕਿੱਥੋਂ? ਪੀਲ ਆਟੋ ਕਲੀਜਨ ਵਾਲਿਆਂ ਕੋਲੋਂ। ਜੀ ਹਾਂ, ਜੇ ਤੁਸੀਂ ਵੀ ਗੱਡੀ ਦੀ ਰਿਪੇਅਰ, ਡੈਂਟਿੰਗ, ਪੇਂਟਿੰਗ ਕਰਾਉਣੀ ਹੋਵੇ, GTA ਵਿੱਚ ਕੋਈ ਵੀ ਐਕਸੀਡੈਂਟ ਹੋਵੇ ਤਾਂ ਗੱਡੀ ਨੂੰ ਰਿਪੇਅਰ ਕਰਦੇ ਨੇ। ਹਰ ਇੱਕ ਇੰਸ਼ੋਰੈਂਸ ਕੰਪਨੀ ਦੇ ਨਾਲ ਇਹਨਾਂ ਦਾ ਟਾਈ ਅਪ ਹੈ। ਹੁਣ ਗੱਡੀ ਦੀ no more tension, ਕਿਉਂਕਿ ਬਸ ਅੱਜ ਹੀ ਆਓ ਪੀਲ ਆਟੋ ਕਲੀਜਨ, 14 Hill Road, Brampton. Call Darbara Singh 905-459-1300. 905 459 1300। ਬਸ ਤੂੰ ਹੁਣ ਤਿਆਰੀ ਖਿੱਚ, ਛੇਤੀ ਇੱਥੇ ਆਉਣ ਦੀ। ਅੱਛਾ, ਨਾਲੇ ਕਹਿੰਦੇ ਬੜਾ ਹੀ ਔਖਾ ਹੈ। ਉਹ ਬ੍ਰੈਂਪਟਨ ਇਮੀਗ੍ਰੇਸ਼ਨ ਕੰਸਲਟੈਂਸੀ ਦੇ ਹੁੰਦਿਆਂ ਕੋਈ ਔਖਾ ਨਹੀਂ। ਬ੍ਰੈਂਪਟਨ ਇਮੀਗ੍ਰੇਸ਼ਨ ਕੰਸਲਟੈਂਸੀ ਫॉर स्टूडेंट वीजा, विजिटर वीजा, LMI refugees case appeals, family case sponsorship. Call Sandeep Singh 647-786-2012. 647 786 2012। ਘਰ ਦੀ ਚਾਰ ਦੀਵਾਰੀ, ਸੁਪਨਿਆਂ ਦੀ ਫੁਲਵਾੜੀ, ਅਸੀਂ ਬਣਾਂਗੇ ਤੁਹਾਡੇ ਸੁਪਨਿਆਂ ਦੇ ਹਾਣੀ। ਬੇਸਮੈਂਟ, ਬਾਥਰੂਮ, ਕਿਚਨ, ਘਰ ਦੀ ਹਰ ਤਰ੍ਹਾਂ ਦੀ ਰੈਨੋਵੇਸ਼ਨ ਅਤੇ ਇਲੈਕਟ੍ਰਿਕ ਕੰਮ ਕਰਵਾਉਣ ਦੇ ਲਈ ਸੰਪਰਕ ਕਰੋ ਹਰਦਿਆਲ ਸਿੰਘ ਚੀਤਾ ਦੇ ਨਾਲ। 6474098915 647 409 9915। ਮੈਨੂੰ ਰੱਖ ਲੈ ਕੈਲੰਡਰ ਯਾਰਾ, ਹੋ ਲੰਮਿਆਂ ਰੂਟਾਂ ਤੇ। ਮੈਂ ਨਾ ਜੀ ਸੁਪਨੇ 'ਚ ਦੇਖਿਆ ਕਿ ਮੇਰਾ ਘਰ ਬੜਾ ਆਲੀਸ਼ਾਨ, ਬੜਾ ਵੱਡਾ ਤੇ ਬੜਾ ਸੋਹਣਾ ਹੈ। ਬਸ ਸੁਪਨਾ ਇਹ ਤਾਂ ਸੱਚ ਹੋਊ ਕਮਲੀਏ। ਬਸ ਸਰਬਲੋ ਡਿਜ਼ਾਈਨ ਐਂਡ ਬਿਲਡ ਲਿਮਟਿਡ ਵਾਲਿਆਂ ਨੂੰ ਫੋਨ ਕਰ। ਜੀ ਹਾਂ, ਜੇ ਤੁਸੀਂ ਵੀ ਲਗਜ਼ਰੀ ਕਾਰ, ਛੋਟਾ ਜਾਂ ਵੱਡਾ ਨਵਾਂ ਕਾਰ ਲੈਣਾ ਚਾਹੁੰਦੇ ਹੋ ਜਾਂ ਫਿਰ ਪੁਰਾਣਾ ਘਰ ਢਾਹ ਕੇ ਨਵਾਂ ਬਣਾਉਣਾ ਚਾਹੁੰਦੇ ਹੋ ਤਾਂ ਅੱਜ ਹੀ ਮਿਲੋ ਸਰਬਲੋ ਡਿਜ਼ਾਈਨ ਐਂਡ ਬਿਲਡਿੰਗ ਵਾਲੇ ਕੁਲਵਿੰਦਰ ਪੱਤੜ ਜੀ ਨੂੰ। ਇਹਨਾਂ ਕੋਲ 15 ਸਾਲ ਦਾ ਤਜਰਬਾ ਹੈ ਤੇ ਹਾਂ, ਤੁਸੀਂ 20,000 ਸਕੁਅਰ ਫੁੱਟ ਦਾ ਘਰ ਵੀ ਬਣਵਾ ਸਕਦੇ ਹੋ। ਲਗਜ਼ਰੀ ਹੋਮ ਤੁਹਾਡੇ ਬਜਟ ਵਿੱਚ। ਕਾਲ ਕੁਲਵਿੰਦਰ ਪੱਤੜ 4168410478 416 841 0478। ਬਾਪੂ ਪੈਸੇ ਮਿਲ ਗਏ ਸੀ ਨਾ ਟਾਈਮ ਸਰ? ਹਾਂ ਪੁੱਤਰ, ਇੱਧਰ ਤੂੰ ਪੈਸੇ ਪਾਏ ਨਾਲੇ ਮੈਨੂੰ ਮਿਲ ਗਏ। ਬਸ ਇਸੇ ਕਰਕੇ ਮੈਂ ਅਪਰਾ ਟ੍ਰੇਡਿੰਗ ਇੰਕ ਵਾਲਿਆਂ ਤੇ ਭਰੋਸਾ ਕਰਦਾ। ਜੀ ਹਾਂ, ਅਪਰਾ ਟ੍ਰੇਡਿੰਗ ਇਨਕੋਰਪੋਰੇਟ ਮਨੀ ਐਕਸਚੇਂਜ। ਜੇ ਤੁਸੀਂ ਪੈਸੇ ਇੰਡੀਆ ਭੇਜਣਾ ਜਾਂ ਮੰਗਵਾਉਣਾ ਚਾਹੁੰਦੇ ਹੋ, ਵਧੀਆ ਡਾਲਰਾਂ ਦਾ ਰੇਟ ਲੈਣਾ ਚਾਹੁੰਦੇ ਹੋ ਤਾਂ ਅੱਜ ਹੀ ਕਾਲ ਕਰੋ ਜਗਤਾਰ ਸਿੰਘ ਢਾ ਹੁਣਾਂ ਨੂੰ 9057943233 905 794 3233 4167317710 416 731 7710 6 ਰੇ ਐਵੇਨਿਊ ਬ੍ਰੈਂਪਟਨ। ਓਏ ਹੋਏ, ਹੈ ਕਿ ਨਾ, ਮੈਂ ਕਿਹਾ ਮੈਂ ਮੋਣਿਓ ਗੱਡੀ ਦਾ ਟਾਇਰ ਤੇ ਗਿਆ ਨਾ, ਹੁਣ ਕੀ ਕਰੀਏ? ਓਏ ਹੋਏ, ਓਹੋ, ਕਿੰਨੀ ਵਾਰ ਕਿਹਾ ਹੈ ਕਿ ਨਿਊ ਮਿਲੇਨੀਅਮ ਟਾਇਰ ਸੈਂਟਰ ਤੋਂ ਹੀ ਟਾਇਰ ਲਿਆ ਕਰੋ, ਜਿੱਥੇ ਮਿਲਦੇ ਨੇ ਟਰੱਕ, ਟਰਾਲੇ ਤੇ ਕਾਰ ਦੇ ਲਈ ਹਰ ਤਰ੍ਹਾਂ ਦੇ ਵਧੀਆ ਟਾਇਰ। ਇੱਥੇ ਮਿਸ਼ਲਿਨ, BF Goodrich, Bridgestone, Firestone, ਚਾਈਨੀਜ਼ ਬ੍ਰਾਂਡ ਹੋਰ ਵੀ ਕਈ ਕੰਪਨੀਆਂ ਦੇ ਟਾਇਰ ਘੱਟ ਰੇਟ ਤੇ ਮਿਲਦੇ ਨੇ। ਹੁਣੇ ਪਹੁੰਚੋ ਨਿਊ ਮਿਲੇਨੀਅਮ ਟਾਇਰ ਸੈਂਟਰ, 25 ਕਲਾਰਕ ਬੁਲੇਵਾਰਡ, ਬ੍ਰੈਂਪਟਨ। ਕਾਲ 9054520111 905 452 0111। ਬ੍ਰੇਕ ਤੋਂ ਬਾਅਦ ਇੱਕ ਵਾਰੀ ਫੇਰ ਸਾਰਿਆਂ ਦਾ ਸਵਾਗਤ ਹੈ ਜੀ। ਤੇ ਮੇਰੇ ਸਾਹਿਬ ਦਾ ਫੋਨ ਬਿਜੀ ਆ ਰਿਹਾ ਜੀ, ਮਿਲ ਨਹੀਂ ਰਿਹਾ ਤੇ ਸ਼ਾਇਦ ਕਿਸੇ ਦੇ ਨਾਲ ਗੱਲ ਕਰ ਰਿਹਾ ਜਾਂ ਸਰਵਿਸ ਨਹੀਂ ਹੋਣੀ, ਫਿਰ ਫੋਨ ਜਿੱਦਾਂ ਲੱਗ ਹੀ ਨਹੀਂ ਰਿਹਾ, ਥਰੂ ਨਹੀਂ ਹੋ ਰਿਹਾ। ਸ਼ਾਇਦ ਕੋਈ ਪ੍ਰੋਬਲਮ ਹੋਊਗੀ ਤਾਂ ਆਪਾਂ ਅੱਗੇ ਟਰਾਈ ਕਰਦੇ ਰਹਾਂਗੇ। ਤੇ ਆਪਾਂ ਗੱਲਬਾਤ ਕਰਦੇ ਜੀ। ਗਗਨਵੀਰ ਨੇ ਇੱਕ ਦਿਨ ਕਿਹਾ ਸੀ ਵੀ ਟਰੱਕਰ ਵਾਸਤੇ ਗੱਲਬਾਤ ਜ਼ਰੂਰ ਕਰਿਓ। ਤੇ ਹੁਣ ਜਿਹੜਾ 21 ਅਪ੍ਰੈਲ ਤੱਕ ਇਹਨਾਂ ਨੇ ਫੇਰ ਜਿਹੜਾ ਬਾਰਡਰ ਆ ਉਹਨੂੰ ਬੰਦ ਕਰ ਦਿੱਤਾ ਜੀ। ਇਸੇ ਤਰ੍ਹਾਂ ਬੰਦ ਰਹੂਗਾ। ਨੌਨ ਅਸੈਂਸ਼ੀਅਲ ਵਾਸਤੇ ਅਸੈਂਸ਼ੀਅਲ ਚੀਜ਼ਾਂ ਜਿਹੜੀਆਂ ਲੰਘ ਸਕਦੀਆਂ ਆ। ਤੇ ਬਾਕੀ ਜਿਹੜੇ ਟਰੱਕਰ ਨੂੰ ਕਿਹੜੀ ਕਿਹੜੀ ਪ੍ਰੋਬਲਮ ਆਉਂਦੀ ਹੈ, ਤੁਸੀਂ ਕੰਪਨੀਆਂ ਦੇ ਵਿੱਚ ਜਾਂਦੇ ਹੋ, ਲੋਡ ਡਿਲੀਵਰ ਕਰਦੇ ਹੋ, ਪਿਕਅਪ ਕਰਦੇ ਹੋ, ਕਿਉਂਕਿ ਸਾਰਾ ਦਾਰੋਮਦਾਰ ਜਿਹੜਾ ਇਸ ਟਾਈਮ ਟਰੱਕਰ ਤੇ ਆ। ਜੇ ਆਮ ਲਿਖਿਆ ਹੁੰਦਾ ਜੀ ਟਰੱਕ ਸਟਾਪਾਂ ਤੇ ਵੀ, ਜੇ ਨਾਰਥ ਅਮਰੀਕਾ ਦੇ ਵਿੱਚ ਟਰੱਕ ਸਟਾਪ ਤੇ ਨਾਰਥ ਅਮਰੀਕਾ ਸਟਾਪ, ਨਾਰਥ ਅਮਰੀਕਾ 'ਚ ਕੈਨੇਡਾ, ਅਮਰੀਕਾ, ਮੈਕਸੀਕੋ ਸਾਰੇ ਆਉਂਦੇ ਆ ਜੀ। ਪਰ ਜਿੰਨੀ ਮਿਹਨਤ ਕਰਦੇ ਹੋ, ਕਿੰਨੇ ਦਿਨ ਘਰਾਂ ਤੋਂ ਬਾਹਰ ਰਹਿਣਾ, ਰਾਤਾਂ ਝਾਕਣੀਆਂ, ਟਾਈਮ ਦੇ ਨਾਲ ਟਾਈਮ ਖਾਧਾ ਨਹੀਂ ਜਾਣਾ, ਪੀਤਾ ਨਹੀਂ ਜਾਣਾ, ਮਨ ਮਾਰ ਕੇ ਕਿਹੜੇ ਬੰਦੇ ਦਾ ਜੀ ਕਰਦਾ ਜੀ ਆਪਣੇ ਬੱਚਿਆਂ ਨੂੰ, ਪਰਿਵਾਰ ਨੂੰ ਛੱਡ ਕੇ ਘਰੋਂ ਬਾਹਰ ਤੁਰਿਆ ਫਿਰੇ। ਇੱਥੋਂ ਜਿਹੜੇ ਦੇਖਿਆ ਜੀ, ਹਰ ਬੰਦਾ ਹੁੰਦਾ ਵੀ ਕਦੋਂ, ਜੇ ਉਹਨੇ 5 ਵਜੇ ਛੱਡਣਾ ਤੇ 4:58 ਮਿੰਟ ਹੁੰਦੇ ਆ, 2 ਮਿੰਟ ਇੱਧਰ ਉੱਧਰ ਪੈਰ ਹੀ ਮਲਦੇ ਰਹਿੰਦੇ ਵੀ ਕਦੋਂ 5 ਵਜਣ ਤਾਂ ਕਾਰਡ ਪੰਚ ਕਰੀਏ ਤਾਂ ਘਰ ਨੂੰ ਭੱਜੀਏ। ਕਿੰਨੀ ਟ੍ਰੈਫਿਕ ਹੁੰਦੀ ਹੈ, ਤੁਸੀਂ ਦੇਖਿਆ ਰਸ਼ ਆਵਰ ਦੇ ਵਿੱਚ, ਸਵੇਰੇ ਵੀ ਸ਼ਾਮੀ ਵੀ, ਇੱਕ ਦੂਜੇ ਤੋਂ ਅੱਗੇ ਲੰਘਣ ਦੀ ਦੌੜ ਲੱਗੀ ਹੁੰਦੀ ਹੈ ਵੀ ਸ਼ਾਇਦ ਅਸੀਂ 5 ਮਿੰਟ ਪਹਿਲਾਂ ਘਰੇ ਪਹੁੰਚੀਏ।
ਕਿਸੇ ਨੇ ਬੱਚਾ ਚੱਕਣਾ ਹੁੰਦਾ ਜੀ ਡੇ ਕੇਅਰ ਤੋਂ, ਕਿਸੇ ਨੇ ਕੁਝ ਕਰਨਾ ਹੁੰਦਾ, ਕਿਸੇ ਨੇ ਕੁਝ ਕਰਨਾ। ਪਰ ਜਿਹੜੇ ਟਰੱਕਰ ਆ ਵੀਰ ਸਾਡੇ, ਆਪਣੇ ਪਰਿਵਾਰ ਨੂੰ ਛੱਡ ਕੇ, ਮਾਂ ਪਿਓ ਨੂੰ ਛੱਡ ਕੇ, ਬੱਚਿਆਂ ਨੂੰ ਛੱਡ ਕੇ ਉਹ ਬਾਹਰ ਜਾਂਦੇ ਨੇ, ਮਿਹਨਤਾਂ ਕਰਦੇ ਨੇ, ਦੇਸ਼ ਦੀ ਤਰੱਕੀ ਦੇ ਵਿੱਚ ਹਿੱਸਾ ਪਾਉਂਦੇ। ਜੇ ਏਡੀ ਵੱਡੀ ਕੋਵਿਡ ਪੈਂਡੈਮਿਕ ਆਇਆ, ਜੇ ਟਰੱਕਰ ਨਾ ਹੁੰਦੇ ਤਾਂ ਜਿੰਨੀ ਵੀ ਗਰੋਸਰੀ ਆ ਰਹੀ ਹੈ, ਜੋ ਵੀ ਸਮਾਨ ਆ ਰਿਹਾ, ਸਾਰਾ ਉਹਨਾਂ ਦੇ ਕਰਕੇ ਹੀ ਆ ਰਿਹਾ। ਜੇ ਉਹ ਇੰਨੀ ਕੁ ਗੜਸ ਰੱਖਦੇ ਆ ਤੇ ਸਲੂਟ ਵੀ ਬਣਦਾ ਜੀ ਸਾਡਾ ਉਹਨਾਂ ਨੂੰ ਕਰਨਾ। ਤੇ ਤੁਸੀਂ ਜਿੰਨੇ ਵੀ ਟਰੱਕਰ ਵੀਰ ਆ ਸਾਨੂੰ ਸੁਣ ਰਹੇ ਹੋ ਤੇ ਸਟੂਡੀਓ ਦੇ ਵਿੱਚ ਕਾਲ ਕਰਕੇ ਦੱਸ ਸਕਦੇ ਹੋ ਕਿਹੜੀਆਂ ਕਿਹੜੀਆਂ ਪ੍ਰੋਬਲਮਾਂ ਆਉਂਦੀਆਂ ਜੀ, ਸਕੇਲ ਦੇ ਉੱਤੇ ਕਿੰਨੀ ਕੁ ਪ੍ਰੋਬਲਮ ਆਉਂਦੀ ਆ, ਬਾਰਡਰ ਦੇ ਉੱਤੇ ਕਿਸ ਤਰ੍ਹਾਂ ਹੋ ਰਿਹਾ, ਬਾਰਡਰ ਤੇ ਲਾਈਨਾਂ ਕਿੰਨੀਆਂ ਕੁ ਲੱਗਦੀਆਂ ਆ, ਕੀ ਮੈਨੀਫੈਸਟ ਆ ਉਹ ਕਿੰਨਾ ਕੁ ਵਰਕ ਕਰ ਰਿਹਾ। ਤੇ ਜਿਹੜੇ ਹੁਣ 11 ਘੰਟੇ ਦੀ ਲੌਗ ਬੁੱਕ ਆ, ਜਿਹੜੀ 11 ਘੰਟੇ ਚਲਾ ਕੇ ਸਲੀਪ ਆ, ਕਈ ਵਾਰੀ ਰਸ਼ ਹੀ ਇੰਨਾ ਪੈ ਜਾਂਦਾ 2 ਘੰਟੇ, ਜਿਹੜਾ ਟੋਰਾਂਟੋ ਨੂੰ ਕ੍ਰੋਸ ਕਰਨਾ ਹੋਵੇ, ਜੇ ਮੌਂਟਰੀਅਲ ਨੂੰ ਜਾਣਾ ਤੇ ਉੱਥੇ ਪੂਰੇ 2 ਘੰਟੇ ਖਰਾਬ ਹੋ ਜਾਂਦੇ ਆ। ਲੌਗ ਬੁੱਕ ਤੇ ਇੱਕ ਵਾਰੀ ਰੋਕੀ ਤੇ ਦੁਬਾਰਾ ਤੁਸੀਂ ਉਹਦੇ ਨਾਲ ਹੀ ਲਾਈਨ ਵੱਜ ਜਾਣੀ ਆ। ਤੁਸੀਂ ਉਹਨੂੰ ਕਿੱਦਾਂ ਕਰ ਸਕਦੇ ਹੋ? ਪਹਿਲਾਂ ਜਦੋਂ ਹੁੰਦੇ ਸੀ ਜੀ, ਪਹਿਲਾਂ ਟਰੱਕ ਖੁੱਲੇ ਹੁੰਦੇ ਸੀਗੇ, ਜੇ ਅਮਰੀਕਾ ਦੇ ਵਿੱਚ 70 ਮੀਲ ਦੀ ਸਪੀਡ ਆ ਜਾਂ 80 ਮੀਲ ਦੀ ਸਪੀਡ ਆ ਤੇ ਲੋਕ ਭਜਾ ਲੈਂਦੇ ਸੀਗੇ। ਚਲੋ ਹੇਰਾ ਫੇਰੀ ਦੇ ਨਾਲ ਤਾਂ ਹੁਣ ਵੀ ਮਾੜੇ ਮੋਟੇ ਖੁੱਲ ਜਾਂਦੇ, ਪਰ ਜ਼ਿਆਦਾ ਜਿਹੜੇ ਆ ਉਹ ਕੰਪਨੀਆਂ ਨੇ ਬੰਨੇ ਹੋਏ ਆ। ਜੇ ਆਪਣਾ ਕੋਈ ਪਰਸਨਲ ਲਿਆ ਤਾਂ ਉਹ ਜ਼ਰੂਰ ਖਿਲਾ ਲੈਂਦੇ ਆ ਵੀ ਪੈਰ ਤੇ ਜਾਂ ਉਦਾਂ ਕੋਈ ਸਵਿਚ ਲਾ ਦਿੰਦੇ ਆ, ਪਰ ਜ਼ਰੂਰੀ ਨਿਗਾ ਤੇ ਏਡੀ ਵੱਡੀ ਦੌੜ ਲੱਗੀ ਹੋਈ ਆ। ਇਹਦੇ ਬਾਰੇ ਤੁਸੀਂ ਆਪਣੇ ਵਿਚਾਰ ਦੇ ਸਕਦੇ ਹੋ। ਬਾਕੀ ਕਿਸਾਨਾਂ ਦੇ ਮੁੱਦੇ ਤੇ ਵਿਚਾਰ ਦੇ ਸਕਦੇ ਹੋ। ਓਪਨ ਟਾਕ ਸ਼ੋ ਆ ਜੀ, ਤੁਹਾਡੇ ਵਿਚਾਰ, ਤੁਹਾਡਾ ਆਪਣਾ ਚੈਨਲ ਆ ਤੇ ਲਾਈਨਾਂ ਜਿਹੜੀਆਂ ਬਿਲਕੁਲ ਖੁੱਲੀਆਂ ਹੋਈਆਂ 905 405 0002 ਤੇ, ਜਾਂ ਤੁਸੀਂ WhatsApp ਤੇ ਕਾਲ ਕਰਨੀ ਆ 905 405 0002 ਤੇ ਨਾਲ ਹੀ ਆਪਾਂ ਗੱਲਬਾਤ ਕਰਦੇ ਹਾਂ ਜੀ। ਜਿਹੜਾ ਅਮਰੀਕਾ ਨੇ 3 ਮਿਲੀਅਨ ਲੋਕਾਂ ਨੂੰ ਜਿਹੜਾ ਇਨਲੀਗਲ ਆ ਉਹਨਾਂ ਨੂੰ ਪੱਕੇ ਕਰਨ ਵਾਸਤੇ ਜੋ ਬਾਈਡਨ ਹੋਣਾ ਨੇ ਕਹਿ ਦਿੱਤਾ ਆ। ਟਰੰਪ ਜਿਹੜਾ ਕਹਿੰਦਾ ਸੀ ਇਹਨਾਂ ਨੂੰ ਬਾਹਰ ਕੱਢ ਦੇਣਾ ਆ ਤੇ ਜੋ ਬਾਈਡਨ ਕਹਿੰਦਾ ਪੱਕੇ ਕਰ ਦੇਣੇ ਆ। ਆਲਰੇਡੀ ਪਾਸ ਵੀ ਹੋ ਗਿਆ ਬਿੱਲ ਤੇ ਫਾਰਮਰ ਵਾਲਾ ਰਹਿ ਗਿਆ ਜੀ ਇੱਕ, ਜੇ ਉਹ ਵੀ ਪਾਸ ਹੋ ਜਾਂਦਾ ਹੋ ਹੀ ਜਾਣਾ ਜੀ ਉਹ ਤਾਂ, ਕਿਉਂਕਿ ਮੈਜੋਰਟੀ ਉਹਨਾਂ ਦੇ ਕੋਲ 1 ਮਿਲੀਅਨ ਲੋਕ ਹੋਰ ਪੱਕੇ ਹੋ ਜਾਣੇ ਆ। ਤੇ ਆਪਾਂ ਜਿਹੜੇ ਲੋਕ ਉੱਥੇ ਅਮਰੀਕਾ ਦੇ ਵਿੱਚ ਆਏ ਆ ਉਹਨਾਂ ਨੂੰ ਵਧਾਈਆਂ ਵੀ ਦਿੰਦੇ ਆ ਤੇ ਬੇਨਤੀ ਕਰਦੇ ਆ ਜੀ ਜਸਟਨ ਟਰੂਡੋ ਹੋਣੀ ਵੀ ਸੁਣਦੇ ਹੋਣ ਤੇ ਜਿੰਨੇ ਵੀ ਸਾਡੇ ਇੱਥੇ ਬੱਚੇ ਆਏ, ਸਟੂਡੈਂਟ ਆਏ, ਜਿੰਨੇ ਵੀ ਆ ਗਏ ਜੀ ਕੈਨੇਡਾ ਦੇ ਵਿੱਚ, ਭਾਵੇਂ ਰਿਫਿਊਜੀ ਆ, ਜਿੱਦਾਂ ਮਰਜ਼ੀ ਹੈ, ਸਾਰਿਆਂ ਨੂੰ ਇਹਨਾਂ ਦੇ ਬਾਰੇ ਵੀ ਸੋਚਿਆ ਜਾਵੇ, ਇਹਨਾਂ ਨੂੰ ਪੱਕੇ ਕੀਤਾ ਜਾਵੇ। ਤੇ ਤੁਸੀਂ ਸਟੂਡੀਓ ਦੇ ਵਿੱਚ ਕਾਲ ਕਰ ਸਕਦੇ ਹੋ ਜੀ। ਤੁਹਾਡੇ ਵਿਚਾਰ, ਤੁਹਾਡਾ ਹੀ ਸ਼ੋਅ ਤੇ ਚੱਲਦੇ ਆਪਾਂ ਪਹਿਲੀ ਕਾਲ ਤੇ ਲਾਈਨਾਂ ਓਪਨ ਆ ਜੀ। ਤੇ ਫੇਰ ਨਾ ਕਿਉਂ ਵੀਰੋ ਮੌਕਾ ਨਹੀਂ ਦਿੱਤਾ। ਗਗਨਵੀਰ ਨੇ ਕਿਹਾ ਸੀ ਟਰੱਕਰ ਵਾਸਤੇ ਗੱਲ ਕਰੋ ਤੇ ਟਰੱਕਰ ਵੀਰ ਸਾਨੂੰ ਸੁਣਦੇ ਵੀ ਬਹੁਤ ਆ ਤੇ ਬੇਨਤੀ ਆ ਜੀ ਤੁਸੀਂ ਆਪਣੇ ਵਿਚਾਰ ਦੇ ਸਕਦੇ ਹੋ। ਹਾਂਜੀ 4455 ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ ਜਨ ਸਾਹਿਬ। ਸਤਿ ਸ਼੍ਰੀ ਅਕਾਲ ਵੀਰ ਜੀ। ਕਿਸਾਂ ਮੌਕਾ ਨਹੀਂ ਲੱਗਦਾ ਹੈਗਾ ਕਿਸੇ ਤੁਸੀਂ ਵਧੀਆ ਫਰਮ ਦੇ ਨਾਲ ਜਦੋਂ ਤੁਸੀਂ ਕੰਮ ਕਰਦੇ ਆ ਨਾ, ਮੈਨੂੰ ਨਹੀਂ ਲੱਗਦਾ ਟਰੱਕਿੰਗ ਦੇ ਵਿੱਚ ਵੀ ਕੋਈ ਪ੍ਰੋਬਲਮ ਹੈ ਜੀ। ਜੇ ਸਾਡਾ ਪਹਿਲਾਂ ਸਾਡੇ ਕੋਲ ਕੋਈ ਇਦਾਂ ਦੀ ਕੋਈ ਸਾਡੇ ਵਿੱਚ ਕਮੀ ਹੈਗੀ ਆ, ਅਸੀਂ ਕਿਸੇ ਵਧੀਆ ਫਰਮ ਨਾਲ ਕੰਮ ਨਹੀਂ ਕਰ ਸਕਦੇ, ਉਹਨਾਂ ਨੂੰ ਹੋ ਸਕਦਾ ਪ੍ਰੋਬਲਮ ਹੋਵੇ ਜੀ। ਜਿੱਥੇ ਵਧੀਆ ਕੰਪਨੀਆਂ ਹੈਗੀਆਂ ਤੁਸੀਂ ਉਹਨਾਂ ਨਾਲ ਕੰਮ ਕਰਦੇ ਆ, ਮੈਨੂੰ ਨਹੀਂ ਲੱਗਦਾ ਜੀ ਕਿਸੇ ਵੀ ਟਰੱਕਰ ਨੂੰ ਕੋਈ ਪ੍ਰੋਬਲਮ ਹੈਗੀ ਆ। ਹਾਂ ਠੀਕ ਹੈ, ਕੰਪੀਟੀਸ਼ਨ ਦੇ ਵਿੱਚ ਆ, ਉਹ ਕੰਪੀਟੀਸ਼ਨ ਦੇ ਵਿੱਚ ਤਾਂ ਆਪਾਂ ਨੂੰ ਰਹਿਣਾ ਪਊਗਾ ਨਾ ਜੀ, ਉਹ ਤੋਂ ਬਾਹਰ ਨਹੀਂ ਜਾ ਸਕਦੇ। ਹਰ ਵੱਡੀਆਂ ਕੰਪਨੀਆਂ ਦੇ ਵੀ ਕੰਪੀਟੀਸ਼ਨ ਆ, ਛੋਟੀਆਂ ਦੇ ਵੀ ਆ, ਸਾਰੀਆਂ ਫੋਨਾਂ ਦੀਆਂ ਸਾਰੀਆਂ ਕੰਪਨੀਆਂ 'ਚ ਕੰਪੀਟੀਸ਼ਨ ਹੈ ਜੀ। ਪਰ ਜਿਹੜੇ ਚੰਗੇ ਲੋਕ ਆ ਉਹ ਪ੍ਰਾਈਸ ਨਾਲ ਕੰਪਰੋਮਾਈਜ਼ ਨਹੀਂ ਕਰਦੇ। ਜਦੋਂ ਪ੍ਰਾਈਸ ਨਾਲ ਕੰਪਰੋਮਾਈਜ਼ ਹੁੰਦਾ ਨਾ ਉਦੋਂ ਪ੍ਰੋਬਲਮ ਸ਼ੁਰੂ ਹੋ ਜਾਂਦੀਆਂ। ਉੱਥੇ ਹੁਣ ਆਪਾਂ ਨੂੰ ਦੇਖਣਾ ਪਊਗਾ ਜਿਹੜਾ ਕਰਦਾ ਪ੍ਰਾਈਸ ਨਾਲ ਕੰਪਰੋਮਾਈਜ਼ ਉਹਨੂੰ ਛੱਡ ਕੇ ਨਕਾਰ ਕੇ ਕਿਤੇ ਆਪਾਂ ਵਧੀਆ ਕੰਪਨੀ ਦੇ ਨਾਲ ਕੰਮ ਸ਼ੁਰੂ ਕਰ ਲਈਏ ਤਾਂ ਕੋਈ ਪ੍ਰੋਬਲਮ ਨਹੀਂ ਹੈਗੀ ਟਰੱਕਰ ਨੂੰ ਜੀ। ਮੈਨੂੰ ਨਹੀਂ ਲੱਗਦਾ ਹੈਗਾ ਈਵਨ ਪੈਂਡੈਮਿਕ ਦੇ ਵਿੱਚ ਵੀ ਕੋਈ ਇਦਾਂ ਦੀ ਨਹੀਂ ਸੀ ਗੱਲ। ਠੀਕ ਆ, ਬਹੁਤ ਪ੍ਰੀਕਾਸ਼ਨਸ ਹੈਗੇ ਆ ਜਿਹੜੇ ਰੱਖਣੇ ਪੈਂਦੇ ਆ ਤੇ ਉਹਦੇ ਵਿੱਚ ਕਈ ਛੋਟੀਆਂ ਕੰਪਨੀਆਂ ਉਹਨਾਂ ਕੋਲ ਵੀ ਮਤਲਬ ਲਿਮਿਟਡ ਐਕਸੈਸ ਹੁੰਦੀ ਹੈ ਚੀਜ਼ਾਂ ਦੀ, ਉਹ ਟਰੱਕਰਾਂ ਨੂੰ ਨਹੀਂ ਪ੍ਰੋਵਾਈਡ ਕਰ ਸਕਦੀਆਂ, ਪਰ ਦੇ ਆਰ ਟਰਾਈਂਗ ਦੀ ਬੈਸਟ। ਕੋਈ ਇਦਾਂ ਦੀ ਕਿਤੇ ਵੀ ਪ੍ਰੋਬਲਮ ਨਹੀਂ ਹੈਗੀ ਜੇ ਆਪਾਂ ਸੰਜਮ ਦੇ ਨਾਲ ਵਧੀਆ ਤਰੀਕੇ ਨਾਲ ਆਪਾਂ ਕੰਮ ਕਰਨਾ ਸਿੱਖ ਲਈਏ ਤੇ ਫਿਰ ਕੋਈ ਪ੍ਰੋਬਲਮ ਨਹੀਂ ਹੈਗੀ। ਜੇ ਆਪਾਂ ਤੱਕ ਹੋ ਕੇ ਜੇ ਕਹੀਏ ਅਗਰੈਸਿਵ ਹੋ ਕੇ ਕੋਈ ਕੰਮ ਕਰਨਾ ਹੈ ਉਹਦੇ ਵਿੱਚ ਕਦੀ ਵੀ ਸਫਲਤਾ ਨਹੀਂ ਮਿਲਦੀ ਬੰਦੇ ਨੂੰ, ਜਿਹੜਾ ਮਰਜ਼ੀ ਹੋਵੇ ਜੀ, ਜਿਹੜੇ ਮਰਜ਼ੀ ਕੰਮ ਹੋਵੇ, ਜਿਹੜਾ ਮਰਜ਼ੀ ਫੀਲਡ ਹੋਵੇ। ਵੀਰ ਇੱਕ ਹੋਰ ਵੀ ਸਵਾਲ ਖੜਾ ਹੋ ਜਾਂਦਾ ਨਾ, ਜਿੱਦਾਂ ਮੰਨ ਲਓ ਆਪਾਂ ਲਾਇਸੈਂਸ ਲੈਨੇ ਆ, ਮਾਫ ਕਰਨਾ ਕਿਉਂਕਿ ਸਾਡੇ ਵੀਰਾਂ ਨੂੰ ਕਈ ਵਾਰੀ ਦੁੱਖ ਵੀ ਲੱਗਦਾ, ਜਦੋਂ ਆਪਾਂ ਨਾ ਲਾਇਸੈਂਸ ਲੈਨੇ, ਚਲੋ ਹੁਣ ਤਾਂ ਸਰਕਾਰ ਨੇ ਬਣਾ ਦਿੱਤਾ ਜੀ ਤੁਹਾਨੂੰ ਇੰਨੀਆਂ ਕਲਾਸਾਂ ਇੰਨੇ ਲੈਸਨ ਲੈਣੇ ਪੈਣੇ ਆ। ਪਹਿਲਾਂ ਹੋੜ ਲੱਗੀ ਹੁੰਦੀ ਸੀ ਵੀ ਸਾਡਾ 800-900 $1000 'ਚ ਲਾਇਸੈਂਸ ਮਿਲ ਜਾਵੇ, ਜੇਬ 'ਚ ਆ ਜਾਵੇ, ਫਿਰ ਟਰੱਕ ਤੇ ਚੜ੍ਹਨਾ, ਫਿਰ ਟਰੱਕ ਤੇ ਚਲਾਉਣਾ ਨਹੀਂ ਆਉਣਾ ਕਿਉਂਕਿ ਲੈਸਨ ਪ੍ਰੋਪਰ ਲਏ ਨਹੀਂ ਹੁੰਦੇ, ਸਿੱਖਿਆ ਨਹੀਂ ਹੁੰਦਾ, ਟ੍ਰੇਨਡ ਨਹੀਂ ਹੋਏ ਹੁੰਦੇ, ਬੈਗ ਨਹੀਂ ਲਾਉਣਾ ਹੁੰਦਾ, ਜਾਂ ਤਾਂ ਡੋਰ ਭੰਨਤੇ ਜਾਂ ਕਿਤੇ ਡੋਕਾਂ ਭੰਨਤੀਆਂ, ਕਿਤੇ ਟਰੱਕ ਛਿੱਲਤਾ ਜੀ। ਉਹੀ ਆਪਾਂ ਗੱਲ ਕਰਦੇ ਆ
ਤੇ ਜੇ ਅਸੀਂ ਪ੍ਰੋਪਰ ਵੇ ਕੋਈ ਟਰੱਕਿੰਗ ਦੀ ਗੱਲ ਨਹੀਂ ਹੈਗੀ ਜੀ, ਕੋਈ ਵੀ ਕੰਮ ਜਿਹੜਾ ਅਸੀਂ ਜੇ ਪ੍ਰੋਪਰ ਵੇ ਕਰਾਂਗੇ ਹੈ ਨਾ ਤਾਂ ਉਹ ਕਦੀ ਵੀ ਉਹਦੇ ਵਿੱਚ ਗਲਤੀ ਦੀ ਗੁੰਜਾਇਸ਼ ਬਹੁਤ ਘੱਟ ਹੁੰਦੀ ਆ। ਹੁਣ ਤਾਂ ਗਲਤੀਆਂ ਫਿਰ ਵੀ ਹੁੰਦੀਆਂ ਆ, ਇੱਦਾਂ ਨਹੀਂ ਵੀ ਨਹੀਂ ਹੁੰਦੀ, ਪਰ ਉਹ ਗਲਤੀ ਇੱਦਾਂ ਦੀ ਨਹੀਂ ਹੁੰਦੀ ਕਿ ਜਿਹਦਾ ਕੋਈ ਮਤਲਬ ਆਪਾਂ ਨੂੰ ਸੁਧਾਰ ਨਾ ਸਕੀਏ, ਗਲਤੀ ਨੂੰ ਦੁਬਾਰਾ ਸੁਧਾਰ ਨਾ ਸਕੀਏ। ਪਰ ਜੇ ਆਪਾਂ ਬਿਨਾਂ ਕੋਈ ਕੰਮ ਸਿੱਖੇ ਤੋਂ, ਕਿਸੇ ਟ੍ਰੇਨਿੰਗ ਤੋਂ ਬਿਨਾਂ ਕੋਈ ਵੀ ਕੰਮ ਕਰਾਂਗੇ, ਇਕੱਲੀ ਟਰੱਕਿੰਗ ਨਹੀਂ ਜੀ, ਕਿਤੇ ਵੀ ਆਪਾਂ ਚੱਲ ਜਾਈਏ, ਆਪਾਂ ਕਦੀ ਵੀ ਕਾਮਯਾਬ ਨਹੀਂ ਹੋਵਾਂਗੇ ਜੀ। ਬਿਲਕੁਲ ਵੀਰ, ਇੱਕ ਹੋਰ ਵੀ ਸਵਾਲ ਹੈ ਜਿਹੜਾ, ਜਿਸ ਤਰ੍ਹਾਂ ਜੋ ਬਾਈਡਨ ਹੋਣਾ ਨੇ ਬਿੱਲ ਪਾਸ ਕਰ ਦਿੱਤਾ ਜੀ ਹੁਣ ਅਮਰੀਕਾ ਦੇ ਵਿੱਚ ਜਿੰਨੇ ਵੀ ਇਨਲੀਗਲ ਆ, ਕਿਸੇ ਵੀ ਦੇਸ਼ ਤੋਂ ਆਏ ਹੋਏ ਆ, ਜਿਹੜੇ ਕ੍ਰਿਮੀਨਲ ਨਾ ਹੋਣ, ਉਹ 3 ਮਿਲੀਅਨ ਤੋਂ ਬਿੱਲ ਪਾਸ ਹੋ ਗਿਆ। ਫਾਰਮਰ ਵਾਲਾ ਵੀ ਹੋ ਜਾਣਾ, ਕਿਉਂਕਿ ਮੈਜੋਰਟੀ 4 ਮਿਲੀਅਨ ਲੋਕ ਜਿਹੜੇ ਅਮਰੀਕਾ ਦੇ ਵਿੱਚ ਪੱਕੇ ਹੋ ਜਾਣੇ। ਇਹ ਵੀ ਬੜੀ ਵੱਡੀ ਗੱਲ ਆ ਜੀ, ਸਾਡੇ ਵੱਲੋਂ ਵਧਾਈਆਂ ਐਡਵਾਂਸ ਦੇ ਵਿੱਚ ਆ। ਤੇ ਨਾਲ ਹੀ ਜਿਹੜਾ ਪੀਲ ਤੇ ਟੋਰਾਂਟੋ ਜਿਹੜਾ ਗ੍ਰੇ ਜ਼ੋਨ ਦੇ ਵਿੱਚ ਰਹਿ ਗਈ ਤੇ ਆਊਟਡੋਰ ਕਹਿੰਦੇ ਐਕਟੀਵਿਟੀ ਕਰੂਗਾ, ਜਿੱਦਾਂ ਸਲੂਨ ਆ, ਜਿਮ ਆ, ਕਲਾਸਿਸ ਤੇ ਰੈਸਟੋਰੈਂਟ। ਹੁਣ ਤੁਸੀਂ ਦੱਸੋ ਵੀ ਸਲੂਨ ਵਾਲਾ ਬੰਦਾ ਵਾਲ ਕਿੱਥੋਂ ਬਾਹਰ ਕੱਢ ਲੂ, ਕਿੱਥੋਂ ਚਿਹਰਾ ਕੱਢ ਕੇ ਲਿਆਊਗਾ? ਸਰਕਾਰ ਨਾ ਜਾਣੀ ਕਿ ਉਹਨੂੰ ਮੋਡੀਫਾਈ ਕਰਨਾ ਚਾਹੁੰਦੀ ਹੈ ਗ੍ਰੇ ਜ਼ੋਨ ਨੂੰ, ਵੀ ਬਾਹਰ ਟੈਂਟ ਲਾ ਲਓ। ਜੇ ਟੈਂਟ ਲੱਗ ਗਿਆ ਤਾਂ ਉਹਦਾ ਇਨਸਾਈਡ ਹੀ ਫੇਰ ਹੋ ਗਿਆ। ਹਾਂਜੀ, ਉਹ ਵੀ ਜਨਤਾ ਇਦਾਂ ਸਾਨੂੰ ਫੇਰ ਪਤਾ ਨਹੀਂ ਉਹਨੂੰ ਜੀ ਕਿੱਦਾਂ ਹੱਲ ਕਰਨ ਦੀ ਕੋਸ਼ਿਸ਼ ਕਰ ਰਹੇ ਆ ਕਿ ਕੰਮ ਚੱਲ ਪਵੇ ਜੀ, ਕੰਮ ਚਲਾਉਣ ਲਈ ਕੁਛ ਨਾ ਕੁਛ ਏਦਾਂ ਕੀਤਾ ਜਾਵੇ, ਏਦਾਂ ਕੀਤਾ ਜਾਵੇ। ਉਹ ਸਾਡੀਆਂ ਪ੍ਰੈਕਟਿਸਿਸ ਹੀ ਆ ਜੀ, ਉਹਦੇ ਵਿੱਚ ਪਤਾ ਨਹੀਂ ਆਪਾਂ ਕਦੋਂ ਕਾਮਯਾਬ ਹੋਵਾਂਗੇ ਨਾ। ਉਹ ਹੁਣ ਤੀਜੀ ਵੇਵ ਦਾ ਰੌਲਾ ਪੈ ਰਿਹਾ, ਕਿੱਦਾਂ ਹੋਊਗਾ ਉਹ ਨੋਬਡੀਜ਼ ਨੋਜ਼, ਇਟਸ ਵੈਰੀ ਹਾਰਡ। ਪਰ ਫਿਰ ਵੀ ਆਪਣੇ ਤੌਰ ਤੇ, ਤੁਸੀਂ ਆਪਣੇ ਤੌਰ ਤੇ, ਮੈਂ ਆਪਣੇ ਤੌਰ ਤੇ ਜੀ, ਜੇ ਆਪਾਂ ਕਰਦੇ ਜਾਵਾਂਗੇ ਤਾਂ ਵਧੀਆ ਰਵਾਂਗੇ, ਮੈਨੂੰ ਏਦਾਂ ਲੱਗਦਾ। ਹਾਲੇ ਤਾਂ ਵੀਰ ਦੇਖੋ ਤੁਸੀਂ, ਹਾਲੇ ਥੋੜਾ ਠੰਡ ਆ। ਜੇ ਮੰਨ ਲਓ ਟੈਂਪਰੇਚਰ ਬਾਹਰ 20, 15, 18, 20, 22 ਹੋ ਗਿਆ ਤਾਂ ਲੋਕਾਂ ਨੇ ਟਿਕਣਾ ਕਿੱਥੇ ਆ? ਟਿਕਦੇ ਤਾਂ ਹੁਣ ਵੀ ਹੈ ਨਹੀਂ। ਤੇ ਫਿਰ ਕੀ ਹਾਲਾਤ ਹੋਣੇ? ਗੱਲ ਤਾਂ ਇਹ ਨਾ, ਲੋਕ ਅੰਡਰਸਟੈਂਡ ਨਹੀਂ ਕਰਦੇ। ਸਰਕਾਰ ਵੀ ਇੱਕ ਹੱਦ ਤੱਕ ਹੀ ਕਰ ਸਕਦੀ ਹੈ ਨਾ। ਬਿਲਕੁਲ ਚੰਦੀ ਸਾਹਿਬ, ਉਹੀ ਜਦੋਂ ਮੈਂ ਕਹਿੰਦਾ ਜੀ, ਜਦੋਂ ਆਪਾਂ ਕਹਿੰਦੇ ਆ ਵੀ ਸਾਡੇ ਬਹੁਤ ਟੌਪ ਸ਼ੋ ਹੋਈ ਇਸ ਗੱਲ ਦੇ ਉੱਤੇ ਵੀ 에ਅਰਪੋਰਟ ਤੇ ਚੈੱਕ ਨਹੀਂ ਕਰਦੇ, ਠੀਕ ਹੈ, ਮੈਂ ਕਹਿੰਦਾ ਉਹ ਨਹੀਂ ਕਰਦੇ, ਉਹਨਾਂ ਕੋਲ ਸਟਾਫ ਘੱਟ ਆ, ਸਟਾਫ ਕਿਸੇ ਤਰੀਕੇ ਨਾਲ ਹਾਇਰ ਕਰਨ ਨੂੰ ਟਾਈਮ ਲੱਗੂਗਾ। ਬਟ ਸਾਡੀ ਵੀ ਕੋਈ ਨੈਤਿਕਤਾ, ਜ਼ਿੰਮੇਵਾਰੀ ਤਾਂ ਹੈਗੀ, ਸਾਡੀ ਆਪਣੀ ਪਰਸਨਲ ਮੇਰੀ ਆਪਣੀ ਆ, ਤੁਹਾਡੀ ਆਪਣੀ ਆ। ਜੇ ਮੈਂ ਇੰਡੀਆ ਤੋਂ ਆਇਆ ਤੇ ਮਤਲਬ ਤੁਸੀਂ ਆਲੇ ਦੁਆਲੇ ਆਪਣੇ ਜਿੰਨੇ ਤੁਹਾਡੇ ਜਾਣਦੇ ਹੋਣਗੇ ਜਿਹੜੇ ਉਹਨਾਂ ਚੋਂ ਇੰਡੀਆ ਆਏ ਹੋਵੇ, ਮਤਲਬ ਵੈਰੀ ਹਾਰਡ ਟੂ ਸੇ ਕਿ ਕਿਸੇ ਨੇ 14 ਦਿਨ ਆਪਣੇ ਆਪ ਨੂੰ ਕੁਆਰੰਟਾਈਨ ਕੀਤਾ ਹੋਊਗਾ। ਬਿਲਕੁਲ ਜੀ, ਬਿਲਕੁਲ, ਧੰਨਵਾਦ ਵੀ। ਉਹ ਸਾਡੀ ਆਪਣੀ ਜ਼ਿੰਮੇਵਾਰੀ ਕੋਈ ਨਹੀਂ, ਸਾਡੀ ਸਾਰਾ ਕੁਝ ਸਰਕਾਰ ਕਰੇ। ਬਿਲਕੁਲ ਜੀ, ਮੈਂ ਜਾਣਦਾ ਇੱਥੇ ਬੱਚੀਆਂ ਆਈਆਂ ਜੀ ਇੰਡੀਆ ਤੋਂ, ਕੁੜੀਆਂ ਆਈਆਂ, ਸਾਡੀ ਟੈਕਨੀਸ਼ੀਅਨ ਹੀ ਕੰਮ ਕਰਦੀ ਕੁੜੀ, ਤੇ ਉਹਦੀਆਂ ਫਰੈਂਡਾਂ ਆਈਆਂ ਤੇ ਉਹ ਇੱਕ ਆਈ ਤੇ ਉਹਨੂੰ ਦੂਜੇ ਦਿਨ ਹੀ ਨਿਆਗਰਾ ਫਾਲ ਲੈ ਗਏ। ਇੱਕ ਵੀਕ ਬਾਅਦ ਫੇਰ ਆਈ ਜਿਹੜੀ, ਉਹਨੂੰ ਫੇਰ ਲੈ ਗਏ। ਵੀ ਦੱਸੋ, ਮੈਂ ਕਿਹਾ ਉਹਨਾਂ ਨੂੰ ਕੁਆਰੰਟਾਈਨ ਤਾਂ ਕਰਨ ਦਿਓ। ਨਹੀਂ ਇਹਨਾਂ ਨੂੰ ਕੀ ਹੋ ਗਿਆ, ਇਹਨਾਂ ਨੂੰ ਕੀ ਹੋ ਗਿਆ? ਅੰਡਰਸਟੈਂਡ ਨਹੀਂ ਕਰਦੇ। ਜੇ ਪਤਾ ਲੱਗ ਜਾਵੇ ਤਾਂ ਕਿੰਨੀਆਂ ਵੱਡੀਆਂ ਟਿਕਟਾਂ ਮਿਲਣੀਆਂ। ਬਿਲਕੁਲ, ਉਹੀ ਸਾਡੀ ਆਪਣੀ ਜ਼ਿੰਮੇਵਾਰੀ ਹੈ ਜੰਦੀ ਸਾਹਿਬ। ਜਦੋਂ ਅਸੀਂ ਆਪਣੀ ਜ਼ਿੰਮੇਵਾਰੀ ਨਿਭਾ ਦਾਂਗੇ ਹੈ ਨਾ, ਤੇ ਸਾਰਾ ਕੁਝ ਆਪੇ ਠੀਕ ਹੋ ਜਾਣਾ। ਕਿਸੇ ਨੂੰ ਕਹਿਣ ਦੀ ਲੋੜ ਨਹੀਂ ਪੈਣੀ। ਹਰ ਕੋਈ ਬੰਦਾ ਆਪਣੀ ਜ਼ਿੰਮੇਵਾਰੀ, 에ਅਰਪੋਰਟ ਤੋਂ ਆਇਆ 14 ਦਿਨ ਘਰ, ਕਿਸੇ ਕੋਈ ਬਿਮਾਰ ਵੀ ਹੋ ਗਿਆ 14 ਦਿਨ ਘਰ ਰਹਿ ਲਓ, ਕੋਈ ਇੱਥੇ ਹੀ ਰਹਿਣਾ ਆ, ਇੱਥੇ ਹੀ ਕੰਮ ਕਰਨਾ ਹੈ, ਸਾਰਾ ਕੁਝ ਏਦਾਂ ਹੀ ਕਰਨਾ ਹੈ ਨਾ। ਧੰਨਵਾਦ ਜੀ। ਧੰਨਵਾਦ ਜੀ, ਧੰਨਵਾਦ। ਬਹੁਤ ਵਧੀਆ ਵਿਚਾਰ ਆ ਜੀ ਤੁਹਾਡੇ, ਆਪੋ ਆਪਣੇ ਵਿਚਾਰ ਆ। ਜ਼ਰੂਰੀ ਨਹੀਂ ਮੈਂ ਸਹਿਮਤ ਹੋਵਾਂ ਨਾ ਹੋਵਾਂ, ਪਰ ਵਿਚਾਰ ਬਹੁਤ ਵਧੀਆ ਵੀਰ ਨੇ ਦਿੱਤੇ ਆ, ਤਾਂ ਆਪਣੀ ਜ਼ਿੰਮੇਵਾਰੀ ਜ਼ਰੂਰ ਸਮਝਣੀ ਚਾਹੀਦੀ। ਚੱਲਦੇ ਨੈਕਸਟ ਕਾਲ ਤੇ। ਹਾਂਜੀ, 3515 ਸਵਾਗਤ ਹੈ ਜੀ। ਹਾਂਜੀ ਚੰਦੀ ਬਾਈ ਜੀ, ਪ੍ਰੀਤ ਬੋਲਦਾ ਸਰ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਪ੍ਰੀਤ। ਦੇਖੋ, ਦੋ ਗੱਲਾਂ ਜੀ। ਇੱਕ ਗੱਲ ਤਾਂ ਮੈਂ ਸਹਿਮਤ ਨਹੀਂ, ਜਿਵੇਂ ਗਵਰਨਮੈਂਟ ਆਪਣੀ ਕੈਨੇਡੀਅਨ ਹੈ, ਜਿਵੇਂ ਆਪਾਂ ਉੱਥੇ ਰੋਂਦੇ ਆ ਮੋਦੀ ਨੂੰ ਵੀ ਉਹ ਡਾਲੀਆਂ ਵਾਲੀਆਂ ਦਾ ਬਣਿਆ ਵਾ, ਤੇ ਮੈਨੂੰ ਤਾਂ ਇੱਥੇ ਵੀ ਉਵੇਂ ਲੱਗਦਾ ਜੀ। ਹੁਣ ਦੇਖੋ, ਕਾਸਕੋ ਆ ਜਾਂ ਵਾਲਮਾਰਟ ਆ ਜਾਂ ਜਿਹੜੇ ਵੱਡੀਆਂ ਕੰਪਨੀਆਂ ਆ, ਉਹ ਖੁੱਲ ਗਏ। ਉੱਥੇ ਆਪਾਂ ਨੂੰ ਪਤਾ ਵੀ ਹੈ ਵੀ ਕਿੰਨਾ ਕੁ ਪਰਹੇਜ ਹੈ ਤਾਂ ਕਿੰਨਾ ਕੁ ਕੀ ਹੈ ਹਨਾ। ਜਿਹੜੇ ਛੋਟੇ ਆਪਣੇ ਬਿਜ਼ਨਸਮੈਨ ਹੈ, ਉਹਨਾਂ ਦੇ ਉੱਤੇ ਇਹਨਾਂ ਦੇ ਜਿੰਦੇ ਲਵਾਤੇ ਆ। ਹਾਲਾਂਕਿ ਆਪਣੀ ਕਮਿਊਨਿਟੀ ਦੇ ਵਿੱਚ ਹੀ ਆਪਾਂ ਦੇਖੀਏ ਵੀ ਜਿੱਥੇ ਆਪਣੇ ਛੋਟੇ ਸਟੋਰ ਸੀਗੇ ਕਿਸੇ ਤਰ੍ਹਾਂ ਦੇ, ਵੀ ਉੱਥੇ ਮੇਰੇ ਖਿਆਲ ਦੇ ਵਿੱਚ ਵੱਧ ਧਿਆਨ ਦਿੱਤਾ ਗਿਆ ਵੀ ਕੱਲਾ ਬੰਦਾ ਵਾੜਨਾ, ਉਹਨਾਂ ਨੂੰ ਸੈਨੀਟਾਈਜ਼ਰ ਕਰਾਉਣਾ, ਸਾਰਾ ਕੁਛ। ਯਾਨੀ ਗਵਰਨਮੈਂਟ ਨੂੰ ਜਾਂ ਤਾਂ ਫਿਰ ਛੋਟੇ ਬਿਜ਼ਨਸਮੈਨ ਨੂੰ ਓਪਨ ਕਰਨਾ ਚਾਹੀਦਾ, ਤੇ ਜਾਂ ਮੇਰੇ ਖਿਆਲ 'ਚ ਫਿਰ ਵੱਡਿਆਂ ਨੂੰ ਓਪਨ ਕਰਨਾ ਨਹੀਂ ਚਾਹੀਦਾ। ਕਿਉਂਕਿ ਫਿਰ ਹੁਣ ਕਾਸਕੋ ਆ ਜਾਂ ਐਮਾਜ਼ੋਨ, ਉਹ 3-3, 4-4 ਗੁਣਾ ਜੀ ਵੱਧ ਪ੍ਰੋਫਿਟ 'ਚ ਕੰਪਨੀਆਂ ਗਈਆਂ ਜੀ, 3-3, 4-4 ਗੁਣਾ ਵੱਧ। ਵੀਰ ਪਤਾ ਕੀ ਚੱਕਰ ਹੈ, ਜਿੱਦਾਂ ਇਹ ਜਿੱਦਾਂ ਵਾਲਮਾਰਟ ਆ ਜਾਂ ਹੋਰ ਵੱਡੇ ਸਟੋਰ ਆ, ਇਹਨਾਂ ਦੇ ਵਿੱਚ ਗਰੋਸਰੀ ਰੱਖੀ ਹੋਈ। ਜਦੋਂ ਗਰੋਸਰੀ ਦਾ ਪੰਗਾ ਪੈਂਦਾ ਨਾ, ਉੱਥੇ ਆਣ ਕੇ ਕੰਮ ਅੜ ਜਾਂਦਾ, ਉੱਥੇ ਪੇਚਾ ਅੜ ਜਾਂਦਾ।
ਨਹੀਂ ਆਪਾਂ ਮੰਨਦੇ ਆ ਜੀ, ਆਪਾਂ ਮੰਨਦੇ ਆ, ਪਰ ਮੇਰਾ ਪਰ ਕਹਿਣ ਦਾ ਮਤਲਬ ਐਮਾਜ਼ੋਨ 'ਚ ਗਰੋਸਰੀ ਹੈ ਨਹੀਂ ਗੀ, ਉਹ ਵੀ ਖੁੱਲਾ। ਦੇਖੋ ਉੱਥੇ ਕਿੰਨੇ 200-300 ਕੇਸ ਆਉਂਦੇ ਆ, ਉਹ ਖੁੱਲੇ ਆ। ਮੈਂ ਕਹਿੰਦਾ ਜੀ ਕਈ ਫਰਮਾਂ ਦੇ ਵਿੱਚ ਪ੍ਰੋਬਲਮ ਆਈਆਂ, ਕੋਈ ਫੈਕਟਰੀ ਆ ਵੱਡੀਆਂ ਇੰਡਸਟਰੀਆਂ ਹੈ, ਸਿਟੀ ਨੂੰ ਕੰਪਲੇਂਟ ਵੀ ਗਈ ਵੀ ਉੱਥੇ 3 ਜਾਂ 4 ਬੰਦੇ COVID-19 ਦੇ ਪੋਜ਼ਿਟਿਵ ਹੋ ਗਏ, ਪਰ ਉਹਨਾਂ ਦੇ ਜਿਹੜੇ ਉਹ ਕੋਈ ਫੈਕਟਰੀ ਚਲਾਉਣ ਲਈ ਬੰਦ ਨਹੀਂ ਹੋਈ ਜਾਂ ਕੁਛ। ਐਮਾਜ਼ੋਨ ਨੇ ਇੱਕ ਬ੍ਰੈਂਪਟਨ ਸਿਟੀ ਨੇ ਹੀ ਜ਼ਿਆਦਾ ਸਪਲਾਈ ਕੀਤੀ, ਨਹੀਂ ਕਰਦੇ ਨਹੀਂ ਸੀਗੇ ਜੀ, ਜਿਹੜਾ ਆਪਣਾ ਬ੍ਰੈਂਪਟਨ 'ਚ ਹੋਇਆ ਹਾਰਟ ਦੇ ਕਾਲ, ਠੀਕ ਹੈ ਨਾ ਜੀ। ਪਰ ਚਲੋ ਦੂਜੇ ਪਾਸੇ ਇਹ ਵੀ ਹੈ ਵੀ ਜਿਹੜਾ ਤਾਂ ਜ਼ਿੰਮੇਵਾਰੀ ਵਾਲੀ ਗੱਲ ਹੈ ਜੀ, ਮੇਰੇ ਖਿਆਲ ਦੇ ਵਿੱਚ 80% ਤੋਂ 90% ਮੈਂ ਕਹਿ ਸਕਦਾ ਲੋਕੀ ਜ਼ਿੰਮੇਵਾਰੀ ਸਮਝ ਰਹੇ ਆ। ਔਰ ਤੁਸੀਂ ਜਾਂ ਮੈਂ ਜਾਈਏ, ਆਪਾਂ ਹਰੇਕ ਬੰਦੇ ਨੂੰ ਜਾਨ ਵੀ ਪਿਆਰੀ ਹੈ ਤੇ ਆਪਾਂ ਉਹ ਕਰਦੇ ਆ। ਪਰ ਹਾਂ ਜਿਹੜਾ ਜੰਗ ਤਬਕਾ ਥੋੜਾ ਜਿਹਾ ਨਾ ਜੰਗ ਤਬਕਾ, ਉਹ ਭਾਵੇਂ ਇੱਥੋਂ ਵਾਲੇ ਹੋਣ ਤੇ ਭਾਵੇਂ ਇੰਡੀਆ ਵਾਲੇ ਹੋਣ, ਭਾਵੇਂ ਕਿਸੇ ਹੋਰ ਕੰਟਰੀ ਵਾਲੇ, ਉਹਨਾਂ ਦਾ ਥੋੜਾ ਸਿਸਟਮ ਦਾ ਫਰਕ ਪੈ ਜਾਂਦਾ, ਠੀਕ ਹੈ ਨਾ। ਤੇ ਉਹਨਾਂ ਨੂੰ ਜ਼ਿੰਮੇਵਾਰੀ ਤਾਂ ਸਮਝਣੀ ਚਾਹੀਦੀ। ਜਿਵੇਂ ਹੁਣ ਤੁਸੀਂ ਦੱਸਿਆ ਕਿ ਸੈਕਿੰਡ ਡੇ ਨਾਗਰਾ ਫਲ ਇੰਨਾ ਤੁਹਾਨੂੰ ਚੰਦੀ ਸਾਹਿਬ ਮੈਂ ਓਪਨਲੀ ਕਹਿਆ ਨਾ, ਜੇ ਮੈਨੂੰ ਪਤਾ ਹੁੰਦਾ ਮੈਂ ਕਾਲ ਕਰਨੀ ਸੀਗੀ, ਮੈਂ ਚਾਰਜ ਕਰਵਾਉਂਦੀ। ਕਰਤਵੀਰ ਮੇਰੇ ਵੀ ਸਕਦਾ ਸੀਗਾ, ਪਰ ਪ੍ਰੋਬਲਮ ਇਹ ਆ ਸਟੂਡੈਂਟ ਕਰਕੇ ਮੈਂ ਸਮਝਾਉਣ ਦੀ ਕੋਸ਼ਿਸ਼ ਕੀਤੀ, ਪਰ ਤੁਹਾਨੂੰ ਪਤਾ ਜਵਾਕ ਜਿਹੜੇ ਨਾ ਦੰਦੀਆਂ ਕੱਢਦੇ ਮੂਹਰਿਓਂ, ਸਮਝਦੇ ਵੀ ਮੂਰਖਿਆ ਅਸੀਂ ਸਿਆਣੇ ਆ। ਤੁਹਾਡੀ ਗੱਲ ਕਰਕੇ ਜੇ ਹੁਣ ਫਰਜ਼ ਕਰੋ, ਇੱਕ ਤਾਂ ਹੁੰਦਾ ਵੀ ਪਤਾ ਨਹੀਂ ਕਿਸੇ ਨੂੰ ਵੀ ਮੂਹਰੇ ਪਾਈ ਟੋਆ, ਠੀਕ ਹੈ, ਡਿੱਗ ਪਿਆ। ਇੱਕ ਤੁਸੀਂ ਉਹਨਾਂ ਨੂੰ ਸਪੈਸ਼ਲੀ ਤੌਰ ਤੇ ਕਿਹਾ, ਉਹ ਫੇਰ ਵੀ ਜਾਂਦੇ ਆ, ਇਹਦਾ ਮੰਨ ਲਓ ਤੁਹਾਡੀ ਵੀ ਨਾਲ ਇਨਸਲਟ ਕਰ ਰਹੇ ਹੈ ਨਾ। ਬਿਲਕੁਲ ਜੀ ਬਿਲਕੁਲ। ਸਿਸਟਮ ਦਾ ਜਿਹੜੀ ਮਿਸਯੂਜ਼ ਕੀਤਾ ਹੀ ਕੀਤਾ। ਬਸ ਦੱਸਣ ਵਾਲੇ 20 ਇਨਸਲਟ ਕੀਤੀ ਹੈ ਤੁਹਾਡੇ ਸਿਆਣੇ। ਮੈਂ ਵੀਰ ਤੁਹਾਨੂੰ ਦੱਸਦਾ, ਤੁਸੀਂ ਐਮਾਜ਼ੋਨ ਦੀ ਗੱਲ ਕੀਤੀ ਹੈ, ਐਮਾਜ਼ੋਨ ਦੇ ਵਿੱਚ ਮੈਨੂੰ 15-20 ਜਣੇ ਜਾਣਦੇ ਜਿਹੜੇ ਬਰੈਂਪਟਨ ਕੰਮ ਕਰਦੇ ਆ। ਉਹਨਾਂ ਦੇ ਵਿੱਚੋਂ ਮੈਨੂੰ ਲੱਗਦਾ 2 ਜਣਿਆਂ ਨੇ ਵੀ ਕੁਆਰੰਟਾਈਨ ਨਹੀਂ ਕੀਤਾ, ਜਿਹੜਾ 14 ਦਿਨ ਵਾਸਤੇ, ਉਹ ਅੱਧੇ ਕਿਤੇ ਘੁੰਮਣ ਫਿਰਨ ਚਲੇ ਗਏ, ਤੇ ਬਾਕੀ 12-13 ਜਣੇ ਇਦਾਂ ਦੇ ਜਿਹੜੇ ਕੈਸ਼ ਤੇ ਕੰਮ ਕਰਨ ਲੱਗ ਪਏ। ਕਿਹੜਾ ਕੁਆਰੰਟਾਈਨ ਆ ਇਹ? ਉਧਰੋਂ ਕੰਮ ਛੱਡਿਆ, ਨਾਲ ਕੈਸ਼ ਤੇ ਕੰਮ ਕਰਦੇ, ਅਗਲੇ ਕਹਿੰਦਾ ਚੱਲ ਉਧਰ ਲਾਉਣੇ 4 ਦਿਨ। ਜਿਹੜਾ ਕੈਸ਼ ਵਾਲਾ ਕੰਮ ਹੈ ਨਾ ਜੀ, ਇਹ ਤਾਂ ਬਹੁਤ ਜ਼ਿਆਦਾ ਹੈ ਜੀ, ਕਿਉਂਕਿ ਮੈਂ ਐਮਾਜ਼ੋਨ ਮੇਰਾ ਉਸ ਕੰਮ ਕਰਦਾ ਜੀ, ਅਗੇ ਲੱਸੇ ਆ, ਉੱਥੇ ਮਿਲਦੀ ਆ ਸਾਰਾ ਕੁਝ। ਉੱਥੇ ਤਾਂ ਜਾਣਦੀ ਉਹੀ ਲੁਧਿਆਣੇ ਵਾਲਾ ਜਾਣਦੀ ਸਿਸਟਮ ਬਣਿਆ ਵਾ, ਜਿੰਨੇ ਆਪਣੇ ਐਮਾਜ਼ੋਨ ਦੇ ਮੇਰਾ ਹੁੰਦਾ ਨਾ ਜੀ, ਖਾਸ ਕਰਕੇ ਇੱਥੇ ਜੀਟੀਏ ਦੇ ਵਿੱਚ ਲੁਧਿਆਣਾ ਵਾਲਾ ਸਿਸਟਮ ਹੀ ਹੈ ਜੀ। ਉੱਥੇ ਤਾਂ ਬਸ ਠੀਕ ਹੀ ਆ, ਰੋਟੀ ਬਹਿ ਕੇ ਭੋਰੇ ਬਾਹਰ ਖਾ ਲਓ ਤੇ ਭੋਰੇ ਅੰਦਰ ਖਾ ਲਓ, ਕੋਈ ਫਰਕ ਨਹੀਂ। ਧੰਨਵਾਦ ਵੀਰ, ਧੰਨਵਾਦ। ਓਕੇ ਬਾਈ, ਓਕੇ ਸਰ। ਕੱਲ ਚੱਲਦੇ ਨੈਕਸਟ ਕਾਲ ਤੇ। ਹਾਂਜੀ 2770 ਤੇ ਕਾਲ ਆਈ ਵੀਰ ਜੀ। ਹੈਲੋ ਔਰ ਸ਼ਾਇਦ ਹੋਲਡ ਕਰਤੀ ਵੀਰ ਨੇ। ਹਾਂਜੀ 0849 ਸਵਾਗਤ ਹੈ ਜੀ। ਹਾਂਜੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਬਲਵਿੰਦਰ ਵੀਰ, ਸਵਾਗਤ ਹੈ ਜੀ। ਹਾਂਜੀ ਜਿਸ ਤਰੀਕੇ ਨਾਲ ਆਪਾਂ ਭਾਰਤ ਲਈ ਚਿੰਤਤ ਹੈ ਨਾ, ਸਾਨੂੰ ਲੋਕਲ ਮੁੱਦਿਆਂ ਲਈ ਵੀ ਇੱਥੇ ਚਿੰਤਤ ਹੋਣਾ ਚਾਹੀਦਾ। ਤੁਸੀਂ ਬਹੁਤ ਵਧੀਆ ਕੰਮ ਕਰ ਰਹੇ, ਜਿੱਦਾਂ ਟਰੱਕਰ ਦੀਆਂ ਬਹੁਤ ਸਾਰੀਆਂ ਪ੍ਰੋਬਲਮ ਹੈਗੀਆਂ, ਆਪਾਂ ਕਦੀ ਉਹਨਾਂ ਤੇ ਧਿਆਨ ਨਹੀਂ ਦਿੰਦੇ ਜਾਂ ਆਪਸ ਵਿੱਚ ਹੀ ਗੱਲ ਕਰਕੇ ਹਟ ਜਾਂਦੇ ਆ। ਔਨ ਦੀ ਏਅਰ ਜਾਂ ਮੀਡੀਆ ਦੇ ਵਿੱਚ ਬਹੁਤ ਘੱਟ ਗੱਲ ਹੁੰਦੀ ਆ ਜੀ। ਤੁਸੀਂ ਗੱਲ ਕੀਤੀ ਸੀ ਨਾ ਐਕਸੀਡੈਂਟਾਂ ਦੀ, ਉਹ ਨਾ ਇੱਕ ਮੈਂ ਨਿਊਜ਼ ਪੇਪਰ ਆਉਂਦਾ, ਟਰੱਕਰ ਨਿਊਜ਼ ਹੈ ਸ਼ਾਇਦ ਉਹਦਾ ਨਾਂ, ਉਹਦੇ ਵਿੱਚ ਕਿਸੇ ਨੇ ਲਿਖਿਆ ਸੀਗਾ, ਕਹਿੰਦਾ ਜਿਹੜੇ 95% ਐਕਸੀਡੈਂਟ ਹੈ ਨਾ, ਉਹ ਕਾਰਾਂ ਵਾਲਿਆਂ ਦੀ ਗਲਤੀ ਨਾਲ ਹੁੰਦੇ ਆ, ਨਾ ਕਿ ਟਰੱਕਾਂ ਵਾਲਿਆਂ ਦੀ ਗਲਤੀ ਨਾਲ। ਜਿਹੜੇ 5 ਤੋਂ ਲੈ ਕੇ 7-8% ਕਹਿੰਦੇ ਉਹ ਹੈਗੇ ਆ ਜਿਹੜੇ ਕੋਈ ਅਣਿੰਦਾ ਆ, ਜਾਂ ਉਹਨੇ ਕਿਤੇ ਫੇਟ ਮਾਰਤੀ, ਜਾਂ ਉਹ ਫੋਨ ਚੱਕਣ ਲੱਗ ਪਿਆ, ਜਾਂ ਪਾਣੀ ਚੱਕਣ ਲੱਗ ਪਿਆ, ਉਦੋਂ ਐਕਸੀਡੈਂਟ ਹੋ ਜਾਵੇ, ਟਰੱਕ ਘੁੰਮ ਗਿਆ, ਤਾਂ ਉਹ ਹੁੰਦੇ ਆ। ਜਿਹੜੇ ਜ਼ਿਆਦਾ ਚਾਂਸ ਹੈ ਨਾ, ਉਹ ਕਾਰਾਂ ਵਾਲਿਆਂ ਦੇ ਗਲਤੀ ਦੇ ਨਾਲ ਹੈ। ਅਸੀਂ ਵੀ ਰੋਡ ਤੇ ਰਹਿੰਦੇ, ਸਾਨੂੰ ਪਤਾ ਜਿਹੜੇ ਕਾਰਾਂ ਵਾਲੇ ਬਹੁਤ ਜ਼ਿਆਦਾ ਮਿਸਟੇਕ ਕਰਦੇ ਆ। ਹਾਂ ਏਦਾਂ ਵੀਰ, ਨਵੇਂ ਹੁੰਦੇ ਨਾ, ਕਾਰ ਦਾ ਲਾਇਸੈਂਸ ਲੈਂਦੇ ਨਵੇਂ ਆ, ਜਾਣੀ ਕਿ ਜਿਹੜਾ ਜੀ ਲਾਇਸੈਂਸ ਆ ਜਾਂ ਕਲਾਸ ਕਿਹਾ ਜਾਂਦਾ ਕਲਾਸ 5 ਜਿੱਦਾਂ ਕਿਊਬਿਕ ਦੇ ਵਿੱਚ ਆ, ਇਹ ਤਾਂ ਹਾਲੇ ਲਰਨ ਕਰਦੇ ਆ, ਲਰਨਰ ਆ, ਜਾਣੀ ਕਿ ਤਾਂ ਸਿੱਖ ਰਹੇ ਹਾਲੇ ਨਾ। ਕਾਰ ਲਾਇਸੈਂਸ ਲੈ ਲੈਂਦੇ, ਪਰ ਚਲਾਉਣੀ ਥੋੜਾ ਆਉਂਦੀ ਆ। ਜਿਹੜਾ ਟਰੱਕਰ ਆ ਉਹਨੂੰ A ਤੋਂ ਲੈ ਕੇ Z ਤੱਕ, ਜਾਣੀ ਕਿ ਨੰਬਰ 1 ਜਿੱਦਾਂ ਕਿਊਬਿਕ ਦੇ ਵਿੱਚ ਕਲਾਸ 1 ਕਿਹਾ ਜਾਂਦਾ। ਜੇ ਟਰੱਕ ਵਾਲਾ ਗਲਤੀ ਕਰਦਾ ਤਾਂ ਉਹਨੂੰ ਟਿਕਟ ਜਿਹੜੀ ਹੈ $400 ਤੋਂ ਸਟਾਰਟ ਹੁੰਦੀ ਆ। ਉਹਦਾ ਮਤਲਬ ਇਹ ਆ ਵੀ ਤੂੰ ਏਡਾ ਵੱਡਾ ਡਰਾਈਵਰ ਆ, ਉਹਦਾ ਮਤਲਬ ਸਿਰਫ ਇਹ ਆ ਵੀ ਤੂੰ ਨੰਬਰ 1 ਡਰਾਈਵਰ ਆ, ਤੂੰ ਗਲਤੀ ਕਰੇ ਤੇ ਕਿਉਂ ਕਰੇ। ਕਾਰ ਵਾਲੇ ਤਾਂ ਹਲੇ ਜਵਾਕ ਆ, ਉਹ ਗਲਤੀ ਕਰ ਸਕਦੇ ਆ ਜੀ। ਸਾਹਿਬ ਉਹ ਹਮੇਸ਼ਾ ਟਰੱਕ ਵਾਲਾ ਹੀ ਰਗੜਿਆ ਜਾਂਦਾ ਜੀ, ਚਾਹੇ ਕਾਰ ਵਾਲਾ। ਰਗੜਿਆ ਟਰੱਕ ਵਾਲਾ ਜਾਂਦਾ, ਪਰ ਗਲਤੀਆਂ ਕਾਰ ਵਾਲਿਆਂ ਦੀਆਂ। ਮੂਰੇ ਭਜਾ ਕੇ ਲਿਆ ਕੇ ਜਗ੍ਹਾ ਤੇ ਬ੍ਰੇਕ ਮਾਰ ਦਿੰਦੇ ਆ। ਹੁਣ ਇਹ ਨਹੀਂ ਪਤਾ ਵੀ ਟਰੱਕ 'ਚ ਲੋਡ ਕਿੰਨਾ, ਉਹਨੇ ਰੁਕਣਾ ਕਿੱਦਾਂ ਆ।
ਬਿਲਕੁਲ ਇਹ ਵੀ ਹੈ ਨਾ, ਜ਼ਰੂਰੀ ਹੋਣਾ ਚਾਹੀਦਾ ਜਦੋਂ ਕਾਰਾਂ ਦਾ ਕੋਈ ਵੀ ਲਾਇਸੈਂਸ ਲੈਂਦਾ ਉਹਨੂੰ ਵੈਸੇ ਤਾਂ ਕਈ ਜਗ੍ਹਾ ਤੇ ਹੁਣ ਇੱਥੇ ਓਨਟਾਰੀਓ 'ਚ ਵੀ ਲਿਖ ਕੇ ਲਾਇਆ ਆ, USA ਜਾਈਦਾ USA ਵੀ ਕਈ ਸਟੇਟਾਂ ਦੇ ਵਿੱਚ ਵੀ ਲਿਖ ਕੇ ਲਾਇਆ ਵੀ ਤੁਸੀਂ ਟਰੱਕ ਦੀ ਕਿੰਨੀ ਸਪੇਸ ਛੱਡ ਕੇ ਤੁਸੀਂ ਟਰੱਕ ਦੇ ਅੱਗੇ ਆ ਸਕਦੇ ਨਾ। ਬਿਲਕੁਲ, ਪਰ ਲੋਕ ਨਹੀਂ ਕੇਅਰ ਕਰਦੇ, ਕਿਹੜਾ ਉੱਥੇ ਕੈਮਰੇ ਲੱਗੇ ਹੋ ਨਹੀਂ ਚਲਾਉਣੀ ਆਉਂਦੀ। ਬਲਵਿੰਦਰ ਵੀਰ ਬੜੀ ਪੁਰਾਣੀ ਗੱਲ ਆ, ਤੇ ਟੋਰਾਂਟੋ ਮੌਂਟਰੀਅਲ ਆਪਣਾ ਇੱਕ ਸਿਆਣਾ ਬਜ਼ੁਰਗ ਆ, ਹੁਣ ਉਹ ਤੇ ਆਉਂਦਾ ਹੁੰਦਾ ਸੀਗਾ ਤੇ ਮੈਂ ਉਹਦੇ ਨਾਲ ਇੱਕ ਵਾਰੀ ਵੈਨ ਤੇ ਆਇਆ ਪੂਰੀ ਫੈਮਿਲੀ, ਤੇ ਉਹ ਲੈਫਟ ਲਾਈਨ ਦੇ ਵਿੱਚ ਉਹਨੇ 80 ਤੇ ਵੈਨ ਰੱਖੀ ਹੋਈ, ਬਿਲਕੁਲ 80 ਤੇ ਰੱਖੀ ਹੋਈ, ਤੇ ਉਹ ਹਰ ਬੰਦਾ ਜਿਹੜਾ ਟਰੱਕ ਵਾਲਾ ਲੰਘੇ ਕੋਲ ਦੀ ਹਾਰਨ ਮਾਰ ਕੇ ਲੰਘੇ। ਉਹ ਮੈਂ ਉਹਨੂੰ ਕਿਹਾ, ਮੈਂ ਕਿਹਾ ਵੀ ਭਾਜੀ ਤੁਸੀਂ ਲੈਫਟ ਲਾਈਨ 'ਚ ਕਿਉਂ ਨਹੀਂ ਆਉਂਦੇ? ਕਹਿੰਦਾ ਕਿਉਂ? ਤੇ ਮੈਂ ਕਿਹਾ ਹਰੇਕ ਟਰੱਕ ਵਾਲਾ ਤਾਂ ਹੀ ਹਾਰਨ ਮਾਰਿਆ ਵੀ 100 ਦੀ ਸਪੀਡ ਆ, ਤੂੰ 80 ਤੇ ਜਾਣ ਡਿਆ, ਵੀ ਤੂੰ ਲੈਫਟ ਲਾਈਨ 'ਚ ਭਾਵੇਂ 60 ਤੇ ਚੱਲ ਜਾ, ਤੈਨੂੰ ਕਿਸੇ ਨੇ ਕੁਛ ਨਹੀਂ ਕਹਿਣਾ। ਨਹੀਂ ਕਹਿੰਦਾ ਮੈਂ ਤੇ ਇੱਥੇ ਹੀ ਜਾਣਾ। ਤੇ ਮੈਂ ਕਿਹਾ ਹਾਰਨ ਵੱਜਦੇ? ਕਹਿੰਦਾ ਵੱਜਦੇ। ਮੈਂ ਕਿਹਾ ਬਸ ਤੈਨੂੰ ਸਾਰੇ ਗਾਲਾਂ ਹੀ ਕੱਢ ਰਹੇ। ਹਾਂ, ਉਹ ਫੇਰ ਆਇਆ ਮੁੜ ਕੇ, ਤੇ ਫੇਰ ਜਦੋਂ ਲੈਫਟ ਲਾਈਨ 'ਚ ਆ ਗਿਆ ਤਾਂ ਕਿਸੇ ਨੇ ਹਾਰਨ ਨਹੀਂ ਮਾਰਿਆ। ਜੀ ਧੰਨਵਾਦ। ਰਹੀ ਗੱਲ ELD ਦੀ, ELD ਠੀਕ ਹੈ ਸਰ, ਪੇਪਰ ਤੋਂ ਇਲੈਕਟ੍ਰੋਨਿਕ ਤੇ ਆਏ ਆ, ਫਰਕ ਕੁਛ ਨਹੀਂ। ਹੁਣ ਇਹਦੇ ਵਿੱਚ ਅਮੈਂਡਮੈਂਟਾਂ ਹੋਈਆਂ ਆ, ਜਿੱਦਾਂ ਤੁਸੀਂ ਵੇਟਿੰਗ ਦੀ ਗੱਲ ਕੀਤੀ ਆ, ਜਾਂ ਆਪਾਂ ਨੇ ਕਿਤੇ ਟ੍ਰੈਫਿਕ ਲੱਗ ਜਾਂਦੀ ਆ ਹਨਾ, ਪਹਿਲਾਂ ਜ਼ਰੂਰ ਔਖਾ ਹੋਇਆ ਸੀ ਕਿਉਂਕਿ ਅਸੀਂ ਪੇਪਰ ਲੋਕਾਂ ਦੇ ਚਲਾਏ ਆ ਤਾਂ ਉਹ ਆਪਣੇ ਹਿਸਾਬ ਨਾਲ ਹੀ ਚਲਾਇਆ ਸੀਗਾ। ਬਹੁਤ ਵਧੀਆ ਸਿਸਟਮ ਹੈ ਜਿਹੜਾ ELD ਵਾਲਾ ਆ। ਹੁਣ 10 ਘੰਟੇ ਸਾਨੂੰ ਸੌਣ ਨੂੰ ਵੀ ਮਿਲਦੇ ਆ, ਬੋਡੀ ਲਈ ਵੀ ਠੀਕ ਆ, ਕੰਪਨੀਆਂ ਵੀ ਕੁਛ ਨਹੀਂ ਕਰਦੀਆਂ, ਕੰਪਨੀਆਂ ਵੀ ਕੁਛ ਨਹੀਂ ਕਰਦੀਆਂ। ਬਹੁਤ ਸੋਹਣਾ ਆ। ਇਹ ਸਿਰਫ ਇੱਕ ਪ੍ਰੋਬਲਮ ਆ ਰਹੀ ਹੈ ਜਿਹੜੀ ਉਸ ਹਿਸਾਬ ਨਾਲ ਨਾ ਪਾਰਕਿੰਗਾਂ ਨਹੀਂ ਬਣੀਆਂ। ਬਿਲਕੁਲ। ਬਾਕੀ ਹੌਲੀ ਹੌਲੀ ਹੋਰ ਵੀ ਜਿਹੜੀਆਂ ਜ਼ਰੂਰਤ ਹੈਗੀ ਉਹ ਅਮੈਂਡਮੈਂਟਾਂ ਹੋ ਜਾਣੀਆਂ। ਮੈਨੂੰ ਲੱਗਦਾ 2 ਸਾਲ ਤਾਂ ਹੋ ਗਏ ਚਲਾਉਂਦੇ ਨੂੰ, ਬਹੁਤ ਵਧੀਆ ਹੈ ਜੀ ਸਿਸਟਮ। ਧੰਨਵਾਦ ਵੀਰ ਜੀ, ਧੰਨਵਾਦ। ਓਕੇ ਜੀ, ਬਾਏ। ਹਾਂ ਬਿਲਕੁਲ ਜੀ, ਤੁਹਾਡੇ ਵਿਚਾਰ ਆ। ਤੇ ਹਾਂਜੀ ਚੱਲਦੇ ਆਪਾਂ 1313 ਹੈਲੋ। ਹਾਂਜੀ 1313 ਤੁਸੀਂ ਆਉਂਦੇ ਹੋ ਵੀਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਭਾਗ ਆ ਭਾਈ ਦਲਵੀਰ ਸਿੰਘ ਜੀ, ਵੀਰ ਸਾਡੇ ਨੇ ਵੀ ਗੱਲ ਕੀਤੀ ਹੈ ਜੀ। ਭਰਾ ਜੀ ਕੀ ਹਾਲ ਚਾਲ ਹੈ ਜੀ? ਚੜ੍ਹਦੀ ਕਲਾ, ਚੜ੍ਹਦੀ ਕਲਾ ਜੀ। ਮੈਂ ਟਰੱਕਿੰਗ ਬਾਰੇ ਇੱਕੋ ਗੱਲ ਕਰਨੀ ਤੇ ਮੈਂ ਤਾਂ ਪਹਿਲੀ ਵਾਰੀ ਕਾਲ ਕੀਤੀ ਤੁਹਾਡੇ। ਮੈਂ ਤਾਂਹੀਓ ਸਵਾਗਤ ਕੀਤਾ ਜੀ, ਭਰਾ ਆ ਸਾਡਾ, ਕਾਲ ਤੁਸੀਂ ਪਹਿਲੀ ਵਾਰੀ ਕੀਤੀ, ਦੇਖ ਲਓ। ਮਿਹਰਬਾਨੀ ਜੀ, ਮਿਹਰਬਾਨੀ। ਸਾਰਿਆਂ ਸਰੋਤਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਮੈਂ ਇੱਕੋ ਗੱਲ ਕਰਨੀ ਟਰੱਕਿੰਗ ਲਾਈਨ ਦੇ ਬਾਰੇ ਭਾਜੀ। ਜਦੋਂ ਨਾ ਆਪਾਂ ਮੌਂਟਰੀਅਲ ਤੋਂ ਟੋਰਾਂਟੋ ਸ਼ਹਿਰ 'ਚ ਜਿੱਦਾਂ ਵੜਦੇ ਆ ਤੇ ਪਹਿਲੇ ਇੱਕ ਪੋਰਟ ਹੋਪ ਆਉਂਦਾ 452 ਤੇ ਰੈਸਟ ਏਰੀਆ ਆਉਂਦਾ ਜੀ। ਉੱਥੇ ਟਰੱਕਿੰਗ ਦੀ ਜਿਹੜੀ ਪਾਰਕਿੰਗ ਨਾ ਘੱਟ ਤੇ ਘੱਟ 500 ਜਾਂ 400 ਇੰਨੀ ਕੁ ਹੋਣੀ ਚਾਹੀਦੀ। ਉੱਧਰ ਵੜਦੇ ਆ ਸਰ, ਉੱਧਰ ਜਦੋਂ ਤੁਸੀਂ ਉੱਧਰੋਂ USA ਤੋਂ ਆਣੇ ਆ ਜੀ 401 ਈਸਟ ਲੈ ਕੇ, ਤੇ 288 ਤੇ ਰੈਸਟ ਏਰੀਆ ਪੈਂਦੇ ਜੀ ਕੇਮਬ੍ਰਿਜ, ਉੱਥੇ ਪਾਰਕਿੰਗ ਇੰਨੀ ਕੁ ਹੋਣੀ ਚਾਹੀਦੀ। ਬੰਦਾ ਜਾਂ ਟੋਰਾਂਟੋ ਰਸ਼ ਚੋਂ ਨਿਕਲ ਕੇ ਬੰਦਾ ਉੱਥੇ ਆਰਾਮ ਕਰ ਸਕਦਾ ਜਾਂ ਏਦਾਂ। ਇਹ ਜ਼ਰੂਰ ਬਹੁਤ ਵੱਡੀ ਪ੍ਰੋਬਲਮ ਹੈ ਜੀ। ਪਾਰਕਿੰਗ ਦੀ ਵਾਕਿਆ ਰੀਅਲੀ ਬਹੁਤ ਪ੍ਰੋਬਲਮ ਹੈ। ਪਾਰਕਿੰਗ ਵਾਕਿਆ ਚਾਹੀਦੀ ਹੈ। ਜੇ ਸ਼ੋਲਡਰਾਂ ਤੇ ਲਾਣੇ ਉਹ ਟਿਕਟਾਂ ਦੇ ਦਿੰਦੇ ਪੁਲਿਸ ਵਾਲੇ ਤੇ DOT ਵਾਲੇ, ਤੇ ਠੀਕ ਗੱਲ ਨਹੀਂ। ਬਸ ਮੈਂ ਤਾਂ ਇਹੀ ਗੱਲ ਕਰਨੀ। ਬਾਕੀ ਜਿੱਦਾਂ ਆਪਾਂ ਮੌਂਟਰੀਅਲ ਜਾਈਦਾ ਨਾ ਜੀ 752 ਇੱਥੇ ਹੋਏਗਾ ਕਿਲੋਮੀਟਰ ਮਾਰਕਰ, ਉੱਥੇ ਦੇਖੋ ਕਿੱਡੀ ਵੱਡੀ ਪਾਰਕਿੰਗ ਮੌਂਟਰੀਅਲ ਜਾਣ ਤੋਂ ਪਹਿਲਾਂ ਈਸਟਬਾਉਂਡ ਨੂੰ। ਏਦਾਂ ਪਾਰਕਿੰਗ ਚਾਹੀਦੀ, ਫੇਰ ਵਧੀਆ ਜੀ। ਨਾ ਬੁੱਕ ਵੀ ਵਧੀਆ, ਪਰ ਪਾਰਕਿੰਗਾਂ ਵੀ ਏਦਾਂ ਬਣਾਉਣੀਆਂ ਚਾਹੀਦੀਆਂ। ਇਹ ਸ਼ਹਿਰ ਦੇ ਆਲੇ ਦੁਆਲੇ ਨਾ ਟੋਰਾਂਟੋ ਦੇ ਇੱਥੇ ਪਾਰਕਿੰਗ ਇੰਨੀ ਹੋਣੀ ਚਾਹੀਦੀ, ਫੇਰ ਵਧੀਆ ਹੈ ਜੀ। ਜੀ ਜੀ ਬਿਲਕੁਲ ਜੀ, ਬਿਲਕੁਲ। ਧੰਨਵਾਦ ਵੀਰ ਜੀ, ਵਾਕਿਆ ਤੁਹਾਡੇ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਹਾਂਜੀ 1600 ਸਵਾਗਤ ਹੈ ਵੀਰ ਜੀ। ਥੈਂਕ ਯੂ ਜੀ, ਐਂਡ ਥੈਂਕ ਯੂ ਤੁਹਾਡਾ ਬਹੁਤ ਤੁਸੀਂ ਕੈਨੇਡਾ ਬਾਰੇ ਗੱਲ ਕਰਦੇ ਆ ਜੀ, ਹਨਾ? ਜੀ ਜੀ ਧੰਨਵਾਦ ਵੀਰ ਜੀ। ਤੇ ਦੇਖੋ ਜੀ, ਟਰੱਕਿੰਗ ਦੇ ਵਿੱਚ ਲੌਗ ਬੁੱਕ ਲੱਗੀ ਆ, ਕੋਈ ਪ੍ਰੋਬਲਮ ਨਹੀਂ, ਹਨਾ ਜੀ। ਪਰ ਹੁਣ ਦੇਖੋ ਇਹਨਾਂ ਦਾ ਇੱਕ ਕੈਨੇਡੀਅਨ ਦਾ ਆਈ ਥਿੰਕ ontario ਦਾ ਲਾਅ ਆ ਕਿ ਤੁਸੀਂ ਜੇ ਅਮਰੀਕਾ ਦੇ ਵਿੱਚ ਜਾਂ ਕਿਤੇ ਹੈਗੇ ਸਮਵੇਅਰ ਤੇ ਤੁਸੀਂ ਪਰਸਨਲ ਯੂਜ਼ ਦੇ ਵਿੱਚ ਪਾ ਕੇ ਲੌਗ ਬੁੱਕ ਚਲਾ ਨਹੀਂ ਸਕਦੇ। ਉਹਦਾ 45 ਮਿੰਟ ਦੀ ਚਲਾ ਇਸ ਕਰਕੇ ਨਹੀਂ ਸਕਦੇ ਕਿ ਟ੍ਰੇਲਰ ਮਗਰ ਨਹੀਂ ਹੋਣਾ ਚਾਹੀਦਾ। ਹੁਣ ਮੰਨ ਲਓ ਕਿ ਕਿਸੇ ਰਾਤ ਬੰਦਾ ਨਿਊਯਾਰਕ ਚ ਬਾਲਟੀਮੋਰ ਚ ਸੁੱਤਾ ਪਿਆ ਤੇ ਉੱਥੇ ਉਹਨੂੰ ਮਾਰਨ ਆ ਗਿਆ ਤੇ ਉਹ ਬੰਦਾ ਉੱਥੋਂ ਭੱਜ ਪਿਆ ਪਰਸਨਲ ਯੂਜ਼ ਦੇ ਵਿੱਚ ਪਾ ਕੇ, ਤੇ ਇਹ ਇੱਥੇ ਆਣ ਕੇ ਫੜ ਲੈਂਦੇ ਆ, ਤੇ ਫੇਰ ਕੌਣ ਜ਼ਿੰਮੇਵਾਰ ਉਹਦਾ? ਮਤਲਬ ਡਾਕ ਹੋਰ ਨੇ ਵੀ ਥੈਂਕ ਯੂ ਕੀਤਾ, ਗੱਲ ਥੈਂਕ ਯੂ ਜ਼ਿਕਰ ਨਹੀਂ ਹੁੰਦੀ। ਇਹਨਾਂ ਨੂੰ ਉੱਥੇ ਕੁਰਸੀਆਂ ਦੇ ਬੈਠਿਆਂ ਨੂੰ ਇਹ ਨਹੀਂ ਪਤਾ ਹੁੰਦਾ ਕਿ ਕਿਹੜੀਆਂ ਪ੍ਰੋਬਲਮਾਂ ਆਉਂਦੀਆਂ। ਹੁਣ ਇੱਕ ਇਮੀਗ੍ਰੇਸ਼ਨ ਮਿਨਿਸਟਰ ਸੀਗਾ ਜਦੋਂ ਪਹਿਲੀ ਵਾਰੀ ਟਰੂਡੋ ਬਣਿਆ 2014 ਦੇ ਵਿੱਚ, ਹਨਾ ਜੀ। ਉਹ ਬੰਦੇ ਨੇ ਦੇਖੋ ਵੀ ਕਿੱਦਾਂ ਮਤਲਬ ਕਿ ਵੀ ਬੇੜਾ ਗਰਕ ਕੀਤਾ ਇਮੀਗ੍ਰੇਸ਼ਨ ਦਾ। ਫਿਰ ਜਿਹੜਾ ਟਰਾਂਸਪੋਰਟ ਮਿਨਿਸਟਰ ਹੁੰਦਾ ਆ, ਮੈਨੂੰ ਲੱਗਦਾ ਵੀ ਉਹਨੇ ਪਤਾ ਨਹੀਂ ਕਰੇ 13ਵੀਂ 14ਵੀਂ ਵਾਰੀ ਲਾਇਸੈਂਸ ਤੇ ਉਹ ਟਰਾਂਸਪੋਰਟ ਮਿਨਿਸਟਰ ਵਾਸਤੇ ਕੋਈ ਸੈਕਸ਼ਨ ਮੇਕ ਸੈਂਸ ਕਿ ਮਤਲਬ ਜਿਹੜੇ ਲਾਅ ਬਣਾਉਣੇ ਆ
ਉਹ ਚਾਰ ਕਿਸੇ ਕੰਪਨੀਆਂ ਨੂੰ ਪੁੱਛ ਕੇ ਬਣਾ ਲਓ ਵੀ ਹਾਂ ਵੀ ਆਹ ਚੀਜ਼ ਹੈ ਤਾਂ ਇਹਦੇ ਨਾਲ ਅਸੀਂ ਏਦਾਂ ਆ। ਹੁਣ ਵੈਲਸਰ ਦੇ ਵਿੱਚ ਜਿਹੜੀ ਸਕੇਲ ਹੈਗੀ ਆ, ਉੱਥੇ ਇੱਕ ਵਾਰ ਦੀ ਗੱਲ ਆ, ਆਪਣਾ ਇੱਕ ਬੰਦਾ ਸੀਗਾ, ਇੱਕ ਸਨਾਈਡਰ ਦਾ ਸੀਗਾ, ਵਾਈਟ ਗੋਰਾ, ਉਹਨੂੰ ਟਿਕਟ ਨਹੀਂ ਦਿੱਤੀ, ਸਾਡੇ ਪੰਜਾਬੀ ਨੂੰ ਟਿਕਟ ਦੇ ਦਿੱਤੀ ਹਨਾ। ਤੇ ਜਿਹੜਾ ਮਤਲਬ ਕਿ ਇੱਕ ਸੈਂਟ ਕੈਥਰੀ ਵਾਲੀ, ਇੱਕ ਵੈਂਸਰ ਵਾਲੀ, ਇੱਕ ਕਾਰਨਵੈਲ ਵਾਲੀ, ਜਿਹੜਾ ਬੰਦਾ ਇੱਥੇ ਜਾ ਕੇ ਸਟਾਪ ਕਰ ਲਿਆ, ਉਹਨੂੰ ਇਹਨਾਂ ਨੇ ਪ੍ਰਸ਼ਾਦ ਦੇ ਕੇ ਤੋਰਨਾ ਆ। ਠੀਕ ਹੈ ਨਾ ਜੀ। ਪਿਛਲੇ ਸਾਲ ਦੀ ਨਵੰਬਰ ਦੀ ਗੱਲ ਆ, ਮੈਂ ਇਲਾਹਾਬਾਦ ਦੇ ਵਿੱਚ ਸੀਗਾ, ਮੈਂ ਰਾਈਟ ਟਰਨ ਨਹੀਂ ਮਾਰ ਸਕਦਾ ਸੀ, ਸਿੱਧਾ ਜਾ ਸਕਦਾ ਸੀ, ਉੱਥੇ 10.5 ਟਨ ਪਾਸ ਸੀਗਾ ਲਿਖਿਆ ਹਨਾ। ਮੈਂ ਵੜ ਗਿਆ ਤੇ ਮੈਨੂੰ ਉਹਨਾਂ ਨੇ ਜੀ 2 ਟਿਕਟਾਂ ਦਿੱਤੀਆਂ $1250 ਦੀਆਂ, ਇੱਕ $500 ਦੀ, ਇੱਕ ਦਿੱਤੀ $750 ਦੀ। ਠੀਕ ਹੈ ਨਾ। ਉਹ ਮਤਲਬ ਲੀਡਰਾਂ ਨੇ ਥੈਂਕ ਯੂ ਕਰਨਾ ਭਈ ਕਰੋਨਾ ਵਾਇਰਸ ਦੇ ਵਿੱਚ ਜੀ ਤੁਸੀਂ ਮਤਲਬ ਕਿ ਇੱਕ ਬੜਾ ਤਕੜਾ ਕੰਮ ਕਰਦੇ ਆ। ਉਹ ਜਿਹੜਾ ਲੀਡਰ ਦਾ ਥੈਂਕ ਯੂ ਕਰਦਾ ਆ, ਜਿਹੜੀਆਂ ਦੂਜੀਆਂ ਇਹਨਾਂ ਦੇ ਹੈਗੀਆਂ ਆ ਸਿਸਟਮ, ਉਹ ਕਿੱਦਾਂ ਰਨ ਕਰਦਾ ਉਹ ਕੀ ਇਹਨਾਂ ਨੂੰ ਪਤਾ ਨਹੀਂ ਹੈਗਾ। ਠੀਕ ਹੈ ਨਾ ਜੀ। ਜਿਹੜੀਆਂ ਹੁਣ ਇੱਥੇ 413 ਬਣਨਾ ਸੀਗਾ, ਆ ਬ੍ਰਾਂਟਨ ਦੇ ਕਿੰਨੇ ਲੀਡਰਾਂ ਨੇ, ਇੱਕ ਸਿਰਫ ਆਈ ਥਿੰਕ ਮੈਨੂੰ ਲੱਗਦਾ ਪਤਾ ਨਹੀਂ ਗੁਰਪ੍ਰੀਤ ਢਿੱਲੋਂ ਕੀ ਨਾਮ ਉਹਦਾ, ਉਹਨਾਂ ਨੇ ਵੋਟ ਹੱਕ ਚ ਪਾਈ, ਬਾਕੀਆਂ ਨੇ ਸਾਰਿਆਂ ਨੇ ਆਪੋਜਿਟ ਪਾਈ ਆ। ਇਹਨਾਂ ਨੂੰ ਹੁਣ ਪੁੱਛਣ ਵਾਲਾ ਹੋਵੇ, ਜਦੋਂ ਆਪਣੇ ਘਰ ਦੇ ਵਿੱਚ ਜੀ ਵੱਧਦੇ ਆ ਤੇ ਆਪਾਂ 3 ਬੈਡਰੂਮ ਦੇ ਘਰ ਤੋਂ ਆਪਾਂ 5 ਬੈਡਰੂਮ ਦਾ ਘਰ ਲੈਂਦੇ ਆ, ਤੇ ਜਦੋਂ ਸਾਡੀਆਂ ਕਾਰਾਂ ਵੱਧਦੀਆਂ ਤੇ ਅਸੀਂ ਰੋਡਾਂ ਵੱਧ ਬਣਾਉਣੀਆਂ ਤੇ ਘੱਟ ਬਣਾਉਣੀਆਂ। ਜਿਆਦਾ ਫਿਰ ਏਦਾਂ ਕਰਦੇ ਸਾਰੇ ਜਿੰਨੇ ਹਾਈਵੇ ਹੈਗੇ ਆ, ਜਿਹੜੇ ਇਹ এনवायरमेंट ਦਾ ਰੌਲਾ ਪਾਉਂਦੇ ਆ, ਖੱਪ ਪਾਉਂਦੇ ਆ, ਉਹਨਾਂ ਨੂੰ ਚਾਹੀਦਾ ਸਾਰੇ ਹਾਈਵੇ ਪੱਟ ਦੇਣੇ ਚਾਹੀਦੇ, ਚਿੜੀਆਂ ਚੁਗਣ, ਨਾਲੇ ਚੋਗਾ ਪਾ ਕੇ ਆਉਣ, ਕਰਨ ਮੱਝਾਂ ਚਾਰ ਰੱਖਣ, ਇਧਰੋਂ ਚੋਗਦੇ ਉਧਰ ਨੂੰ ਲੈ ਗਏ, ਉਧਰੋਂ ਚਾਰਦੇ ਇਧਰ ਨੂੰ ਲੈ ਗਏ, ਸਾਰਾ ਪੂਰਾ ਸਾਰੀਆਂ ਜਿਹੜੀਆਂ ਗਾਰਬੇਜ ਕਰਦੇ ਟਰੱਕ ਕਾਰਾਂ, ਜਿਹਨੂੰ ਕਿਸੇ ਨੂੰ ਲੋੜ ਆ ਜਾ ਕੇ ਆਪਣਾ ਸਾਈਕਲ ਤੇ ਜਾ ਕੇ ਲੈ ਕੇ ਆਵੇ ਹਨਾ ਚੀਜ਼। ਤੇ ਇਹ ਮਤਲਬ ਉਹੀ ਚੀਜ਼ ਹੋਵੇ ਜਿਹੜੀ ਮੇਕ ਸੈਂਸ ਹੋਵੇ, ਉਹ ਜਿੱਦਾਂ ਮਤਲਬ ਕਿ ਉਹ ਮੁੱਦਿਆਂ ਦੇ ਉੱਤੇ ਗੱਲ ਕਰਨੀ ਆ ਜਿਨ੍ਹਾਂ ਦੇ ਉੱਤੇ ਨਾ ਹਿੰਗ ਲੱਗੇ, ਨਾ ਫਟਕੜੀ, ਰੰਗ ਚੋਖਾ, ਵੋਟਾਂ ਦੀਆਂ ਵੋਟਾਂ। ਬਿਲਕੁਲ ਧੰਨਵਾਦ ਵੀਰ, ਧੰਨਵਾਦ, ਥੈਂਕ ਯੂ, ਧੰਨਵਾਦ ਜੀ। ਹਾਂਜੀ 35-15 ਸਵਾਗਤ ਹੈ ਜੀ। ਹਾਂਜੀ ਚੱਲੀ ਬਾਈ ਜੀ, ਆਪਣੇ ਕਾਰ ਡਰਾਈਵਰਾਂ ਦੀ ਗੱਲ ਹੋ ਰਹੀ ਸੀ ਜੀ। ਤਕਰੀਬਨ 2-3 ਸਾਲ ਤੋਂ ਤਾਂ ਜ਼ਿਆਦਾ ਹੀ, ਕਿਉਂਕਿ ਮੈਂ ਬ੍ਰਹਮਪੁਰ ਚਲੇ ਜਾਂਦਾ, ਜਦੋਂ ਆਪਾਂ ਸਟੀਲ ਤੇ ਜਾਂ ਜਿਹੜੀਆਂ ਆਮ 60 ਤੇ 80 ਵਾਲੀ ਸਪੀਡ ਦੀਆਂ ਰੋਡਸ ਆ, ਜਿੱਥੇ 2 ਲਾਈਨ ਆ ਜੀ, ਮੋਸਟਲੀ ਕੀ ਹੁੰਦਾ ਜੀ, ਅੱਗੇ ਤਾਂ ਆਪਾਂ ਇਹ ਕਹਿੰਦੇ ਸੀ ਵੀ ਜਿਹੜੇ ਥੋੜੇ ਚਾਈਨੀਜ਼ ਪੀਪਲ ਆ ਵੀ ਹੌਲੀ ਤੋਰਦੇ ਆ ਗੱਡੀ, ਆਪਾਂ ਨੂੰ ਚਲੋ ਹੌਲੀ ਦਾ ਨਹੀਂ ਲਾਈਨ ਚੇਂਜ ਕਰ ਲੂ, ਰਾਈਟ। ਹੁਣ ਕੀ ਹੁੰਦਾ, ਕਈ ਵਾਰ ਜੋ ਲਾਈਟਾਂ ਹੋ ਗਈਆਂ, ਹੁਣ ਫਰਜ਼ੀ ਵਾਰ ਮੇਰੇ ਨਾਲ ਲਾਈਟਾਂ ਤੇ ਖੜਾ ਜੀ, ਮਗਰੋਂ ਕਾਰ ਆਉਂਦੀ ਆ, ਉਹ ਸ਼ੋਲਡਰ ਤੋਂ ਹੀ ਕੱਢ ਕੇ ਲੈ ਜਾਂਦਾ ਮੂਰੇ, ਪਤਾ ਹੀ ਨਹੀਂ ਹੁੰਦਾ ਵੀ ਹੁਣ ਮੇਰੇ ਵਰਗਾ ਕਈ ਵਾਰ ਮਾੜਾ ਮੋਟਾ ਜਾ ਰਾਈਟ ਟਰਨ ਨੂੰ ਉੱਥੇ ਬਣਿਆ ਵਾ ਰਾਈਟ ਮਾਰਨ ਨੂੰ, ਆ ਕੇ ਕਾਰ ਉੱਥੇ ਰੁਕਦੀ ਹੈ, ਮੇਰੇ ਵਰਗਾ ਤੁਰਦਾ, ਕਾਰ ਵੀ ਤੁਰਦੀ ਹੈ, ਚੱਕ ਕੇ ਮੂਹਰੇ ਪਾ ਦੇਣੀ ਹੈ। ਯਾਨੀ ਕਹਿਣ ਦਾ ਮਤਲਬ ਇਹ ਹੈ ਵੀ ਜਿਹੜਾ ਡਰਾਈਵਿੰਗ ਦਾ ਨਾ ਹਾਲ ਆ ਡੇ ਬਾਈ ਡੇ ਬਹੁਤ ਹੀ ਮਾੜਾ ਹੋ ਗਿਆ। ਉੱਥੇ ਹੁਣ ਫਰਜ਼ ਕਰੋ ਮੈਂ ਤੁਰਿਆ ਤੇ ਉੱਥੇ ਰਾਈਟ ਸ਼ੋਲਡਰ ਤੋਂ ਨਹੀਂ ਮੇਰੇ ਮੂਹਰੇ ਬੰਦਾ ਕਾਰ ਪਾਉਣ ਲੱਗਾ, ਮੈਨੂੰ ਤਾਂ ਪਤਾ ਨਹੀਂਗਾ, ਠੀਕ ਹੈ, ਮੇਰੇ ਟਾਇਰ ਬੰਪਰ ਲੱਗ ਜਾ ਹੋਰ ਹੈ ਮਿੰਟ ਚ, ਫੇਰ ਉਹ ਗੱਲ ਉੱਥੇ ਆ ਜਾਂਦੀ ਹੈ, ਪੁਲਿਸ ਵਾਲਾ ਆਇਆ, ਉਹਨੇ ਕੀ ਕਹਿਣਾ, ਬਈ ਯੂ ਆਰ ਦਾ ਪ੍ਰੋਫੈਸ਼ਨਲ ਡਰਾਈਵਰ, ਕਮਰਸ਼ੀਅਲ ਡਰਾਈਵਰ ਹੈ ਤੂੰ, ਆ ਚੱਕ ਤੈਨੂੰ $300 ਜਾਂ $400 ਤੈਨੂੰ ਟਿਕਟ ਹੈ, ਤੈਨੂੰ ਚਾਰਜ ਕਰ ਲਿਆ ਜੀ। ਯਾਨੀ ਹੈ ਸਿਸਟਮ ਇੱਥੇ ਉਲਟੀ ਹੋਇਆ ਵਾ, ਪਰ ਉਹਦੇ ਆਖਣ ਵਾਂਗੂ ਫਿਰ ਕਈ ਥਾਵਾਂ ਤੇ ਇਹ ਹੈ, ਹੁਣ ਜਿਵੇਂ ਆਪਾਂ ਲਾਈਟਾਂ ਤੇ ਖੜੇ ਜਾਂਦੀ ਬਾਈ ਜੀ, ਲਾਈਟਾਂ ਹੋ ਗਈਆਂ, ਅਗਲੇ ਰਾਈਟ ਟਰਨ ਮਾਰ ਕੇ ਦੂਜੇ ਪਾਸੇ ਯੂ ਟਰਨ ਮਾਰ ਕੇ ਦੂਜੇ ਪਾਸੇ ਲੰਘ ਜਾਂਦੇ। ਬਿਲਕੁਲ ਲੁਧਿਆਣਾ ਬਣਾਇਆ ਪਿਆ ਯਾਰ, ਲੁਧਿਆਣਾ ਬਣਾਇਆ ਪਿਆ ਇੱਥੇ ਕਾਰ ਵਾਲਿਆਂ ਤਾਂ ਨਾ ਪਤਾ ਨਹੀਂ, ਕੈਮਰੇ ਕੂਮਰੇ ਬਥੇਰੇ ਲੱਗੇ ਆ, ਪਤਾ ਨਹੀਂ ਕੈਮਰਾ ਕੂਮਰਾ ਦਾ ਕੀ ਸਿਸਟਮ ਆ ਕੀ ਨਹੀਂ, ਪਤਾ ਨਹੀਂ ਕਿਹੜਾ ਬੰਦਾ ਤੁਹਾਡੇ ਮੂਹਰੇ ਯੂ ਟਰਨ ਮਾਰ ਕੇ ਇੰਡੀਆ ਆਇਆ, ਕੋਈ ਪਤਾ ਹੀ ਨਹੀਂ ਕਿਹੜਾ ਕਿੱਧਰ ਨੂੰ ਵੱਜਦਾ। ਤਾਂ ਬਹੁਤ ਕਿਤਾਬ ਬਾਹਰ ਹੀ ਐਕਸੀਡੈਂਟ ਬਹੁਤ ਹੋ ਰਹੇ ਆ। ਧੰਨਵਾਦ ਵੀਰ, ਧੰਨਵਾਦ, ਵਾਕਿਆ ਗੱਲ ਸਹੀ ਹੈ। ਹਾਂਜੀ 7141 ਸਵਾਗਤ ਹੈ ਜੀ। ਹੈਲੋ, ਸੌਰੀ ਮਾਫ ਕਰਨਾ ਜੀ, ਲਾਈਨ ਕੱਟੀ ਗਈ। ਟਾਂਡੀ ਵੀਰ ਤੁਸੀਂ ਦੁਬਾਰਾ ਕਾਲ ਕਰ ਲਿਓ, ਤੁਹਾਡੀ ਲਾਈਨ ਜਿਹੜੀ ਆ ਉਹ ਕੱਟੀ ਗਈ, ਮਾਫੀ ਚਾਹੁੰਦੇ ਆ, ਪਤਾ ਨਹੀਂ ਕਿਉਂ ਕੱਟੀ ਗਈ ਆ, ਸ਼ਾਇਦ ਹੱਥ ਲੱਗ ਗਿਆ, ਕੀ ਹੋਇਆ। 2770 ਹਾਂਜੀ ਟਾਂਡੀ ਵੀਰ ਕਾਲ ਕਰ ਲਿਓ, ਤੁਹਾਡੀ ਕਾਲ ਪਹਿਲ ਦੇ ਆਧਾਰ ਤੇ ਲੈ ਲਾਂਗੇ, ਰਾਈਟ ਵੀ ਕਾਲ ਕਰ ਸਕਦੇ ਹੋ। ਹਾਂਜੀ ਵੀਰ 2770 ਸਵਾਗਤ ਹੈ ਜੀ। ਹਾਂਜੀ ਵੀਰ ਜੀ ਤੁਸੀਂ ਕਾਲ ਕੀਤੀ ਹੈ 2770 ਤੇ। ਹੈਲੋ ਹੈਲੋ ਹੈਲੋ, ਸ਼ਾਇਦ ਜਿਹੜੀ ਵੀਰ ਹੋਲਡ ਕਰ ਗਿਆ ਜੀ। ਇੱਕ ਨਿੱਕੀ ਜੀ ਕਮਰਸ਼ੀਅਲ ਬ੍ਰੇਕ ਲੈ ਕੇ ਤਾਂ ਆਪਾਂ ਗਏ ਤੇ ਆਏ ਹੁਣੇ।
ਉਹ ਮੈਨੂੰ ਰੱਖ ਲੈ ਕਲੀਨਰ ਯਾਰਾ ਓਏ ਲੰਬਿਆਂ ਰੂਟਾਂ ਤੇ। ਜਦੋਂ ਮੈਂ ਸੇਫਐਕਸ ਟਰਾਂਸਪੋਰਟ ਨਾਲ ਨਹੀਂ ਜੁੜਿਆ ਸੀ ਉਦੋਂ ਇਹੀ ਹਾਲ ਸੀ, ਪਰ ਹੁਣ ਤਾਂ ਸ਼ਾਨ ਨਾਲ ਡਰਾਈਵਰੀ ਕਰੀਦੀ ਹੈ। ਜੀ ਹਾਂ, ਸੇਫਐਕਸ ਟਰਾਂਸਪੋਰਟ ਜਿਸ ਨੂੰ ਕਿਊਬਿਕ ਵਿੱਚ ਨੰਬਰ 1 ਤੇ ਕੈਨੇਡਾ ਵਿੱਚ ਦੂਜੇ ਨੰਬਰ ਤੇ ਹੋਣ ਦਾ ਮਾਣ ਹਾਸਲ ਹੈ। ਹਾਈਐਸਟ ਗ੍ਰੋਥ ਅਕ੍ਰੋਸ ਦ ਵਰਲਡ। ਸੇਫਐਕਸ ਨੇ ਹੁਣ ਮੌਂਟਰੀਅਲ ਤੇ ਬੋਲਟਨ ਓਨਟਾਰੀਓ ਵਿੱਚ ਨਵੇਂ ਟਰਮੀਨਲ ਸ਼ੁਰੂ ਕੀਤੇ ਨੇ ਤੇ ਇਹਨਾਂ ਨੂੰ ਯੂਐਸਏ ਦੇ ਲਈ ਡਰਾਈਵਰ ਤੇ ਓਨਰ ਆਪਰੇਟਰ ਦੀ ਲੋੜ ਹੈ। ਵਧੀਆ ਪੇ ਵੀ ਮਿਲੇਗੀ। ਹੁਣੇ ਕਾਲ ਕਰੋ ਰਮਿੰਦਰਦੀਪ ਜਾਂ ਅਮਨਦੀਪ ਨੂੰ 5146250025 514-625-0025 ਜਾਂ ਫਿਰ 514887-0025 514-887-0025। क्यों भाई सुखी क्यों हो इन्ने दुखी? डॉक्टर की आखा मेरे पति ਦਾ ਪਰਫਾਰਮੈਂਸ ਹੁਣ ਟੋਟਲੀ ਦੁਖੀ, ਉਹ ਵੀ ਪਰੇਸ਼ਾਨ ਤੇ ਮੈਂ ਵੀ। पर इस विच की शर्माना, बहुत सारे मर्दां दी ये है रेगुलर डुक डुक मतलब प्रॉब्लम। पर हुण गुड न्यूज़, मर्दां दी कमजोरी दे लई हुण डॉक्टर दी जरूरत नहीं। अच्छा ਉਹ ਕਿਵੇਂ? पेश है एनर्जेक्स, एक नेचुरल आयुर्वेदिक इलाज जो मर्दां दी हर कमजोरी नु दूर करदा है ते वो भी जस्ट 4 दिनां विच। फुल परफॉर्मेंस और सच? थैंक यू डॉक्टर बॉब। डुक डुक दौड़ाओ, एनर्जेक्स खाओ। Call SPM 1888-732-9935 1888-732-9935। ਬਿਲਕੁਲ ਜੀ, ਇੱਕ ਵਾਰੀ ਫੇਰ ਸਾਰਿਆਂ ਦਾ ਸਵਾਗਤ ਹੈ ਤੇ ਟਾਂਡੀ ਵੀਰ ਹੋਣਾ ਦੀ ਪਤਨੀ ਕਾਲ ਕੱਟੀ ਗਈ ਸੀ ਤੇ ਉਸ ਤੋਂ ਬਾਅਦ ਆਪਣੇ ਨਾਲ ਸਰਦਾਰ ਮਨਜੀਤ ਸਿੰਘ ਜੀ ਧਨੇਰ ਜੁੜ ਚੁੱਕੇ ਆ। ਪਹਿਲਾਂ ਆਪਾਂ ਕਾਲ ਲੈ ਲਈ ਕਿਉਂਕਿ ਵੀਰ ਨੇ ਕਾਫੀ ਲੰਮਾ ਸਮਾਂ ਹੋਲਡ ਕੀਤਾ। ਹਾਂਜੀ ਵੀਰ ਜੀ, ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ ਜੀ। ਹਾਂਜੀ ਸਤਿ ਸ੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਵੀਰ, ਤੁਹਾਡੀ ਕਾਲ ਕੱਟੀ ਗਈ, ਪਤਾ ਨਹੀਂ ਮੇਰੇ ਕੋਲ ਹੱਥ ਲੱਗ ਗਿਆ ਜਾਂ ਇਧਰੋਂ ਹੱਥ ਲੱਗ ਗਿਆ, ਕੁਝ ਹੋਇਆ ਜ਼ਰੂਰ। ਹਾਂਜੀ ਹਾਂਜੀ ਜੀ ਦੇਖੋ ਜੀ, ਇਹ ਜਿੱਦਾਂ ਨਾ ਹੈ ਤਾਂ ਵਧੀਆ, ਜਿੱਦਾਂ ਟਰੱਕ ਡਰਾਈਵਰਾਂ ਨੂੰ ਜਿੱਦਾਂ ਹੁਣ ਕਹਿੰਦੇ ਨਿਊਯਾਰਕ ਤੇ ਨਿਊ ਜਰਸੀ ਜਦੋਂ ਤੁਸੀਂ ਜਾਂਦੇ ਆ ਨਾ ਉੱਥੇ ਲੁੱਟ ਖੋਹ ਕਰਦੇ ਆ। ਇਹਨਾਂ ਨੂੰ ਜਿਹੜੀ ਪਾਰਕਿੰਗ ਸਹੀ ਜਗ੍ਹਾ ਤੇ ਲਾਉਣੀ ਚਾਹੀਦੀ ਆ ਜੀ। ਉਹ ਕਈ ਮਾਰ ਵੀ ਦਿੱਤੇ ਉੱਥੇ ਬੰਦੇ, ਜਿੱਦਾਂ ਕਹ ਲਓ ਉੱਥੇ ਬਹੁਤ ਕੰਮ ਖਰਾਬ ਆ। ਉੱਥੇ ਕਈ ਨਵੇਂ ਬੰਦਿਆਂ ਨੂੰ ਨਹੀਂ ਪਤਾ। ਲੋ ਬ੍ਰਿਜ ਬਹੁਤ ਆ ਜੀ। ਹਾਂਜੀ ਹਾਂਜੀ, ਉੱਥੇ ਨਿਊਯਾਰਕ ਕ੍ਰਾਈਮ ਵੀ ਬਹੁਤ ਆ। ਜਦੋਂ ਤੁਸੀਂ ਮੰਡੀ ਜਾਂਦੇ ਆ, ਮੰਡੀ ਤੋਂ ਪਹਿਲਾਂ ਹੀ ਉਹ ਜਿੱਦਾਂ ਕਹ ਲਓ ਮੱਛੀ ਲੈ ਕੇ ਜਾਂਦਾ ਨਾ ਜਿਹੜਾ ਬੰਦਾ, ਕਈਆਂ ਤੋਂ ਉਹ ਕਹਿੰਦੇ ਪੈਸੇ ਚਾਹੀਦੇ ਸਾਨੂੰ, ਜਿੱਦਾਂ ਕਾਲੇ ਮੂਹਰੇ ਟੱਕਰਦੇ ਆ। ਉਹ ਜਦੋਂ ਬਟੂਆ ਕੱਢਦਾ ਬੰਦਾ ਤੇ ਉਹ ਬਟੂਆ ਨੂੰ ਪੈ ਜਾਂਦੇ ਆ ਜੀ। ਤਾਂ ਇਦਾਂ ਆ। ਤੇ ਬਾਕੀ ਜੀ ਇਹ ਟ੍ਰੈਫਿਕ ਦੇ ਵਿੱਚ ਇਹ ਟਰੱਕਾਂ ਵਾਲੇ ਵੀ ਰੇਸਾਂ ਲਾਉਂਦੇ ਆ, ਜਿੱਦਾਂ ਦੋਹੇ ਘੇਰ ਲੈਂਦੇ। ਇੱਥੇ ਮੈਂ ਕਈ ਵਾਰੀ ਦੇਖਦਾ ਹੁੰਦਾ ਵੀ ਦੋਹੇ ਲਾਈਨਾਂ ਮੰਨ ਲੈਂਦੇ ਆ। ਉੱਥੇ ਬਹੁਤ ਕੁਝ ਹੁੰਦਾ ਆ, ਜਿੱਦਾਂ ਪੰਜਾਬੀ ਜ਼ਿਆਦਾ ਕਰਦੇ ਆ ਅਮਰੀਕਾ ਦੇ ਵਿੱਚ। ਉਹ ਜਿੱਦਾਂ ਪਿੱਛੋਂ ਸਾਰੀ ਸਟਾਪ ਹੋ ਜਾਂਦੀ ਆ ਟ੍ਰੈਫਿਕ ਜੀ, ਜਦੋਂ ਟਰੱਕ ਵਾਲੇ ਇੱਕ ਦੂਜੇ ਤੋਂ ਮੋਹਰੇ ਕੱਢਦੇ ਆ। 10-10 ਟਰੱਕ ਕੱਟਦੇ ਆ ਉਹ ਜਦੋਂ ਕਈ ਬੰਦੇ ਜੀ, ਤੇ ਉਹ ਫਿਰ ਉਹਨਾਂ ਨੂੰ ਵੀ ਨਹੀਂ ਚਾਹੀਦਾ। ਤਾਂ ਬਾਕੀ ਇਹਨਾਂ ਨੂੰ ਖਿਆਲ ਰੱਖਣਾ ਚਾਹੀਦਾ ਕਾਰਾਂ ਵਾਲਿਆਂ ਦਾ। ਉਹ ਤਾਂ ਨਵੇਂ ਹੁੰਦੇ ਆ, ਜਦੋਂ ਇਹ ਰਾਈਟ ਟਰਨ ਲੈਂਦੇ ਆ, ਕਈ ਪਹਿਲੀ ਲਾਈਨ ਚੋਂ ਨਵੇਂ ਲਾਈਨ ਲੱਗ ਪੈਂਦੇ ਆ। ਲਾਈਨ ਜਿਹੜੀ ਆ ਕਵਰ ਨਹੀਂ ਕਰਦੀ ਤੀਜੀ ਲਾਈਨ ਨੂੰ ਜੀ। ਜਿੱਦਾਂ ਹੁਣ ਲਾਈਨਾਂ 3 ਹੁੰਦੀਆਂ, 2 ਲਾਈਨਾਂ 'ਚ ਕੱਟਣਾ ਹੁੰਦਾ। ਪਿੱਛੋਂ ਕਾਰ ਜਿਹੜੇ ਬਹੁਤ ਮਾੜੇ ਲੋਕ ਇਹਦੀ ਟਰੱਕਾਂ ਵਾਲਿਆਂ ਨੇ ਕਾਰ ਦੇ ਉੱਤੋਂ ਦੀ ਟਰੱਕ ਨਗਾਤਾ ਕਈਆਂ ਨੇ। ਤਾਂ ਜਿਹੜਾ ਰਾਈਟ ਲਾਈਨ ਆ ਵੀਰ, ਉਹ ਪਤਾ ਹੀ ਨਹੀਂ ਲੱਗਦਾ ਨਾ, ਕਿਉਂਕਿ ਜਦੋਂ ਮਿਰਰ ਘੁੰਮ ਜਾਂਦਾ ਪਤਾ ਨਹੀਂ ਲੱਗਦਾ। ਤਾਂ ਹੀ ਲਿਖਿਆ ਹੁੰਦਾ ਵੀ ਜਿਹੜੀ ਰਾਈਟ ਟਰਨ ਦੇ ਵਿੱਚ ਕੋਈ ਵੀ ਇਦਾਂ ਦੀ ਗਲਤੀ ਨਾ ਕਰੇ ਕਾਰ ਵਾਲਾ ਜੀ। ਹਾਂ ਕਾਰ ਵਾਲਾ ਤਾਂ ਕਰ ਗਿਆ, ਇਹਨੂੰ ਸ਼ੀਸ਼ੇ ਦੇ ਵਿੱਚ ਦੀ ਇਹ ਵਾਚ ਕਰਨਾ ਚਾਹੀਦਾ। ਨਹੀਂ ਦਿਸਦਾ ਭਾਜੀ, ਜਦੋਂ ਰਾਈਟ ਟਰਨ ਮਾਰਦੇ ਫਿਰ ਨਹੀਂ ਦਿੰਦਾ, ਲੈਫਟ ਟਰਨ ਮਾਰਦੇ ਫਿਰ ਦਿੰਦਾ ਆ। ਆਪ ਖਿਆਲ ਰੱਖਣਾ ਚਾਹੀਦਾ ਇਹਨਾਂ ਦਾ। ਬਾਕੀ ਜੀ ਇਹਨਾਂ ਨੂੰ ਮਤਲਬ ਥੋੜਾ ਜਿਹਾ ਨਾ, ਹੁਣ ਗਵਰਨਮੈਂਟ ਨੂੰ ਆਪਾਂ ਕਹੀਏ ਵੀ ਗਵਰਨਮੈਂਟ ਨੇ ਐਤਕੀ ਜਿਹੜੇ 올ਡ ਮੈਨ ਆ ਨਾ, ਉਹਨਾਂ ਦਾ ਬਿੱਲ ਫਿਰ ਵਧਾਇਆ $175 ਜੀ। ਗਵਰਨਮੈਂਟ ਦਾ ਬਹੁਤ ਧੰਨਵਾਦ ਆ। ਤਾਂ ਪੈਨਸ਼ਨੀਆਂ ਦਾ ਉਹਦੀ 300 ਉਦਾਂ ਹੀ ਕੀਤਾ, ਪਰ ਉਹਨਾਂ ਨੂੰ ਦੇ ਦੇਣੀ ਚਾਹੀਦੀ ਪੈਨਸ਼ਨ ਉਦਾਂ ਹੀ। ਤਾਂ ਮੈਂ ਤਾਂ ਗੱਲ ਕੀਤੀ ਆ ਵੀ ਇਹ ਹੈ ਨਾ ਲੋਕ ਭਲਾਈ, ਜਿੱਦਾਂ ਬਈ ਇਹ ਜਿਹੜੇ ਮਤਲਬ ਟੂਡੋ ਸਾਹਿਬ ਦਾ ਧੰਨਵਾਦ ਆ। ਤਾਂ ਇਹਨਾਂ ਦਾ ਵੀ ਟਰੱਕਾਂ ਵਾਲਿਆਂ ਨੂੰ ਵੀ ਚਾਹੀਦਾ ਕਿ ਇਹ ਟੈਕਸ ਘਟਾਉਣ ਜੀ। ਉਹ ਜਿਹੜਾ ਟੈਕਸ ਨਹੀਂ ਦੇ ਰਹੇ ਇਹ ਪੂਰਾ, ਜਿੱਦਾਂ ਕਹ ਲਓ ਵੀ ਲੱਖ ਡਾਲਾ ਪਿੱਛੇ ਕਰਾਂਗੇ ਆਪਾਂ ਗੱਲ। ਆਪਣੇ ਨਾਲ ਮਨਜੀਤ ਸਿੰਘ ਧਨੇਰ ਹੋਣੀ ਜੁੜੇ ਆ। ਧੰਨਵਾਦ ਤੁਹਾਡੇ, ਧੰਨਵਾਦ ਜੀ। ਬਿਲਕੁਲ ਜੀ, ਆਪਾਂ ਚੱਲਦੇ ਨੈਕਸਟ ਕਾਲ ਤੇ ਬਾਅਦ ਦੇ ਵਿੱਚ। ਪਹਿਲਾਂ ਸਰਦਾਰ ਮਨਜੀਤ ਸਿੰਘ ਧਨੇਰ ਦਾ ਸਵਾਗਤ ਕਰੀਏ ਜੀ। ਸਰਦਾਰ ਮਨਜੀਤ ਸਿੰਘ ਜੀ, ਸਵਾਗਤ ਹੈ ਤੁਹਾਡਾ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ, ਬਹੁਤ ਬਹੁਤ ਧੰਨਵਾਦ ਜੀ। ਜੀ ਵੈਲਕਮ ਜੀ, ਤੁਸੀਂ ਜੁੜੇ ਹੋ ਸਾਡੇ ਨਾਲ। ਤੇ ਤੁਸੀਂ ਇਸ ਟਾਈਮ ਕਿੱਥੇ ਹੋ? ਪੱਛਮੀ ਬੰਗਾਲ ਚੋਂ ਜੀ? ਪੱਛਮੀ ਬੰਗਾਲ ਚੋਂ ਵਾਪਸ ਆ ਗਏ ਜੀ, ਪੰਜਾਬ ਆ ਗਏ। ਅੱਛਾ ਜੀ, ਤੇ ਕਿੱਦਾਂ ਦੇ ਹਾਲਾਤ ਆ ਉੱਥੇ? ਕਿੱਦਾਂ ਦਾ ਰਿਸਪੌਂਸ ਮਿਲਿਆ? ਪਤਾ ਲੱਗਾ ਜੀ ਕਹਿੰਦੇ
ਤੁਹਾਡੀਆਂ ਸਪੀਚਾਂ ਨੂੰ ਬੜਾ ਸਲਾਹਿਆ ਗਿਆ ਜੀ ਪੱਛਮੀ ਬੰਗਾਲ ਦੇ ਵਿੱਚ ਜਿਹੜੀਆਂ ਵੀਡੀਓ ਆ ਰਹੀਆਂ ਜੀ। ਦੇਖੋ ਮੈਂ ਨਾ ਹਿੰਦੀ ਨਹੀਂ ਸੀ ਜਾਣਦਾ ਬੋਲਣੀ, ਮੈਂ ਆਪਣੇ ਨਾਲ ਨਾ ਲੱਥਾ ਕਰਨ ਵਾਲਾ ਬੰਦਾ ਲੈ ਕੇ ਗਿਆ ਸੀ ਅਮੇਕ ਸਿੰਘ ਨੂੰ, ਮਹਿਮਾ ਨੂੰ, ਫਿਰੋਜ਼ਪੁਰ ਤੋਂ। ਉੱਪਰ ਜਿਵੇਂ ਨਾ ਜਵਾਨ ਜੀ ਹੁਣ ਅਸੀਂ 4 ਮਹੀਨਿਆਂ ਦੇ ਹਰਿਆਣੇ ਵਾਲਿਆਂ ਨਾਲ ਇਕੱਠੇ ਬੈਠੇ ਦਿੱਲੀ। ਹਾਂਜੀ ਹਾਂਜੀ। ਉਹ ਜਦੋਂ ਮੈਂ ਬੋਲਿਆ ਤੇ ਉੱਥੇ ਸਿੱਧਾ ਹੀ ਚੱਲ ਗਿਆ ਕੰਮ ਵੀ ਉਹ ਹਿੰਦੀ ਜੀ ਬੋਲੀ ਕਿ ਮੈਂ ਪਹਿਲੀ ਵਾਰੀ ਹਿੰਦੀ 'ਚ ਭਾਸ਼ਣ ਦਿੱਤਾ ਉੱਥੇ। ਅੱਛਾ ਜੀ। ਤੇ ਮੈਨੂੰ ਵੀ ਬਾਅਦ 'ਚ ਲੱਗਿਆ ਵੀ ਯਾਰ ਕੋਈ ਐਡੀ ਵੱਡੀ ਸਮੱਸਿਆ ਨਹੀਂ ਆਈ ਤੇ ਲੋਕਾਂ ਨੇ ਬਹੁਤ ਪਸੰਦ ਕੀਤਾ। ਗੱਲ ਤੁਹਾਡੀ ਠੀਕ ਆ ਇਹ ਜੀ। ਤੇ ਲੋਕਾਂ ਨੇ ਸਾਡੀ ਗੱਲ ਨੂੰ ਸੁਣਿਆ ਬਹੁਤ। ਅੱਡ-ਅੱਡ ਅਦਾਰਿਆਂ 'ਚ ਮਤਲਬ ਜਿੱਦਾਂ ਕਹਿ ਲਈਏ ਆਪਾਂ ਵੀ ਜਿਵੇਂ ਪੰਜਾਬ 'ਚ ਵੀ ਕਿਹੜਾ ਇਕਜੁੱਟ ਨੇ ਲੋਕ ਸਾਰੇ, ਉੱਥੇ ਵੀ ਏਦਾਂ ਹੀ ਵੱਖ-ਵੱਖ ਪਾਰਟੀਆਂ ਦੇ ਵੱਖ-ਵੱਖ ਵਿਚਾਰਾਂ ਦੇ ਲੋਕ ਨੇ ਜੀ। ਤਾਂ ਉਹਨਾਂ ਸਾਰਿਆਂ ਕੋਲੇ ਗਏ ਆ ਅਸੀਂ, ਵੱਖ-ਵੱਖ ਟੋਲੀਆਂ ਬਣਾ ਕੇ। ਕਿਸਾਨਾਂ 'ਚ ਵੀ ਗਏ ਆ, ਫੈਕਟਰੀ ਮਜ਼ਦੂਰਾਂ 'ਚ ਵੀ ਗਏ ਆ, ਮੁਲਾਜ਼ਮਾਂ 'ਚ ਵੀ ਗਏ ਆ, ਬੁੱਧੀਜੀਵੀਆਂ 'ਚ ਵੀ ਗਏ ਆ, ਵਿਦਿਆਰਥੀਆਂ 'ਚ ਵੀ ਗਏ ਆ। ਬਹੁਤ ਵਧੀਆ ਸਹਿਯੋਗ ਮਿਲਿਆ। ਖਾਸ ਕਰਕੇ ਜਿਹੜਾ ਨਾ ਉਹਨਾਂ ਨੇ ਜਿਹੜਾ ਇੱਧਰੋਂ ਅਸੀਂ ਪੱਤਰ ਲੈ ਕੇ ਗਏ ਸੀ ਪੰਜਾਬੀ 'ਚ ਲਿਖ ਕੇ ਸੰਯੁਕਤ ਮੋਰਚੇ ਵੱਲੋਂ, ਉਹਨਾਂ ਨੇ ਆਪਦੀ ਭਾਸ਼ਾ 'ਚ ਮਤਲਬ ਸਾਰੀਆਂ ਜਿੰਨੀਆਂ ਸੰਸਥਾਵਾਂ 'ਚ ਅਸੀਂ ਮੀਟਿੰਗਾਂ ਕਰਾਈਆਂ ਉਹਨਾਂ ਨੇ ਵੀ ਅਸੀਂ ਇਹ ਪਿੰਡਾਂ ਤੱਕ ਪਹੁੰਚਾਵਾਂਗੇ ਤੁਹਾਡੀ ਜਿਹੜੀ ਅਪੀਲ ਹੈ ਵੀ ਉਹਨਾਂ ਵਾਲੀ ਬੰਗਲਾ ਭਾਸ਼ਾ ਦੇ ਵਿੱਚ ਲਿਖ ਕੇ। ਇਸ ਗੱਲੋਂ ਲੱਗਦਾ ਸੀ ਬਹੁਤ ਵਧੀਆ ਰਿਸਪੌਂਸ ਮਿਲਿਆ। ਬਿਲਕੁਲ ਜੀ। ਕਹਿੰਦੇ ਉੱਥੇ ਵੀ ਬੜੇ ਮੋਰਚੇ ਲਾਏ ਹੋਏ ਕਿਸਾਨਾਂ ਨੂੰ, ਪਹਿਲਾਂ ਪਤਾ ਹੀ ਨਹੀਂ ਸੀ ਲੱਗਾ ਤੇ ਉੱਥੇ ਵੀ ਜਿਹੜੇ ਕਿਸਾਨ ਆ ਬੜੇ ਸੰਘਰਸ਼ ਉਹ ਕਰ ਰਹੇ, ਉਹ ਵੀ ਉਲਟ ਚੱਲ ਰਹੇ ਆ। ਭਾਰਤੀ ਜਨਤਾ ਪਾਰਟੀ ਦੀਆਂ ਖਬਰਾਂ ਆ ਰਹੀਆਂ ਜੀ, ਕਹਿੰਦੇ ਜਿਨ੍ਹਾਂ ਨੂੰ ਧੱਕੇ ਦੇ ਨਾਲ ਇਹਨਾਂ ਨੇ ਬਿਨਾਂ ਮੰਗਿਆ ਤੋਂ ਟਿਕਟਾਂ ਦਿੱਤੀਆਂ ਸੀਗੀਆਂ, ਉਹ ਲੋਕਾਂ ਹੁਣ ਉੱਥੇ ਲੋਕ ਟਿਕਟਾਂ ਵੀ ਵਾਪਸ ਕਰੀ ਜਾਂਦੇ, ਕਹਿੰਦੇ ਅਸੀਂ ਇਲੈਕਸ਼ਨ ਨਹੀਂ ਲੜਨੀ ਮਮਤਾ ਬੈਨਰਜੀ ਦੇ ਉਲਟ। ਉਹ ਇਹੀ ਆ ਨਾ ਵੀ ਜਿਹੜੀ ਚੇਤਨਾ ਪੱਖੋਂ ਪਛੜਿਆ ਹੋਇਆ ਹੈਗਾ ਖੇਤਰ ਉਹ। ਜਦੋਂ ਮੈਂ ਜਿਹੜੀ ਤੁਹਾਨੂੰ ਗੱਲ ਦੱਸ ਕੇ ਵੀ ਉਹ ਮਤਲਬ ਲਿਖਤੀ ਉਹਨਾਂ ਦੀ ਭਾਸ਼ਾ ਦੇ ਵਿੱਚ ਉਹ ਚਿੱਠੀ ਪਿੰਡਾਂ ਤੱਕ ਮਤਲਬ ਜਾਂ ਸ਼ਹਿਰਾਂ ਦੀਆਂ ਬਸਤੀਆਂ ਤੱਕ ਗਈ ਆ ਤਾਂ ਇਹ ਲਾਜ਼ਮੀ ਫਰਕ ਪਾਊਗੀ। ਚੇਤਨਾ ਵੰਡਣੀ ਆਪਾਂ ਗਏ ਸੀ ਵੀ ਬੀਜੇਪੀ ਨੂੰ ਵੋਟ ਨਾ ਪਾਓ, ਆਪਣਾ ਨਾਅਰਾ ਇਹੀ ਸੀ ਬੀਜੇਪੀ ਨੂੰ ਵੋਟ ਕਿਉਂ ਨਾ ਪਾਓ। ਨਾਲ ਅਸੀਂ ਉਹਦੀ ਵਿਆਖਿਆ ਇਹ ਕੀਤੀ ਆ ਵੀ ਜਿਹੜੇ ਅਸੀਂ ਰੋਟੀ ਦਾ ਮਸਲਾ ਲੈ ਕੇ ਬੈਠੇ, ਤੁਸੀਂ ਵੀ ਰੋਟੀ ਖਾਣੀ ਆ, ਅਸੀਂ ਵੀ ਕਹਿੰਦੇ ਵੀ ਰੋਟੀ ਖਾਣੀ ਆ, ਪਰ ਇਹ ਰੋਟੀ ਦੇ ਉੱਤੇ ਜਿਹੜੇ 3 ਕਾਲੇ ਕਾਨੂੰਨ ਆ ਇਹ ਉਸ ਵੱਡੀਆਂ ਕੰਪਨੀਆਂ ਨੂੰ ਰੋਟੀ ਤੇ ਕਬਜ਼ਾ ਕਰਾ ਰਹੇ ਆ, ਨਾ ਕਿ ਸਾਡੀ ਜ਼ਮੀਨ ਤੇ ਕਰਨੀ ਤੇ। ਜੇ ਸਾਡੀ ਜ਼ਮੀਨ ਤੇ ਕਬਜ਼ਾ ਹੁੰਦਾ ਤਾਂ ਜਿਹੜਾ ਅੰਨ ਭੰਡਾਰ ਹੈ ਉਹ ਉਹਨਾਂ ਕੰਪਨੀਆਂ ਦੇ ਹੱਥ 'ਚ ਚਲਿਆ ਜਾਊ। ਅਸੀਂ ਇਹ ਗੱਲ ਸਮਝਾਉਣ 'ਚ ਸਫਲ ਹੋਏ ਆ ਲੋਕਾਂ ਨੂੰ ਤੇ ਲੋਕਾਂ ਨੂੰ ਸੱਚੀ ਗੱਲ ਲੱਗੀ। ਨਾ ਉੱਥੇ ਕਿਸੇ ਨੇ ਐਂ ਦੇਖਿਆ ਮੈਂ ਮਜ਼ਦੂਰ ਹਾਂ, ਨਾ ਕਿਸੇ ਨੇ ਐਂ ਦੇਖਿਆ ਮੈਂ ਮੁਲਾਜ਼ਮ ਹਾਂ, ਕਿਉਂਕਿ ਬਹੁਤੀ ਆਪਾਂ ਇਹ ਦੇਖਾਂਗੇ ਨਾ ਮੁੱਲ ਲੈ ਕੇ ਖਾਣ ਵਾਲੇ ਲੋਕ, ਤਾਂ ਅਸੀਂ ਜਿਹੜੇ ਮਤਲਬ ਰੋਟੀ ਮੁੱਲ ਲੈ ਕੇ ਖਾਣ ਵਾਲੇ ਆ, ਚਾਹੇ ਉਹ ਦਾਲ ਆ ਚਾਹੇ ਆਟਾ ਹੈ, ਉਹਨਾਂ ਲੋਕਾਂ ਤੱਕ ਵੀ ਅਸੀਂ ਆਪਦੀ ਗੱਲ ਪਹੁੰਚਾਉਣ 'ਚ ਸਫਲ ਹੋਏ ਹਾਂ। ਬਿਲਕੁਲ ਜੀ। ਆਪਾਂ ਕਾਲ ਤੇ ਚੱਲਦੇ ਹਾਂ ਜੀ, ਆਪਣੇ ਨਾਲ ਕਾਲਰ ਜੁੜੇ ਆ ਤਾਂ ਉਸ ਤੋਂ ਬਾਅਦ ਤੁਹਾਡੇ ਨਾਲ ਫਿਰ ਗੱਲਬਾਤ ਕਰਦੇ ਹਾਂ ਜੀ। 3331 ਸਵਾਗਤ ਹੈ ਜੀ। ਹਾਂਜੀ ਭਾਈ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਵੀਰ ਜੀ। ਹਾਂਜੀ ਤੇ ਆਪਣੇ ਵੀਰ ਮੰਡੇਰ ਜੀ ਆਪਣੇ ਬਹੁਤ ਵਧੀਆ ਕੰਮ ਕਰ ਰਹੇ ਜੀ। ਦੇਖੋ ਜੀ ਆਪਣੇ ਗਵਰਨਮੈਂਟ ਦੀ ਹੈ ਨਾ ਧਰੂਵੀਕਰਨ ਆਪਣੇ ਕਰ ਰਹੇ ਆ ਜੀ, ਤੇ ਆਪਣੇ ਸਾਰਾ ਆਪਣੇ ਇਹ ਆਪਣੇ ਪਾਲਿਸੀਆਂ ਇਹਨਾਂ ਨੇ ਬੰਗਾਲ ਤੋਂ ਨੰਦੀਗ੍ਰਾਮ ਜੀ ਪਹਿਲਾਂ ਹੀ ਅੱਜ ਤੋਂ ਕਾਫੀ ਸਾਲ ਪਹਿਲਾਂ ਉਹਦਾ ਤਜਰਬਾ ਲੋਕਾਂ ਨੂੰ ਬੰਗਾਲ ਦੇ ਨੂੰ ਹੈਗਾ ਵੀਰ ਜੀ। ਤੇ ਬਾਕੀ ਵੀਰ ਜੀ ਉਹ ਆਪਣੇ ਦੇਖੋ ਇਹ ਆਪਣੇ ਹੁਣ ਹਾਈਵੇ ਬਣਾ ਰਹੇ ਬਹੁਤ ਵੱਡੇ ਵੱਡੇ ਹੈ, ਤੇ ਉਹਦੇ ਚ ਪੰਜਾਬ ਦੀ ਕਿੰਨੀ ਕੁ ਜ਼ਮੀਨ ਆ ਉਹ ਵੀ ਇਹਨਾਂ ਨੇ ਧਰੂਵੀਕਰਨ ਕਰਕੇ ਉਹ ਹੈਗਾ ਤਾਂ ਉਹ ਸਾਰਾ ਉਹ ਦੇਣਾ ਉਹ ਸਰਮਾਏਦਾਰਾਂ ਨੂੰ, ਜਾਂ ਉਹ ਪ੍ਰਾਈਵੇਟ ਹੀ ਹੋਣੇ ਆ। ਰੇਲਾਂ ਬੰਦਰਗਾਹਾਂ ਅੱਗੇ 에ਅਰਪੋਰਟ ਸਭ ਕੁਝ ਇਹਨਾਂ ਨੇ ਵੇਚ ਦਿੱਤੇ ਆ ਜੀ, ਇਵਨ ਸਟੇਡੀਅਮ ਵੇਚੀ ਜਾਂਦੇ ਆ। ਵੀ ਤੁਹਾਡਾ ਠੀਕ ਆ, ਹੁਣ ਤੁਸੀਂ ਇੱਥੇ ਇੱਕ ਤਈ ਰੱਖੋਗੇ 3 ਬਿੱਲਾਂ ਦਾ ਤਾਂ MSP ਦਾ ਗਾਂ ਥੋੜਾ ਜਿਹਾ ਤੁਹਾਨੂੰ ਹੁਣ ਇਸ ਪਾਸੇ ਵੀਰੇ ਹੋਣਾ ਪੈਣਾ, ਜਿਹੜਾ ਨਾ ਲੋਕਾਂ ਕੋਲ ਸਸਤੀ ਜ਼ਮੀਨ ਲੈ ਕੇ ਪੰਜਾਬ ਦੀ ਉਪਜਾਊ ਜ਼ਮੀਨ ਤੋਂ ਹਾਈਵੇ ਬਣਾ ਰਿਹਾ ਹੋਰ ਬਣਾ ਰਿਹਾ, ਵੇਚਣੇ ਸਾਰੇ ਇਹਨਾਂ ਨੇ ਪ੍ਰਾਈਵੇਟਾਂ ਨੂੰ, ਜਾਂ ਬਾਅਦ ਚ ਸਾਨੂੰ ਟੋਲ ਦੇ ਕੇ ਉੱਪਰ ਚੜ੍ਹਨਾ ਪੈਣਾ। ਤੇ ਉਸ ਮੰਡੀਕਰਨ ਖਤਮ ਕਰਕੇ ਉਹ ਜਿਹੜੀਆਂ ਸੜਕਾਂ ਬਣਦੀਆਂ ਵੀ ਆ ਲੋਕਲ ਉਹ ਵੀ ਇਹਨਾਂ ਨੇ ਖਤਮ ਕਰਨੀਆਂ ਵੀਰੇ। ਤੇ ਬਾਅਦ ਵੀਰੇ ਇੱਧਰ ਵੀ ਧਿਆਨ ਦਿਓ, ਹਾਲੇ ਤੁਸੀਂ ਬਿੱਲਾਂ ਵੱਲ ਦੇ ਲਓ, ਬਹੁਤ ਵਧੀਆ ਕੰਮ ਕਰ ਰਹੇ ਆ, ਔਰ ਕੋਸ਼ਿਸ਼ ਕਰੋ ਇਹਨੂੰ 5 ਸਟੇਟਾਂ ਤੇ ਬੀਜੇਪੀ ਦੇ ਵੀਰੇ ਪੈਰ ਨਾ ਲੱਗਣ ਦਿਓ। ਬਹੁਤ ਵਧੀਆ ਕੰਮ ਕਰ ਰਹੇ ਆ, ਵਧਾਈ ਦੇ ਪਾਤਰ ਵੀਰ ਜੀ ਤੁਸੀਂ। ਥੈਂਕ ਯੂ ਵੀਰ ਜੀ। ਧੰਨਵਾਦ ਜੀ। ਧਨੇਰ ਸਾਹਿਬ ਸ਼ਾਰਟ ਦੇ ਵਿੱਚ ਜਵਾਬ ਦਿਓ ਤੁਸੀਂ ਤੇ ਆਪਣਾ ਅਗਲੀ ਕਾਲ ਤੇ ਚੱਲਦੇ ਹਾਂ ਜੀ। ਦੇਖੋ ਜੀ ਬਾਈ ਜੀ ਆਪ ਹੀ ਗੱਲ ਕਹਿ ਗਏ ਜਿਹੜੇ ਮਸਲੇ ਨੇ, ਮੈਂ ਇੱਕ ਗੱਲ ਪੂਰੇ ਫਖਰ ਨਾਲ ਕਹਿ ਸਕਦਾ ਵੀ ਜਿੱਥੇ ਪੰਜਾਬ ਦੇ ਵਿੱਚ ਕਿਸਾਨ ਜਥੇਬੰਦੀਆਂ ਪਹਿਲਾਂ ਜਥੇਬੰਦ ਹੋ ਕੇ ਸੰਘਰਸ਼ ਕਰਦੀਆਂ, ਹਜੇ ਪੰਜਾਬ ਦੇ ਵਿੱਚ ਕੋਈ ਵੀ ਉਹੋ ਜਿਹਾ ਜਿਹੜਾ ਮਤਲਬ ਰੋਡ ਨਹੀਂ ਨਿਕਲਣ ਦਿੱਤਾ। ਇੱਕ ਦਾ ਸਰਵੇ ਹੁਣ ਹੋਣ ਲੱਗਿਆ ਮੇਰੇ ਇਲਾਕੇ ਦੇ ਵਿੱਚੋਂ ਲੰਘਣ ਲੱਗੀ ਸੀ, ਉਹ 5-6 ਸਾਲ ਪਹਿਲਾਂ ਰੱਦ ਕੀਤਾ ਸੀ ਸਰਵੇ ਦੀ ਸੀ। ਹੁਣ ਤਾਂ ਹੁਣ ਵੀ ਮੇਰਾ ਲੋਕਾਂ ਨੂੰ ਇਹੀ ਸੁਨੇਹਾ
ਵੀ ਜਦੋਂ ਤੁਹਾਡੇ ਖੇਤਾਂ 'ਚ ਸਰਵਾ ਕਰਨ ਆਉਂਦੀਆਂ ਕੰਪਨੀਆਂ ਨੂੰ ਸਰਵਾ ਨਾ ਕਰਨ ਦਿਓ। ਅਸੀਂ ਥਰਮਲ ਪਲਾਂਟ ਵੀ ਚੁਕਾਏ ਨੇ, ਲੋਕਾਂ ਨੂੰ ਪਹੀਆਂ ਤੇ ਬਹਾ ਕੇ ਸਾਲ ਅਸੀਂ ਮਤਲਬ ਯਤਨ ਕੀਤਾ। ਇਹਦਾ ਇੱਕੋ ਹੀ ਹੱਲ ਆ ਵੀ ਸਰਵਾ ਨਾ ਕਰਨਾ। ਉਹ ਦੂਜੀ ਗੱਲ ਇਹ, ਜਿੱਥੋਂ ਤੱਕ ਸੱਚੀ ਦਿਲ ਚੀੜ ਹੁੰਦਾ, ਜਦੋਂ ਮੈਂ ਹਰਿਆਣੇ 'ਚ ਅਸੀਂ ਆਮ ਹੀ ਜਾਂਦੇ ਆ, ਥੋੜੀ ਦੂਰ ਤੇ ਮਤਲਬ ਇੰਨੀਆਂ 10-10 ਫੁੱਟ ਉੱਚੀਆਂ ਸੜਕਾਂ ਕੱਢੀਆਂ ਪਈਆਂ ਜਿਹਦਾ ਲੋਕਾਂ ਨਾਲ ਕੋਈ ਇਲਾਕਾ ਦੇ ਕੇ ਹੈ ਨਹੀਂ। ਕੰਪਨੀਆਂ ਵਾਸਤੇ ਨਿਕਲੀਆਂ ਹੋਈਆਂ। ਗੱਲ ਬੀਜ ਜੋੜਨ ਦੀ ਠੀਕ ਹੈ। ਅਗਲੀ ਲੜਾਈ ਹੈ ਜਿਹੜੀ ਆਪਾਂ ਨੂੰ ਇਹ ਲੜਦੀ ਪੈਣੀ ਆ, ਇਹਨੂੰ ਜਿੱਤ ਲਈਏ ਫਿਰ ਇੱਧਰ ਨੂੰ ਆਪਾਂ ਤੁਰਾਂਗੇ। ਧੰਨਵਾਦ ਇਹਦਾ। ਬਿਲਕੁਲ ਜੀ। ਇਸ ਪ੍ਰੋਗਰਾਮ ਦੇ ਹਿੱਸੇ ਨੂੰ ਸਪਾਂਸਰ ਕੀਤਾ ਜੀ ਪੰਕਜ ਸਪਰਾ ਹੋਣਾ ਨੇ। ਤੁਸੀਂ ਘਰ ਖਰੀਦਣਾ, ਵੇਚਣਾ, ਰੀਮੈਕਸ ਰਿਐਲਟੀ ਨਾਲ ਕੰਮ ਕਰਦੇ ਆ। ਕੋਈ ਕਮਰਸ਼ੀਅਲ ਬਿਲਡਿੰਗ ਲੈਣੀ ਹੈ ਜੀ ਕੈਲਡਨ ਦੇ ਵਿੱਚ, ਇਹਨਾਂ ਦਾ ਘਰ ਜਿਹੜਾ ਲਿਸਟਿੰਗ ਹੋ ਰਿਹਾ ਬਹੁਤ ਜਲਦੀ। ਕਾਲ ਕਰ ਸਕਦੇ ਹੋ 416 722 2385 ਤੇ। IPTV ਬਾਕਸ ਲਵਾਉਣਾ ਮੌਂਟਰੀਅਲ ਦੇ ਵਿੱਚ 514 566 0055। ਜੌਬ ਦੀ ਭਾਲ ਵਿੱਚ ਤਾਂ ਜੌਬ ਇਨ GTA ਕਾਲ ਕਰ ਸਕਦੇ ਹੋ 416 213 0092 905 614 0300 ਤੇ ਕਾਲ ਕੀਤੀ ਜਾ ਸਕਦੀ। ਚੱਲਦੇ ਨੈਕਸਟ ਕਾਲ ਤੇ। ਹਾਂਜੀ 5998 ਸਵਾਗਤ ਹੈ ਜੀ। ਹਾਂਜੀ ਭਾਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਫਤਿਹ ਜੀ। ਮੈਂ ਆਪਣੇ ਮਨਜੀਤ ਧਰੇਰ ਹੋਰਾਂ ਨੂੰ ਇਹ ਪੁੱਛਣਾ ਚਾਹੁੰਦਾ ਵੀ ਜਦੋਂ ਬਾਕੀ ਦੀਆਂ ਆਪਣੀਆਂ ਜਥੇਬੰਦੀਆਂ ਨੂੰ ਕੋਈ ਪ੍ਰੋਬਲਮ ਨਹੀਂ ਗਈ ਵੀ ਜਦੋਂ ਨੌਜਵਾਨਾਂ ਨਾਲ ਏਕੇ ਬਾਰੇ ਵੀ ਇਹਨਾਂ ਦੀ ਜਥੇਬੰਦੀ ਤੇ ਇੱਕ ਆਪਣੇ ਕੁਲਵੰਤ ਸਿੰਘ ਸੰਧੂ ਹੋਣੀ ਆ ਰੁੜਕੇ ਵਾਲੇ, ਇਹਨਾਂ ਦੋ ਜਥੇਬੰਦੀਆਂ ਨੂੰ ਕਿਉਂ ਪ੍ਰੋਬਲਮ ਆ? ਮੈਂ ਇਹਦੇ ਬਾਰੇ ਜਵਾਬ ਜਾਣਨਾ ਚਾਹੁੰਦਾ ਇਹਨਾਂ ਤੋਂ। ਬਿਲਕੁਲ ਜੀ, ਧੰਨਵਾਦ ਧਨੇਰ ਸਾਹਿਬ। ਜਿਹੜੀ ਦੀਪ ਸਿੰਘ ਰਜਿੰਦਰ ਸਿੰਘ ਦੀਪ ਸਿੰਘ ਵਾਲਾ ਤੇ ਕਬੀਰ ਹੋਣਾ ਨੇ ਨਾਂ ਲਿਆ, ਜਦੋਂ ਨੌਜਵਾਨਾਂ ਦੀ ਗੱਲ ਹੁੰਦੀ ਆ ਉਹ ਕਿਉਂ ਲੱਤ ਡਾਉਂਦੇ ਆ? ਬਾਕੀ ਜਥੇਬੰਦੀਆਂ ਨੂੰ, ਤੁਹਾਡੀ ਜਥੇਬੰਦੀ ਨੂੰ, ਹੋਰਾਂ ਨੂੰ ਕੋਈ ਪ੍ਰੋਬਲਮ ਨਹੀਂ ਗਈ ਨੌਜਵਾਨਾਂ ਨੂੰ ਨਾਲ ਸ਼ੇਅਰ ਕਰਨ 'ਚ? ਦੇਖੋ, ਨੌਜਵਾਨਾਂ ਨੂੰ ਨਾਲ ਲੈਣ 'ਚ ਨਹੀਂ ਕੋਈ ਪ੍ਰੋਬਲਮ ਹੈਗੀ। ਜਿਹੜਾ ਬੁਲਾਰਾ ਕੋਈ ਮਤਲਬ ਬੋਲ ਜਾਂਦਾ ਸੀਗਾ ਜੋਸ਼ ਦੇ ਵਿੱਚ ਆ ਕੇ, ਨਵਾਂ ਹੈਗਾ ਦੀਪ ਸਿੰਘ ਸਟੂਡੈਂਟਾਂ ਜੋ ਆਇਆ, ਛੇਤੀ ਭੱਖ ਕੇ ਮਤਲਬ ਉਹ ਜਿਹੀਆਂ ਗੱਲਾਂ ਕਰ ਜਾਂਦਾ। ਪਰ ਐਂ ਨਹੀਂ ਵੀ ਸਾਡਾ ਉਹਨਾਂ ਨਾਲ ਬਖਰੇਵਾ ਕੋਈ। ਉਹੀ ਗੱਲ ਅਸੀਂ ਕਹਿੰਦੇ ਆ ਜਿਹੜੀ ਉਹ ਕਹਿੰਦੇ ਆ। ਗੱਲ ਨੂੰ ਕਹਿਣ ਦਾ ਫਰਕ ਆ। ਜਿਹੜੀ ਗੱਲ ਇਹ ਹੈ ਵੀ ਅਸੀਂ ਨੌਜਵਾਨਾਂ ਨੂੰ ਲੈ ਕੇ ਨਹੀਂ ਜਾ ਰਹੇ। ਮੈਨੂੰ ਲੱਗਦਾ ਵੋਟ ਵਾਲੀ ਰੈਲੀ 17 ਤਰੀਕ ਵਾਲੀ ਜ਼ਰੂਰ ਦੇਖਣੀ ਚਾਹੀਦੀ ਆ, ਜਿਹੜੇ ਵੀਰਾਂ ਨੂੰ ਇਸ ਗੱਲ ਦਾ ਸ਼ੱਕ ਹੈ। ਦੂਜਾ, ਜਿਹੜੀ ਇਕਰੀ ਜਾਂ ਮਤਲਬ ਜਿਹੜਾ ਹੈਗਾ ਜਿਹੜੇ ਨੌਜਵਾਨ, ਇਹ ਮੈਂ ਉਦੋਂ ਵੀ ਬੋਲਦਾ ਕਹਿੰਦਾ ਵੀ ਜਿਹੜੇ ਸਾਡੇ ਕਿਸਾਨਾਂ ਦੇ ਨੌਜਵਾਨ ਆ ਨਾ, ਜਿਹੜਿਆਂ ਦੇ ਲੀੜੇ ਥੋੜੇ ਜਿਹੇ ਦੇਸੀ ਹੁੰਦੇ ਖੇਤੀ ਕਰਨ ਵਾਲੇ ਆ, ਉਹਨਾਂ ਨੂੰ ਨੌਜਵਾਨ ਨਹੀਂ ਗਿਣਿਆ ਜਾਂਦਾ। ਅਸਲ ਜਿਹੜੇ ਨਿਖਰ ਪੱਖਰ ਕੇ ਜਾਂਦੇ ਆ ਉਹਨਾਂ ਨੂੰ ਨੌਜਵਾਨ ਗਿਣਿਆ ਜਾਂਦਾ। ਜਾਂ ਜਿਹੜੇ ਫੇਸਬੁੱਕ ਤੇ ਜਾ ਰਹੇ ਕੰਮ ਕਰਦੇ ਆ, ਮੈਂ ਕਹਿੰਦਾ ਜਿਹੜੇ ਖੇਤੀ ਨਾਲ ਜੁੜੇ ਨੌਜਵਾਨ ਆ, ਸਾਡੇ ਕਾਲਜੇ ਨਾਲ ਲਾਏ ਹੋਏ ਆ। ਕਿਸਾਨ ਲਹਿਰ ਦਾ ਬਹੁਤ ਵੱਡਾ ਅੰਗ ਹੈ ਤੇ ਕਿਸਾਨ ਲਹਿਰ ਦੇ ਵਿੱਚ ਹਾਜ਼ਰ ਹੈ। ਸਾਨੂੰ ਇਕੱਲਾ ਫੇਸਬੁੱਕ ਤੋਂ ਨਹੀਂ ਗਿਆਨ ਲੈਣਾ ਚਾਹੀਦਾ, ਸੰਘਰਸ਼ਾਂ ਦੇ ਵਿੱਚ ਜਾ ਕੇ ਦੇਖਣਾ ਚਾਹੀਦਾ। ਮੈਂ ਕਹਿੰਦਾ ਹਰਿਆਣਾ ਦਾ ਨੌਜਵਾਨ, ਪੰਜਾਬ ਦਾ ਨੌਜਵਾਨ, ਖਾਸ ਕਰਕੇ ਜਿਹੜੀ ਮੈਂ ਉਦੋਂ ਵੀ ਗੱਲ ਕੀਤੀ ਸੀ, ਉੱਥੋਂ ਸਟੇਜ ਤੋਂ ਬੋਲਦੇ ਨੇ ਸੰਬੋਧਨ ਕੀਤਾ ਪ੍ਰੈਸ ਵਾਲੇ ਵੀਰਾਂ ਨੂੰ ਵੀ ਤੁਸੀਂ ਕਹਿੰਦੇ ਹੋ ਨੌਜਵਾਨ ਸਾਡੇ ਕੋਲੇ ਹੈ ਨਹੀਂ, ਆਹ ਇਕੱਠ ਬੈਠਾ 10,000 ਤੋਂ ਉੱਤੇ ਦਾ, ਮੈਨੂੰ ਇਹ ਚੋਂ ਬੁੱਢੇ ਲੱਭ ਕੇ ਦਿਖਾਓ, ਮੈਨੂੰ ਬੁੱਢੇ ਨਹੀਂ ਲੱਭ ਰਹੇ। ਇਸ ਗੱਲ ਨੂੰ ਜਾਣ ਕੇ ਅਛਾਲਿਆ ਜਾ ਰਿਹਾ। ਮੈਂ ਉਦੋਂ ਵੀ ਕਿਹਾ ਸੀ ਪੰਜਾਬ ਦੇ ਵਿੱਚ ਕੀ 2 ਜਾਂ 3 ਨੌਜਵਾਨ ਹੀ ਆ ਜਿਹੜੇ ਮਤਲਬ ਸਾਰੇ ਪੰਜਾਬ ਦੇ ਨੌਜਵਾਨਾਂ ਨੂੰ ਲਈ ਫਿਰਦੇ ਆ। ਇਹ ਜਾਣ ਬੁੱਝ ਕੇ ਪ੍ਰੈਸ ਵੱਲੋਂ, ਕੁਝ ਵੱਲੋਂ, ਸੋਸ਼ਲ ਮੀਡੀਆ ਵੱਲੋਂ ਜਾਣ ਬੁੱਝ ਕੇ ਜਿਹੜੀ ਇਹਨਾਂ ਗੱਲਾਂ ਨੂੰ ਵਿਗਾੜਿਆ ਜਾ ਰਿਹਾ। ਉਹਦੇ ਪਿੱਛੇ ਜਿਹੜੇ ਕਾਰਨ 2022 ਦੀਆਂ ਚੋਣਾਂ ਆਈਆਂ, ਹੋਰ ਗੱਲ ਕੁਝ ਨਹੀਂ ਹੈਗਾ। ਬਿਲਕੁਲ ਜੀ, ਉਹਨੂੰ ਸਮਝਦੇ ਆ ਸਾਰੀ ਨੂੰ। ਜੀ ਕਿੰਨੇ ਕੁ ਕਿਸਾਨ ਲੀਡਰ ਆ ਜੀ ਜਿਹੜੇ ਕਿਹੜੀਆਂ ਸਟੇਟਾਂ ਦੇ ਵਿੱਚ ਗਏ ਹੋ ਤੇ ਹਾਲੇ ਗਏ ਹੋਇਆ ਕਿ ਵਾਪਸ ਆ ਗਏ ਕਿ ਫੇਰ ਜਾਣਾ ਜੀ? ਜੱਦੀ ਸਾਹਿਬ, ਇਹ ਨਾ ਮਤਲਬ ਜਾ ਰਹੇ ਨੇ, ਬਦਲ ਕੇ ਜਾ ਰਹੇ ਆ। ਅਸੀਂ ਉੱਥੇ ਵੀ ਮੋਰਚੇ ਨੂੰ ਚਾਲੂ ਰੱਖ ਰਹੇ ਆ। ਜਿੱਥੇ ਕਿੱਧਰ ਜੀ ਹੁਣ ਸਾਡੇ ਹੋਰ ਵਾਲੇ ਇਲਾਕੇ 'ਚ ਲੋੜ ਪੈ ਗਈ, ਸਾਨੂੰ ਮਤਲਬ ਕਰਨੀ ਪਈ ਕਾਨਫਰੰਸ ਉੱਥੇ ਆ ਕੇ। ਜਿੱਥੇ ਕਿ ਵੀ ਲੋੜ ਲੱਗਦੀ ਹੈ ਉਹ ਏਦਾਂ ਜੇ ਕਰ ਲਈ ਵੀ ਬਹੁਤੇ ਵੀ ਨਾ ਜਾਣ, 2-4 ਕਾਗੂ ਮਤਲਬ ਜਿੱਥੇ ਕਿ ਲੋੜ ਪੈਂਦੀ ਆ ਉੱਥੇ ਤੇ ਜਾ ਵੜਦੇ ਨੇ। ਉਹਨਾਂ 5 ਸਟੇਟਾਂ ਜਾਂਦੇ ਨੇ, ਮਤਲਬ ਬਦਲ ਕੇ ਜਾ ਰਹੇ ਆ ਸਾਰੇ। ਰਕੇਸ਼ ਟਕੈਤ ਵੀ ਗਿਆ ਜੀ ਕਿ ਪੰਜਾਬ ਵਾਲੇ ਲੀਡਰ ਹੀ ਜਾ ਰਹੇ ਆ? ਨਹੀਂ, ਸਾਰੇ ਜਾ ਰਹੇ ਨੇ। ਮੈਂ ਉਧਰ ਕਲਕੱਤੇ ਵੀ ਸਾਡੇ ਨਾਲ ਸਾਰੀਆਂ ਸਟੇਟਾਂ ਦੇ ਬੰਦੇ ਸੀ ਜੀ। ਇਹ ਕੋਈ ਜ਼ਰੂਰੀ ਨਹੀਂ ਵੀ ਪੰਜਾਬ ਵਾਲੇ ਇਕੱਲੇ ਆ, ਯੂਪੀ ਵਾਲੇ ਵੀ ਜਾ ਰਹੇ ਨੇ, ਮਤਲਬ ਹਰਿਆਣੇ ਵਾਲੇ ਵੀ ਜਾ ਰਹੇ ਨੇ, ਸਾਰੇ ਰਲ ਮਿਲ ਕੇ ਜਾ ਰਹੇ ਨੇ ਮਤਲਬ ਜਿਹੜੇ ਜਾਂਦੇ ਜੀ। ਬਿਲਕੁਲ ਜੀ, ਆਪਣੇ ਨਾਲ ਕਾਲਰ ਜਿਹੜੇ ਕਾਲ ਲੈ ਲਈਏ ਤਾਂ ਆਪਣੇ ਕੋਲ ਸਮਾਂ ਵੀ ਥੋੜਾ ਹੀ ਹੈ ਜੀ, ਤੁਹਾਡੇ ਨਾਲ ਗੱਲ ਜ਼ਰੂਰੀ ਕਰਨ ਵਾਲੀ ਹੈ। ਹਾਂਜੀ 8782 ਸਵਾਗਤ ਹੈ ਜੀ। ਬਾਈ ਜੀ ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਜੀ। ਮੈਂ ਕਈ ਵਾਰੀ ਹੈਰਾਨ ਹੁੰਨਾ, ਇਹਨਾਂ ਦੇ ਮਗਰ 100 ਬੰਦਾ ਨਹੀਂ ਆ ਜੇ ਇਹ ਬਾਈ ਦੇ ਆਪਣੇ ਦੇ ਧਨੇਰਾ ਕਿਹੜਾ ਹੈ, ਇਹ ਕਹਿੰਦਾ ਜੂਸ ਸਾਡੇ ਨਾਲ। ਉਹ ਕਿਉਂ ਯਾਰ, ਲੋਕਾਂ ਦੇ ਅੱਖਾਂ ਦੇ ਉੱਤੇ ਤੁਸੀਂ ਇਹ ਪੱਟੀਆਂ ਤਾਂ ਬੰਨ ਨਹੀਂ ਸਕਦੇ, ਸਾਰਾ ਕੁਝ ਦਿਖਦਾ। ਕਿੰਨਾ ਉੱਥੇ ਦਿੱਲੀ 'ਚ ਇਕੱਠ ਰਹਿ ਗਿਆ, ਆਪਦੇ ਆਪ ਤੁਸੀਂ ਕਿਉਂ ਨਹੀਂ ਅੰਦਰ ਝਾਤੀ ਮਾਰਦੇ? ਬਾਹਰਲੇ ਲੋਕੀ ਤੁਹਾਨੂੰ ਪੈਸਾ ਭੇਜਦੇ ਹੁੰਦੇ ਸੀਗੇ, ਉਹ ਵੀ ਬੰਦ ਕਰਤਾ ਲੋਕਾਂ ਨੇ। ਲੰਗਰ ਉੱਥੇ ਅੱਧਾ ਰਹਿ ਗਿਆ। ਯਾਰ ਕਿਉਂ ਨਹੀਂ ਤੁਸੀਂ ਇਹ ਗੱਲ ਨੂੰ ਸੋਚਦੇ ਵੀ ਲੋਕੀ ਲੱਖੇ ਸੁਧਾਣੇ ਤੇ ਦੀਪ ਸਿੱਧੂ ਨੂੰ ਕਿਉਂ ਕਹਿੰਦੇ
ਕਹਿੰਦੇ ਆ ਵੀ ਉਹਨਾਂ ਦੇ ਨਾਲ ਖੜਦੇ ਆ, ਉਹ ਵੀਰ ਲੋਕਾਂ ਦੇ ਵਿੱਚ ਖੜਦੇ ਆ। ਇੱਕ ਮਿੰਟ ਵੀਰ, ਇਹਦਾ ਮਤਲਬ ਵੀ ਲੱਖਾ ਸਿਧਾਣਾ ਤੇ ਦੀਪ ਸਿੱਧੂ ਲੀਡਰ ਆ, ਹੋਰ ਕੋਈ ਹੈ ਹੀ ਨਹੀਂ? ਇਹਦਾ ਮਤਲਬ ਪੰਜਾਬ ਦੇ ਵਿੱਚ ਕੋਈ ਹੋਰ ਨੌਜਵਾਨ ਲੀਡਰ ਹੀ ਹੈ ਨਹੀਂਗਾ? ਮੈਨੂੰ ਦੱਸਦੇ ਇਹ 30 ਜਥੇਬੰਦੀਆਂ ਸੀ, 30 ਦੇ ਇਹਨਾਂ ਦੇ ਆਪਦੇ ਬਿਆਨ ਰੱਖਦੇ ਆ। ਕੋਈ ਕਹਿੰਦਾ ਜੀ ਲਾਲ ਕਿਲੇ ਤੇ ਅਸੀਂ ਇੱਕ ਦੇ ਉੱਤੇ ਨਹੀਂ ਭਾਜੀ, ਲਾਲ ਕਿਲੇ ਦਾ ਤਾਂ ਮਤਲਬ ਹੀ ਕੋਈ ਨਹੀਂ ਨਾ। ਗੱਲ ਤੁਸੀਂ ਇਕੱਠ ਦੀ ਕੀਤੀ, ਇਕੱਠ ਦੀ ਗੱਲ ਕਰੋ। ਇਹਦਾ ਮਤਲਬ ਵੀ ਸਿਰਫ ਕਿਵੇਂ ਗਿਆ 26 ਤੋਂ ਬਾਅਦ ਘਟ ਕੇ ਨਹੀਂ ਕੋਈ ਭਾਜੀ, ਜਿਹੜੇ ਉਦੋਂ 26 ਨੂੰ ਸੱਦੇ ਸੀਗੇ ਉੱਥੇ ਇੰਨੇ ਜ਼ਿਆਦਾ ਟਰੈਕਟਰ ਲੈ ਕੇ ਗਏ ਸੀਗੇ, ਟਰੈਕਟਰ ਲੈ ਕੇ ਗਏ ਸੀ ਵੀਰ। ਉਹ ਟਰੈਕਟਰਾਂ ਦਾ ਹੁਣ ਲੋਕਾਂ ਨੇ ਜਿਹੜੇ ਗਏ ਵਾਪਸ ਨਹੀਂ ਆਉਣਾ ਕਦੀ। ਸੱਦ ਕੇ ਉਹਨਾਂ ਨੂੰ ਕਹਿੰਦੇ ਜੀ ਇਹਨਾਂ ਨੇ ਉੱਥੇ ਲਾਲ ਕਿਲੇ ਤੇ ਜਾ ਕੇ ਝੰਡਾ ਚੜਾ ਕੇ ਗੰਦ ਪਾਤਾ। ਮੁੜ ਕੇ ਉਹਨਾਂ ਨੂੰ ਇਹਨਾਂ ਨੇ ਚੰਗੀ ਮੱਤ ਦੇਤੀ। 5 ਵਾਰੀ ਅੱਜ ਵਾਲੇ ਨੇ ਕਿਹਾ ਜੀ ਆਹ ਹਰਿਆਣੇ ਵਾਲਿਆਂ ਨੂੰ ਮਾੜਾ ਕਹਿੰਦਾ, ਜੱਟਾਂ ਨੂੰ ਮਾੜਾ ਕਹਿੰਦਾ ਜੀ, ਇਹਨਾਂ ਨੇ ਗੰਦ ਪਾਇਆਗਾ। ਕੀ ਇਹ 40 ਸਾਲਾਂ ਦੇ ਇਹਨਾਂ ਦੇ ਤਜਰਬੇ ਕਿੱਥੇ ਆ? 5 6 ਹਜ਼ਾਰ ਤਾਂ ਇਹਨਾਂ ਨੇ ਉੱਥੇ ਮਾਫੀਆਂ ਮੰਗੀਆਂ ਉਸ ਵਿੱਚ। ਹੁਣ ਅੱਧੇ ਬੰਦੇ ਇਹਨਾਂ ਦੇ ਕਿਸਾਨ ਯੂਨੀਅਨ ਦੇ ਉਹ ਡੱਲੇ ਆ ਹੁਣੀ ਸਰਜੀਤ ਕਰਕੇ ਸਾਰੇ ਉਹ ਲੱਖੇ ਸਿਧਾਣੇ ਉਹਨਾਂ ਦੇ ਨਾਲ ਆ। ਉਹ ਕਹਿੰਦੇ ਯਾਰ ਅਸੀਂ ਗੱਲਬਾਤ ਚੱਲਦੀ ਆ ਤੇ ਉਹ ਦੀਪ ਸਿੱਧੂ ਉਹਨਾਂ ਦੇ ਨਾਲ ਚੱਲੀ ਜਾਂਦੀ ਆ। ਜਿਨ੍ਹਾਂ ਨੂੰ ਪਿੰਡ ਦੇ ਵਿੱਚ ਕੋਈ ਕਰਜ਼ਾ ਨਹੀਂ ਮੰਗਿਆ ਦਿੰਦਾ ਉਹ ਯੂਨੀਅਨ ਦੇ ਪ੍ਰਧਾਨ ਬਣੇ ਬੈਠੇ ਇੱਥੇ ਲੰਡੂ ਯਾਰ। ਭਾਜੀ ਸ਼ਬਦਾਵਲੀ ਸਹੀ ਵਰਤੀ ਜਾਂਦੀ ਹੈ, ਮਾਫ ਕਰਨਾ। ਵਰਤੀ ਜਾਂਦੇ ਆ ਯਾਰ। ਨਹੀਂ ਵੀਰ ਭਾਜੀ, ਜੇ ਅੱਜ ਤੁਹਾਨੂੰ ਕੋਈ ਸ਼ਬਦ ਕਵੇ ਮਾਫ ਕਰਨਾ, ਜੇ ਤੁਹਾਨੂੰ ਸ਼ਬਦ ਕਵੇ ਕੋਈ ਲੰਡੂ ਤੁਹਾਨੂੰ ਕਵੇ, ਕਿੰਨਾ ਦੁੱਖ ਲੱਗਣਾ ਤੁਹਾਨੂੰ? ਹਾਂਜੀ ਵੀਰ ਜੀ। ਪਰ ਮੇਰੇ ਹਿਸਾਬ ਨਾਲ ਕੋਈ ਜਵਾਬ ਦੇਣ ਵਾਲਾ ਹੈ ਨਹੀਂ। ਜਿਹੜੇ ਬੰਦੇ ਨੂੰ ਬੋਲਣਾ ਹੀ ਨਹੀਂ ਆਉਂਦਾ ਤੇ ਉਹਦਾ ਜਵਾਬ ਕੀ ਦੇਣਾ? ਜੀ ਮੈਂ ਇਹ ਜੀ ਕਤੀੜ ਦਾ ਜਵਾਬ ਦਿੰਦਾ ਹੀ ਨਹੀਂ, ਨਾ ਇਹਦਾ ਜਵਾਬ ਕੋਈ ਦੇਣ ਵਾਲਾ। ਜੀ ਬਿਲਕੁਲ ਜੀ, ਚੱਲਦੇ ਆਪਾਂ ਨੈਕਸਟ ਕਾਲ। ਮੇਰਾ ਆਪ ਦੀ ਜਿਹੜੀ ਜ਼ਿੰਦਗੀ ਆ, ਮੇਰੇ ਮਗਰ ਬੰਦੇ ਹੈ ਕਿ ਨਹੀਂ ਹੈ? ਮੇਰੇ ਇਲਾਕੇ ਜਾ ਕੇ ਇਹ ਜਿਹੜਾ ਹੈਗਾ ਨਾ, ਇਹਨੂੰ ਤਾਂ ਮੇਰੇ ਇਲਾਕੇ ਜਾ ਕੇ ਵੜ ਕੇ ਦੇਖ, ਮੇਰੇ ਨਾਲ ਨੌਜਵਾਨ ਹੈ, ਮੇਰੀ ਜਥੇਬੰਦੀ ਨਾਲ ਹੈ ਕਿ ਨਹੀਂ? ਮੇਰਾ ਚੈਲੰਜ ਹੈ, ਆਵੇ ਮੇਰੇ ਇਲਾਕੇ ਜਾ ਕੇ ਦੇਖੇ। ਪਰ ਬਕਵਾਸ ਵਾਲੀ ਬੰਦ ਕਰੇ, ਏਦਾਂ ਨਹੀਂ ਬੋਲੀਦਾ ਹੁੰਦਾ। ਬਿਲਕੁਲ ਜੀ, ਚੱਲਦੇ ਆਪਾਂ ਨੈਕਸਟ ਕਾਲ ਤੇ। ਹਾਂਜੀ 33 22 ਸਵਾਗਤ ਹੈ ਜੀ। ਚੰਦੀ ਸਾਹਿਬ ਸਤਿ ਸ੍ਰੀ ਅਕਾਲ। ਧਨੇਰ ਸਾਹਿਬ ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਧਨੇਰ ਸਾਹਿਬ, ਕਾਂਗਿਆਰੀ ਹੁੰਦੀ ਹੈ ਹਰ ਫਸਲ ਦੇ ਵਿੱਚ, ਕਾਂਗਿਆਰੀ ਹੁੰਦੀ ਹੈ। ਸਾਡੇ ਵਿੱਚ ਵੀ ਕਾਂਗਿਆਰੀਆਂ ਹੈ ਨੇ, ਕਾਂਗਿਆਰੀਆਂ ਬੋਲਦੀਆਂ ਹੁੰਦੀਆਂ ਨੇ। ਖਰਾਬ ਤੇ ਕਰਨ ਨੂੰ ਹੁੰਦੇ ਨੇ ਬੰਦੇ, ਖਰੀਦੇ ਬੰਦੇ ਹੁੰਦੇ ਨੇ। ਇਹਨਾਂ ਦਾ ਗੁੱਸਾ ਤੇ ਤੁਹਾਨੂੰ ਮੈਨੂੰ ਪਤਾ ਲੀਡਰ ਨਹੀਂ ਕਰਦੇ, ਸਾਨੂੰ ਪਤਾ। ਅਸੀਂ ਵੀ ਤੁਹਾਡੇ ਨਾਲ ਕੰਮ ਕੀਤੇ ਨੇ, ਹੋਰਨਾਂ ਯੂਨੀਅਨਾਂ, ਖੇਤੀਬਾੜੀ ਯੂਨੀਅਨ ਨਾਲ ਤੇ ਇਹਨਾਂ ਦਾ ਗੁੱਸਾ ਨਹੀਂ ਕਰਨਾ। ਇਹ ਬੰਦੇ ਹੈਗੇ ਨੇ ਜਿਹੜੇ ਖਰੀਦੇ ਹੁੰਦੇ ਨੇ, ਇਹੋ ਜਿਹੇ ਬੰਦੇ ਜਿਹੜੇ ਢਾਲ ਆਉਂਦੇ ਨੇ ਕਿਸਾਨੀ ਨੂੰ। ਸਾਡਾ ਮੁੱਦਾ ਜਿਹੜਾ ਉਹ ਕਿਸਾਨੀ ਦਾ, ਅਸੀਂ ਤੇ ਕਿਸਾਨੀ ਨੂੰ ਸਪੋਰਟ ਕਰਨੀ ਹੈ, ਨਾ ਕਿ ਆਹ ਲੱਤਾਂ ਖਿੱਚਣੀਆਂ। ਦੀਪ ਸਿੱਧੂ ਹੋਏ ਜਾਂ ਲੱਖਾ ਸਿਧਾਣਾ ਹੋਏ, ਜਿਹੜਾ ਵੀ ਕਿਸਾਨੀ ਦੇ ਮੁੱਦੇ ਤੇ ਬੋਲਦਾ ਉਹਦਾ ਜੀ ਆਇਆਂ, ਉਹਨੂੰ ਧੰਨ ਭਾਗ, ਉਹਨਾਂ ਦਾ ਅਸੀਂ ਸਵਾਗਤ ਕਰਾਂਗੇ। ਜਿਹੜਾ ਕਿਸਾਨੀ ਦੇ ਉਲਟ ਬੋਲਦਾ ਉਹ ਸਮਝੋ ਕਿ ਬੀਜੇਪੀ ਦੀ ਬੋਲੀ ਬੋਲਦਾ, ਅਸੀਂ ਉਹਦਾ ਵਿਰੋਧ ਕਰਾਂਗੇ, ਜ਼ਰੂਰ ਕਰਾਂਗੇ, ਹਰ ਪੱਖ ਤੇ ਕਰਾਂਗੇ। ਅਸੀਂ ਉਹਦੇ ਪੈਰਾਂ ਦੇ ਚਰਨਾਂ ਦੀ ਧੂੜ ਹੈ ਜਿਹੜਾ ਕਿਸਾਨੀ ਅੰਦੋਲਨ ਨੂੰ ਹਮਾਇਤ ਕਰੇਗਾ। ਮੈਂ ਉਹਦੇ ਚਰਨਾਂ ਧੋ ਕੇ ਪੀਣ ਨੂੰ ਤਿਆਰ ਹਾਂ, ਜਿਹੜਾ ਕਿਸਾਨੀ ਅੰਦੋਲਨ ਨੂੰ ਹਮਾਇਤ ਕਰਦਾ। ਧੰਨਵਾਦ ਸਾਹਿਬ, ਮੈਂ ਇੱਕ ਬੇਨਤੀ ਕਰਨੀ ਹੈ ਵੀ ਤੁਸੀਂ ਬੀਬੀਆਂ ਦੇ ਜਥੇ ਵੀ ਉੱਥੇ ਜ਼ਰੂਰ ਭੇਜੋ, ਬੰਗਾਲ ਦੇ ਵਿੱਚ ਜਿਹੜੀਆਂ ਬੀਬੀਆਂ ਜਾ ਕੇ ਉੱਥੇ ਪ੍ਰਚਾਰ ਕਰਨ। ਇੰਨਾ ਕੁ ਜ਼ਰੂਰ ਬੇਨਤੀ ਹੈ। ਧੰਨਵਾਦ। ਧੰਨਵਾਦ। ਬਿਲਕੁਲ ਜੀ, ਬੇਨਤੀ ਕਰਦੇ ਸ਼ਾਰਟ ਦੇ ਵਿੱਚ ਰੱਖਿਓ, ਆਪਣੇ ਕੋਲ ਮਿੰਟ ਸਿਰਫ 4-5 ਹੀ ਰਹਿ ਗਏ ਆ ਤੇ ਸ਼ਾਰਟ ਦੇ ਵਿੱਚ ਰੱਖਿਓ। ਹਾਂਜੀ 0706 ਸਵਾਗਤ ਹੈ ਜੀ। ਅਸੀਂ ਜਿਹੜੀ ਔਰਤਾਂ ਵਾਲੀ ਜਾਂ ਤੁਸੀਂ, ਮੈਂ ਥੋੜਾ ਜਿਹਾ ਇਸ ਗੱਲ ਤੇ ਦੇਖੋ, ਜਿਹੜੀ ਨਾ ਕਿਸਾਨ ਘੋਲ ਦੀ ਹਮਾਇਤ ਹੁਣ ਤਾਂ ਸਿਆਸੀ ਪਾਰਟੀਆਂ ਵੀ ਕਰਨ ਲੱਗ ਗਏ, ਉਹ ਆਪਦੇ ਬਿਆਨਾਂ 'ਚ ਕਹਿੰਦੀਆਂ। ਪਰ ਸਾਡੀਆਂ ਐਨਕਾਂ ਨੇ ਦੇਖਿਆ ਹੋਇਆ ਵੀ 2022 ਦੀਆਂ ਚੋਣਾਂ ਦਾ ਵੀ ਵਾਰਮ-ਅਪ ਹੋ ਰਿਹਾ, ਜਿਹੜਾ ਇਹਨਾਂ ਕਿਸਾਨ ਆਗੂਆਂ ਨੂੰ ਨਿੰਦ ਕੇ, ਕਿਉਂਕਿ ਜੇ ਕਿਸਾਨ ਆਗੂ ਘੋਲ ਜਿੱਤਦੇ ਆ ਤਾਂ ਸਿਆਸੀ ਜਿਹੜੇ ਲੀਡਰ ਨਵੇਂ ਬਣਨ ਵਾਲੇ ਆ ਤੇ ਜਿਹੜੇ ਪੁਰਾਣੇ ਲੈਣ ਵਾਲੇ ਆ ਉਹਨਾਂ ਨੂੰ ਬੜਾ ਦੁੱਖ ਲੱਗ ਰਿਹਾ। ਉਹਨਾਂ ਨੂੰ ਇਹ ਲੱਗ ਰਿਹਾ ਵੀ ਕਦੋਂ ਇਹਨਾਂ ਨੂੰ ਮਤਲਬ ਫਰੰਟ ਤੋਂ ਅਸੀਂ ਫੇਲ ਕਰਕੇ ਪਿੱਛੇ ਮੁੜ ਗਏ। ਇਹ ਧੁੱਸ ਲੱਗੀ ਹੋਈ ਹੈ। 2022 ਦੀਆਂ ਚੋਣਾਂ ਦੀ ਵਾਰਮ-ਅਪ ਹੋ ਰਿਹਾ, ਪਰ ਜਿੱਥੋਂ ਤੱਕ ਇਹ ਹੈਗੀ ਵੀ ਇਹਨਾਂ ਵੀਰ ਦੀ ਗੱਲ ਨਾਲ ਮੈਂ ਸਹਿਮਤ ਹਾਂ। ਜੋ ਵੀ ਮਤਲਬ ਕਹਿੰਦੇ ਆ ਆਮ ਲੋਕ, ਜੋ ਕਹਿੰਦੇ ਆ ਉਹਨਾਂ ਦਾ ਹੀ ਧੰਨਵਾਦ ਕਰਦੇ ਆ, ਜਿਹੜਾ ਹਰਾ ਨਾਰਾ ਹੀ ਮਾਰਦਾ ਕਿਸਾਨੀ ਦੇ ਘੋਲ ਦੇ ਵਿੱਚ ਉਹ ਹੈ। ਪਰ ਕੁਛ ਮਤਲਬ ਜਿਵੇਂ ਕਹਿੰਦੇ ਆ ਵੀ ਸ਼ੇਰ ਦੀ ਖੱਲ ਪਾ ਕੇ ਭੇਡਾਂ, ਜਿਹੜੀ ਮਤਲਬ ਕਹਿੰਦੇ ਉਹਨੇ ਆਪਾਂ ਉਹ ਮਲਕਾ ਮਾਰਨ ਵਾਲੀ ਗੱਲ, ਕੋਈ ਇਹੋ ਜਿਹੀਆਂ ਗੱਲਾਂ ਹੋਈਆਂ ਨੇ, ਉਹਨਾਂ ਦੀ ਸਾਨੂੰ ਸਿਆਣ ਹੈ, ਸਾਨੂੰ ਕੋਈ ਘਬਰਾਹਟ ਨਹੀਂ ਹੈਗੀ। ਇੱਕ ਵਾਅਦਾ ਕਰਦੇ ਜੰਗ ਜਿੱਤ ਕੇ ਮੁੜਾਂਗੇ, ਜੰਗ ਲੰਮੀ ਚੱਲੂਗੀ। ਧੰਨਵਾਦ ਉਹਨਾਂ ਵੀਰਾਂ ਦਾ ਜਿਹੜੇ ਬਾਹਰ ਬੈਠੇ ਵੀ ਸਾਡਾ ਮਤਲਬ ਚਾਹੇ ਉਹ ਪੈਸੇ ਰਾਹੀਂ ਹੈ ਚਾਹੇ ਦੂਜੇ ਰਾਹੀਂ। ਇੱਕ ਥੋੜਾ ਜਿਹਾ ਸਵਾਲ ਆਇਆ ਸੀ, ਦੇਖੋ ਇਹਨਾਂ ਇਕੱਠ ਹੁਣ ਇਦੋਂ ਵੀ ਘਟੂਗਾ। ਅਸੀਂ ਲੰਮੇ ਸੰਘਰਸ਼ ਲੜੇ ਨੇ, ਖਾਸ ਕਰਕੇ ਤੁਸੀਂ ਦੇਖੋ ਜਦੋਂ ਪਿਛਲੇ ਸਾਲ ਮੈਨੂੰ ਜੇਲ੍ਹ ਚੋਂ ਕੱਢ ਕੇ ਲਿਆਏ ਨੇ, ਉਦੋਂ ਕੱਤੇ ਦਾ ਮਹੀਨਾ ਸੀ, ਲੋਕ ਕਹਿੰਦੇ ਸੰਘਰਸ਼ ਜਿੱਤਿਆ ਨਹੀਂ ਜਾਣਾ। ਜਿਹੜੀ ਪੱਕੀ ਫੋਰਸ ਹੁੰਦੀ ਹੈ ਸਾਡੀ, ਉਹਨੂੰ ਸਿਖਲਾਈ ਹੁੰਦੀ ਹੈ, ਜਿਹੜੀ ਮਤਲਬ ਦਸੰਬਰ ਜਨਵਰੀ ਜਾਂ ਮਤਲਬ ਹੁੰਦੀ ਆ, ਆਪਾਂ ਦੇਖਦੇ ਆ ਉਦੋਂ ਜਦੋਂ ਬਾਹਰੋਂ ਜਨਤਾ ਆਉਂਦੀ ਹੈ ਉਹ ਮੇਲੇ ਦਾ ਰੂਪ ਧਾਰਦੀ ਹੈ।
ਇਸ ਕਰਕੇ ਦੇਖਣ ਵਾਲੇ ਜਿਹੜੇ ਅਣਜਾਣ ਬੰਦਿਆਂ ਨੂੰ ਲੱਗਦਾ ਵਾ ਠੀਕ ਆ, ਗਿਣਤੀ ਤਾਂ ਉਦੋਂ ਮਤਲਬ ਮੇਲੇ ਦਾ ਰੂਪ ਧਾਰੇ, ਪਰ ਜਿਹੜੀ ਠੋਸ ਗਿਣਤੀ ਹੈ, ਅਸੀਂ ਪ੍ਰੈਸ 'ਚ ਵੀ ਕਹਿੰਦੇ ਹੁੰਦੇ ਆ ਵੀ ਕੱਲ ਨੂੰ ਤੁਸੀਂ ਕਹੋ ਵੀ ਡਾਲੀਆਂ ਦੀਆਂ ਟਰਾਲੀਆਂ ਬਾਸ ਮੁੜੀ ਜਾਂਦੀਆਂ, ਨਾਲ ਦੀ ਨਾਲ ਉਹ ਵੀ ਦਿਖਾਓ ਨਾ ਜਿਹੜੀਆਂ ਛੰਨਾਂ ਪੈ ਗਈਆਂ, ਜਿਹੜੇ ਪੱਕੇ ਮਕਾਨ ਪਾ ਕੇ ਬਹਿ ਗਏ। ਇਹ ਸੰਕੇਤ ਕੀ ਹੈ? ਜਿਹੜੀ ਉਹ ਸੰਕੇਤ ਨੇ ਜਿਹੜੇ ਅਸੀਂ ਕਹਿੰਦੇ ਕੁੱਲੀ ਕੁੱਲੀ ਨੂੰ ਕਿਲਾ ਬਣਾ ਦਿਆਂਗੇ। ਤਿਆਰੀ ਹੈ ਸਾਡੀ, ਪੱਕੀ ਫੌਜ ਆ ਜਿਹੜੀ, ਉਹਦੇ ਨਾਲ ਅਸੀਂ ਨੌਜਵਾਨੀ ਬਹੁਤ ਚੰਗੀ ਤਰ੍ਹਾਂ ਜੋੜੀ ਹੋਈ ਆ, ਨੌਜਵਾਨੀ ਤਿਆਰ ਹੈ। ਸਾਡਾ ਮੋਰਚਿਆਂ ਦਾ ਹਿਸਾਬ ਕਿਤਾਬ ਹੈਗਾ ਵੀ ਅਸੀਂ ਮਤਲਬ ਫਸਲ ਵੀ ਸਾਂਭਣੀ ਆ, ਮੋਰਚੇ ਵੀ ਸਾਂਭਣੇ, ਅਸੀਂ ਦੋਨਾਂ ਨੂੰ ਰਲਾ ਕੇ ਚੱਲਾਂਗੇ। ਬਿਲਕੁਲ ਜੀ, ਇਦਾਂ ਹੀ ਰੱਖਿਓ ਹੋਲਡ। ਆਪਾਂ ਕਾਲਾਂ ਜਿਹੜੀਆਂ 3 ਕਾਲਾਂ ਹੀ ਲੈਣੀਆਂ ਜੀ, ਮਿੰਟ ਆਪਣੇ ਕੋਲ 4 ਰਹਿ ਗਿਆ। ਸ਼ਾਰਟ ਦੇ ਵਿੱਚ ਰੱਖਿਓ ਵੀਰ ਜੀ, ਤੁਸੀਂ ਬੋਲੇ ਨਹੀਂ ਸ਼ਾਇਦ, ਸੌਰੀ। ਹੈਲੋ ਹੈਲੋ, ਹਾਂਜੀ ਹਾਂਜੀ ਵੀਰ ਜੀ 344 ਸਵਾਗਤ ਹੈ ਜੀ। ਹਾਂਜੀ ਹਾਂਜੀ, ਮੈਂ ਜੀ ਧਨੀਰ ਸਾਹਿਬ ਧੰਨਵਾਦ ਹੀ ਕਰਨੇ, ਸਾਨੂੰ ਸਾਰਾ ਤੁਹਾਡਾ ਕੰਮ ਦੇਖ ਰਿਹਾ ਜਿਹੜਾ ਵੀ ਕਰ ਰਿਹਾ, ਪੂਰੇ ਸ਼ਲਾਘਾ ਜੋ ਕੰਮ ਕਰ ਰਹੇ ਹੋ ਜੀ, ਬਹੁਤ ਬਹੁਤ ਧੰਨਵਾਦ ਜੀ ਤੁਹਾਡਾ। ਧੰਨਵਾਦ ਜੀ, ਧੰਨਵਾਦ ਜੀ, ਧੰਨਵਾਦ ਜੀ। ਕੋਈ ਤਾਂ ਸਲਾਉਣ ਵਾਲਾ ਲੱਭਿਆ ਜੀ। ਬਿਲਕੁਲ ਜੀ, ਪਤਾ ਨਹੀਂ ਕੀ ਗੱਲ ਹੈ, ਸਿਰਫ ਇੰਨੀ ਗੱਲ ਹੀ ਕਹਿ ਦੇਣੀ ਵੀ ਸਿਰਫ ਨੌਜਵਾਨ ਦੋ ਮਗਰ ਏਡੇ ਨਹੀਂਗੇ, ਨੌਜਵਾਨ ਕਿਤੇ ਏਡੇ ਮੂਰਖ ਨਹੀਂਗੇ ਸਾਡੇ ਪੰਜਾਬ ਦੇ। ਧਨੇਰ ਸਾਹਿਬ, ਤੁਹਾਡਾ ਅਗਲਾ ਏਜੰਡਾ ਕੀ ਹੈ? ਜਿੱਦਾਂ ਮੰਨ ਲਓ ਹੁਣ ਇਸ ਟਾਈਮ ਪੂਰਾ ਪੇਚਾ ਫਸਿਆ ਹੋਇਆ ਸੈਂਟਰ ਦੇ ਨਾਲ, ਜੇ 5 ਸਟੇਟਾਂ ਦੇ ਵਿੱਚੋਂ 4 ਦੇ ਵਿੱਚੋਂ ਤਾਂ ਬੀਜੇਪੀ ਮੰਜੀ ਜਾ ਰਹੀ ਆ, ਤੇ ਜੇ ਉਹ ਮੰਨ ਲਓ ਤੁਸੀਂ ਜਿੱਤ ਜਾਂਦੇ ਹੋ, ਮੋਰਚਾ ਉੱਥੋਂ ਸਰਕਾਰਾਂ ਹਾਰ ਜਾਂਦੀਆਂ ਆ, ਬੀਜੇਪੀ ਹਾਰ ਜਾਂਦੀ ਆ, ਆਪਾਂ ਉਸ ਵਿਸ਼ੇ ਤੇ ਗੱਲ ਕਰਦੇ ਆ। ਆਪਾਂ 2 ਕਾਲਾਂ ਲੈ ਲਈਏ 30 ਸੈਕਿੰਡ ਚ। ਹਾਂਜੀ 6716 ਸਵਾਗਤ ਹੈ ਜੀ। ਤੁਹਾਨੂੰ ਫੋਨ 0706 ਸਵਾਗਤ ਹੈ ਜੀ। ਹੈਲੋ ਹਾਂਜੀ ਬਾਈ ਜੀ, ਹਾਂਜੀ ਬਾਈ ਜੀ, ਦੋਨੋਂ ਵੀਰਾਂ ਨੂੰ ਸਤਿ ਸ੍ਰੀ ਅਕਾਲ। ਠੀਕ ਹੈ, ਬਹੁਤ ਵਧੀਆ ਚੱਲਦਾ। ਪਰ ਬਾਈ ਜੀ ਗੱਲ ਬੰਦੇ ਤੁਹਾਡੇ ਨਾਲ ਵੀ ਹੈਗੇ ਆ, ਬੰਦੇ ਦੀਪ ਸਿੱਧੂ ਨਾਲ ਵੀ ਹੈਗੇ ਆ, ਲੱਕੇ ਨਾਲ ਵੀ ਹੈਗੇ ਆ, ਠੀਕ ਹੈ, ਪਰ ਇਕੱਠੇ ਹੋ ਕੇ ਚੱਲਣ ਦੀ ਗੱਲ ਹੈ ਜੀ। ਆਪਣੀ ਸਪੋਰਟ ਫਿਰ ਵੀ ਬਾਈ ਜੀ ਯੂਥ ਨਾਲ ਹੈਗੀ ਆ, ਤੇ ਦੀਪ ਸਿੱਧੂ ਨਾਲ ਤੇ ਲੱਕੇ ਨਾਲ ਵੀ ਹੈਗੀ ਆ। ਧੰਨਵਾਦ। ਧੰਨਵਾਦ ਵੀ, ਧੰਨਵਾਦ। ਚੱਲਦੇ ਜੀ ਆਪਾਂ ਨੈਕਸਟ ਕਾਲ ਤੇ। ਹਾਂਜੀ 0407 ਸਵਾਗਤ ਹੈ ਜੀ। ਹਾਂਜੀ, ਅਸੀਂ ਤਾਂ ਇਹ ਹੁਣ ਤੱਕ ਪਿੰਡਾਂ 'ਚ ਇਹ ਦੇਖਦੇ ਹਾਂ ਵੀ ਜਿੰਨੇ ਸਿੱਖ ਆ ਨਾ ਉਹੀ ਕਿਸਾਨ ਆ, ਹੋਰ ਤਾਂ ਅਸੀਂ ਕੋਈ ਦੇਖਿਆ ਨਹੀਂ ਪੰਜਾਬ ਦੇ ਵਿੱਚ। ਸਿੱਖਾਂ ਤੋਂ ਬਗੈਰ ਕੋਈ ਕਿਸਾਨ ਅਸੀਂ ਹੋਰ ਨਹੀਂ ਕੋਈ ਦੇਖਿਆ, ਸਾਰੇ ਸਿੱਖ ਹੀ ਨੇ ਜਿੰਨੇ ਕਿਸਾਨ ਨੇ। ਹੁਣ ਸਿੱਖਾਂ ਤੋਂ ਪਰੇ ਹੋ ਜਾਣ, ਜੋ ਮਰਜ਼ੀ ਕਰੀ ਜਾਣ, ਲੇਕਿਨ ਸਿੱਖ ਹੀ ਆ ਕਿਸਾਨ ਜਿਹੜਾ ਹੈਗਾ ਪੰਜਾਬ ਦੇ ਵਿੱਚ। ਧੰਨਵਾਦ ਜੀ, ਧੰਨਵਾਦ। ਹਾਂਜੀ 5998 ਸਵਾਗਤ ਹੈ ਜੀ। ਆਪਣੇ ਚੰਦੀ ਸਾਹਿਬ, ਮੈਂ ਨਾ ਧਨੇਰ ਸਾਹਿਬ ਨੂੰ ਕਹਿਣਾ ਚਾਹੁੰਦਾ ਆ ਵੀ ਜਿਹੜੇ ਨਹੀਂ ਕਿਹਾ ਨਾ ਵੀ ਆਪਣੇ ਦਸੰਬਰ ਜਨਵਰੀ ਦੀ ਗੱਲ ਕੀਤੀ ਆ ਵੀ ਲੋਕੀ ਬਾਹਰੋਂ ਮੇਲਾ ਦੇਖਣ ਆਉਂਦੇ ਆ, ਇਹ ਮੇਲੇ ਨੇ ਹੀ ਇਹ ਜਿਹੜਾ ਨਾ ਸੰਘਰਸ਼ ਦਾ ਰੂਪ ਬਣਾਇਆ ਇਹਨੂੰ। ਵੈਸੇ ਮੈਂ ਜਿਹੜੀ ਤੁਸੀਂ ਗੱਲ ਕਰਦੇ ਨਾ ਵੀ ਪੱਕੇ ਕੇਡਰ ਆ ਸਾਡੇ, ਸਰਸੇ ਵਾਲਾ ਸਾਧ ਵੀ ਇਹੀ ਕਹਿੰਦਾ ਸੀ ਮੇਰਾ 1.5 ਕਰੋੜ ਕੇਡਰ ਪੱਕਾ ਆ। ਉਹਦੇ ਦੇਖੋ ਕਿੱਦਾਂ ਜੁੱਤ ਫੇਰਿਆ ਸੀ ਪੁਲਿਸ ਨੇ, ਤੇ ਮੁੜ ਕੇ ਉਹ ਲੱਭਾ ਕੋਈ ਨਹੀਂ ਸੀਗਾ। ਇਹ ਲੋਕਾਂ ਦਾ ਸਹਿਯੋਗ ਲਓ, ਚਾਹੇ ਕੋਈ ਫੇਸਬੁੱਕੀ ਬਦਲਵਾਨ ਹੈ ਤੇ ਚਾਹੇ ਕੋਈ ਹੋਰ, ਪਿਆਰ ਨਾਲ ਆਪਾਂ ਨੂੰ ਸਾਰਿਆਂ ਨੂੰ ਪਿਆਰ ਨਾਲ ਚੱਲਣਾ ਪੈਣਾ। ਜੇ ਇਹ ਸੰਘਰਸ਼ ਜਿੱਤਣਾ, ਸਾਡੀ ਲੜਾਈ ਕਿਸੇ ਪੰਜਾਬ ਦੇ ਜਾਂ ਕਿਸੇ ਛੋਟੇ ਮੋਟੇ ਦਾ ਡੀਸੀ ਦਾ ਜਾਂ ਹੋਰ ਕਿਸੇ ਦਾ ਨਹੀਂ ਗੀ, ਸੈਂਟਰ ਸਰਕਾਰ ਨਾਲ ਆ। ਧੰਨਵਾਦ ਵੀ, ਧੰਨਵਾਦ ਜੀ। ਆਪਾਂ ਸਿਰਫ ਕਾਲਾਂ ਸਾਰੀਆਂ ਫਰੈਸ਼ ਕਰ ਲਾਂਗੇ, ਆਪਾਂ ਇੰਨੀਆਂ ਲੈ ਨਹੀਂ ਸਕਦੇ। ਹਾਂਜੀ 0030 ਸਵਾਗਤ ਹੈ ਜੀ। ਹੈਲੋ ਹੈਲੋ, ਸਤਿ ਸ਼੍ਰੀ ਅਕਾਲ ਭਾਈ। ਸਤਿ ਸ਼੍ਰੀ ਅਕਾਲ ਵੀਰੇ। 10 ਸੈਕਿੰਡ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਹਾਂਜੀ, ਮੈਂ ਤਾਂ ਇਹੀ ਕਹਿਣਾ ਸੀਗਾ ਜੀ, ਬਹੁਤ ਵਧੀਆ ਕੰਮ ਕਰਦੇ ਪਏ ਆ, ਇੱਥੇ ਇਕੱਠੇ ਰਲ ਕੇ ਰਹੋ ਬਸ। ਧੰਨਵਾਦ, ਧੰਨਵਾਦ ਵੀਰ ਜੀ, ਧੰਨਵਾਦ ਜੀ। ਹਾਂਜੀ 4994 ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ ਧਨੇਰ ਸਾਹਿਬ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਵੀਰ। ਸਤਿ ਸ਼੍ਰੀ ਅਕਾਲ ਜੀ। ਹਾਂਜੀ ਹਾਂਜੀ, ਤੁਹਾਡਾ ਮੈਂ ਸਟੋਰੀ ਸੁਣੀ ਸੀਗੀ ਜੀ ਜਦੋਂ ਤੁਸੀਂ ਚੱਜ ਦੇ ਵਿਚਾਰ ਤੇ ਦਿੱਤੀ ਸੀ, ਤੇ ਉਹਦੇ ਵਿੱਚ ਤੁਹਾਡੀ ਬਹੁਤ ਜੇਲ੍ਹ ਕੱਟੀ ਤੁਸੀਂ। ਹੋਰ ਕਰਨਦੀਪ ਕਤਲਕਾਂਡ ਦੇ ਵਿੱਚ ਜਿਹੜਾ ਬੰਦਾ ਹੁਣ ਤੁਹਾਨੂੰ ਬੋਲ ਕੇ ਗਿਆ, ਉਹਨੂੰ ਪੁੱਛੋ ਵੀ ਇੱਕ ਦਿਨ ਦੀ ਉਹਨੇ ਜੇਲ੍ਹ ਕੱਟੀ ਆ ਕਦੇ? ਬਿਲਕੁਲ, ਧੰਨਵਾਦ ਵੀਰ। ਆਪਣੇ ਕੋਲ ਸਮਾਂ ਹੈ ਨਹੀਂਗਾ, ਸਮਾਂ ਆਪਣਾ ਸਮਾਪਤ। ਬਹੁਤ ਬਹੁਤ ਵਧੀਆ। ਧੰਨਵਾਦ ਵੀਰ, ਧੰਨਵਾਦ। ਲਾਸਟ ਕਾਲ। ਹਾਂਜੀ 0706 10 ਸੈਕਿੰਡ ਚ ਕੀ ਕਹਿਣਾ ਚਾਹੁੰਦੇ ਵੀਰ? ਹੈਲੋ ਸ਼ਾਇਦ ਵੀਰ ਹੋਲਡ ਕਰ ਗਿਆ। ਧਨੇਰ ਸਾਹਿਬ 1 ਮਿੰਟ ਹੀ ਆਪਣੇ ਕੋਲ ਲਾਸਟ ਦੇ ਵਿੱਚ, ਤੁਸੀਂ ਕੀ ਕਹਿਣਾ ਚਾਹੋਗੇ? ਇੱਕ ਤਾਂ ਮੈਂ ਜਿਹੜਾ ਵੀਰ ਉਹ ਮੈਨੂੰ ਲੱਗਦਾ ਮੇਰੀ ਗੱਲ ਨੂੰ ਗਲਤ ਸਮਝ ਗਿਆ। ਮੈਂ ਇਹ ਨਹੀਂ ਕਿਹਾ ਵੀ ਉਹ ਮੇਲਾ ਲੱਗਾ, ਮੈਂ ਇਹ ਗੱਲ ਕਹਿੰਦਾ ਸੀ ਉਦੋਂ ਜਿਹੜੇ ਆਏ ਨੇ ਵੀਰ ਆਉਂਦੇ ਹਰੇਕ ਸਾਲ ਹੀ, ਵੀ ਉਦੋਂ ਮਤਲਬ ਉਹਨਾਂ ਦੇ ਨਾਲ ਜਿਹੜੇ ਪਰਿਵਾਰ ਜਾਂਦੇ ਆ ਜਾਂ ਹੋਰ ਬੰਦੇ ਆ, ਉਦੋਂ ਰਸ਼ ਵੱਧ ਸਾਨੂੰ ਲੱਗਦਾ ਹੀ ਹੁੰਦਾ ਜੀ। ਮੇਰਾ ਉਹਨਾਂ ਨੂੰ ਕੋਈ ਘਟਾ ਕੇ ਦੇਖਣ ਦਾ ਨਹੀਂ ਹੈਗਾ। ਇੱਕ ਤਾਂ ਵੀਰ ਨੂੰ ਇਹ ਗੱਲ ਸਮਝਣੀ ਚਾਹੀਦੀ ਆ। ਮੈਂ ਸਦਾ ਤੇ ਇਹ ਗੱਲ ਇਹ ਸਮਝਾਈ ਆ ਵੀ ਸਦਾ ਨਹੀਂ ਉਹਨਾਂ ਰਹਿ ਸਕਦਾ ਇਕੱਠ। ਜਦੋਂ ਉਹਨਾਂ ਨੇ ਵਾਪਸ ਮੁੜਨਾ ਹੁੰਦਾ ਤਾਂ ਇਕੱਠ ਨੇ ਘਟਣਾ ਹੀ ਹੁੰਦਾ ਲਾਜ਼ਮੀ। ਬਿਲਕੁਲ ਜੀ, ਬਿਲਕੁਲ। ਧੰਨਵਾਦ ਜੀ। ਆਪਣਾ ਘੱਟ ਗਿਆ ਕਹਿੰਦੇ ਮੈਂ ਉਸ ਗੱਲ ਦੀ ਸਪਸ਼ਟੀਕਰਨ ਦਿੱਤਾ, ਨਾ ਕਿ ਮੈਂ ਇਹ ਕਿਹਾ ਵੀ ਬਾਹਰ ਵਾਲੇ ਕਿਉਂ ਆਉਂਦੇ ਆ ਜਾਂ ਕਿਉਂ ਆਏ। ਮੈਂ ਕਹਿੰਦਾ ਬਹੁਤ ਵੱਡਾ ਸਹਿਯੋਗ ਆ ਉਹਨਾਂ ਦਾ ਉੱਥੇ ਬੈਠਿਆਂ ਦਾ ਵੀ। ਦੂਜੀ ਗੱਲ ਇਹ ਮਸਲਾ ਕੋਈ ਸਾਡੇ ਇਕੱਲੇ ਖੇਤਾਂ ਦਾ ਨਹੀਂ ਹੈ।
ਅਸੀਂ ਇਸ ਮਸਲੇ ਨੂੰ ਰੋਟੀ ਦਾ ਮਸਲਾ ਬਣਾਇਆ ਜੇ ਅੱਜ 8 ਘੰਟੇ ਦੀ ਬਾਏ 12 ਘੰਟੇ ਪਹਿਲਾਂ ਫੈਕਟਰੀ 'ਚ ਜਿਹੜੇ ਕਾਨੂੰਨ ਬਣ ਕੇ ਜਿਹੜਾ ਅਸੀਂ 17 ਤਰੀਕ ਨੂੰ ਸੱਦ ਕੇ 26 ਨੂੰ ਭਾਰਤ ਬੰਦ ਕਰ ਰਹੇ ਹਾਂ। ਅਸੀਂ ਫੈਕਟਰੀ ਮਜ਼ਦੂਰਾਂ ਨੂੰ ਨਾਲ ਲੈ ਕੇ, ਖੇਤ ਮਜ਼ਦੂਰਾਂ ਨੂੰ ਨਾਲ ਲੈ ਕੇ, ਸਾਰੇ ਭਾਰਤ ਦੇ ਜਿਹੜੇ ਲੋਕ ਰੋਟੀ ਖਾਣ ਵਾਲੇ ਆ ਉਹਨਾਂ ਨੂੰ ਨਾਲ ਲੈ ਕੇ 26 ਦਾ ਭਾਰਤ ਬੰਦ ਹੋ ਰਿਹਾ। ਜੇ 8 ਘੰਟੇ ਦੀ ਬਜਾਏ 12 ਘੰਟੇ ਭਾਰਤ 'ਚ ਲਾਗੂ ਹੁੰਦੇ ਆ ਤਾਂ ਕੈਨੇਡਾ 'ਚ ਵੀ ਹੋਣਗੇ। ਇਹ ਰਾਹ ਤੁਰੂਗਾ। ਇਸ ਕਰਕੇ ਅਸੀਂ ਕਹਿੰਦੇ ਇਕੱਲੇ ਭਾਰਤ ਦਾ ਘੋਲ ਨਹੀਂ, ਇਹ ਦੁਨੀਆ ਦਾ ਘੋਲ ਹੈ ਜੀ। ਧੰਨਵਾਦ ਜੀ। ਆਪਣਾ ਪ੍ਰੋਗਰਾਮ ਦਾ ਸਮਾਂ ਸਮਾਪਤ ਹੈ ਜੀ। ਬਹੁਤ ਬਹੁਤ ਧੰਨਵਾਦ ਤੁਹਾਡਾ ਜੀ। ਧੰਨਵਾਦ ਜੀ। ਧੰਨਵਾਦ ਜੀ। ਬਿਲਕੁਲ ਜੀ, ਆਪਣਾ ਸਮਾਂ ਜਿਹੜਾ ਪ੍ਰੋਗਰਾਮ ਦਾ ਸਮਾਪਤ ਹੈ ਤੇ ਤੁਸੀਂ ਮੇਰੇ ਨਾਲ ਕੋਈ ਗੱਲਬਾਤ ਕਰਨੀ ਹੈ ਤੇ ਨੰਬਰ 5149169593 514 916 9593। ਸੰਦੀਪ ਸਿੰਘ ਪੱਟੀ ਹੁਣੀ ਸਟੂਡੀਓ 'ਚ ਪਹੁੰਚ ਚੁੱਕੇ। ਦਿਓ ਇਜਾਜ਼ਤ। ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ। ਇਮੀਗ੍ਰੇਸ਼ਨ ਦੇ ਮਸਲਿਆਂ ਨੂੰ ਹਲਕੇ ਵਿੱਚ ਲੈਣਾ ਮਹਿੰਗਾ ਪੈ ਸਕਦਾ ਹੈ, ਪਰ ਸੋਚ ਸਮਝ ਕੇ ਲਿਆ ਹੋਇਆ ਫੈਸਲਾ ਤੁਹਾਡੀ ਜ਼ਿੰਦਗੀ ਨੂੰ ਸਵਾਰ ਸਕਦਾ ਹੈ। ਇਸ